ਮਿੰਟ 'ਤੇ ਗੱਲਬਾਤ ਕਰਨ ਲਈ ਲੇਬਰ ਮਿਨਿਸਟਰ ਹੈਰੀ ਮੇਨਜ਼ ਹੁਣੀ ਆਉਣਗੇ BC ਦੇ ਕਿ ਕਾਮਿਆਂ ਦੇ ਹੱਕ ਹਕੂਕ, ਸੱਟਾਂ ਜਿਹੜੀਆਂ ਲੱਗਦੀਆਂ ਨੇ, ਮੌਤਾਂ ਹੁੰਦੀਆਂ ਨੇ, ਧੱਕਾ ਹੁੰਦਾ, ਪੈਸਾ ਧੇਲਾ ਘੱਟ ਦਿੱਤਾ ਜਾਂਦਾ ਹੈ, ਉਹਦੇ ਬਾਰੇ ਕੀ ਹੋ ਸਕਦਾ ਹੈ। 604 204 0600 ਆਉਣੇ ਨੰਬਰ ਰਹੇਗਾ। 6042040600 604 729 1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ 6047291224। ਲੈ ਫੇਰ ਛਿੜੀ ਹੈ ਬਾਤ ਤੇਰੀ, ਪੌਣਾ ਚੋਂ ਚਾਨਣ ਲਮਕ ਰਿਹਾ। ਲੈ ਫੇਰ ਛਿੜੀ ਹੈ ਬਾਤ ਤੇਰੀ, ਪੌਣਾ ਚੋਂ ਚਾਨਣ ਲਮਕ ਰਿਹਾ। ਉਹ ਵੇਖ ਅੰਬਰ ਤੇ ਚੰਨ ਨਹੀਂ, ਤੇਰੇ ਇਸ਼ਕ ਦਾ ਸਿਮਰਨ ਚਮਕ ਰਿਹਾ। ਮੈਂ ਚਾਹੁੰਦਾ ਤੇਰੀਆਂ ਜ਼ੁਲਫਾਂ ਦੇ ਵਿੱਚ ਉਮਰ ਕੈਦ ਜਿਹੀ ਹੋ ਜਾਵੇ। ਜ਼ਰਾ ਖੋਲ ਅੱਖਾਂ ਦੇ ਸਾਗਰ ਨੂੰ, ਮੇਰਾ ਕੁੱਲ ਵਜੂਦ ਜਿਹਾ ਖੋ ਜਾਵੇ। ਮੈਨੂੰ ਸੂਰਜ ਦੀ ਧੁੱਪ ਲੱਗਦੀ ਹੈ, ਤੇਰੇ ਗੁੱਸੇ ਦਾ ਅਨੁਵਾਦ ਕੋਈ, ਜਾਂ ਜਿਵੇਂ ਕਿ ਅੰਮ੍ਰਿਤ ਵੇਲੇ 'ਤੇ ਆ ਜਾਏ ਪਿਆਰੇ ਦੀ ਯਾਦ ਕੋਈ। ਤੇਰੇ ਹਾਸੇ ਖੁਸ਼ਬੂ ਵਰਗੇ ਨੇ, ਤੇਰੇ ਤਲੀਆਂ 'ਤੇ ਚੰਨ ਚੜ੍ਹਦੇ ਨੇ। ਮੈਂ ਕੱਲ੍ਹ ਰਾਤੀ ਮਹਿਸੂਸ ਕੀਤਾ ਤੇਰੀ ਤਾਰੇ ਕਵਿਤਾ ਪੜ੍ਹਦੇ ਨੇ। ਤੇਰੇ ਹਾਸੇ ਖੁਸ਼ਬੂ ਵਰਗੇ ਨੇ, ਤੇਰੇ ਤਲੀਆਂ 'ਤੇ ਚੰਨ ਚੜ੍ਹਦੇ ਨੇ। ਮੈਂ ਕੱਲ੍ਹ ਰਾਤੀ ਮਹਿਸੂਸ ਕੀਤਾ ਤੇਰੀ ਤਾਰੇ ਕਵਿਤਾ ਪੜ੍ਹਦੇ ਨੇ। ਨਵਾਬ ਖਾਨ ਜ਼ਿਕਰ ਤੇਰਾ ਲਿਖਦਾ ਹੈ। ਚਲਿਏ ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਦੇ ਨਾਲ ਗੱਲਬਾਤ ਕਰਦੇ ਹਾਂ। ਸਰਦਾਰ ਨਵਕਿਰਨ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਧਰਮ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਵਸ 'ਤੇ ਵੱਡੇ ਜਿਹੜੇ ਸਮਾਗਮ ਹੋਏ ਨੇ, ਲਾਲ ਕਿਲ੍ਹੇ ਤੋਂ ਮੋਦੀ ਉਹਨਾਂ ਨੇ ਭਾਸ਼ਣ ਕੌਮ ਦੇ ਬਾਰੇ, ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਬਹੁਤ ਗਰਮਜੋਸ਼ੀ ਵਾਲਾ ਉਹਨਾਂ ਦਾ ਜਿਹੜਾ ਭਾਸ਼ਣ ਸੀ 4-5 ਮਿੰਟ ਦਾ। ਤੇ ਕਿਸ ਤਰ੍ਹਾਂ ਮਨਾਇਆ ਗਿਆ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ? ਜੀ ਗਿੱਲ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਅੱਜ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਗਿਆ। ਵਾਕਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਯੋਗੀ ਆਦਿੱਤਿਆਨਾਥ ਔਰ ਬਾਕੀ ਜਿਹੜੀਆਂ ਰਾਜਨੀਤਿਕ ਸ਼ਖਸੀਅਤਾਂ ਨੇ, ਉਹ ਸਾਰਿਆਂ ਨੇ ਹੀ ਵੱਖ-ਵੱਖ ਜਿਹੜੇ ਪ੍ਰੋਗਰਾਮ ਹੋਏ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ, ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਸਮਿਆਂ ਦੇ ਵਿੱਚ ਗਿੱਲ ਸਾਹਿਬ ਆਪਣੀ ਕੁਰਬਾਨੀ ਹੈ ਜਿਹੜੀ ਦਿੱਤੀ ਹੈ। ਔਰ ਅੱਜ ਹਾਲਾਤ ਨੇ ਜਿਹੜੇ ਉਸੇ ਤਰ੍ਹਾਂ ਦੇ ਲਗਭਗ ਬਣਾਏ ਜਾ ਰਹੇ ਨੇ ਜਾਂ ਬਣੇ ਹੋਏ ਨੇ, ਕਿਉਂਕਿ ਉਸ ਵਕਤ ਵੀ ਜਬਰੀ ਧਰਮ ਪਰਿਵਰਤਨ ਹੈਗਾ ਜਿਹੜਾ ਉਹ ਵੱਡਾ ਮੁੱਦਾ ਬਣਿਆ ਹੋਇਆ ਸੀ। ਤੇ ਅੱਜ ਵੀ ਜਿਹੜਾ ਧਰਮ ਪਰਿਵਰਤਨ ਜਾਂ ਬਾਕੀ ਧਰਮਾਂ ਦਾ ਜਿਹੜਾ ਮਸਲਾ ਗਾ, ਘੱਟ ਗਿਣਤੀਆਂ ਦਾ ਮਸਲਾ ਗਾ, ਉਹ ਖੂਬ ਚਰਚਾ ਦਾ ਵਿਸ਼ਾ ਗਾ ਜਿਹੜਾ ਉਹ ਬਣਿਆ ਹੋਇਆ ਗਾ। ਸੋ ਅੱਜ ਵੀ ਉਹਨਾਂ ਦੀ ਲਸਾਨੀ ਕੁਰਬਾਨੀ ਹੈ ਜਿਹੜੀ, ਉਹਨੂੰ ਸਿਜਦਾ ਕਰਨਾ ਬਣਦਾ ਔਰ ਉਹ ਤੋਂ ਸਿੱਖਿਆ ਲੈਣੀ ਬਣਦੀ ਹੈ। ਜੀ ਗਿੱਲ ਸਾਹਿਬ, ਭਾਸ਼ਣ ਦੇ ਥੱਲੇ ਮੈਂ ਕਮੈਂਟ ਪੜ੍ਹ ਰਿਹਾ ਸੀ, ਲੋਕ ਅਵੇਅਰ ਬਹੁਤ ਨੇ ਜੀ। ਉਹ ਕਹਿੰਦੇ ਵੀ ਬਿਲਕੁਲ ਠੀਕ ਹੈ, ਤੁਸੀਂ ਕਹਿੰਦੇ ਹੋ ਧਰਮ ਬਚਾਇਆ, ਪਰ ਬੰਦੀ ਸਿੰਘ ਸਾਡੇ ਅੰਦਰ ਬੈਠੇ ਨੇ, ਉਹਨਾਂ ਨੂੰ ਤਾਂ ਛੱਡ ਨਹੀਂ ਰਹੇ। ਇਹ ਵੀ ਗੱਲ ਨਾਲ ਚੱਲੀ ਹੈ। ਜੀ ਗਿੱਲ ਸਾਹਿਬ, ਬਾਕੀ ਇਹ ਗੱਲ ਉੱਠਣੀ ਵੀ ਬਣਦੀ ਸੀ, ਉੱਠੀ ਵੀ ਆ। ਔਰ ਇਹ ਸਵਾਲ ਵੀ ਜਿਹੜੇ ਨੇ ਉਹ ਕੇਂਦਰ ਸਰਕਾਰ ਨੂੰ ਵੀ ਕੀਤੇ ਜਾ ਰਹੇ ਨੇ, ਕਿਉਂਕਿ ਲੋਕ ਸਾਰਾ ਸਮਝ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਜ ਵੀ ਸਜ਼ਾ ਪੂਰੀ ਕਰ ਚੁੱਕੇ ਜਿਹੜੇ ਸਿੱਖ ਕੈਦੀ ਨੇ, ਉਹਨਾਂ ਨੂੰ ਅਜੇ ਤੱਕ ਵੀ ਰਿਹਾ ਨਹੀਂ ਕੀਤਾ ਜਾ ਰਿਹਾ। ਹੋਰ ਬਹੁਤ ਸਾਰੇ ਪੋਲੀਟੀਕਲ ਪ੍ਰਿਜ਼ਨਰਸ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਪਰ ਜਿਹੜੇ ਸਰਕਾਰ ਦੇ ਹਾਂ 'ਚ ਹਾਂ ਮਿਲਾਉਂਦੇ ਨੇ, ਉਹ ਮੌਜ ਨਾਲ ਪਰੋਲ ਤੇ ਆਉਂਦੇ ਨੇ, ਗਾਣੇ ਗੁਣੇ ਗਾਉਂਦੇ ਨੇ, ਉਸ ਤੋਂ ਬਾਅਦ ਗਿੱਲ ਸਾਹਿਬ ਢੇਰ ਚਲੇ ਜਾਂਦੇ ਨੇ। ਜੀ ਅੱਛਾ ਜੀ, ਸ਼ਰਨਜੀਤ ਸਿੰਘ ਢਿੱਲੋਂ ਵਿਜੀਲੈਂਸ ਵਾਲਿਆਂ ਨੇ ਤਲਬ ਕਰ ਲਿਆ, ਗੱਲ ਕੀ ਚੱਲੀ ਹੈ? ਗਿੱਲ ਸਾਹਿਬ ਦੇਖੋ, ਵਿਜੀਲੈਂਸ ਆ ਜਿਹੜੀ ਉਹ ਪਿਛਲੇ ਦਿਨਾਂ ਤੋਂ ਲੱਗੀ ਹੋਈ ਹੈਗੀ। ਔਰ ਵਿਜੀਲੈਂਸ ਦੇ ਵੱਲੋਂ ਕਾਂਗਰਸ ਪਾਰਟੀ ਦੇ 4 ਵੱਡੇ ਲੀਡਰ ਨੇ ਜਿਹੜੇ ਉਹ ਪਿਛਲੇ ਦਿਨਾਂ ਦੇ ਵਿੱਚ ਤਲਬ ਕੀਤੇ ਗਏ, ਜਿਨ੍ਹਾਂ ਦੇ ਵਿੱਚੋਂ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ ਦਾ ਜਿਹੜੇ ਜੇਲ੍ਹ ਯਾਤਰਾ ਵੀ ਸਾਧੂ ਸੋਧ ਕਰਿਆ ਆ। ਔਰ ਭਾਰਤ ਭੂਸ਼ਣ ਆਸ਼ੂ ਅਜੇ ਵੀ ਜੇਲ੍ਹ ਦੇ ਵਿੱਚ ਹੈ। OP ਸੋਨੀ ਨੂੰ ਸੰਮਨ ਕੀਤੇ ਸੀ, ਉਹ ਪੇਸ਼ ਨਹੀਂ ਹੋਇਆ, ਕਹਿੰਦਾ ਮੈਂ ਆਊਟ ਆਫ ਸਟੇਟ ਆ। ਹੁਣ ਦੁਬਾਰੇ ਜਿਹੜੇ ਸੰਮਨ ਨੇ ਉਹ ਕੀਤੇ ਜਾ ਰਹੇ ਨੇ। ਇੱਕ ਜਿਹੜਾ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਉਹ ਸੀਗਾ ਸਿੰਚਾਈ ਘੁਟਾਲਾ। ਸਿੰਚਾਈ ਘੁਟਾਲਾ ਗਾ ਜਿਹੜਾ ਗਿੱਲ ਸਾਹਿਬ, ਇਹ ਅਕਾਲੀ ਦਲ ਦੀ ਸਰਕਾਰ ਸਮੇਂ ਵੀ
ਤਾਰਾਂ ਉੱਠੀਆਂ ਸੀ ਇਹਦੀਆਂ, ਔਰ ਠੇਕੇਦਾਰ ਆ ਕੇ ਸਾਰੇ ਬਿਆਨ ਦੇ ਗਏ ਸੀ ਕਿ ਕਿਹੜੇ ਕਿਹੜੇ ਮੰਤਰੀ ਨੂੰ ਕਿਵੇਂ ਪੈਸੇ ਗਏ, ਕਿਹੜੇ ਕਿਹੜੇ IAS ਅਫਸਰ ਨੂੰ ਕਿੰਨੇ ਰੁਪਈਏ ਗਏ, ਉਹ ਸਾਰੇ ਡਾਇਰੀ ਆਪਦੀ ਦਿਖਾ ਗਿਆ ਸੀ ਵਿਜੀਲੈਂਸ ਵਾਲਿਆਂ ਨੂੰ। ਉਹ ਬਾਦਲ ਸਰਕਾਰ ਸਮੇਂ ਚਰਚਾ ਦਾ ਵਿਸ਼ਾ ਬਣਿਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਵੀ ਗੱਲ ਉੱਠਦੀ ਫਿਰ ਦੱਬ ਗਈ, ਫਿਰ ਚੰਨੀ ਸਰਕਾਰ ਸਮੇਂ ਵੀ ਗੱਲ ਦੱਬ ਲਈ। ਹੁਣ ਭਗਵੰਤ ਮਾਨ ਹੋਰਾਂ ਦੀ ਸਰਕਾਰ ਸਮੇਂ ਵੀ ਜਿਹੜਾ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਸਵਾਲ ਉੱਠ ਰਿਹਾ ਸੀ ਕਿ ਸਿੰਚਾਈ ਘੁਟਾਲੇ ਵਾਲੇ ਮਸਲੇ ਦੇ ਵਿੱਚ ਸਰਕਾਰ ਕਿਉਂ ਚੁੱਪ ਹੈ। ਕਿਉਂਕਿ ਜਿਹੜਾ ਸਿੰਚਾਈ ਘੁਟਾਲਾ ਹੋਇਆ ਸੀ ਇਹਦੇ ਵਿੱਚ 2 ਅਕਾਲੀ ਦਲ ਦੇ ਮੰਤਰੀ ਔਰ ਕਈ ਸੀਨੀਅਰ IAS ਅਫਸਰ, ਜਿਨ੍ਹਾਂ ਚ ਕਾਹਨ ਸਿੰਘ ਪੰਨੂ ਦਾ ਨਾਂ ਵੀ ਜਿਹੜਾ ਗਾ ਉਹ ਗੂੰਜਦਾ ਗਾ, ਇਹ ਚਰਚਾ ਦਾ ਵਿਸ਼ਾ ਜਿਹੜੇ ਉਹ ਬਣੇ ਸੀ। ਹੁਣ ਵਿਜੀਲੈਂਸ ਬਿਊਰੋ ਨੇ ਅਕਾਲੀ ਭਾਜਪਾ ਗੱਠਜੋੜ ਦੇ ਸਮੇਂ ਦੇ ਵਿੱਚ ਹੋਏ ਕਰੋੜਾਂ ਰੁਪਏ ਦੇ ਸਿੰਚਾਈ ਘੁਟਾਲੇ ਦੇ ਵਿੱਚ ਕੱਲ ਨੂੰ ਭਲਕੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਸਾਬਕਾ ਮੁੱਖ ਸਕੱਤਰ ਸੀਨੀਅਰ IAS ਅਫਸਰ ਰਹੇ ਨੇ ਉਦੋਂ ਸਰਵੇਸ਼ ਕੌਸ਼ਲ, ਦੋਨਾਂ ਨੂੰ ਤਲਬ ਕਰ ਲਿਆ। ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਮੰਗਲਵਾਰ ਨੂੰ ਮੋਹਾਲੀ ਸਥਿਤ ਜਿਹੜਾ ਵਿਜੀਲੈਂਸ ਬਿਊਰੋ ਦਾ ਹੈੱਡਕੁਆਟਰ ਆ ਉੱਥੇ ਜਾਂਚ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਨੇ। ਔਰ ਇਸ ਤੋਂ ਪਹਿਲਾਂ ਇਸ ਮਸਲੇ ਦੇ ਵਿੱਚ 18 ਅਕਤੂਬਰ ਨੂੰ ਸਾਬਕਾ IAS ਅਧਿਕਾਰੀ ਤੇ ਸਿੰਚਾਈ ਵਿਭਾਗ ਦੇ ਉਦੋਂ ਸਕੱਤਰ ਰਹੇ ਕਾਹਨ ਸਿੰਘ ਪੰਨੂ ਤੋਂ ਪੁੱਛਗਿੱਛ ਕੀਤੀ ਗਈ ਸੀ। ਕਾਹਨ ਸਿੰਘ ਪੰਨੂ ਪੇਸ਼ ਹੋ ਗਿਆ ਸੀ ਔਰ ਭਗਵੰਤ ਮਾਨ ਨੇ ਸਤੰਬਰ ਦੇ ਵਿੱਚ ਵਿਜੀਲੈਂਸ ਬਿਊਰੋ ਨੂੰ ਇਸ ਘੁਟਾਲੇ ਦੇ ਵਿੱਚ 3 ਸਾਬਕਾ IAS ਅਫਸਰਾਂ, ਜਿਨ੍ਹਾਂ 'ਚ ਕਾਹਨ ਸਿੰਘ ਪੰਨੂ, ਕਰਨਵੀਰ ਸਿੰਘ ਸਿੱਧੂ ਔਰ ਸਰਵੇਸ਼ ਕੌਸ਼ਲ, ਇਹਨਾਂ ਖਿਲਾਫ ਔਰ ਮੰਤਰੀਆਂ ਖਿਲਾਫ ਜਾਂਚ ਦੇ ਆਦੇਸ਼ ਆ ਜਿਹੜੇ ਦਿੱਤੇ ਸੀਗੇ। ਇਹਨਾਂ ਚੋਂ ਗਿੱਲ ਸਾਹਿਬ ਜਿਹੜਾ ਕਰਨਵੀਰ ਸਿੰਘ ਸਿੱਧੂ ਆ ਉਹ ਇਸ ਵਕਤ ਅਮਰੀਕਾ ਦੇ ਵਿੱਚ ਦੱਸਿਆ ਜਾਂਦਾ, ਉਹ ਤੇ ਹੋਰਾਂ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ, ਉਹ ਅਮਰੀਕਾ ਚਲਿਆ ਗਿਆ। ਵਿਜੀਲੈਂਸ ਬਿਊਰੋ ਦੀ ਕਾਰਵਾਈ ਨੂੰ ਚੁਣੌਤੀ ਦਿੰਦਿਆਂ ਪਿਛਲੇ ਦਿਨਾਂ 'ਚ ਹਾਈ ਕੋਰਟ ਦਾ ਰੁਖ ਵੀ ਕੀਤਾ ਸੀ। ਹਾਈ ਕੋਰਟ ਨੇ ਇਸ ਮਸਲੇ ਦੇ ਵਿੱਚ ਕਿਹਾ ਸੀ ਕਿ 8 ਫਰਵਰੀ 23 ਤੱਕ ਜੇ ਸਿੱਧੂ ਖਿਲਾਫ ਕੋਈ ਜ਼ਬਰਦਸਤੀ ਕਾਰਵਾਈ ਨਾ ਕਰੋ, ਉਹਨੂੰ ਭਾਰਤ ਵਾਪਸ ਆਉਣ ਦੀ ਸਲਾਹ ਦਿੱਤੀ ਸੀ। ਹੁਣ ਦੇਖਦੇ ਆ ਜੀ ਕੱਲ ਨੂੰ ਇਸ ਮਸਲੇ 'ਚ ਕੀ ਬਣਦਾ ਜੀ। ਸੁੱਚਾ ਸਿੰਘ ਲੰਗਾਹ ਦੇ ਕੇਸ ਦੇ ਬਾਰੇ ਕੀ ਗੱਲਾਂ ਚੱਲਦੀਆਂ ਜੀ ਪੰਜਾਬ 'ਚ? ਗਿੱਲ ਸਾਹਿਬ ਦੇਖੋ, ਸੁੱਚਾ ਸਿੰਘ ਲੰਗਾਹ ਦਾ ਕੇਸ ਆ ਜਿਹੜਾ ਉਹ ਫਿਰ ਚਰਚਾ ਦਾ ਵਿਸ਼ਾ ਬਣਿਆ, ਕਿਉਂਕਿ ਸੁੱਚਾ ਸਿੰਘ ਲੰਗਾਹ ਦੇ ਮਸਲੇ ਦੇ ਵਿੱਚ ਸਿੰਘ ਸਾਹਿਬ ਦੀ ਜਿਹੜੀ ਇਕੱਤਰਤਾ ਹੋਈ ਹੈ ਨਾ, ਉਸ ਇਕੱਤਰਤਾ ਤੋਂ ਬਾਅਦ ਸਿੰਘ ਸਾਹਿਬ ਨੇ ਜੋ ਫੈਸਲਾ ਗਾ ਜਿਹੜਾ ਉਹ ਸੁਣਾਇਆ ਗਾ, ਉਹਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਨੇ। ਵਿਰੋਧੀ ਪਾਰਟੀਆਂ ਨੇ ਕਿਹਾ ਗਾ ਕਿ ਇਹ ਜਿਹੜਾ ਸੁੱਚਾ ਸਿੰਘ ਲੰਗਾਹ ਦੇ ਮਸਲੇ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਰਵੱਈਆ ਅਖਤਿਆਰ ਕੀਤਾ ਗਿਆ ਗਾ, ਇਹ ਠੀਕ ਨਹੀਂ ਹੈ। ਕਿਉਂਕਿ ਵਿਰੋਧੀ ਪਾਰਟੀਆਂ ਦਾ ਕਹਿਣਾ ਇਹ ਹੈਗਾ ਕਿ ਉਹਦੀ ਵਾਪਸੀ ਆ ਜਿਹੜੀ ਪੰਥ ਦੇ ਵਿੱਚ ਉਹ ਇਸ ਰੂਪ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੀ, ਔਰ ਉਹਨੂੰ ਜਿਹੜੀ ਸਜ਼ਾ ਦੱਸੀ ਜਾ ਰਹੀ ਹੈਗੀ ਉਹਦੇ ਤੇ ਵੀ ਸਵਾਲ ਨੇ ਜਿਹੜੇ ਉਹ ਉੱਠ ਰਹੇ ਨੇ। ਕਿਉਂਕਿ ਪੰਜ ਸਿੰਘ ਸਾਹਿਬ ਦੀ ਜਿਹੜੀ ਇਕੱਤਰਤਾ ਹੋਈ ਉਹਦੇ 'ਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਟਰਾਈ ਇਸਤਰੀ ਗਮਨ ਦੀ ਜਿਹੜੀ ਮਤਲਬ ਕੁਰਹਿਤ ਉਹਦੇ ਦੋਸ਼ ਦੇ ਹੇਠ ਤਨਖਾਹੀਆ ਕਰਾਰ ਦਿੰਦਿਆਂ 21 ਦਿਨ ਦੀ ਧਾਰਮਿਕ ਸਜ਼ਾ ਸੁਣਾਈ ਗਈ ਆ। ਔਰ ਉਹ 'ਚ ਗਿੱਲ ਸਾਹਿਬ ਇਹ ਕਿਹਾ ਗਿਆ ਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਿ ਸੁੱਚਾ ਸਿੰਘ ਲੰਗਾਹ 21 ਦਿਨ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਨਗੇ, 1 ਘੰਟਾ ਕੀਰਤਨ ਸੁਣੂ, 1 ਘੰਟਾ ਰੋਜ਼ ਸੰਗਤ ਦੇ ਜੂਠੇ ਬਰਤਨ ਮਾਂਜਣ, ਇਹ ਤਨਖਾਹ ਜਿਹੜੀ ਉਹਨੂੰ ਲਾਈ ਆ। ਔਰ ਇਸ ਤੋਂ ਇਲਾਵਾ 1 ਦਿਨ ਅਕਾਲ ਤਖਤ ਸਾਹਿਬ ਦੇ ਸਾਹਮਣੇ 12 ਦਾ ਗਾਇਨ ਕਰਨ ਵਾਲੇ ਸਮੂਹ ਢਾਡੀ ਜਥਿਆਂ ਨੂੰ ਪ੍ਰਤੀ ਜਥਾ ਜਿਹੜਾ 55-5500 ਰੁਪਏ ਦੇਣੇ, ਘਰੋਂ ਤਿਆਰ ਕੀਤਾ ਲੰਗਰ ਛਕਾਉਣਾ ਤੇ ਉਹਨਾਂ ਦੇ ਜੂਠੇ ਭਾਂਡੇ ਜਿਹੜੇ ਨੇ ਉਹ ਮਾਂਜਣ ਦਾ ਫੈਸਲਾ ਸੁਣਾਇਆ ਗਿਆ ਹੈਗਾ। ਔਰ ਇਹ ਵੀ ਕਿਹਾ ਗਿਆ ਕਿ ਉਹ ਕੋਈ ਵਿਖਾਵਾ ਨਹੀਂ ਕਰਨਗੇ। ਪਰ ਸਵਾਲ ਇਹ ਉੱਠ ਖੜੇ ਗਿੱਲ ਸਾਹਿਬ ਕਿ ਜਦੋਂ ਉਹਦੀ ਵੀਡੀਓ ਵਾਇਰਲ ਹੋ ਚੁੱਕੀ ਆ, ਸਾਰਾ ਮਸਲਾ ਗਾ ਜਿਹੜਾ ਸਿੱਖ ਸੰਗਤ ਦੇ ਸਾਹਮਣੇ ਆ ਚੁੱਕਿਆ, ਤਾਂ ਉਸ ਤੋਂ ਬਾਅਦ ਉਹਨੂੰ ਦੁਬਾਰੇ ਮਤਲਬ ਇਸ ਤਰੀਕੇ ਦੇ ਨਾਲ ਸ਼ਾਮਲ ਕਿਵੇਂ ਕੀਤਾ ਜਾ ਰਿਹਾ। ਦੂਸਰਾ ਇਹ ਸਵਾਲ ਵੀ ਉੱਠ ਰਹੇ ਨੇ ਕਿ ਇਹ ਤਾਂ ਸੇਵਾ ਗੀ, ਔਰ ਸੇਵਾ ਜਿਹੜੀ ਹੈਗੀ ਬਰਤਨ ਸਾਫ਼ ਕਰਨੇ ਗੁਰੂ ਘਰ ਦੇ ਵਿੱਚ ਜਾ ਕੇ, ਜੋੜੇ ਸਾਫ਼ ਕਰਨੇ ਗੁਰੂ ਘਰ ਦੇ ਵਿੱਚ ਜਾ ਕੇ, ਉਹ ਤਾਂ ਸੇਵਾ ਗੀ। ਔਰ ਇਸ ਮਸਲੇ ਨੂੰ ਲੈ ਕੇ ਵੀ ਵਿਰੋਧੀ ਧਿਰਾਂ ਨੇ ਜਿਹੜੀਆਂ ਸਵਾਲ ਉਹ ਚੁੱਕ ਰਹੀਆਂ ਨੇ। ਤਾਂ ਇਹ ਮਸਲਾ ਦੁਬਾਰੇ ਫੇਰ ਹੁਣ ਚਰਚਾ ਦਾ ਵਿਸ਼ਾ ਗਾ ਜਿਹੜਾ ਬਣ ਰਿਹਾ ਗਾ, ਕਿਉਂਕਿ ਇਹ ਤੋਂ ਪਹਿਲਾਂ ਵੀ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ ਉਸ ਵਕਤ ਵੀ ਚਰਚਾ ਜਿਹੜੀ ਉਹ ਉੱਠੀ ਸੀਗੀ, ਔਰ ਉਸ ਵਕਤ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਫੇਰ ਚਰਚਾ ਗੀ ਜਿਹੜੀ ਉਹ ਛਿੜੀ ਹੋਈ ਹੈ ਜੀ। ਦਿੱਲੀ 'ਚ ਘਰ ਵਾਲਾ ਵੱਢ ਕੇ ਉਹਦੇ ਟੁਕੜੇ ਕਰਕੇ ਕਿੰਨੇ ਟੁਕੜੇ 22 ਕਰਤੇ, ਇਹ ਕੰਮ ਕੀ ਚੱਲ ਪਿਆ? ਵਾਕਈ ਗਿੱਲ ਸਾਹਿਬ ਇਹ ਅਸਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਨਾ ਇੱਕੋ ਜਿਹੇ ਢੰਗ ਦੇ ਨਾਲ ਕਤਲ ਹੋਏ ਨੇ ਕਈ, ਔਰ ਇਹ ਮੀਡੀਆ ਦਾ ਵੀ ਕਮਾਲ ਹੈ ਜਦੋਂ ਇੱਕ ਚੀਜ਼ ਨੂੰ ਬਾਰ-ਬਾਰ ਜਿਸ ਤਰੀਕੇ ਦੇ ਨਾਲ ਗਿੱਲ ਸਾਹਿਬ ਪੇਸ਼ ਕੀਤਾ ਜਾਂਦਾ ਹੈ, ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਉਹ ਵੀ ਚਰਚਾ ਦਾ ਵਿਸ਼ਾ ਬਣਦੇ ਨੇ।
ਸੋ ਇਹ ਘਟਨਾ ਵੀ ਜਿਹੜੀ ਦਿੱਲੀ ਦੇ ਵਿੱਚ ਵਾਪਰੀ ਆ, ਪੂਰਬੀ ਦਿੱਲੀ ਦੇ ਪਾਂਡਵ ਨਗਰ ਦੇ ਵਿੱਚ ਇੱਕ ਔਰਤ ਨੇ ਆਪਦੇ ਮੁੰਡੇ ਦੇ ਨਾਲ ਰਲ ਕੇ ਆਪਦੇ ਪਤੀ ਦੀ ਹੱਤਿਆ ਕੀਤੀ, 22 ਟੁਕੜੇ ਕਰਕੇ ਉਸ ਤੋਂ ਬਾਅਦ ਫਰਿੱਜ 'ਚ ਬੰਦ ਕਰਤੇ। ਉਸ ਤੋਂ ਬਾਅਦ ਗਿੱਲ ਸਾਹਿਬ ਉਹ ਵੀ ਫਰਿੱਜ ਦੇ ਵਿੱਚੋਂ ਟੁਕੜਾ ਟੁਕੜਾ ਕੱਢ ਕੇ ਜਿਹੜਾ ਉਹ ਵੱਖ-ਵੱਖ ਥਾਵਾਂ ਦੇ ਉੱਤੇ ਸਿੱਟੇ ਆਉਂਦੇ ਸੀਗੇ। ਔਰ ਪੁਲਿਸ ਨੇ ਹੁਣ ਇਸ ਗੱਲ ਦੇ ਉੱਤੇ ਕੀ ਕਾਰਨ ਬਣੇ ਪੂਰਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੀ ਪਤਨੀ ਗ੍ਰਿਫਤਾਰ ਕਰ ਲਈ। ਉਹਦੀ ਪਤਨੀ ਦਾ ਕਹਿਣਾ ਇਹ ਹੈਗਾ ਕਿ ਉਹਦੇ ਨਜਾਇਜ਼ ਸੰਬੰਧ ਸੀ ਜਿਹਦੇ ਕਰਕੇ ਉਹਦੀ ਹੱਤਿਆ ਹੈਗੀ ਜਿਹੜੀ ਉਹ ਕੀਤੀ ਗਈ ਆ। ਪਰ ਕੀ ਐਗਜ਼ੈਕਟ ਕਾਰਨ ਸੀ, ਕਿਉਂ ਇਹ ਇਦਾਂ ਦੀਆਂ ਘਟਨਾਵਾਂ ਤੁਰ ਪਈਆਂ, ਕਿਸ ਤਰੀਕੇ ਦੇ ਨਾਲ ਮਤਲਬ ਇਕੱਠੇ ਰਹਿੰਦੇ ਆ, ਉਸ ਤੋਂ ਬਾਅਦ ਟੁਕੜੇ ਕਰਕੇ ਫਰਿੱਜ 'ਚ ਬੰਦ ਕਰਨ ਵਾਲੀ ਗੱਲ ਚੱਲ ਪਈ, ਕਿਉਂਕਿ ਇਹ ਚੀਜ਼ਾਂ ਪਹਿਲਾਂ ਵੀ ਚੱਲੀਆਂ ਨੇ। ਇੱਧਰ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਗਿੱਲ ਸਾਹਿਬ ਕੱਲ ਇੱਕ ਕਹਾਣੀ ਸਾਹਮਣੇ ਆਈ ਹੈ ਕਿ ਇੱਕ ਔਰਤ ਨੇ ਆਪਦੇ ਪ੍ਰੇਮੀ ਦੇ ਨਾਲ ਰਲ ਕੇ ਆਪਦੇ ਪਤੀ ਦੀ ਹੱਤਿਆ ਕੀਤੀ। ਉਸ ਤੋਂ ਬਾਅਦ ਉਹਦੀ ਵੀ ਲਾਸ਼ ਆ ਗਈ ਜਿਹੜੀ ਉਹ ਦੱਬ ਦਿੱਤੀ ਗਈ। ਜੀ, ਭਗਵੰਤ ਮਾਨ ਉਹਨਾਂ ਦੀ ਚੰਡੀਗੜ੍ਹ ਦੀ ਰਿਹਾਇਸ਼ ਦੇ ਸਾਹਮਣੇ ਪੈਰਾ ਓਲੰਪਿਕ ਖਿਡਾਰੀ ਜਿਹੜੇ ਨੇ ਉਹ ਹਿਰਾਸਤ 'ਚ ਲੈ ਲਏ ਜੀ। ਜੀ ਗਿੱਲ ਸਾਹਿਬ, ਇਹ ਓਲੰਪਿਕ ਤੱਕ ਜਿਨ੍ਹਾਂ ਨੇ ਵੱਖ-ਵੱਖ ਦੇਸ਼ਾਂ 'ਚ ਮੈਡਲ ਜਿੱਤੇ, ਉਹਨਾਂ ਨੇ ਗਿੱਲ ਸਾਹਿਬ ਪਿਛਲੇ ਸਮੇਂ ਤੋਂ ਇਹ ਕਹਿ ਰਹੇ ਨੇ ਉਹ ਖਿਡਾਰੀ ਨੇ ਜਿਹੜੇ ਹੈਂਡੀਕੈਪਡ ਨੇ ਔਰ ਓਲੰਪਿਕ ਤੱਕ ਇਹਨਾਂ ਨੇ ਮੈਡਲ ਜਿੱਤੇ ਨੇ, ਹਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਖੇਡਾਂ 'ਚ ਪਾਰਟੀਸਪੇਟ ਕੀਤਾ, ਇਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਜੀ। ਇਹ ਪਿਛਲੀਆਂ ਸਰਕਾਰਾਂ ਸਮੇਂ ਵੀ ਆਵਾਜ਼ ਬੁਲੰਦ ਕਰਦੇ ਰਹੇ ਨੇ। ਅੱਜ ਵੀ ਜਦੋਂ ਇਹ ਇਕੱਠੇ ਹੋ ਕੇ ਖਿਡਾਰੀ ਚੰਡੀਗੜ੍ਹ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਗਏ ਤਾਂ ਬਣਦਾ ਤਾਂ ਇਹ ਸੀਗਾ ਕਿ ਸਾਡੇ ਦੇਸ਼ ਦਾ ਮਾਣ ਨੇ ਖਿਡਾਰੀ, ਇਹਨਾਂ ਨੇ ਗਿੱਲ ਸਾਹਿਬ ਅੰਗਹੀਨ ਹੁੰਦਿਆਂ ਵੀ ਖੇਡਣਾ ਜਾਰੀ ਰੱਖਿਆ ਔਰ ਉਹਨਾਂ ਦੀ ਗੱਲ ਸੁਣੀ ਜਾਂਦੀ, ਬਿਠਾ ਕੇ ਉਹਨਾਂ ਦੀ ਗੱਲ ਸੁਣਦੇ। ਪਰ ਹੋਇਆ ਇਹ ਕਿ ਮੁੱਖ ਮੰਤਰੀ ਸਾਹਿਬ ਆਪ ਤਾਂ ਆਏ ਨਹੀਂ। ਅੱਜ ਖੈਰ ਉਹਨਾਂ ਦੀ ਪਤਨੀ ਦਾ ਜਨਮ ਦਿਨ ਵੀ ਸੀ। ਮੁੱਖ ਮੰਤਰੀ ਸਾਹਿਬ ਦੀਆਂ ਫੇਸਬੁੱਕ ਤੋਂ ਮੈਂ ਦੇਖੀਆਂ ਵਧਾਈਆਂ ਦਿੱਤੀਆਂ ਹੋਈਆਂ ਪਤਨੀ ਨੂੰ। ਔਰ ਅੱਜ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਗਿਆ। ਪੁਲਿਸ ਆਈ, ਉਹਨਾਂ ਦੀਆਂ ਵੈਨਾਂ 'ਚ ਭਰ ਕੇ, ਬੱਸਾਂ 'ਚ ਭਰ ਕੇ ਉਹਨਾਂ ਨੂੰ ਲੱਦ ਕੇ ਲੈ ਗਏ, ਹਿਰਾਸਤ 'ਚ ਲੈ ਕੇ। ਤਾਂ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਦੇਖੋ ਖਿਡਾਰੀ ਗਿੱਲ ਸਾਹਿਬ, ਉਹ ਉਹਨਾਂ ਦੇ ਕਿਸੇ ਦੇ ਕੋਈ 5 ਮੈਡਲ, ਕਿਸੇ ਦੇ 10 ਮੈਡਲ, ਇੱਕ ਨੇ 24 ਮੈਡਲ ਜਿੱਤੇ ਹੋਏ ਸੀਗੇ। ਉਹ ਕਹਿੰਦਾ ਵੀ ਹੁਣ ਦੱਸੋ ਮੈਂ ਮੈਡਲਾਂ ਨੂੰ ਕੀ ਕਰਾਂ ਜਦੋਂ ਮੈਨੂੰ ਨੌਕਰੀ ਨਹੀਂ ਦਿੱਤੀ ਸਰਕਾਰ ਨੇ। ਤਾਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਔਰ ਖੇਡ ਮੰਤਰੀ ਮੀਤ ਹੇਅਰ ਦੇ ਉੱਤੇ ਉਹਨਾਂ ਨੇ ਸਵਾਲ ਨੇ ਜਿਹੜੇ ਉਠਾਏ ਨੇ। ਪੁਲਿਸ ਨੇ ਉਹਨਾਂ ਨੂੰ ਹਿਰਾਸਤ 'ਚ ਲਿਆ। ਜੀ, ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਨਵੀਂ ਜਿਹੜੀ ਜਾਂਚ ਕਮੇਟੀ ਬਣੀ ਹੈ ਉਹਨੇ ਬਿਆਨ ਦਰਜ ਕੀਤੇ ਜੀ ਦੁਬਾਰਾ ਫੇਰ। ਜੀ ਗਿੱਲ ਸਾਹਿਬ, ਉਸ ਮਸਲੇ 'ਚ ਅੱਜ ਫੇਰ ਦੁਬਾਰੇ ਜਿਹੜੇ ਬਿਆਨ ਨੇ ਉਹ ਦਰਜ ਕੀਤੇ ਗਏ ਨੇ। ਔਰ ਬਰਗਾੜੀ ਬੇਅਦਬੀ ਕਾਂਡ, ਇਸ ਤੋਂ ਇਲਾਵਾ ਕੋਟਕਪੂਰਾ ਗੋਲੀ ਕਾਂਡ, ਇਹ ਸਾਰੇ ਮਸਲਿਆਂ ਦੀ ਜਾਂਚ ਹੈਗੀ ਜਿਹੜੀ ਹੁਣ ਦੁਬਾਰੇ ਫੇਰ ਤੇਜ਼ੀ ਦੇ ਨਾਲ ਸ਼ੁਰੂ ਹੋਈ ਹੈ। ਕੋਟਕਪੂਰਾ ਗੋਲੀ ਕਾਂਡ ਦੇ ਮਸਲੇ 'ਚ ਅੱਜ LK ਯਾਦਵ ਜਿਹੜੇ ADGP ਨੇ, ਉਹਨਾਂ ਦੀ ਅਗਵਾਈ 'ਚ ਬਣੀ ਹੋਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਫਰੀਦਕੋਟ ਦੇ PWD ਰੈਸਟ ਹਾਊਸ ਦੇ ਵਿੱਚ ਕੈਂਪ ਆਫਿਸ ਦੇ ਵਿੱਚ ਕੋਟਕਪੂਰਾ ਗੋਲੀ ਕਾਂਡ ਨਾਲ ਸੰਬੰਧਿਤ ਜਿੰਨੇ ਵੀ ਪੀੜਤ ਨੇ, ਗਵਾਹ ਨੇ, ਉਹਨਾਂ ਨੂੰ ਬੁਲਾਇਆ ਗਿਆ ਔਰ ਬਿਆਨ ਦਰਜ ਕੀਤੇ ਗਏ। ਇਸ ਤੋਂ ਇਲਾਵਾ ਬੱਤੀਆਂ ਵਾਲਾ ਚੌਕ ਕੋਟਕਪੂਰਾ ਦੇ ਵਿੱਚ ਲੱਗੇ ਜਿਹੜੇ CCTV ਕੈਮਰੇ ਨੇ, ਉਹਨਾਂ ਬਾਰੇ ਸਾਰੀ ਪ੍ਰੋਪਰ ਜਾਣਕਾਰੀ ਹੈ ਜਿਹੜੀ ਉਸ ਦਿਨ ਦੀ ਉਹ ਹਾਸਲ ਕੀਤੀ ਗਈ। SIT ਦੇ ਵਿੱਚ ਗਿੱਲ ਸਾਹਿਬ ADGP LK ਯਾਦਵ ਤੋਂ ਇਲਾਵਾ ਗੁਰਲੀਨ ਸਿੰਘ ਖੁਰਾਣਾ ਜਿਹੜੇ SSP ਮੋਗਾ ਨੇ ਤੇ ਹੋਰ ਵੀ ਕਈ ਅਧਿਕਾਰੀ ਜਿਹੜੇ ਹਾਜ਼ਰ ਸੀ, ਉਹਨਾਂ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਹੈ ਜਿਹੜੀ ਉਹ ਕੀਤੀ ਹੈ ਔਰ ਬਿਆਨ ਦਰਜ ਕੀਤੇ ਨੇ। ਔਰ SIT ਦੇ ਵੱਲੋਂ ਗਿੱਲ ਸਾਹਿਬ ਇਹ ਸਾਰੀ ਘਟਨਾ ਦੀ ਪਿਛਲੇ ਦਿਨਾਂ ਦੇ ਵਿੱਚ ਵੀ ਜਾ ਕੇ ਬਰੀਕੀ ਦੇ ਨਾਲ ਕੋਟਕਪੂਰਾ ਦੇ ਵਿੱਚ ਜਾਂਚ ਕੀਤੀ ਗਈ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਸਾਰੇ ਉਹ ਥਾਵਾਂ ਦੀ ਜਗ੍ਹਾ ਦੀ ਜਿਹੜੀ ਹੈਗੀ ਉਹ ਵੀ ਨਿਸ਼ਾਨਦੇਹੀ ਦੁਬਾਰੇ ਕੀਤੀ ਸੀ। ਪਰ ਹੁਣ ਗਵਾਹ ਵੀ ਗਿੱਲ ਸਾਹਿਬ ਇਹ ਕਹਿ ਰਹੇ ਨੇ ਵੀ ਬਾਰ-ਬਾਰ ਥੋੜੇ ਦਿਨਾਂ ਬਾਅਦ ਨਵੀਂ SIT, ਜਦੋਂ ਸਰਕਾਰ ਬਦਲਦੀ ਆ ਫੇਰ SIT, ਉਹ ਕਹਿੰਦੇ ਅਸੀਂ SITਆਂ ਮੂਹਰੇ ਪੇਸ਼ ਹੋ ਕੇ ਬਿਆਨ ਦਰਜ ਕਰਵਾ ਕੇ ਅੱਕ ਚੁੱਕੇ, ਪਰ ਇਨਸਾਫ ਅਜੇ ਤੱਕ ਨਹੀਂ ਮਿਲਿਆ। ਕਦੋਂ ਤੱਕ ਇਸ ਰੂਪ ਦੇ ਵਿੱਚ ਹੀ ਚੱਲਦਾ ਰਹੂਗਾ? ਇਹ ਸਵਾਲ ਜਿਹੜਾ ਹੈਗਾ ਉਹ ਉਠਾਇਆ ਜਾ ਰਿਹਾ ਉਹਨਾਂ ਦੇ ਵੱਲੋਂ। ਜੀ, ਤੇ ਨਾਲ ਇਹ ਦੱਸਿਓ ਬਈ ਲੋਕਾਂ ਨੂੰ ਹਸਾਉਣ ਵਾਲਾ ਕਿਹੜਾ ਕਲਾਕਾਰ ਆ ਜਿਹੜਾ ਆਪ ਉਦਾਸ ਹੋ ਗਿਆ? ਗਿੱਲ ਸਾਹਿਬ, ਇਹ ਕਾਕੇ ਸ਼ਾਹ ਹੈ। ਅੱਛਾ, ਕਾਕੇ ਸ਼ਾਹ ਬੜਾ ਮਸ਼ਹੂਰ ਕਮੇਡੀਅਨ ਪੰਜਾਬ ਦਾ ਔਰ ਇਹਦੇ ਖਿਲਾਫ ਜਲੰਧਰ ਦੇ ਵਿੱਚ ਕੇਸ ਦਰਜ ਹੋਇਆ। ਦਰਅਸਲ ਹੋਇਆ ਇਹ ਆ ਕਿ ਜਲੰਧਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਕਾਕੇ ਸ਼ਾਹ ਨੇ ਮੇਰੇ ਨਾਲ ਇੰਗਲੈਂਡ ਭੇਜਣ ਤੇ 6 ਲੱਖ ਰੁਪਏ ਕਰੇ ਸੀ। ਉਹ ਕਹਿੰਦਾ ਮੈਨੂੰ ਇੰਗਲੈਂਡ ਭੇਜਿਆ ਨਹੀਂ, 6 ਲੱਖ ਰੁਪਏ ਮੈਥੋਂ ਠੱਗ ਲਏ। ਔਰ ਇਹ ਮਸਲਾ ਗਾ ਜਿਹੜਾ ਉਹ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਹ ਵੀ ਪੁਲਿਸ ਨੂੰ ਪਤਾ ਲੱਗਿਆ ਕਿ ਸੌਦਾ ਗਾ ਜਿਹੜਾ 10 ਲੱਖ 'ਚ ਹੋਇਆ ਸੀਗਾ ਔਰ ਇਹ ਸੌਦੇ ਦੇ ਵਿੱਚ ਉਹਨੇ 6 ਲੱਖ ਰੁਪਏ ਜਿਹੜੇ ਉਹ ਪਹਿਲਾਂ ਦੇਤੇ ਸੀ, 4 ਲੱਖ ਰੁਪਏ ਕਿਹਾ ਸੀ ਵੀਜ਼ਾ ਲੱਗਣ ਤੋਂ ਬਾਅਦ ਦਿਓ ਔਰ ਉਹਦੀ ਇੰਸਟਾਲਮੈਂਟ ਦੇਣੀ ਸੀਗੀ। ਇਸ ਤੋਂ ਪਹਿਲਾਂ ਉਹਦਾ ਵੀਜ਼ਾ ਨਹੀਂ ਲੱਗਿਆ, ਉਹਨੂੰ ਪਤਾ ਲੱਗ ਗਿਆ
ਤਾਂ ਹੁਣ ਇਸ ਕਮੇਡੀਅਨ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਗਾ ਜਿਹੜਾ ਜਲੰਧਰ ਦੇ ਵਿੱਚ ਉਹ ਦਰਜ ਹੋ ਗਿਆ ਜੀ। ਕਿਹੜੇ ਪ੍ਰੋਫੈਸਰ ਨੇ ਵਿਦਿਆਰਥੀ ਨੂੰ ਅੱਤਵਾਦੀ ਕਹਿਤਾ ਜੀ? ਜੀ ਗਿੱਲ ਸਾਹਿਬ, ਇਹ ਵੀ ਘਟਨਾਕ੍ਰਮ ਬਹੁਤ ਚਰਚਾ ਦਾ ਵਿਸ਼ਾ ਗਾ ਜਿਹੜਾ ਉਹ ਅੱਜ ਬਣਿਆ ਹੋਇਆ ਗਾ ਕਿ ਇੱਕ ਪ੍ਰੋਫੈਸਰ ਜਿਹੜਾ ਪੜ੍ਹਾ ਰਿਹਾ ਸੀ ਵਿਦਿਆਰਥੀਆਂ ਨੂੰ, ਪੜ੍ਹਾਉਂਦੇ ਨੇ ਗਿੱਲ ਸਾਹਿਬ, ਉਹਨੇ ਵਿਦਿਆਰਥੀ ਨੂੰ ਜਿਹੜਾ ਹੈਗਾ ਉਹ ਅੱਤਵਾਦੀ ਕਿਹਾ। ਇਹ ਘਟਨਾ ਕਰਨਾਟਕ ਦੀ ਆ। ਕਰਨਾਟਕ ਦੇ ਉਡੂਪੀ ਜ਼ਿਲ੍ਹੇ ਦੇ ਮਣੀਪਾਲ ਦੇ ਵਿੱਚ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ। ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਇੱਕ ਵਿਦਿਆਰਥੀ ਕਲਾਸ 'ਚ ਬੈਠਾ ਸੀ, ਪ੍ਰੋਫੈਸਰ ਪੜ੍ਹਾ ਰਿਹਾ ਸੀ, ਔਰ ਪੜ੍ਹਾਉਂਦਿਆਂ ਗਿੱਲ ਸਾਹਿਬ ਉਸ ਪ੍ਰੋਫੈਸਰ ਨੇ ਉਸ ਵਿਦਿਆਰਥੀ ਨੂੰ ਪਹਿਲਾਂ ਕਸਾਬ ਕਿਹਾ, ਫਿਰ ਟੈਰਰਿਸਟ ਕਿਹਾ। ਔਰ ਇਹ ਤਾਂ ਕਹਾਣੀ ਸਾਹਮਣੇ ਨਹੀਂ ਸੀ ਆਉਣੀ, ਤਾਂ ਕਿਸੇ ਵਿਦਿਆਰਥੀ ਨੇ ਵੀਡੀਓ ਬਣਾ ਲਈ। ਵੀਡੀਓ ਦੇ ਵਿੱਚ ਉਵੇਂ ਜਿਵੇਂ ਪ੍ਰੋਫੈਸਰ ਹੈਗਾ ਜਿਹੜਾ ਉਹ ਕਹਿ ਰਿਹਾ ਉਸ ਬੱਚੇ ਨੂੰ ਤੰਗ ਕਰ ਰਿਹਾ ਹੈਗਾ, ਔਰ ਉਹ ਵੀਡੀਓ ਵਾਇਰਲ ਹੋ ਗਈ। ਵਾਇਰਲ ਹੋਣ ਤੋਂ ਬਾਅਦ ਹੁਣ ਉਸ ਪ੍ਰੋਫੈਸਰ ਨੂੰ ਸਸਪੈਂਡ ਕਰਤਾ। ਪ੍ਰੋਫੈਸਰ ਨੇ ਮੁਆਫੀ ਮੰਗੀ ਹੈ, ਔਰ ਹੁਣ ਕਹਿੰਦੇ ਇਹ ਹੈਗਾ ਕਿ ਦੋਨਾਂ ਨੂੰ ਬਿਠਾ ਕੇ ਯੂਨੀਵਰਸਿਟੀ ਵਾਲਿਆਂ ਨੇ ਮਸਲਾ ਦੱਬ ਲਿਆ। ਕਹਿੰਦਾ ਵੀ ਚਲੋ ਜੀ ਮਾਫੀ ਮੰਗ ਲਈ, ਬੱਚੇ ਨੇ ਮਾਫ ਕਰਤਾ। ਹੁਣ ਸਟੂਡੈਂਟ ਆ, ਹੁਣ ਉਹ ਪੂਰੀ ਯੂਨੀਵਰਸਿਟੀ ਦੇ ਨਾਲ ਜਾਂ ਤੇ ਅਧਿਕਾਰੀਆਂ ਦੇ ਨਾਲ ਕਿਵੇਂ ਬਹਿਸ ਕਰ ਸਕਦਾ? ਪਰ ਧਾਰਮਿਕ ਘੱਟ ਗਿਣਤੀਆਂ, ਦਲਿਤਾਂ ਪ੍ਰਤੀ ਜਿਹੜਾ ਇਹ ਰਵੱਈਆ ਨਾ ਭਾਰਤ ਦੇ ਵਿੱਚ ਗਿੱਲ ਸਾਹਿਬ, ਇਹ ਠੀਕ ਨਹੀਂ ਹੈ, ਔਰ ਇਹਦੇ ਤੇ ਸਖਤ ਸਜ਼ਾ ਹੋਣੀ ਚਾਹੀਦੀ ਹੈ। ਕਿਉਂਕਿ ਕਿਸੇ ਵਿਅਕਤੀ ਨੂੰ ਮਤਲਬ ਇਸ ਰੂਪ ਦੇ ਵਿੱਚ, ਕਿਉਂਕਿ ਪਹਿਲੀ ਵਾਰ ਨਹੀਂ ਹੋ ਰਿਹਾ, ਇਹ ਪਹਿਲਾਂ ਹੀ ਬਹੁਤ ਵਾਰ ਹੋ ਗਿਆ। ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਇੱਕ ਦਸਤਾਰਧਾਰੀ ਸਿੱਖ ਨੂੰ ਮਤਲਬ ਮਜ਼ਾਕ ਦੇ ਤੌਰ ਦੇ ਉੱਤੇ ਕਮੈਂਟ ਕੀਤੇ ਜਾਂਦੇ ਨੇ ਫਿਲਮਾਂ ਦੇ ਵਿੱਚ, ਔਰ ਇਸੇ ਤਰੀਕੇ ਦੇ ਨਾਲ ਮੁਸਲਮਾਨ ਭਾਈਚਾਰੇ ਦੇ ਨਾਲ ਹੋ ਰਿਹਾ ਹੈਗਾ ਜੀ। ਕਹਿੰਦੇ ਜੋਤਸ਼ੀਆਂ ਨੇ ਕਿਹਾ ਹੋਇਆ ਆਪਣੇ ਨੂੰ, ਨਵਜੋਤ ਸਿੱਧੂ ਨੂੰ, ਵੀ ਤਾਲੀ ਠੁਕਣ ਲੱਗੀ ਆ, 1 ਮਹੀਨਾ ਹੋਰ ਕੱਟ ਲੈ, 23 ਚੜ੍ਹਦਿਆਂ ਹੀ ਤੇਰੇ ਸਿਤਾਰੇ ਚਮਕਣੇ ਨੇ। ਤੇ ਚਿੱਠੀ ਆ ਗਈ ਫਿਰ ਉਹਨੂੰ, ਜੇਲ੍ਹ 'ਚ ਕਿਹਦੀ ਆਈ ਚਿੱਠੀ ਜੀ? ਚਿੱਠੀ ਆ ਗਈ ਜੀ ਉਹਨੂੰ ਪ੍ਰਿਅੰਕਾ ਗਾਂਧੀ ਦੀ। ਔਰ ਜੇਲ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪ੍ਰਿਅੰਕਾ ਗਾਂਧੀ ਨੇ ਕਹਿੰਦੇ ਚਿੱਠੀ ਭੇਜੀ ਹੈ, ਔਰ ਚਿੱਠੀ ਲੈ ਕੇ ਉਹਨੇ ਸਾਬਕਾ MLA ਨਵਤੇਜ ਸਿੰਘ ਚੀਮਾ ਨੂੰ ਭੇਜਿਆ। ਚੀਮਾ ਨਵਜੋਤ ਸਿੰਘ ਸਿੱਧੂ ਦੇ ਬਹੁਤ ਕਲੋਜ਼ ਹੈ। ਚੀਮੇ ਦੇ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਹਮਾਇਤ ਵੀ ਕੀਤੀ ਸੀ, ਖਹਿਰੇ ਨੇ ਵੀ ਖੈਰ ਕੀਤੀ ਸੀ ਚੀਮੇ ਦੀ ਹਮਾਇਤ। ਤੇ ਪ੍ਰਿਅੰਕਾ ਗਾਂਧੀ ਨੂੰ ਇਹ ਲੱਗਣ ਲੱਗ ਗਿਆ ਗਿੱਲ ਸਾਹਿਬ ਕਿ ਪੰਜਾਬ ਦੇ ਵਿੱਚ ਜੇ ਉਹਨਾਂ ਦੀ ਬੇੜੀ ਬੰਨੇ ਕੋਈ ਲਾਉਣ ਦਾ ਜਿਗਰਾ ਰੱਖਦਾ ਤਾਂ ਨਵਜੋਤ ਸਿੰਘ ਸਿੱਧੂ ਆ, ਕਿਉਂਕਿ ਰਾਜੇ ਵੜਿੰਗ ਤੋਂ ਕਹਾਣੀ ਸੂਤ ਨਹੀਂ ਆ ਰਹੀ। ਅੱਜ ਉਹਨੇ ਬਾਘੇ ਪੁਰਾਣੇ ਵਾਲੇ ਸਾਬਕਾ MLA ਦਾ ਮੁੰਡਾ ਕਮਲਜੀਤ ਬਰਾੜ ਉਹ ਪਾਰਟੀ ਚੋਂ ਕੱਢਤਾ। ਕਮਲਜੀਤ ਬਰਾੜ ਕਹਿ ਰਿਹਾ ਗਾ ਕਿ ਮੇਰੇ ਨਾਲ ਕੰਮ ਕਰਕੇ ਦੇਖ ਲੈ ਰਾਜਾ ਵੜਿੰਗ, ਉਹ ਰਾਜੇ ਵੜਿੰਗ ਨੂੰ ਤਾਨਾਸ਼ਾਹ ਦੱਸ ਰਿਹਾ ਹੈ। ਤਾਂ ਕਹਾਣੀ ਹੈ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਉਹ ਸੂਤ ਨਹੀਂ ਆ ਰਹੀ, ਕਿਉਂਕਿ ਰਾਜੇ ਵੜਿੰਗ ਦੀ ਜਿਹੜੀ ਸ਼ਖਸੀਅਤ ਹੈ ਗਿੱਲ ਸਾਹਿਬ, ਉਹ ਨਵਜੋਤ ਸਿੱਧੂ ਦੇ ਮੁਕਾਬਲੇ ਉਨੀ ਨਹੀਂ ਬਣਦੀ। ਨਵਜੋਤ ਸਿੰਘ ਸਿੱਧੂ ਤਾਂ ਜੇ ਕਾਂਗਰਸ ਕੋਲ ਦੇਖਣਾ ਹੋਵੇ ਨੈਸ਼ਨਲ ਲੈਵਲ ਤੇ ਕੋਈ ਲੀਡਰ ਨਹੀਂ ਹੈ। ਕਾਂਗਰਸ ਤਾਂ ਅੱਜ ਆਗੂ ਵੀ ਹੋਣੀ ਹੈ ਜਿਹੜੀ ਉਹ ਹੋ ਚੁੱਕੀ ਹੈ। ਰਾਹੁਲ ਗਾਂਧੀ ਤੋਂ ਕਹਾਣੀ ਸੈੱਟ ਨਹੀਂ ਆ ਰਹੀ, ਉਹ ਤਾਂ ਰਾਜਸਥਾਨ ਵਾਲਾ ਮਸਲਾ ਨਹੀਂ ਸੈੱਟ ਆ ਰਿਹਾ, ਉੱਥੇ ਇਹਨਾਂ ਦੀ ਸਰਕਾਰ ਡਿੱਗਦੀ ਨਜ਼ਰ ਆ ਰਹੀ ਹੈ ਕਿ ਜਿੰਨਾ ਕਲੇਸ਼ ਜਿਹੜਾ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਦੇ ਵਿੱਚ ਖੜਾ ਹੋਇਆ ਪਿਆ ਗਾ। ਔਰ ਨਵਜੋਤ ਸਿੰਘ ਸਿੱਧੂ ਨੂੰ ਗਿੱਲ ਸਾਹਿਬ 1 ਸਾਲ ਦੀ ਸਜ਼ਾ ਗੀ ਜਿਹੜੀ ਉਹ ਹੋਈ ਹੈ, 6 ਮਹੀਨੇ ਉਹਨੇ ਭੁਗਤ ਲਏ ਲਗਭਗ। ਔਰ ਇਹ ਦੱਸਦੇ ਆ ਵੀ 1 ਸਾਲ ਦੀ ਸਜ਼ਾ 'ਚੋਂ 2 ਮਹੀਨੇ ਜੇਲ੍ਹ ਅਧਿਕਾਰੀ ਤੇ ਸਰਕਾਰ ਘਟਾ ਸਕਦੇ ਹੁੰਦੇ ਨੇ, ਚੰਗਾ ਉਹਦਾ ਵਿਅਕਤੀ ਦਾ ਜਿਹੜਾ ਆਚਰਣ ਆ ਉਹ ਦੇਖ ਕੇ। ਜੀ 8 ਮਹੀਨੇ ਲੱਗਦੇ ਨੇ ਕਿ ਜੇਲ੍ਹ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਬਾਹਰ ਆ ਜੂ। 6 ਮਹੀਨੇ ਦੇ ਲਗਭਗ ਹੋ ਗਿਆ, 1.5-2 ਮਹੀਨੇ ਹੋਰ ਰਹਿੰਦੇ ਨੇ। ਤੇ ਤੁਹਾਡੇ ਵਾਲੀ ਗੱਲ ਆ ਗਿੱਲ ਸਾਹਿਬ, 23 ਚੜ੍ਹਦੇ ਨੇ ਸੂਤ ਆ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਆ ਜਾਣਾ। ਔਰ ਜਿਹੜੀ ਚਿੱਠੀ ਭੇਜੀ ਹੈ ਨਾ ਪ੍ਰਿਅੰਕਾ ਗਾਂਧੀ ਨੇ, ਉਹ ਦੱਸਿਆ ਜਾਂਦਾ ਕਿ ਨਵਜੋਤ ਸਿੰਘ ਸਿੱਧੂ ਨੂੰ 2 ਗੱਲਾਂ ਉਹਨੇ ਕਹੀਆਂ ਨੇ। ਇੱਕ ਗੱਲ ਤਾਂ ਕਹਿੰਦੇ ਇਹ ਕਹੀ ਹੈ ਪਟਿਆਲੇ ਤੋਂ ਲੋਕ ਸਭਾ ਦੀ ਚੋਣ ਆ ਜਿਹੜੀ ਉਹਦੀ ਤਿਆਰੀ ਕਰ ਲਾ, ਕਿਉਂਕਿ ਨਵਜੋਤ ਸਿੰਘ ਸਿੱਧੂ 3 ਵਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੰਸਦ ਮੈਂਬਰ ਰਿਹਾ ਗਾ, ਔਰ ਐਤਕੀ ਉਹ ਪਟਿਆਲਾ ਤੋਂ ਲੜਨ ਦਾ ਚਾਹਵਾਨ ਦੱਸਿਆ ਜਾਂਦਾ ਹੈ। ਔਰ ਪਟਿਆਲਾ ਤੋਂ ਜਿਹੜੀ ਕਾਂਗਰਸ ਪਾਰਟੀ ਦੀ ਮੈਂਬਰ ਪਾਰਲੀਮੈਂਟ ਹੈ ਪ੍ਰਨੀਤ ਕੌਰ, ਉਹਦਾ ਭਾਜਪਾ 'ਚ ਜਾਣਾ ਲਗਭਗ ਤੈਅ ਹੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ 'ਚ ਚਲਿਆ ਗਿਆ। ਪ੍ਰਨੀਤ ਕੌਰ ਨੇ ਪਿੱਛੇ ਜਾਣਾ ਹੀ ਹੈ। ਉਹ ਤਾਂ ਹੁਣ ਤਾਂ ਨਹੀਂ ਭਾਜਪਾ ਉਹਨੇ ਜੁਆਇਨ ਕੀਤੀ ਜਿੱਦੇ ਕੈਪਟਨ ਨੇ ਕੀਤੀ ਆ ਵੀ ਫਿਰ MPਸ਼ਿਪ ਛੱਡਣੀ ਪਊ, ਜਿਹੜੀ ਤਨਖਾਹ ਆਉਂਦੀ ਹੈ, ਗ੍ਰਾਂਟ ਆਉਂਦੀ ਹੈ, ਉਹਦੇ ਵਾਲੀ ਕਹਾਣੀ ਕੀ ਹੈ। ਤੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਇਸ ਪਾਸੇ ਨੂੰ ਜਿਹੜਾ ਉਹ ਤੋਰਿਆ ਜਾ ਸਕਦਾ। ਦੂਜਾ ਇਹ ਹੈਗਾ ਕਿ ਹੋ ਸਕਦਾ ਹੈਗਾ ਕਿ ਉਹਨੂੰ ਕਾਂਗਰਸ ਪਾਰਟੀ ਦੇ ਵਿੱਚ ਵੀ ਜਿਹੜਾ ਉਹ ਪ੍ਰਧਾਨ ਬਣਾਇਆ ਜਾ ਸਕੇ ਜੀ। ਲਗਭਗ ਤੈਅ ਹੀ ਹੈ ਜੀ, ਜਿੰਨੀਆਂ ਕੁ ਪਤਾ ਲੱਗਿਆ ਵੀ ਉਹਨੂੰ ਬਣਾਉਣਗੇ। ਰਾਜੇ ਵੜਿੰਗ ਤੋਂ ਸੂਤ ਨਹੀਂ ਆਉਣੀ ਕਹਾਣੀ। ਅੱਛਾ, ਅਖੀਰਲੀ ਖਬਰ ਇਹ ਸੁਣਾਇਓ, ਬੀਜ ਫਾਰਮ ਬਣਨਾ ਸੀ ਪੰਜਾਬ 'ਚ, ਜ਼ਮੀਨ ਕਿਤੇ ਲਈ ਜਾਂ ਬੀਜ ਪੈਦਾ ਹੋਣੇ ਸ਼ੁਰੂ ਕਰ ਦਿੱਤੇ ਜਾਂ ਫਿਰ ਰੌਲਾ ਪੈ ਗਿਆ?
ਗਿੱਲ ਸਾਹਿਬ, ਇਹ ਨਾ ਬੀਜ ਫਾਰਮ ਸਥਾਪਿਤ ਕਰਨ ਦੇ ਲਈ ਜ਼ਮੀਨ ਤਾਂ ਬਹੁਤ ਪਹਿਲਾਂ ਖਰੀਦ ਲਈ ਸੀਗੀ, ਲੇਕਿਨ ਇਹ ਖਰੀਦੀ ਹੋਈ ਜ਼ਮੀਨ ਦੇ ਉੱਤੇ ਸਵਾਲ ਖੜੇ ਹੋ ਗਏ, ਕਿਉਂਕਿ ਇਹ ਜ਼ਮੀਨ ਆ ਜਿਹੜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੌਮਾਂਤਰੀ ਸਰਹੱਦ ਦੇ ਨੇੜੇ ਜਿਹੜੀ ਹੈਗੀ, ਉਹ 32 ਕਰੋੜ ਰੁਪਏ ਦੇ ਵਿੱਚ ਮਹਿੰਗੇ ਭਾਅ ਜਿਹੜੀ ਉਹ ਖਰੀਦੀ ਸੀ। 32 ਕਰੋੜ ਦੇ ਹਿਸਾਬ ਨਾਲ 700 ਕਿੱਲਾ ਜ਼ਮੀਨ ਦਾ ਜਿਹੜਾ ਖਰੀਦਿਆ ਸੀ। ਰਾਣੀਆਂ ਪਿੰਡ ਪੈਂਦਾ, ਰਾਣੀਆਂ ਪਿੰਡ ਸਰਹੱਦ ਦੇ ਕੋਲੇ 700 ਕਿੱਲਾ ਜ਼ਮੀਨ ਖੇਤੀਬਾੜੀ ਵਿਭਾਗ ਵੱਲੋਂ ਬਹੁਤ ਮਹਿੰਗੀ ਕੀਮਤ ਤੇ ਖਰੀਦੀ ਗਈ ਸੀ ਜੀ। ਔਰ ਉਸ ਵਕਤ ਗਿੱਲ ਸਾਹਿਬ ਜਦੋਂ ਜ਼ਮੀਨ ਖਰੀਦੀ ਸੀ, ਪੰਜਾਬ ਦਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ। ਤੇ ਵੱਡੀ ਗੱਲ ਜਿਹੜੀ ਹੈ ਇਹ ਹੈ ਕਿ ਉਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦਾ DC ਸੀ ਕਾਹਨ ਸਿੰਘ ਪੰਨੂ। ਔਰ ਦੱਸਦੇ ਆ ਕਿ ਕਾਹਨ ਸਿੰਘ ਪੰਨੂ ਨੇ ਸਾਰੀ ਫਾਈਲ ਤਿਆਰ ਕੀਤੀ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਦੇਖ ਰੇਖ ਦੇ ਵਿੱਚ ਇਹ ਬੀਜ ਫਾਰਮ ਹੈਗਾ ਜਿਹੜਾ ਉਹ ਸਥਾਪਿਤ ਕਰਨ ਦੇ ਲਈ ਜ਼ਮੀਨ ਖਰੀਦੀ ਸੀ। ਹੁਣ ਇਹਦੀ ਮਸਲੇ ਦੀ ਜਾਂਚ ਸ਼ੁਰੂ ਹੋ ਗਈ। ਤਾਂ ਜੇ ਕਹਾਣੀ ਇਸ ਪਾਸੇ ਨੂੰ ਤੁਰੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦਿਆਂ ਕਹਾਉਂਦਿਆਂ ਦੀਆਂ ਸਮੱਸਿਆਵਾਂ ਵੱਡੀ ਪੱਧਰ ਤੇ ਖੜੀਆਂ ਹੋ ਸਕਦੀਆਂ ਨੇ ਜੀ। ਜੀ ਗਿੱਲ ਸਾਹਿਬ, ਧੰਨਵਾਦ ਜੀ। ਤੇ ਕੱਲ ਸਵੇਰੇ ਫੇਰ ਸਾਂਝ ਪਵੇਗੀ ਤੁਹਾਡੇ ਨਾਲ। ਖਿਆਲ ਰੱਖਿਓ ਆਪਣਾ, ਚੜ੍ਹਦੀ ਕਲਾ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਨਵਕਰਨ ਸਿੰਘ ਪੱਤੀ ਸੇਖਵਾਂ ਬਰਨਾਲੇ ਨਾਲ ਗੱਲਬਾਤ ਕਰ। ਧੰਨਵਾਦ ਜੀ ਸਾਰਿਆਂ ਦਾ। 604 204 0600 ਆਉਂਦਿਆ ਨੰਬਰ ਰਹਿੰਦਾ ਹੈ। 10:47 ਹੋਏ ਨੇ। ਸੋਮਵਾਰ ਹੈ, ਧੁੱਪ ਬਹੁਤ ਹੀ ਸੁਹਾਵਣਾ ਦਿਨ ਹੈ। ਕੱਲ੍ਹ ਤੋਂ ਲੈ ਕੇ ਐਤਵਾਰ ਤੱਕ ਮੰਫੀ ਜਾਣਾ ਤਾਪਮਾਨ। ਗੱਡੀਆਂ ਦਾ ਖਿਆਲ ਰੱਖਿਓ, ਫਰੀਜ਼ਿੰਗ ਹੋਣੀ ਆ ਬਾਹਰ, ਸਨੋ ਵੀ ਪਵੇਗੀ। ਸਨੋ ਟਾਇਰਸ ਬਹੁਤ ਜ਼ਰੂਰੀ ਨੇ। ਜਿਹਦਾ ਸਰਦਾ ਹੋਵੇ ਉਹ ਨਾ ਚਲਾਇਓ। ਰਾਈਡ ਲੈ ਲਿਓ, ਇਕੱਠੇ ਕਿਸੇ ਏਰੀਏ 'ਚ ਜਾਂਦੇ ਹੋ, ਕਿਸੇ ਕੰਮ 'ਤੇ ਜਾਂਦੇ ਹੋ, ਖਿਆਲ ਰੱਖਿਓ। ਭਾਰਤ ਦੇ ਵਿੱਚ ਭਾਰਤ ਦਾ ਜਿਹੜਾ ਰੂਸ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਜਿਹੜੀ ਉਹਦੀ ਭੂਮਿਕਾ ਹੈ, ਉਹਨੇ ਆਪਣੀ ਇੱਕ ਜਗ੍ਹਾ ਆਲਮੀ ਪੱਧਰ 'ਤੇ ਬਣਾਈ ਹੈ, ਕਿਸੇ ਪਾਸੇ ਨਾ ਹੋ ਕੇ। ਰਾਦਰ ਰੂਸ ਦੇ ਨੇੜੇ ਹੈ। ਜਦ ਲੜਾਈ ਲੱਗੀ ਉਸੇ ਸਮੇਂ ਫਰਵਰੀ 24 ਨੂੰ ਯੂਕਰੇਨ ਦੇ ਲਈ ਉਸ ਨੂੰ ਉਹਦੀਆਂ ਜ਼ਰੂਰਤਾਂ ਤੇ ਉਹਦੀ ਪੂਰੀ ਕਰਨ ਦੀ ਗੱਲ ਕੀਤੀ। ਅਤੇ ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨ ਦੇ ਵਿੱਚ ਫੋਰਨ ਅਤੇ ਡਿਫੈਂਸ ਪਾਲਿਸੀ ਦੇ ਚਲਦਿਆਂ ਉਹ ਐਬਸੈਂਟ ਰਹੇ ਜਦ ਵੀ ਮਾਸਕੋ ਦੇ ਖਿਲਾਫ ਕੋਈ ਵੀ ਮਤਾ ਆਇਆ। ਨਵੰਬਰ ਦੇ ਵਿੱਚ ਇੰਡੀਆ ਦਾ ਜਿਹੜੇ ਫੋਰਨ ਮਿਨਿਸਟਰ ਨੇ ਨਾ, ਵਿਦੇਸ਼ ਮੰਤਰੀ ਨੇ ਸੁਬਰਾਮਨੀਅਮ ਜੈ ਸ਼ੰਕਰ, ਫੈਮਿਲੀ ਆਫ IAS ਆਫੀਸਰਸ, ਉਹ ਬੜੇ ਕਾਬਲ ਇੱਕ ਕਿਸਮ ਦੇ ਇਸ ਪਾਲਿਸੀ ਦੇ ਬਾਰੇ ਮੰਤਰੀ ਨੇ। ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੇਸ਼ ਦੀ ਪ੍ਰਤੀਨਿਧਤਾ ਵੀ ਕਰਨ। ਉਹਨਾਂ ਨੇ ਕਿਹਾ, ਜਦ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਸੇ ਪਾਸੇ ਨਹੀਂ ਹੋਏ, ਉਹ ਕਹਿੰਦਾ ਲੋਕਾਂ ਦੀ ਕੇਟਰ ਨਹੀਂ ਅਸੀਂ ਨੀਡ ਕਰਦੇ। ਜਦ ਤੁਸੀਂ ਸਾਡੇ ਲਈ ਕੀਤਾ ਅਸੀਂ ਉਹਦੇ ਨਾਲ ਜਿਉਏ, ਹੁਣ ਤੁਸੀਂ ਸਾਡੇ ਨਾਲ ਜਿਉ। ਮਤਲਬ ਵੈਸਟ ਨੂੰ ਉਹਨਾਂ ਨੇ ਕਿਹਾ, ਸਮਟਾਈਮਜ਼ ਆਈ ਹੈਵ ਲਿਵਡ ਵਿਦ ਥਿੰਗਸ ਡਿਡ ਦੈਟ ਯੂ ਡਿਡ, ਅਤੇ ਹੁਣ ਸਾਡੇ ਲਈ ਜਿਉ। ਹੁਣ ਗੱਲ ਇਹ ਹੈ ਬਈ ਗਲੋਬਲ ਐਨਰਜੀ ਅਤੇ ਫੂਡ ਸ਼ਾਰਟੇਜ ਦੀ ਗੱਲ ਹੈ। ਦੁਨੀਆ ਦੀ ਸਭ ਤੋਂ ਵੱਡੀ ਮੰਡੀ ਹੈ। ਉਸ ਮੰਡੀ ਕਰਕੇ ਹੁਣ ਕੈਨੇਡਾ ਵੀ ਸ਼ਿਫਟ ਕਰ ਰਿਹਾ ਪਾਲਿਸੀਜ਼। ਅਗਲੇ ਸਾਲ ਫ੍ਰੀ ਟਰੇਡ 'ਤੇ ਦਸਤਖਤ ਹੋਣਗੇ। ਤੁਸੀਂ ਵੇਖਿਓ ਕਿੱਧਰ ਨੂੰ ਗੱਲ ਚੱਲੀ ਹੈ, ਕਿਉਂਕਿ ਦੋਨੇ ਦੇਸ਼ਾਂ ਦੀਆਂ ਟਾਈਜ਼ ਟਰੂਡੋ ਦੇ ਗੇੜੇ ਤੋਂ ਬਾਅਦ ਠੀਕ ਨਹੀਂ ਸੀ। ਹੁਣ ਫ੍ਰੀ ਟਰੇਡ 'ਤੇ ਦਸਤਖਤ ਅਗਲੇ ਸਾਲ ਹੋ ਰਹੇ ਨੇ। ਕੈਨੇਡਾ ਬਹੁਤ ਸ਼ਿਫਟ ਕਰ ਰਿਹਾ ਆਪਣੀਆਂ ਪਾਲਿਸੀਜ਼, ਅਤੇ ਇਸ ਨੂੰ ਤੁਸੀਂ ਮਹਿਸੂਸ ਵੀ ਕਰੋਗੇ। ਅਤੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਜਿਹੜੀ ਸਮਿਟ ਹੋਈ ਸਮਰਕੰਦ ਉਜ਼ਬੇਕਿਸਤਾਨ ਦੇ ਵਿੱਚ, ਉੱਥੇ ਵਲਾਦੀਮੀਰ ਪੁਤਿਨ ਅਤੇ ਮੋਦੀ ਉਹਨਾਂ ਦੀ ਮੀਟਿੰਗ ਹੋਈ। ਸੋ ਉਹਦੇ ਵਿੱਚ ਵੀ ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਬੰਦ ਕਰਨ ਦੀ। ਗੱਲ ਇਹ ਹੈ ਵੀ ਭਾਰਤ ਬਹੁਤ ਵੱਡੀ ਦੁਨੀਆ ਦੀ ਮੰਡੀ ਹੋਣ ਕਰਕੇ ਉਹਦੇ ਨਾਲ ਰਿਲੇਸ਼ਨ ਜਿਹੜੇ ਨੇ ਯੂਰਪ ਵੀ ਵੈਸਟ ਵੀ ਰੱਖਣਾ ਚਾਹੁੰਦਾ, ਅਤੇ ਨਾਲ ਰੂਸ ਨੂੰ ਰੱਖੀ ਬੈਠੇ ਨੇ। G20 ਦੀ 2023 ਦੀ ਜਿਹੜੀ ਬੈਠਕ ਆ ਉਹ ਦਿੱਲੀ ਦੇ ਵਿੱਚ ਹੋਣੀ ਆ ਅਗਲੇ ਸਾਲ।
ਗੱਲ ਇਹ ਹੈ ਕਿ 2021 ਦੇ ਵਿੱਚ 13.5 ਅਰਬ ਦਾ ਵਪਾਰ ਰੂਸ ਤੇ ਭਾਰਤ ਦਾ ਹੋਇਆ, ਪਰ ਜੁਲਾਈ ਤੱਕ 11 ਅਰਬ ਦਾ ਆਲਰੇਡੀ ਹੋ ਗਿਆ। ਸਭ ਤੋਂ ਵੱਧ 11 ਤੋਂ 21 ਤੱਕ ਸਟਾਕਹੋਮ ਪੀਸ ਰਿਸਰਚ ਇੰਸਟੀਚਿਊਟ ਨੇ ਦੱਸਿਆ ਕਿ 2011 ਤੋਂ 21 ਤੱਕ 60% ਦੇ ਕਰੀਬ ਰਸ਼ੀਆ ਨੇ ਜਿਹੜੇ ਇੰਪੋਰਟ ਕੀਤੇ ਹਥਿਆਰ, ਉਹ 'ਚ 60% ਜਿਹੜੇ ਭਾਰਤ 'ਚ ਗਏ ਅਤੇ 22% ਕੱਚਾ ਤੇਲ ਜਿਹੜਾ ਉਹ ਜਾ ਰਿਹਾ ਭਾਰਤ ਨੂੰ। ਸੋ ਇਹਦੇ 'ਚ ਹਰਦੀਪ ਸਿੰਘ ਪੁਰੀ ਮਿਨਿਸਟਰ ਉਹ ਕਹਿੰਦੇ ਵੀ ਸਾਡੀਆਂ ਆਪਣੀਆਂ ਲੋੜਾਂ ਦੇ ਮੁਤਾਬਕ ਅਸੀਂ ਨਹੀਂ ਕਿਸੇ ਨਾਲ ਵਿਗਾੜਨੀ, ਅਸੀਂ ਕਿਉਂ ਵਿਗਾੜਨੀ ਹੈ। ਹੁਣ ਇੰਡੋ ਪੈਸੀਫਿਕ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਸਮੀਰ ਕੌਸ਼ਲ ਉਹਨਾਂ ਤੋਂ ਸਵੇਰੇ ਸੁਣ ਰਹੇ ਸੀ, ਸੋ ਇਹ ਇੱਕ ਵੱਡਾ ਸ਼ਿਫਟ ਹੈ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਯੂਰਪੀਅਨ ਯੂਨੀਅਨ ਦੇ ਨਾਲ, UK ਅਤੇ ਕੈਨੇਡਾ ਦੇ ਨਾਲ ਅਗਲੇ ਸਾਲ ਜਿਹੜਾ ਹੋ ਰਿਹਾ, ਆਸਟ੍ਰੇਲੀਆ ਨਾਲ ਅਤੇ UAE ਨਾਲ ਆਲਰੇਡੀ ਦਸਤਖਤ ਹੋ ਚੁੱਕੇ। ਸੋ ਇਹਦੇ 'ਤੇ ਹੁਣ ਇਹ ਜਿਹੜਾ ਇਹਦੀ ਤਰੱਕੀ ਵਾਲੇ ਪਾਸੇ ਨੂੰ ਗੱਲ ਜਾਣੀ ਹੈ। ਕੈਨੇਡਾ ਅਤੇ ਭਾਰਤ ਦੇ ਸੰਬੰਧ ਜਿਹੜੇ ਨੇ ਸੁਖਾਵੇਂ ਹੋਣਗੇ। ਹੁਣ ਦੂਜੇ ਬੰਨੇ ਇੱਕ ਵਿਜ਼ੂਅਲ ਕੈਪੀਟਲਿਸਟ ਗਰੁੱਪ ਹੈ ਜਿਹੜਾ ਦੁਨੀਆ ਦੇ ਅਮੀਰਾਂ 'ਤੇ ਨਿਗਾਹ ਰੱਖਦਾ। ਹਾਈ ਨੈਟ ਵਰਥ ਇੰਡੀਵਿਜੂਅਲਸ HNWI ਉਹਨਾਂ ਨੂੰ ਕਿਹਾ ਜਾਂਦਾ, ਜਿਨ੍ਹਾਂ ਕੋਲ 13 ਲੱਖ ਕੈਨੇਡੀਅਨ ਹੈ, ਅਤੇ ਮਿਲੀਅਨਰ ਮਾਈਗ੍ਰੇਸ਼ਨ ਦੇ ਬਾਰੇ ਉਹ ਨਿਗਾਹ ਮਾਰ ਰਿਹਾ। ਸਭ ਤੋਂ ਵੱਧ ਇਹ 13 ਲੱਖ ਜਿਨ੍ਹਾਂ ਲੋਕਾਂ ਕੋਲ ਹੈ ਉਹ ਰੂਸ ਤੋਂ ਭੱਜੇ ਨੇ 15,000, ਚੀਨ ਤੋਂ ਭੱਜੇ 10,000 ਦੂਜੇ ਨੰਬਰ 'ਤੇ, ਤੀਜੇ ਨੰਬਰ 'ਤੇ ਭਾਰਤ 'ਚੋਂ 8,000, ਹਾਂਗਕਾਂਗ 'ਚੋਂ 3,000, ਯੂਕਰੇਨ ਤੋਂ 2,250, ਬ੍ਰਾਜ਼ੀਲ 'ਚੋਂ 2,500, ਇੰਗਲੈਂਡ ਦੇ ਵਿੱਚੋਂ UK 'ਚੋਂ 1,500, ਮੈਕਸੀਕੋ ਤੋਂ 800, ਸਾਊਦੀ ਅਰਬ 'ਚੋਂ 600, ਇੰਡੋਨੇਸ਼ੀਆ 'ਚੋਂ 600। ਇਹ ਟੌਪ 10 ਕੰਟਰੀਆਂ ਨੇ 2022 ਦੇ ਵਿੱਚ ਇਸ ਨੂੰ ਜਿਹੜਾ ਉਹਨਾਂ ਨੇ ਚੈੱਕ ਕੀਤਾ। ਹੁਣ ਗਏ ਕਿੱਥੇ ਨੇ ਇਹ ਪੈਸੇ ਵਾਲੇ ਬੰਦੇ? ਸਭ ਤੋਂ ਵੱਧ ਗਏ ਦੁਬਈ 4,000, ਆਸਟ੍ਰੇਲੀਆ 'ਚ ਗਏ 3,500। ਇਹ ਮਿਲੀਅਨਰ ਜਿਨ੍ਹਾਂ ਨੂੰ ਕਹਿੰਦੇ ਨੇ ਅਲਟਰਾ ਰਿਚ ਮੂਵਿੰਗ ਹੈ ਜਿਹੜੀ, ਅਤੇ 4,000 ਸਭ ਤੋਂ ਵੱਧ ਦੁਬਈ 'ਚ ਗਏ ਕਿਉਂਕਿ ਸੇਫੈਸਟ ਕੰਟਰੀ ਹੈ, ਵੈਸੇ ਤਾਂ ਕੋਈ ਟੈਕਸ ਨਹੀਂ ਹੈ, ਜਿੱਧਰ ਮਰਜ਼ੀ ਤੁਰੋ ਫਿਰੋ, ਅਤੇ ਵੈਸਟਰਨਾਈਜ਼ ਵਰਲਡ ਹੋ ਗਿਆ, ਦੁਨੀਆ ਦੇ ਧਨਾੜ ਬੰਦੇ ਆ ਰਹੇ ਨੇ ਉੱਥੇ। ਪਰ ਉਹਨਾਂ 'ਤੇ ਕਿ ਨਾਨ ਟੈਕਸ ਕੰਟਰੀ ਹੈ, ਸੋ ਉਹਦੇ ਕਰਕੇ ਲੋਕ ਦੁਬਈ ਨੂੰ ਆਪਣਾ ਘਰ ਬਣਾ ਰਹੇ ਨੇ ਵੀ ਜਦ ਸੇਵ ਕਿਤੇ ਵੀ ਗੜਬੜ ਹੋਈ ਦੁਬਈ ਆ ਜੋ ਸੈਂਟਰ ਹੈ। ਏਸ਼ੀਅਨ ਲੋਕ, ਯੂਰਪੀਅਨ ਲੋਕ ਜਿਹੜੇ ਨੇ 5-6 ਘੰਟੇ ਦੀ ਫਲਾਈਟ 'ਤੇ ਨੇ ਉਹ ਜਾਣਾ ਚਾਹੁੰਦੇ ਨੇ ਉੱਥੇ, ਅਤੇ ਸੇਫੈਸਟ ਹੈ, ਪੁਲਿਸ ਬਹੁਤ ਸਤਰਕ ਹੈ। ਦੁਬਈ 'ਚ 4,000, ਆਸਟ੍ਰੇਲੀਆ 'ਚ 3,500, ਸਿੰਗਾਪੁਰ 'ਚ 2,250, ਇਜ਼ਰਾਈਲ 'ਚ 2,500, ਅਮਰੀਕਾ 'ਚ 1,500, ਪੁਰਤਗਾਲ 'ਚ 1,300, ਗ੍ਰੀਸ 'ਚ 1,200, ਕੈਨੇਡਾ 'ਚ 1,000 ਅਤੇ ਨਿਊਜ਼ੀਲੈਂਡ 'ਚ 800। ਇਹ ਲੋਕ ਜਿਹੜੇ ਨੇ ਮੂਵ ਹੋਏ ਨੇ। ਸੋ ਇਹ ਕਿਉਂਕਿ ਪੈਸੇ ਨੂੰ ਕੀ ਕਰਨਾ ਹੈ ਜਦ ਤੱਕ ਸੁਰੱਖਿਅਤ ਹੈ ਨਹੀਂ ਲੋਕ। ਸੋ ਇਹ ਵੀ ਨਾਲ ਜਿਹੜੀ ਖਬਰ, ਤੀਜੀ ਖਬਰ, ਭਾਰਤ ਦੇ ਵਿੱਚ ਆਪਣੀਆਂ ਜਾਇਦਾਦਾਂ ਦੀ ਨਿਗਾਹ ਰੱਖਿਓ। ਜਿਹੜੀ ਤੁਹਾਡੀ ਜ਼ਮੀਨ ਜਾਇਦਾਦ ਉੱਥੇ ਪਈ ਹੈ, ਆਉਣ ਵਾਲੇ ਦਿਨਾਂ 'ਚ ਉਹ ਮਾਮਲੇ ਦੇ ਬਾਰੇ ਤੁਹਾਨੂੰ ਦੱਸਾਂਗਾ। ਕੈਨੇਡਾ ਰਹਿੰਦੇ ਇੱਕ ਪਰਿਵਾਰ ਨੇ ਦੀ ਜ਼ਮੀਨ ਕੋਈ ਹੜੱਪ ਰਿਹਾ ਸੀ। ਕੈਨੇਡਾ ਰਹਿੰਦੇ ਪਰਿਵਾਰ ਦੇ ਮੈਂਬਰਾਂ ਦੇ ਆਧਾਰ ਕਾਰਡ ਉੱਥੇ ਬਣਾ ਲਏ, ਅਤੇ ਕੁਦਰਤੀ ਤਹਿਸੀਲ 'ਚ ਕੋਈ ਬੰਦਾ ਜਾਣਦਾ ਸੀ, ਜਦ ਬਿਆਨਾ ਰਜਿਸਟਰਡ ਹੋਣ ਲੱਗਿਆ, ਦਰਜ ਹੋਣ ਲੱਗਿਆ, ਉਹ ਬੰਦੇ ਨੇ ਰੌਲਾ ਪਾਤਾ ਵੀ ਇਹ ਤਾਂ ਬੰਦੇ ਹੀ ਹੈ ਨਹੀਂ ਉਹ, ਅਤੇ ਗੇਮ ਐਡੀ ਕੀਤੀ, ਗਾਂ ਹੋਰ ਬੰਦੇ ਲੱਭ ਲਏ। ਪਰ ਦੇਣੇ ਤਾਂ ਇਹਨਾਂ ਨੂੰ ਵੀ, ਪਹਿਲਿਆਂ ਨੂੰ ਵੀ ਕੁਛ ਨਹੀਂ ਸੀ, ਇੰਨੇ ਨੂੰ ਇਹਨਾਂ ਤੋਂ ਲਈ, ਇੰਨਿਆਂ ਨੂੰ ਅੱਗੇ। ਨਿਗਾਹ ਰੱਖਿਓ ਜ਼ਮੀਨ 'ਤੇ ਆਪਣੀ, 'ਤੇ ਜਾਇਦਾਦ 'ਤੇ ਬਹੁਤ ਕੁਝ ਹੋ ਰਿਹਾ। ਜਿਹੜੇ ਆਧਾਰ ਕਾਰਡ, ਸ਼ਨਾਖਤੀ ਕਾਰਡਾਂ ਦੀਆਂ ਗੱਲਾਂ ਕਰਦੇ ਨੇ ਬੰਦੇ, ਕੈਨੇਡਾ 'ਚ ਬੈਠੇ ਨੇ ਅਤੇ ਟੂਟੀਆਂ ਵਾਲੀ ਬੰਨ੍ਹ ਕੇ, ਪੱਗਾਂ ਫਾੜੀਆਂ ਵਾਲੀਆਂ, ਵੀ ਫਲਾਣੇ ਦਾ ਫਲਾਣਾ ਪੁੱਤ ਬਣਾ ਕੇ ਅਤੇ ਆਧਾਰ ਕਾਰਡ ਬਣਾ ਤੇ ਪਿੰਡ ਦੇ ਵਿੱਚੋਂ NOC ਲੈ ਆਏ। ਦੇਖੋ ਜ਼ੁਲਮ ਕਿੱਡਾ, ਪਿੰਡ ਵੀ ਅੰਨਾ,
ਕੋਆਪਰੇਟਿਵ ਬੈਂਕ ਦੇ ਵਿੱਚੋਂ NOC ਲੈਣੀ ਪੈਂਦੀ ਆ ਵੀ ਇਹਦੇ ਤੇ ਲੋਨ ਤਾਂ ਨਹੀਂ ਕੋਈ। ਜਦ ਪਿੰਡ 'ਚੋਂ NOC ਤੁਸੀਂ ਲੈਣ ਗਏ ਤੁਹਾਨੂੰ ਪਤਾ ਨਹੀਂ ਤੁਹਾਡੇ ਪਿੰਡ ਦਾ ਬੰਦਾ ਤੇ ਆਹ ਜਵਾਕ ਜਿਹੜੇ ਪੰਜਾਬ 'ਚ ਨਹੀਂ ਕੈਨੇਡਾ ਰਹਿੰਦੇ ਨੇ ਉਹਨਾਂ ਨੇ ਕਿਵੇਂ ਜ਼ਮੀਨ ਵੇਚਤੀ। ਆਹ ਕੁਛ ਹੋ ਰਿਹਾ। ਇਹਦੇ ਤੇ ਨਿਗਾਹ ਰੱਖੋ। ਉੱਥੇ ਦਾ ਸਮਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਗਈ ਤਾਂ ਗਈ ਬਸ, ਮੁੜ ਕੇ ਦੀਵਾਨੀ ਮੁਕੱਦਮੇ ਤੇ ਗੇੜੇ ਉੱਥੇ ਕਿਹੜਾ ਕੱਢਦਾ ਫਿਰੂ, ਉੱਥੇ ਬਹੁਤ ਔਖਾ ਹੈ। ਇਹ ਕੁਦਰਤੀ ਇਹਦੇ ਤੇ ਗੱਲ ਹੋ ਗਈ। ਜੇ ਨਾ ਕਿਤੇ ਅੰਦਰ ਬੰਦਾ ਹੁੰਦਾ ਬਸ ਗਈ ਸੀ ਕਹਾਣੀ। ਆਪਣਾ ਆਪ ਖਿਆਲ ਰੱਖੋ, ਨਿਗਾਹ ਮਾਰੋ, ਛੇਤੀ ਜਾਓ, ਨਹੀਂ ਜਾਂਦੇ ਰਿਸ਼ਤੇਦਾਰਾਂ ਨੂੰ ਗੇੜਾ ਦਵਾਓ। ਖੂਹ ਖਾਤੇ ਜਿੱਥੇ ਤੁਹਾਡੇ ਨੇ ਉੱਥੇ ਨਿਗਾਹ ਰੱਖੋ। ਬੈਂਕ 'ਚ ਪੈਸਿਆਂ ਦਾ ਖਿਆਲ ਰੱਖੋ। ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੇ ਧੀ ਪੁੱਤ ਇਸ ਮਾਣ ਦੇ ਨਾਲ ਵਿਆਹ ਕਰਾਉਣ ਅਤੇ ਇਹ ਖੁਸ਼ੀਆਂ ਬਹੁਤ ਵੱਡੀਆਂ ਨੇ ਮਾਪਿਆਂ ਦੀ ਜ਼ਿੰਦਗੀ ਦੇ ਵਿੱਚ ਕਿ ਧੀ ਪੁੱਤ ਮਾਣ ਮੱਤੇ ਹੋ ਕੇ ਵਿਆਹ ਸ਼ਾਦੀਆਂ ਕਰਵਾਉਣ ਅਤੇ ਅਗਲੀ ਪੀੜ੍ਹੀ ਚੱਲੇ। ਜਵਾਕਾਂ ਨਾਲ ਗੱਲਾਂ ਕਰਿਆ ਕਰੋ ਸਮੇਂ 'ਤੇ ਅਤੇ ਉਹਨਾਂ ਨੂੰ ਇਹਦੇ ਬਾਰੇ ਦੱਸਿਆ ਕਰੋ, ਉਹਨਾਂ ਨੂੰ ਮਾਣ ਦਿਆ ਕਰੋ ਕਿ ਆਪਣਾ ਤੂੰ ਹਾਣ ਪ੍ਰਮਾਣ ਵੇਖ ਕੇ, ਬਰਾਬਰਤਾ ਵੇਖ ਕੇ, ਪੜ੍ਹਾਈ ਵੇਖ ਕੇ, ਯੋਗਤਾ ਵੇਖ ਕੇ ਧੀ ਜਾਂ ਪੁੱਤ ਨੂੰ ਉਹਨਾਂ ਨੂੰ ਕਹੋ ਕਿ ਲੱਭੋ। ਇਹ ਬਹੁਤ ਵੱਡਾ ਮੁੱਦਾ ਭਾਈਚਾਰੇ 'ਚ ਆ ਰਿਹਾ ਅਤੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਪਰ ਵਾਪਸ ਆਉਣਗੇ। ਹੁਣ ਜਿਹੜੀ 5-7 ਸਾਲ 10 ਸਾਲ ਪਹਿਲਾਂ ਗੱਲਾਂ ਚੱਲਦੀਆਂ ਸੀ ਨਾ ਸਿੱਖ ਸਰਦਾਰਾਂ ਦੀਆਂ ਕਿ ਦਾੜੀ ਕੇਸ ਵਾਲਾ ਮੁੰਡਾ ਨਹੀਂ ਚਾਹੀਦਾ, ਫੇਸ਼ੀਅਲ ਹੇਅਰ ਨਹੀਂ ਚਾਹੀਦੇ, ਇਹ ਰੈਪਰਾਂ ਨੇ ਅਤੇ ਗਾਉਣ ਵਾਲਿਆਂ ਨੇ ਇਹ ਸਾਰਾ ਕੁਛ ਕੀਤਾ ਅਤੇ ਵਾਪਸ ਆਏਗਾ ਸਭ ਕੁਛ। ਤੁਸੀਂ ਵੇਖਿਓ ਆਉਣ ਵਾਲੇ ਸਮੇਂ 'ਚ। ਹੁਣੇ ਹੀ ਗੱਲਬਾਤ ਸੁਖ ਧਾਲੀਵਾਲ ਉਹਨਾਂ ਨਾਲ ਸ਼ੁਰੂ ਕਰਦੇ ਹਾਂ। ਕੈਨੇਡਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਿੱਧੀ ਉਡਾਨ ਦੀ ਰੜਖਿਸ ਕਿੱਥੇ ਆ, ਰੜਕ ਕਿੱਥੇ ਹੈ, ਇਹਦੇ ਲਈ ਗੱਲਬਾਤ ਕਰਨ ਲਈ ਈਮੇਲਸ ਭੇਜੀਆਂ ਸੀ ਬੁੱਧਵਾਰ ਨੂੰ MP ਸਾਹਿਬ ਸੁਖ ਧਾਲੀਵਾਲ ਉਹਨਾਂ ਨੂੰ ਅਤੇ ਸਰਾਏ ਉਹਨਾਂ ਨੂੰ। ਸੁਖਵਿੰਦਰ ਸਿੰਘ ਧਾਲੀਵਾਲ ਸੁਖ ਧਾਲੀਵਾਲ ਉਹਨਾਂ ਨੇ ਇਹ ਸੱਦਾ ਪ੍ਰਵਾਨ ਕੀਤਾ। ਮੇਰੇ ਨਾਲ ਦੇਸ਼ ਦੀ ਰਾਜਧਾਨੀ ਤੋਂ ਜੁੜ ਰਹੇ ਨੇ। ਉਹਨਾਂ ਨੂੰ ਪੁੱਛਦੇ ਹਾਂ ਕਿ ਮਸਲਾ ਕਿੱਥੇ ਖੜ੍ਹਾ। ਧਾਲੀਵਾਲ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਦਾਰ ਹਰਜੀਤ ਸਿੰਘ ਜੀ, ਤੁਹਾਨੂੰ ਔਰ ਤੁਹਾਡੇ ਸਮੂਹ ਸਰੋਤਿਆਂ ਨੂੰ ਧੰਨਵਾਦ ਜੀ, ਬਹੁਤ ਬਹੁਤ। ਅਤੇ ਇਸ ਮੁੱਦੇ 'ਤੇ ਤੁਸੀਂ ਚਿਰਾਂ ਦੇ ਤੁਹਾਡੀ ਨਿਗਾਹ, ਕਿਉਂਕਿ ਜਿਸ ਕੰਸਟੀਚੁਐਂਸੀ ਦੇ ਤੁਸੀਂ MP ਹੋ ਉੱਥੇ ਬਹੁਤ ਸਾਡੀ ਸੰਘਣੀ ਵਸੋਂ ਆ। ਅਸੀਂ 2 ਲੱਖ ਦੇ ਕਰੀਬ BC 'ਚ ਵੱਸਦੇ ਹਾਂ, 10 ਲੱਖ ਦੇ ਕਰੀਬ ਸਾਰੇ ਕੈਨੇਡਾ 'ਚ, ਅਤੇ ਸਾਰੇ ਚਾਹੁੰਦੇ ਨੇ ਕਿ ਦਿੱਲੀ ਅਸੀਂ ਕਿਉਂ ਉਤਰੀਏ ਜਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਇੰਟਰਨੈਸ਼ਨਲ ਏਅਰਪੋਰਟ ਹੈ ਅਤੇ ਉੱਥੇ ਫਲਾਈਟਸ ਦੁਨੀਆ ਤੋਂ ਜਾ ਰਹੀਆਂ ਨੇ, ਕੈਨੇਡਾ ਤੋਂ ਕਿਉਂ ਨਹੀਂ ਜਾ ਰਹੀਆਂ? ਕੀ ਇਹਦੇ ਬਾਰੇ ਦੱਸਣਾ ਚਾਹੁੰਦੇ ਹੋ ਜੀ? ਪਹਿਲੀ ਗੱਲ ਤਾਂ ਜਿਹੜਾ ਤੁਸੀਂ ਕਿਹਾ ਇਹ ਮੁੱਦਾ ਇਹ ਬਿਲਕੁਲ ਸਹੀ ਹੈ। ਤੁਹਾਡਾ ਧੰਨਵਾਦ ਕਿ ਤੁਸੀਂ ਇਹਨੂੰ ਪਬਲਿਕਲੀ ਲੈ ਕੇ ਆਏ ਹੋ ਤਾਂ ਕਿ ਜਿਹੜੀ ਪੋਜੀਸ਼ਨ ਆ ਉਹ ਕਲੀਅਰ ਹੋ ਸਕੇ ਜੀ। ਔਰ ਤੁਸੀਂ ਬੜਾ ਡਾਇਰੈਕਟ ਕੁਐਸਚਨ ਪੁੱਛਿਆ, ਉਹਦਾ ਡਾਇਰੈਕਟ ਹੀ ਆਨਸਰ ਇਹ ਹੋਏਗਾ ਕਿ ਨੈਗੋਸ਼ੀਏਸ਼ਨ ਜਿਹੜੀਆਂ ਸ਼ੁਰੂ ਹੋਈਆਂ ਸੀ, ਤੁਹਾਨੂੰ ਪਤਾ ਕਿ ਜਿਹੜਾ ਪੁਰਾਣਾ ਅਗਰੀਮੈਂਟ ਹੈਗਾ ਉਹਦੇ ਵਿੱਚ ਸਿਰਫ 6 ਸਿਟੀਜ਼ ਹੈਗੀਆਂ ਜਿਹੜੀਆਂ ਹਿੰਦੁਸਤਾਨ ਦੀਆਂ, ਜਿਸ 'ਚ ਚੇਨਈ, ਬੈਂਗਲੌਰ, ਹੈਦਰਾਬਾਦ, ਕਲਕੱਤਾ, ਦਿੱਲੀ ਤੇ ਬੰਬੇ ਜਿਹੜੀਆਂ 6 ਹੈਗੀਆਂ ਜਿੱਥੇ ਜਿਹੜੀਆਂ ਨੇ ਉਹ ਫਲਾਈਟ ਜਾ ਸਕਦੀਆਂ। ਉਹਦੇ ਵਿੱਚ 35 ਫਲਾਈਟਸ ਪਰ ਵੀਕ ਜਿਹੜੀਆਂ ਸੀਗੀਆਂ ਔਰ ਉਹਦੇ ਵਿੱਚੋਂ 14 ਜਿਹੜੀਆਂ ਸੀ ਟੂ ਐਂਡ ਫਰੋਮ ਸੇਮ ਸਿਟੀ ਤੋਂ ਨਹੀਂ ਸੀ ਜਾ ਸਕਦੀਆਂ, ਸੇਮ ਏਅਰਲਾਈਨ ਦੀਆਂ। ਸੋ ਉਹਦੇ ਨਾਲ ਕੀ ਕੀਤਾ ਕਿ ਦੁਬਾਰਾ ਜਿਹੜੇ ਸੀਗੇ ਓਮਾਰ ਅਲਗਬਰਾ ਜਿਹੜੇ ਮਿਨਿਸਟਰ ਸਿੰਧੀਆ ਉਹਨਾਂ ਨੂੰ ਮਿਲੇ ਔਰ ਉਹਨਾਂ ਨਾਲ ਗੱਲਬਾਤ ਕੀਤੀ ਔਰ ਉਹਦੇ ਵਿੱਚ ਜਿਹੜਾ ਸੀ ਉਹ ਰੀਨਗੋਸ਼ੀਏਟ ਕੀਤਾ ਇਸ ਅਗਰੀਮੈਂਟ ਨੂੰ। ਜਿਹੜਾ ਇਸ ਅਗਰੀਮੈਂਟ ਨੂੰ ਨਗੋਸ਼ੀਏਟ ਕਰਕੇ ਇੱਕ ਚੀਜ਼ ਤਾਂ ਜਿਹੜੀ ਸੀ ਅਚੀਵ ਕਰ ਲਈ ਕਿ ਵੀ ਜਿਹੜੀਆਂ 35 ਫਲਾਈਟਸ ਔਰ ਜਿਹੜੀਆਂ 14 ਫਲਾਈਟਸ ਦੀ ਲਿਮਿਟ ਸੀ ਉਹਨੂੰ ਛੱਡ ਕੇ ਜਿਹੜੀਆਂ ਅਨਲਿਮਿਟਡ ਫਲਾਈਟਸ ਜਿਹੜੀਆਂ ਹੈਗੀਆਂ ਉਹ ਟੂ ਐਂਡ ਫਰੋਮ ਜਿਹੜੀਆਂ ਇਹ ਸਿਟੀਜ਼ 6 ਦੱਸਿਆ ਹਿੰਦੁਸਤਾਨ ਨੂੰ ਉਹਨਾਂ ਨੂੰ, ਔਰ ਕੈਨੇਡਾ ਦੀਆਂ ਜਿਹੜੀਆਂ 4 ਸਿਟੀਜ਼ ਐਡਮਿੰਟਨ, ਮੌਂਟਰੀਅਲ, ਐਡਮਿੰਟਨ ਤੇ ਵੈਨਕੂਵਰ, 2 ਹੋਰ ਸਿਟੀਜ਼ ਨੇ ਜਿਹੜੀਆਂ ਉਹ ਟਾਈਮ ਟੂ ਟਾਈਮ ਪਿਕ ਕਰ ਸਕਦੇ ਆ ਇੰਡੀਆ ਵਾਲੇ। ਜਦੋਂ ਇਹ ਨਗੋਸ਼ੀਏਸ਼ਨ ਹੋਈ ਔਰ ਉਹਦੇ ਵਿੱਚ ਜਿਹੜੇ ਮਿਨਿਸਟਰ ਓਮਾਰ ਅਲਗਬਰਾ ਨੇ ਉਹਨਾਂ ਨੇ ਕਲੀਅਰ ਲਫ਼ਜ਼ਾਂ ਦੇ ਵਿੱਚ ਜਿਹੜਾ ਬੜਾ ਜ਼ੋਰ ਨਾਲ ਇਹ ਜਿਹੜਾ ਸੀਗਾ ਇਹ ਕਿਹਾ ਮਿਨਿਸਟਰ ਨੂੰ ਵੀ ਜਿਹੜੀ ਅੰਮ੍ਰਿਤਸਰ ਜਿਹੜਾ ਹੈਗਾ ਉਹ ਡੈਸਟੀਨੇਸ਼ਨ ਜਿਹੜੀ ਆ ਉਹ ਇਨਕਲੂਡ ਹੋਣੀ ਚਾਹੀਦੀ। ਸੋ ਉਹਦਾ ਡਾਇਰੈਕਟ ਆਨਸਰ ਇਹ ਹੈਗਾ ਕਿ ਹਿੰਦੁਸਤਾਨ ਦੀ ਸਰਕਾਰ ਹਜੇ ਤਿਆਰ ਨਹੀਂ ਹੈਗੀ ਅੰਮ੍ਰਿਤਸਰ ਜਿਹੜੇ ਹੈਗੀ ਆ ਉਸ ਨੂੰ ਜਿਹੜਾ ਉਹ ਸਿਟੀ ਦੇ ਵਿੱਚ ਜਿਹੜੀਆਂ 6 ਸਿਟੀਜ਼ ਨੇ ਉਹਦੇ ਵਿੱਚ ਇਨਕਲੂਡ ਕਰਨ ਨੂੰ।
ਧਾਲੀਵਾਲ ਸਾਹਿਬ, ਮੇਰੀ ਜਿਹੜੀ ਖਬਰ ਮੈਂ ਇਹਦੇ ਬਾਰੇ ਪੜਚੋਲ ਕੀਤੀ ਉਹ ਇਹ ਹੈ ਕਿ ਉਮਰ ਅਲ ਗਾਬਰਾ ਆਨਰੇਬਲ ਮਿਨਿਸਟਰ ਸਾਹਿਬ ਨੇ 6 ਜਿਹੜੇ ਸ਼ਹਿਰ ਮੰਗੇ ਨੇ, ਉਹ 6 ਹੀ ਮੰਗੇ ਹੀ ਉਹ ਨੇ, ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਨਾਂ ਹੀ ਨਹੀਂ ਪਾਇਆ ਉਹਦੇ 'ਚ। ਨਹੀਂ, ਬਿਲਕੁਲ ਇਹ ਗਲਤ ਆ। ਮੇਰੀ ਅੱਜ ਵੀ ਉਮਰ ਅਲ ਗਾਬਰਾ ਨਾਲ ਗੱਲ ਹੋਈ ਆ, ਉਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ, ਉਹ ਵੀ ਕਲੀਅਰਲੀ ਇਸ ਗੱਲ ਨੂੰ ਕਹਿਣਗੇ ਕਿ ਉਹਨਾਂ ਨੇ ਜਿਹੜਾ ਅੰਮ੍ਰਿਤਸਰ ਸੀਗਾ ਉਹ ਮੈਂਸ਼ਨ ਕੀਤਾ। ਇਕੱਲਾ ਉਹੀ ਨਹੀਂ, ਜਦੋਂ ਫਿਰ ਉਸ ਤੋਂ ਬਾਅਦ ਚੀਫ ਏਅਰ ਨੈਗੋਸ਼ੀਏਟਰ ਨੇ ਜਿਹੜੇ ਕੈਨੇਡਾ ਦੇ, ਉਹਨਾਂ ਦੇ ਕਾਊਂਟਰ ਪਾਰਟਸ ਨਾਲ ਮੀਟਿੰਗਸ ਹੋਈਆਂ ਹਿੰਦੁਸਤਾਨ ਦੇ ਨਾਲ, ਉਹਨਾਂ ਨੇ ਵੀ ਜਿਹੜਾ ਸੀ ਅੰਮ੍ਰਿਤਸਰ ਨੂੰ ਮੈਂਸ਼ਨ ਕੀਤਾ ਔਰ ਉਹਨਾਂ ਨੇ ਵੀ ਇਹ ਕਿਹਾ ਕਿ ਇਹਦੇ ਵਿੱਚ ਕੋਈ ਇਸ ਵੇਲੇ ਜਿਹੜੀ ਆ ਉਹ ਗੁੰਜਾਇਸ਼ ਨਹੀਂ, ਪਰ ਡੋਰ ਜੋ ਓਪਨ ਰੱਖਾਂਗੇ ਫਿਊਚਰ ਨੈਗੋਸ਼ੀਏਸ਼ਨਸ ਲਈ। ਸੋ ਭਾਰਤ ਵੱਲੋਂ ਇਹਦੇ ਤੇ ਹਾਂ ਨਹੀਂ ਕੀਤੀ ਗਈ। ਬਿਲਕੁਲ ਇਹ ਗੱਲ ਸਹੀ ਹੈ ਜੀ। ਅੱਛਾ ਜੀ, ਤੇ ਜਿਹੜੇ ਫਿਊਚਰ ਜਿਹੜੇ 'ਚ ਹੁਣ ਜਦ ਐਡ ਹੋਣਗੇ, ਜਦ 6 ਹੀ ਉਹਨਾਂ ਨੇ ਕਰ ਦਿੱਤਾ, ਦੁਬਾਰਾ ਰੀਨੈਗੋਸ਼ੀਏਟ ਇਹਦੇ ਤੇ ਓਪਨ ਸਕਾਈ ਐਗਰੀਮੈਂਟ ਤੇ ਕਦ ਹੋਏਗੀ ਜੀ ਫਿਰ? ਦੇਖੋ, ਜਿਹੜੀਆਂ ਹਜੇ ਹਿੰਦੁਸਤਾਨ ਨੂੰ ਓਪਨ ਸਕਾਈ ਅਗਰੀਮੈਂਟ ਨਹੀਂ, ਕਿਉਂਕਿ ਜਦੋਂ ਆਪਾਂ ਸਿਟੀ ਦੀ ਲਿਮਿਟ ਕਰਤੀਆਂ, ਜਿਹੜੀਆਂ ਓਪਨ ਸਕਾਈਜ਼ ਨੇ ਉਹ ਹੋਰ ਕੰਟਰੀਜ਼ ਨਾਲ ਹੈਗਾ, ਇਨਕਲੂਡਿੰਗ US, ਉਹਦੇ ਵਿੱਚ ਤਾਂ ਹੈਗਾ ਵੀ ਜਿਹੜੀ ਮਰਜ਼ੀ ਸਿਟੀ ਨੂੰ ਤੁਸੀਂ ਫਲਾਈ ਕਰ ਸਕਦੇ ਹੋ, ਜਿੰਨੀਆਂ ਮਰਜ਼ੀ ਫਲਾਈਟਸ, ਉਹ ਏਅਰਲਾਈਨਸ ਨੇ ਡਿਸਾਈਡ ਕਰਨੀਆਂ ਹੁੰਦੀਆਂ, ਆਪਣੇ ਫੇਅਰ ਡਿਸਾਈਡ ਕਰਨੇ ਹੁੰਦੇ। ਪਰ ਇਹ ਜਿਹੜਾ ਵਾ ਉਹ ਰਿਸਟ੍ਰਿਕਟਿਵ ਹੈਗਾ, ਜਿੱਥੇ ਸਿਰਫ ਤੇ ਸਿਰਫ 6 ਸਿਟੀਜ਼ ਨੂੰ ਔਰ ਇਹਨਾਂ ਜਿਹੜੀਆਂ ਕੈਨੇਡਾ ਦੀਆਂ ਵੀ 6 ਸਿਟੀਜ਼ ਜਿਹੜੀਆਂ ਨੇ ਉਹਨੂੰ ਫਲਾਈਟਸ ਆ ਤੇ ਜਾ ਸਕਦੀਆਂ। ਸੋ ਓਪਨ ਸਕਾਈ ਨਹੀਂ, ਇਨਫੈਕਟ ਇੱਕ ਜਿਹੜਾ ਕਲੋਜ਼ਡ ਅਗਰੀਮੈਂਟ ਹੈਗਾ, ਪਰ ਉਹ ਨੈਗੋਸ਼ੀਏਟ ਐਨੀ ਟਾਈਮ ਹੋ ਸਕਦਾ ਬਿਟਵੀਨ ਗਵਰਨਮੈਂਟਸ ਨਾ। ਦੇਖੋ, ਓਮਾਰ ਤੇ ਬਹੁਤ ਪ੍ਰੈਸ਼ਰ ਆਲਮੋਸਟ ਐਵਰੀ ਵੀਕ ਮੈਂ ਉਹਦੇ ਨਾਲ ਗੱਲ ਕਰਦਾ ਪਿਆ ਇਸ ਬਾਰੇ ਵੀ। ਦੇਖੋ, ਇਹ ਬੜਾ ਇੰਪੋਰਟੈਂਟ ਮਸਲਾ ਹੈਗਾ ਵੀ 75% ਤੋਂ ਵੱਧ ਲੋਕ ਜਿਹੜੇ ਦਿੱਲੀ ਉਤਰਦੇ ਨੇ ਕੈਨੇਡਾ ਤੋਂ ਜਾ ਕੇ, ਉਹ ਤਾਂ ਪੰਜਾਬ ਜਾਂਦੇ ਨੇ, ਠੀਕ ਹੈ ਨਾ। ਉਹਨਾਂ ਦੀ ਇਹ ਮੰਗ ਹੈਗੀ ਕਿ ਅੰਮ੍ਰਿਤਸਰ ਨੂੰ ਇਨਕਲੂਡ ਕਰੋ, ਵੀ ਅੰਮ੍ਰਿਤਸਰ ਆ, ਚੰਡੀਗੜ੍ਹ ਆ, ਤੇ ਔਰ ਕਿਉਂ ਨਹੀਂ ਉਸ ਨੂੰ। ਬਸ ਉਹੀ ਗੱਲ ਮੈਂ ਅੱਜ ਵੀ ਫਿਰ, ਤਾਂ ਕਿ ਤੁਸੀਂ ਜਿਹੜਾ ਕੁਐਸਚਨ ਪੁੱਛਿਆ ਸੀ, ਤਾਂ ਕਿ ਮੈਂ ਉਹਦਾ ਆਨਸਰ ਬਿਲਕੁਲ ਸਹੀ ਦੇ ਸਕਾਂ, ਮੈਂ ਉਮਰ ਨਾਲ ਫਿਰ ਗੱਲ ਕੀਤੀ। ਉਹ ਕਹਿੰਦਾ ਤੁਸੀਂ ਇਸ ਗੱਲ ਨੂੰ ਬੇਝਿਜਕ ਹੋ ਕੇ ਕਹਿ ਸਕਦਾ ਕਿ ਜਿਹੜੀ ਆ ਅਸੀਂ ਜਿਹੜਾ ਸੀਗਾ ਉਹ ਕੋਸ਼ਿਸ਼ ਕੀਤੀ, ਪਰ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈਗੀ ਆ ਉਹ ਇਸ ਵੇਲੇ ਜਿਹੜੀ ਹੈਗੀ ਆ ਉਹ ਰੈਡੀ ਨਹੀਂ ਗੀ ਅੰਮ੍ਰਿਤਸਰ ਨੂੰ ਜਿਹੜਾ ਹੈਗਾ ਉਸ ਲਿਸਟ ਦੇ ਵਿੱਚ ਪਾਉਣ ਲਈ। ਇੱਕ ਮਿੰਟ ਹੋਲਡ ਕਰਿਓ ਧਾਲੀਵਾਲ ਸਾਹਿਬ, ਮੇਰੇ ਨਾਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਮੋਹਿਤ ਤੰਜੂ ਨੇ। ਤੰਜੂ ਜੀ, ਸਵਾਗਤ ਤੁਹਾਡਾ। ਕੀ ਤੁਸੀਂ ਗੱਲਬਾਤ ਸੁਣ ਰਹੇ ਹੋ? MP ਸਾਹਿਬ ਦੀ ਗੱਲ ਸਹੀ ਆ, ਪਿਛਲੇ ਦਿਨ ਤੁਸੀਂ ਕਹਿ ਕੇ ਗਏ ਹੋ ਕਿ ਜਿਹੜਾ ਕੈਨੇਡਾ ਨੇ 6 ਸ਼ਹਿਰਾਂ ਤੋਂ ਬਾਅਦ ਕੋਈ ਮੰਗਿਆ ਹੀ ਨਹੀਂ ਹੈ। ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਧਾਲੀਵਾਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਅਰੇ, ਮੈਂ ਜਿਹੜਾ ਮੇਨ ਗੱਲ ਇਹ ਹੈਗੀ ਆ ਕਿ ਜਿਹੜੀ ਅਸੀਂ ਪੁਰਾਣੀ ਪਾਲਿਸੀ ਜਦੋਂ ਪੜ੍ਹਦੇ ਆ ਉਹਦੇ ਵਿੱਚ ਇਹ ਲਿਖਿਆ ਸੀ ਕਿ 6 ਜਿਹੜੇ ਅੱਜ 에ਅਰਪੋਰਟ ਮਿਲੇ ਆਪਾਂ ਨੂੰ ਪਲੱਸ 6 ਹੋਰ ਅਲਾਉਡ ਹੀਗਾ ਕੈਨੇਡਾ ਦੀਆਂ 에ਅਰਲਾਈਨਸ ਨੂੰ। ਸੋ ਨਵਾਂ ਕੰਟਰੈਕਟ 'ਚ 6 ਹੀ ਇਕੱਲੇ ਹੈਗੇ ਆ ਆਪਣੇ ਕੋਲ, ਪਲੱਸ ਹੋਰ ਕੋਈ 에ਅਰਪੋਰਟ ਨਹੀਂ ਮਿਲਿਆ ਆਪਾਂ ਨੂੰ, ਜਿਹੜਾ ਕਿ ਪਿਛਲੀ ਪਾਲਿਸੀ 'ਚ ਹੈਗਾ ਇਹ। ਪਲੱਸ ਨਾਲੇ ਜਿਹੜੀ ਓਪਨ ਸਕਾਈ ਪਾਲਿਸੀ ਆਪਾਂ ਕਹਿਣ ਦੇ ਆ, 35 ਫਲਾਈਟਸ ਕੈਨੇਡਾ ਦੀਆਂ 에ਅਰਲਾਈਨਸ ਇੰਡੀਆ ਲੈ ਕੇ ਜਾ ਸਕਦੀਆਂ, 35 ਇੰਡੀਆ ਦੀਆਂ ਲੈ ਕੇ ਆ ਸਕਦੀਆਂ, ਸੋ ਟੋਟਲ 70 ਫਲਾਈਟਾਂ ਹੀ। ਅੱਜ ਤੱਕ 에ਅਰ ਕੈਨੇਡਾ ਨੇ ਕੱਲੀ ਨੇ 35 ਫਲਾਈਟਾਂ ਨਹੀਂ ਚਲਾਈਆਂ, ਸੋ ਜਦ ਕਿ 70 ਫਲਾਈਟਾਂ ਅਲਾਉਡ ਸੀਗੀਆਂ। ਸੋ ਨਵੀਂ ਪਾਲਿਸੀ ਦਾ ਆਪਣੇ ਪੰਜਾਬੀ ਭਾਈਚਾਰੇ ਨੂੰ ਕਿੱਥੇ ਫਾਇਦਾ ਹੋਣਾ? ਦੇਖੋ ਜੀ ਧਾਲੀਵਾਲ ਸਾਹਿਬ, ਉਹਦੇ ਵਿੱਚ ਪੰਜਾਬੀ ਭਾਈਚਾਰੇ ਦੀ ਗੱਲ ਜਿਹੜੀ ਕਰਦੇ ਆ ਉਹ ਤਾਂ ਬਿਲਕੁਲ ਸਹੀ ਆ, ਕਿਉਂਕਿ ਉਹਦੇ ਵਿੱਚ ਤਾਂ ਅੰਮ੍ਰਿਤਸਰ ਜਦੋਂ ਇਨਕਲੂਡ ਨਹੀਂ ਹੋਇਆ, ਉਸ ਗੱਲ ਨੂੰ ਤਾਂ ਮੈਂ ਦੋਹਰਾਇਆ ਨਹੀਂ, ਕਿਉਂਕਿ ਮੈਂ ਕੁਐਸਚਨ ਉਮਰ ਅਲ ਗਾਬਰਾ ਨੂੰ ਪਹਿਲਾਂ ਹੀ ਪੁੱਛਿਆ ਜਿਸ ਤਰ੍ਹਾਂ ਇਹ ਤੰਜੂ ਕਹਿ ਰਹੇ ਨੇ, ਠੀਕ ਹੈ ਨਾ। ਪਰ ਇਹਨਾਂ ਨੂੰ ਇਹ ਹੋਣਾ ਚਾਹੀਦਾ ਕਿ ਜਿਹੜੀ ਇਹ ਗੱਲ ਤਾਂ ਅਸਲੀਅਤ ਆ ਵੀ ਜਿਹੜੀਆਂ ਇਹ ਸਿਟੀ ਦੇ ਵਿੱਚ ਅੰਮ੍ਰਿਤਸਰ ਜਿਹੜਾ ਸੀਗਾ ਉਹ ਹਿੰਦੁਸਤਾਨ ਦੀ ਸਰਕਾਰ ਨੇ ਜਿਹੜਾ ਉਹ ਐਡ ਨਹੀਂ ਹੋਣ ਦਿੱਤਾ। ਸੋ ਕੈਨੇਡਾ ਦਾ ਫਾਲਟ ਨਹੀਂ, ਤੁਸੀਂ ਭਾਰਤ ਦਾ ਕਹਿੰਦੇ ਹੋ। ਤੰਜੂ ਸਾਹਿਬ, ਤੁਹਾਡੇ ਕੋਲ ਕੀ ਇਨਫੋਰਮੇਸ਼ਨ ਹੈ? ਨਹੀਂ, ਮੈਂ ਤੇ ਅਸੀਂ ਤੇ ਇਹੋ ਕਹਿਣ ਦੇ, ਜਿਹੜੀ ਪੁਰਾਣੀ ਪਾਲਿਸੀ ਦੇ ਤਹਿਤ ਅਸੀਂ ਇਨਫੋਰਮੇਸ਼ਨ ਜਦੋਂ ਸਾਲ ਦੇ ਸ਼ੁਰੂ 'ਚ ਕਢਾਈ ਸੀ, ਉਹਦੇ 'ਚ ਤੇ ਸਾਫ਼ ਲਿਖ ਕੇ ਦਿੱਤਾ ਸੀ ਇੰਡੀਆ ਨੇ, RTI ਜਿਹੜੀ ਹੁੰਦੀ ਰਾਈਟ ਟੂ ਇਨਫੋਰਮੇਸ਼ਨ, ਕਿ ਉਹਦੇ 'ਚ ਲਿਖਿਆ ਸੀਗਾ ਕਿ 6 ਵੱਡੇ 에ਅਰਪੋਰਟ ਜਿਹੜੇ ਹੁਣ ਮਿਲੇ ਆ ਕੈਨੇਡਾ ਨੂੰ, ਪਲੱਸ 6 ਹੋਰ ਅਲਾਉਡ ਹੈਗੇ ਐਡੀਸ਼ਨਲ ਪੁਆਇੰਟ। ਉਹਦੇ 'ਚ ਅੰਮ੍ਰਿਤਸਰ ਆ ਸਕਦਾ ਸੀ, ਕੋਈ ਵੀ ਹੋਰ ਆ ਸਕਦਾ ਸੀ, ਪਰ ਹੁਣ ਤੇ ਇਕੱਲੇ 6 ਹੀ ਆ। ਸੋ ਆਪਣੇ ਕੋਲ ਤੇ ਉਹ ਆਪਸ਼ਨ ਹੀ ਨਹੀਂ ਹੁਣ ਰਹੀ। ਸੋ ਇਹਦੇ ਲਈ 6 + 6 ਉਮਰ ਅਲ ਗਾਬਰਾ ਪਾ ਸਕਦੇ ਹੀ 6 ਹੋਰ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਹੁਣ ਇਹ ਮੈਂ ਪੁੱਛਣਾ ਚਾਹੁੰਦਾ ਕਿ ਉਹ +6 ਦੀ ਆਪਸ਼ਨ ਆਪਾਂ ਕਿਉਂ ਨਹੀਂ ਲਈ, ਜਿਹੜੇ ਪੁਰਾਣੇ ਕੰਟਰੈਕਟ ਹੈਗੇ? ਮੇਰੀ ਗੱਲ ਬਹੁਤ ਧਿਆਨ ਨਾਲ, ਉਹਨਾਂ ਨੇ 6 ਜਿਹੜੇ ਸੀਗੇ ਉਹ 에ਅਰਪੋਰਟ ਜਿਹੜੇ ਨੇ ਪੁਰਾਣੇ ਐਗਰੀਮੈਂਟ 'ਚ ਹੈਗੇ ਨੇ,
ਉਹਨਾਂ ਨੇ ਕਿਹਾ ਵੀ ਅਸੀਂ ਉਹੀ ਜਿਹੜੇ ਨੇ ਸਿਟੀ ਜਿਹੜੀਆਂ ਨੇ ਉਹ ਰੱਖਣੀਆਂ ਨੇ ਔਰ ਅਸੀਂ ਜਿਹੜੇ ਆ ਉਹ ਰੈਡੀ ਨਹੀਂ। ਔਰ ਉਹਦੇ ਵਿੱਚ ਓਮਰ ਅਲਗਬਰਾ ਨੇ ਅੰਮ੍ਰਿਤਸਰ ਜਿਹੜਾ ਹੈਗਾ ਉਹ ਸਪੈਸ਼ਲੀ ਮੈਂਸ਼ਨ ਕੀਤਾ ਔਰ ਓਮਰ ਉਹਨਾਂ ਨਾਲ ਮੇਰੀ ਅੱਜ ਫੇਰ ਗੱਲ ਹੋਈ ਆ ਔਰ ਤੁਸੀਂ ਇਹ ਉਹਨਾਂ ਤੋਂ ਕਨਫਰਮ ਕਰ ਸਕਦੇ ਹੋ ਕਿਉਂਕਿ ਮੈਂ ਅੱਜ ਉਹਨਾਂ ਨੂੰ ਪੁੱਛਿਆ, ਕਿਉਂਕਿ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਰੇਡੀਓ ਸ਼ੋਅ ਤੇ ਜਾ ਰਿਹਾ, ਮੈਂ ਕੋਟ ਕਰਨਾ ਚਾਹੁੰਦਾ ਤੇ ਇਹ ਗੱਲ ਬਿਲਕੁਲ ਕਲੀਅਰ ਕਰਕੇ ਮੈਂ ਉਹਨਾਂ ਦੇ ਨਾਲ ਜਿਹੜਾ ਹੈਗਾ ਉਹ ਆਇਆ ਹੈਗਾ। ਤੁਸੀਂ ਆਪਣੇ ਤੌਰ ਤੇ ਧਾਲੀਵਾਲ ਸਾਹਿਬ ਕੀ ਸੋਚਦੇ ਹੋ, ਉਹ ਕਿਉਂ ਨਹੀਂ ਅਲਾਓ ਸਾਨੂੰ ਕਰ ਰਹੇ ਦਿੱਲੀ ਅੰਮ੍ਰਿਤਸਰ ਸਾਹਿਬ ਜਾਣਾ ਭਾਰਤ ਤੋਂ? ਕਿਉਂਕਿ ਬੰਗਾਲ ਨੂੰ ਜੇ ਦੇਖੀਏ, ਬੰਗਾਲੀ ਕਮਿਊਨਿਟੀ ਕੋਈ ਹੈ ਨਹੀਂ, ਕਲਕੱਤੇ ਨੂੰ ਇੱਥੋਂ ਫਲਾਈਟ ਡਾਇਰੈਕਟ ਕਦੇ ਵੀ ਨਹੀਂ ਹੋਣੀ। ਜੇ ਬੈਂਗਲੌਰ ਜਾਂਦੀ ਆ IT ਦੀ ਹੈਬ ਆ, ਉਹਦੇ ਨਾਲ ਹੈਦਰਾਬਾਦ ਆ, ਹੈਦਰਾਬਾਦ ਨਹੀਂ ਜਾਣੀ। ਮੈਂ ਮੰਨ ਸਕਦਾ ਦਿੱਲੀ, ਮੈਂ ਮੰਨ ਸਕਦਾ ਬੰਬੇ, ਪਰ ਜੇ ਤੁਸੀਂ ਮਦਰਾਸ ਦੀ ਗੱਲ ਕਰੀਏ ਜਾਂ ਬੰਗਾਲ ਦੀ, ਉੱਥੋਂ ਡਾਇਰੈਕਟ ਫਲਾਈਟ ਮੈਨੂੰ ਤਾਂ ਲੱਗਦਾ ਨਹੀਂ ਬੰਗਾਲੀ ਕਮਿਊਨਿਟੀ ਇੰਨੀ ਇੱਥੇ ਹੈ। ਨਹੀਂ, ਉਹਦੇ ਵਿੱਚ ਕੀ ਹੈਗਾ ਜੀ, ਦੇਖੋ ਜਿਹੜੀ ਦਿੱਲੀ ਦੀ 에ਅਰਪੋਰਟ ਹੈ ਨਾ ਉਹ ਪ੍ਰਾਈਵੇਟ 에ਅਰਪੋਰਟ ਹੈਗੀ ਆ। ਹੋਪਫੁਲੀ ਜੇ ਅੰਮ੍ਰਿਤਸਰ ਦੀ 에ਅਰਪੋਰਟ ਵੀ ਪ੍ਰਾਈਵੇਟ 에ਅਰਪੋਰਟ ਬਣ ਜਾਵੇ, ਠੀਕ ਹੈ ਨਾ, ਤਾਂ ਜਿਹੜੀ ਉਹ 에ਅਰਪੋਰਟ ਅਥਾਰਟੀ ਹੋਊਗੀ ਉਹ ਇੰਡੀਆ ਦੀ ਸਰਕਾਰ ਨੂੰ ਪੁਸ਼ ਕਰੇ, ਕਿਉਂਕਿ ਇਸ ਵੇਲੇ ਮੈਨੂੰ ਲੱਗਦਾ ਕਿ ਦਿੱਲੀ ਦੀ 에ਅਰਪੋਰਟ ਦਾ ਪ੍ਰੈਸ਼ਰ ਜਿਹੜਾ ਹੈਗਾ ਉਹ ਹਿੰਦੁਸਤਾਨ ਦੀ ਸਰਕਾਰ ਤੇ ਹੈਗਾ ਵੀ ਤਾਂ ਕਿ ਉਹ ਅੰਮ੍ਰਿਤਸਰ ਨੂੰ ਜਿਹੜਾ ਉਹ ਨਾ ਖੋਲਿਆ ਜਾਵੇ। ਦੇਖੋ ਮੈਂ ਤਾਂ ਇਹ ਹਾਈਪੋਥੈਟਿਕਲੀ ਕਹਿ ਸਕਦਾ ਨਾ, ਪਰ ਇਹ ਨਹੀਂ ਪਤਾ, ਇਹ ਤਾਂ ਗਵਰਨਮੈਂਟ ਹੀ ਦੱਸ ਸਕਦੀ ਹੈ ਵੀ ਇਸ਼ੂ ਕੀ ਉਹਨਾਂ ਦੀ ਇੰਟੈਂਸ਼ਨ ਹੈ ਗਵਰਨਮੈਂਟ ਦੀ ਵੀ ਉਹ ਨਹੀਂ ਖੋਲਣਾ ਚਾਹੁੰਦੇ ਜਾਂ ਇਹ ਦਿੱਲੀ ਦੀ 에ਅਰਪੋਰਟ ਜਿਹੜੀ ਆ ਉਹਨਾਂ ਨੂੰ ਇਨਸਿਸਟ ਕਰਦੀ ਹੈਗੀ ਆ। ਔਰ ਮੈਨੂੰ ਇਹ ਆਇਆ ਸੀ ਕਿ ਕਹਿੰਦੇ ਸੀ ਵੀ ਟਾਟਾ ਜਿਹੜੇ ਹੈਗੇ ਆ ਸ਼ਾਇਦ ਅੰਮ੍ਰਿਤਸਰ ਦੀ 에ਅਰਪੋਰਟ ਨੂੰ ਬਾਏ ਕਰ ਲੈਣ। ਇਹ ਨਹੀਂ ਮੈਨੂੰ ਪਤਾ ਵੀ ਉਹ ਸਿਰੇ ਲੱਗੀ ਹੈ ਕਿ ਨਹੀਂ, ਵੀ ਜੇ ਉਹ ਸਿਰੇ ਲੱਗਦੀ ਆ ਤਾਂ ਇੱਕ ਤਾਂ ਇਹ ਤਰੀਕਾ, ਇੱਕ ਹਰਜੀਤ ਸਿੰਘ ਜੀ ਹੋਰ ਤਰੀਕਾ। ਦੇਖੋ ਆਪਾਂ ਤਾਂ ਮੈਂ ਤਾਂ ਤੁਹਾਨੂੰ ਕਲੀਅਰਲੀ ਦੱਸ ਦਿੱਤਾ ਵੀ ਮੈਂ ਤਾਂ ਐਵਰੀ ਡੇ ਆਲਮੋਸਟ ਐਵਰੀ ਵੀਕ ਮੈਂ ਮਿਨਿਸਟਰ ਨਾਲ ਗੱਲ ਕਰਦਾ, ਇਸ ਵਿਸ਼ੇ ਤੇ ਹੋਰ ਵੀ MPs ਕਰਦੇ ਹੋਣਗੇ ਔਰ ਕਰਦੇ ਆ ਔਰ ਉਸ ਦੇ ਵਿਸ਼ੇ ਤੇ। ਔਰ ਓਮਰ ਇੱਕ ਬੜਾ ਵਧੀਆ ਮਿਨਿਸਟਰ ਹੈ, ਮੈਂ ਤੁਹਾਨੂੰ ਦੱਸਦਾ, ਤੱਕੜ ਆ। ਜੇ ਉਹ ਕਹਿੰਦਾ ਤਾਂ ਉਹ ਕੋਸ਼ਿਸ਼ ਪੂਰੀ ਕਰਦਾ। ਉਹਦੇ ਵਿੱਚ ਜਿਹੜਾ ਜਦੋਂ ਅੱਜ ਲੋਕਾਂ ਦਾ ਵੀ ਥੋੜਾ ਫਰਜ਼ ਬਣਦਾ, ਇੱਕ ਵਾਰ ਹੋਇਆ ਸੀ ਤੁਹਾਨੂੰ ਪਤਾ ਹੋਣਾ ਕਿ ਜਾਪਾਨ 에ਅਰਲਾਈਨ ਦੇ ਵਿੱਚ ਥੋੜੀ ਜਿਹੀ ਡਿਸਕ੍ਰਿਮੀਨੇਸ਼ਨ ਹੋਣੀ ਸ਼ੁਰੂ ਹੋ ਗਈ ਸੀ, ਆਪਣੇ ਬੰਦਿਆਂ ਨਾਲ ਬਾਈਕਾਟ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਸੀ ਉਹ ਨਾਸਾਂ 'ਚ ਧੂੰਆਂ ਪੈ ਗਿਆ ਤੇ ਮੁੜ ਕੇ ਫਿਰ ਉਹ ਜਿਹੜੇ ਸੀ ਜਾਪਾਨ 에ਅਰਲਾਈਨ ਤੇ ਲੋਕਾਂ ਨੂੰ ਚਾਹੀਦਾ ਕਿ ਅਸੀਂ ਅੱਜ ਮਤਲਬ ਐਜ ਚੁਣਿਆ ਨੁਮਾਇੰਦਾ ਕੰਮ ਕਰਦਾ, ਤੁਸੀਂ ਐਜ ਜਿਹੜੇ ਇੱਕ ਰੇਡੀਓ ਐਂਕਰ ਜਿਹੜੇ ਹੋ, ਤੁਸੀਂ ਜਿਹੜਾ ਵਾ ਮੀਡੀਆ ਦੇ ਪਰਸਨੈਲਿਟੀ ਹੋ ਕੇ ਤੁਸੀਂ ਕੰਮ ਕਰੋ। ਔਰ ਦੂਸਰੇ ਜਿਹੜੇ ਇਹ ਤੰਜੂ ਹੋਣੀ ਨੇ ਜਾਂ ਹੋਰ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਕੰਮ ਕਰਦੀਆਂ ਨੇ, ਇਹ ਤੋਂ ਖਹਿਰਾ ਨੇ, ਉਹਨਾਂ ਦੇ ਮੈਨੂੰ ਟੈਲੀਫੋਨ ਆਉਂਦੇ ਰਹਿੰਦੇ ਨੇ, ਉਹ ਆਪ ਦਿਲ ਨੂੰ ਕੰਮ ਕਰਨ ਔਰ ਕਮਿਊਨਿਟੀ ਵੀ ਕੰਮ ਕਰੇ ਕਿ ਅਸੀਂ ਦਿੱਲੀ ਜਾਓ ਹੀ ਨਾ। ਅੱਗੇ 2 ਸਾਲ ਅਸੀਂ ਕੋਵਿਡ 'ਚ ਨਹੀਂ ਗਏ ਤਾਂ ਵੀ ਸਰਿਆ, ਇੱਕ ਵਾਰ ਸਾਰਾ ਬੰਦ ਕਰ ਦਈਏ ਵੀ ਅਸੀਂ ਦਿੱਲੀ ਉਤਰਨਾ ਹੀ ਨਹੀਂ, ਹੋਰ ਜਿਹੜੀਆਂ ਆਲਟਰਨੇਟ ਮੀਨਸ ਦੇ ਨਾਲ ਜਾਓ, ਆਪੇ ਦਿੱਲੀ ਦੀ 에ਅਰਪੋਰਟ ਨੂੰ ਪਤਾ ਲੱਗ ਜੂ। ਔਰ ਜਿਹੜਾ ਹੈਗਾ ਕਿ ਉਹ ਜਿਹੜੀ ਆ ਵੀ ਵਾਕਈ ਜਿਹੜੇ ਅਸੀਂ ਲੋਕ ਵੀ ਕਮਿਟਡ ਆ, ਠੀਕ ਹੈ ਨਾ, ਕਿਉਂਕਿ ਲੋਕਾਂ ਨੂੰ ਕਮਿਟਮੈਂਟ ਦਿਖਾਉਣੀ ਪੈਣੀ। ਜਦੋਂ ਕੋਈ ਵੀ ਚੀਜ਼ ਅਚੀਵ ਕਰਨੀ ਆ ਉਹ ਇੱਦਾਂ ਅਚੀਵ ਨਹੀਂ ਹੁੰਦੀਆਂ ਕਿ ਕੱਲੀਆਂ, ਉਹਦੇ ਲਈ ਕੁਛ ਨਾ ਕੁਛ ਘਾਲਣੀ ਪੈਂਦੀ ਹੈ। ਮੈਂ ਤੁਹਾਨੂੰ ਆਪਣੀ ਪਰਸਨਲ ਐਗਜ਼ਾਮਪਲ ਦਿੰਦਾ, ਮੇਰੇ ਮਦਰ ਆਏ ਸੀ, ਮੈਂ ਉਹਨਾਂ ਨੂੰ ਜਿਹੜਾ ਸੀ ਦਿੱਲੀ ਥਾਈ ਨਹੀਂ ਲੈ ਕੇ ਆਇਆ। ਮੈਂ ਤਾਂ ਉਹਨਾਂ ਨੂੰ, ਹੁਣ ਉਹਨਾਂ ਨੇ ਜਾਣਾ, ਫਿਰ ਮੈਂ ਕਿਹਾ ਵੀ ਨਹੀਂ ਦਿੱਲੀ ਥਾਈ ਨਹੀਂ, ਉਹ ਸਿੱਧੀ ਫਲਾਈਟ ਨਾਲ, ਤਾਂ ਕਿ ਅੱਧੇ 3 ਘੰਟੇ ਦੀ ਸਟੇ ਹੋ ਗਈ ਲੰਡਨ, ਤੇ ਉਹ ਮੂਵ ਕਰ ਦਿੰਦੇ ਨੇ, ਹੈਲਪ ਕਰਦੇ ਆ ਜੇ ਤੁਹਾਨੂੰ ਵੀਲ ਚੇਅਰ ਦੀ ਐਕਸੈਸ ਦੀ ਲੋੜ ਆ। ਸੋ ਇੱਕ ਸਾਨੂੰ ਵੀ ਅਜੇ ਪਬਲਿਕ ਵੀ ਜਿਹੜਾ ਹੈਗਾ ਥੋੜਾ ਜਿਹਾ ਇਨੀਸ਼ੀਏਟਿਵ ਲੈਣਾ ਪੈਣਾ ਔਰ ਲਿਖੋ ਵੀ, ਇਕੱਲਾ ਇਹ ਨਹੀਂ ਵੀ ਇੱਥੇ ਆਪਾਂ ਅੱਜ ਗੱਲ ਨਿਬੜ ਗਈ। ਲੋਕ ਜਿਹੜੇ ਨੇ ਉਹ ਓਮਰ ਨੂੰ ਵੀ ਲਿਖਣ, ਠੀਕ ਹੈ ਨਾ, ਤੇ ਮੇਰੇ ਹਿਸਾਬ ਨਾਲ ਹਾਈ ਕਮਿਸ਼ਨਰ ਨੂੰ ਵੀ ਲਿਖਣਾ ਚਾਹੀਦਾ ਵੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਕਿਉਂ ਨਹੀਂ ਜਿਹੜੀ ਵਿਲਿੰਗ ਹੈਗੀ ਜਿਹੜਾ ਅੰਮ੍ਰਿਤਸਰ ਆ ਜਿਹੜਾ। ਔਰ ਇੱਕ ਪਾਸੇ ਅਸੀਂ ਚਾਹੁੰਦੇ ਆ ਕਿ ਜਿਹੜੀ ਪੰਜਾਬੀ ਕਮਿਊਨਿਟੀ ਦੇ ਨਾਲ ਸੰਬੰਧ ਚੰਗੇ ਹੋਣੇ ਚਾਹੀਦੇ ਆ, ਰਾਈਟ। ਔਰ ਦੂਸਰੇ ਪਾਸੇ ਜਦੋਂ ਅਸੀਂ ਉਹਨੂੰ ਸਰਵ ਕਰਨ ਦੀ ਗੱਲ ਆਉਂਦੀ ਆ, ਉਹਦੇ ਵਿੱਚ ਅਸੀਂ ਜਿਹੜੀਆਂ ਇਹ ਜਿਹੀਆਂ ਡਿੱਕੇ ਲਾਉਣੇ ਆ, ਉਹ ਮੈਂ ਕਹਿੰਦਾ ਵੀ ਉਹ ਐਕਸੈਪਟੇਬਲ ਨਹੀਂ ਹੈਗੇ। ਅੱਛਾ, ਇੱਕ ਹੋਰ ਗੱਲ, ਜਿਵੇਂ ਆਪੋਜੀਸ਼ਨ, ਤੁਹਾਡੀ ਅਫੀਸ਼ੀਅਲ ਆਪੋਜੀਸ਼ਨ ਦੇ MPs ਨੇ 에ਅਰ ਇੰਡੀਆ ਨੂੰ ਲਿਖੀ ਹੈ, ਟਿਮ ਉਪਲ ਉਹਨਾਂ ਨੇ, ਸਟਰੋਲ ਨੇ ਤੇ ਬ੍ਰੈਡ ਵਿਸ ਨੇ ਤੇ ਹੱਲਣ ਉਹਨਾਂ ਨੇ। ਕੀ ਤੁਸੀਂ ਜਿਹੜੇ ਪੰਜਾਬੀ ਆਪਣੇ MP ਹੋ, ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਵੀ 에ਅਰ ਇੰਡੀਆ ਨੂੰ ਲਿਖੋ ਵੀ ਭਾਈ ਸਾਡੇ ਲਈ ਡਾਇਰੈਕਟ ਫਲਾਈਟ ਲਾਓ ਤੁਸੀਂ, ਕਿਉਂਕਿ ਟਾਟਾ ਦੇ ਕੋਲ ਆ ਹੁਣ? ਦੇਖੋ ਇਹਦੇ ਵਿੱਚ ਤਾਂ ਦੋ ਰਿਹਾ ਨਹੀਂ, ਅਸੀਂ ਲਿਖਣ ਨੂੰ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਗੀ, ਇਹਦਾ
ਇਹ ਤਾਂ ਸਿੰਪਲ ਚਿੱਠੀ ਆ। ਅਸੀਂ ਜੇ ਕੱਲੀ ਇਹ ਨਹੀਂ, ਮੈਂ ਐਮਪੀਜ਼ ਨਾਲ ਦੂਜਿਆਂ ਨਾਲ ਵੀ ਕਾਕਸ ਨਾਲ ਗੱਲ ਕਰਕੇ ਇਹ ਵੀ ਕਰ ਸਕਦਾ, ਜਿੱਥੇ ਉਹ ਮਿਨਿਸਟਰ ਨੂੰ ਚਿੱਠੀ ਲਿਖਣੀ ਆ ਉਹਨਾਂ ਨੂੰ ਵੀ ਲਿਖਣ ਵੀ ਤੁਸੀਂ ਜਿਹੜਾ ਹੈਗਾ ਉਹ ਇੰਡੀਆ ਸਰਕਾਰ ਨੂੰ ਕਹੋ। ਪਰ ਏਅਰ ਇੰਡੀਆ ਦਾ ਤਾਂ ਇੰਟਰਸਟ ਉਦੋਂ ਹੀ ਹੋਏਗਾ ਨਾ ਜਦੋਂ ਏਅਰਲਾਈਨ, ਮੇਨ ਤਾਂ ਹੈਗਾ ਕਿ ਏਅਰਪੋਰਟ ਦਾ ਇੰਟਰਸਟ ਹੋਣਾ ਚਾਹੀਦਾ। ਜੇ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਜਿਹੜੀ ਹੈਗੀ ਆ, ਜੇ ਉਹ ਕਿਤੇ ਪ੍ਰਾਈਵੇਟ ਹੱਥਾਂ 'ਚ ਆ ਜਾਂਦੀ ਆ, ਫਿਰ ਜੇ ਉਹਨਾਂ ਨੂੰ ਲਿਖਦੇ ਆ ਤਾਂ ਉਹਨਾਂ ਦਾ ਪ੍ਰੈਸ਼ਰ ਜਿਹੜਾ ਉਹ ਮੈਂ ਕਹਿੰਦਾ ਕਿ ਵੱਡਾ ਜਿਹੜਾ ਰੋਲ ਆ ਉਹ ਅਦਾ ਕਰ ਸਕਦਾ। ਧਾਲੀਵਾਲ ਸਾਹਿਬ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੰਦਾ, ਯੂਕੇ 'ਚ MP ਆਪਣੀ ਪੰਜਾਬੀ ਭਾਈਚਾਰੇ ਦੀ ਪ੍ਰੀਤ ਕੌਰ ਗਿੱਲ, ਉਹ ਕੁੜੀ ਧੜੱਲੇ ਵਾਲੀ MP ਆ, ਉਹਨੇ ਕੱਲੀ ਨੇ 12 MPਆਂ ਦੇ ਸਾਈਨ ਕਰਾ ਕੇ ਬਰਮਿੰਘਮ 에ਅਰਪੋਰਟ ਦੇ CEO ਨੂੰ ਤੇ ਏਅਰ ਇੰਡੀਆ ਨੂੰ ਚਿੱਠੀ ਲਿਖੀ ਆ। 2 ਮਹੀਨੇ ਹੀ ਹੋਏ ਆ। ਏਅਰ ਇੰਡੀਆ ਦੀ ਤੁਹਾਨੂੰ ਪਤਾ ਹੋਣਾ ਬਰਮਿੰਘਮ ਫਲਾਈਟ ਜਾਂਦੀ ਅੰਮ੍ਰਿਤਸਰੋਂ, 1 ਦਿਨ ਜਾਂਦੀ ਸੀ, ਉਹ ਚਿੱਠੀ ਤੋਂ ਬਾਅਦ ਉਹਨਾਂ ਨੇ 3 ਦਿਨ ਫਲਾਈਟ ਕਰਤੀ। ਤੁਹਾਨੂੰ ਵੀ ਦਰਖਾਸਤ ਹੈ ਕਿ ਤੁਸੀਂ ਆਪਣੇ ਨਾਲ, ਤੁਸੀਂ ਪੁਰਾਣੇ ਸਿਆਸਤਦਾਨ ਜੇ, ਤੁਸੀਂ ਆਪਣੇ ਨਾਲ ਆਪਣੇ MPਆਂ ਨੂੰ ਇਕੱਠਾ ਕਰਕੇ ਏਅਰ ਇੰਡੀਆ ਨੂੰ ਰੀਚ ਆਊਟ ਕਰੋ। ਜਦੋਂ ਇੱਕ ਏਅਰਲਾਈਨ ਵੇਖੂਗੀ ਕਿ ਇੱਕ ਦੂਜੀ ਕੰਟਰੀ ਦੇ MPਆਂ ਨੂੰ ਰੀਚ ਆਊਟ ਕਰਨ ਦੇ ਆ ਤੇ ਉਹ ਕੁਛ ਨਾ ਕੁਛ ਤੇ ਕਰਨਗੇ। ਏਅਰ ਇੰਡੀਆ ਪ੍ਰਾਈਵੇਟ ਹੈਗੀ, ਸੈਸ਼ਨ ਹੈ, ਅਸੀਂ ਇਹਨੂੰ ਕਰ ਲੈਂਦੇ ਆ। ਜੇ ਇਹਦਾ ਕੋਈ ਆਪਾਂ ਨੂੰ ਚੰਗਾ ਫਲ ਲਿਆ ਸਕਦਾ, ਇਹਦਾ ਕੋਈ ਹਰਜ ਨਹੀਂ, ਇਹ ਅਸੀਂ ਕਰਨ ਨੂੰ ਤਿਆਰ ਹੈਗੇ ਆ। ਕਿਉਂਕਿ ਦੇਖੋ ਜਦੋਂ ਧੜੱਲੇ ਦੀ ਗੱਲ ਆਉਂਦੀ ਆ, ਲੜਾਈ ਤਾਂ ਪਿਕ ਕਰਨੀ ਪੈਂਦੀ ਆ। ਹੁਣ ਇਸ ਵੇਲੇ ਜੇ ਜੋ ਮੈਂ ਕਹਿ ਰਿਹਾ ਉਹ ਆਮ ਬੰਦੇ ਦਾ ਇਹ ਬਸ ਦੀ ਰੋਗ ਨਹੀਂ, ਠੀਕ ਹੈ ਨਾ ਜੀ, ਵੀ ਇਹ ਕਹਿ ਦੇਣਾ। ਮੈਂ ਤਾਂ ਇਹ ਕਹਿੰਦਾ ਵੀ ਸਾਨੂੰ ਚਾਹੀਦਾ ਕਿ ਇੱਕ ਮਹਾਜ ਖੜਾ ਕਰਨਾ ਚਾਹੀਦਾ। ਕਰਾਂਗੇ ਜਿਹੜਾ ਸਾਡੇ ਕਰਨ ਵਾਲਾ ਉਹ ਕਰਾਂਗੇ। ਔਰ ਅਸੀਂ ਕਰਨ ਵਾਲਾ ਤੁਹਾਡੇ ਨਾਲ ਵਾਅਦਾ ਕਿ ਮੈਂ ਇਹਦੇ ਤੇ ਲੀਡ ਲੈਣਾ ਔਰ ਦੂਸਰੇ MPs ਨੂੰ ਕਹਿ ਕੇ ਜਿਹੜਾ ਏਅਰ ਇੰਡੀਆ ਨੂੰ ਵੀ ਚਿੱਠੀ ਲਿਖਦੇ ਆ ਔਰ ਅਸੀਂ ਓਮਾਰ ਉਹਨਾਂ ਨੂੰ ਵੀ, ਅਲਗਬਰਾ ਉਹਨਾਂ ਨੂੰ ਫਿਰ ਵਾਰ-ਵਾਰ ਜਿਹੜੀ ਚਿੱਠੀ ਲਿਖਦੇ ਆ। ਔਰ ਇਹ ਵੀ ਆ ਕਿ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਲਿਖ ਸਕਦੇ ਹਾਂ ਵੀ ਦੇਖੋ 75% ਜਿਹੜੇ ਪੰਜਾਬੀ ਨੇ ਉਹ ਜਾਂਦੇ। ਇੱਕ ਪਾਸੇ ਤਾਂ ਤੁਸੀਂ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਨੇ ਕਰਤਾਰਪੁਰ ਸਾਹਿਬ ਨਾਂਗੇ ਖੋਲ ਕੇ ਜਿਹੜਾ ਹੈਗਾ ਉਹ ਦਿਲ ਜਿੱਤਣ ਦੀ ਕੋਸ਼ਿਸ਼ ਕਰਦੇ ਆ, ਇੱਕ ਪਾਸੇ ਛੋਟੀ ਜੀ ਗੱਲ ਆ ਉਸ ਦੇ ਮੁਕਾਬਲੇ 'ਚ ਵੀ ਅੰਮ੍ਰਿਤਸਰ ਏਅਰਪੋਰਟ ਨੂੰ ਉਹ 6 ਲਾਈਨਾਂ ਜਿਹੜੀ 6 ਏਅਰਪੋਰਟ ਨੇ ਉਹਦੇ ਵਿੱਚ ਜਿਹੜੀ ਹੈਗੀ ਇੱਕ ਹੋਰ ਏਅਰਲਾਈਨ ਏਅਰਪੋਰਟ ਐਡ ਕਰਨੀ, ਤੇ ਮੈਂ ਸੋਚਦਾ ਕਿ ਸਰਕਾਰ ਲਈ ਇੱਕ ਮਾਮੂਲੀ ਉੱਥੇ ਦੀ ਲਈ ਇਹ ਕੰਮ ਹੈਗਾ। ਧਾਲੀਵਾਲ ਸਾਹਿਬ ਹੋਲਡ ਕਰਿਓ। ਸਤਵੰਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਧਾਲੀਵਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ ਮੇਰਾ ਜੀ ਕੁਐਸਚਨ ਇਹ ਸੀਗਾ ਵੀ ਲੋਕ ਜਿਹੜੇ ਹੈਗੇ ਨੇ ਨਾ ਉਹ ਸਵਾਲ ਚੁੱਕਦੇ ਨੇ ਆਪਣੇ ਤੇ, ਕੈਨੇਡੀਅਨ ਲੋਕ, ਮਸਲਾ ਕੈਨੇਡੀਅਨ ਲੋਕਾਂ ਦਾ ਵਾ, ਇੰਡੀਆ ਦੀ ਸਰਕਾਰ ਕੀ ਕਰਦੀ ਹੈ ਕੀ ਨਹੀਂ ਕਰਦੀ। ਜੇ ਆਪਾਂ ਉਹਨਾਂ ਨੂੰ ਲੌਜੀਕਲੀ ਕਟਹਿਰੇ 'ਚ ਖੜਾ ਕਰਨਾ, ਮੇਰਾ ਉਹਦਾ ਲਈ ਸਵਾਲ ਇਹ ਆ ਵੀ ਜਿਹੜਾ ਆਪਣੀ ਨੈਗੋਸ਼ੀਏਸ਼ਨ ਹੁੰਦੀ ਆ ਇਹ ਆਪਣੇ ਰਿਟਨ ਦੇ ਵਿੱਚ ਹੁੰਦੀ ਆ, ਲਿਖਤ ਰੂਪ ਦੇ ਵਿੱਚ ਹੁੰਦੀ ਆ, ਤੇ ਤੁਸੀਂ ਕਿਉਂ ਨਹੀਂ ਉਹਦਾ ਜਿਹੜਾ ਹੈਗਾ ਵਾ ਏਜੰਡਾ ਜਾਂ ਉਹਦੀ ਕੋਈ ਕਾਪੀ ਜਿਹਦੇ ਵਿੱਚ ਤੁਸੀਂ ਜਾਂ ਆਪਣੀ ਗੌਰਮੈਂਟ ਨੇ ਜਾਂ ਮਾਨਯੋਗ ਮਿਨਿਸਟਰ ਨੇ ਉਹਦੀ ਮੰਗ ਕੀਤੀ ਹੋਵੇ, ਉਹ ਵੀ ਅੰਮ੍ਰਿਤਸਰ ਦਾ 에ਅਰਪੋਰਟ ਮੰਗਿਆ ਸੀਗਾ, ਤੁਸੀਂ ਲੋਕਾਂ ਦੇ ਅੱਗੇ ਪੇਸ਼ ਕਰਦੇ ਤਾਂ ਕਿ ਲੋਕਾਂ ਨੂੰ ਸੱਚਾਈ ਪਤਾ ਲੱਗੇ ਵੀ ਗੱਲ ਕਿੱਥੇ ਆ। ਇਹਦਾ ਮਤਲਬ ਇਹ ਲੋਕਾਂ ਮੂਹਰੇ ਸੱਚਾਈ ਪੇਸ਼ ਕਰਨ ਲੱਗੇ ਆ ਜੀ। ਔਰ ਦੂਸਰਾ ਇਹ ਮੈਂ ਕਹਿ ਰਿਹਾ ਵੀ ਤੁਸੀਂ ਓਮਾਰ ਅਲਗਬਰਾ ਨੂੰ ਲਿਖ ਸਕਦੇ ਹੋ, ਉਹ ਵੀ ਇਸ ਗੱਲ ਨੂੰ, ਕਿਉਂਕਿ ਮੈਂ ਉਹਨਾਂ ਨਾਲ ਗੱਲ ਕਰਕੇ ਆਇਆ। ਉਹਨਾਂ ਨੂੰ ਮੰਨਜੋ ਗੱਲ ਇਹ ਵੀ ਇਹ ਹੁਣ ਮਸਲਾ ਨਾ ਫੁੱਟਬਾਲ ਬਣ ਗਿਆ ਜੀ। ਹੁਣ ਇਹ ਵੀ ਆਪਾਂ ਹੁਣ ਉਹਨਾਂ ਨੇ ਜਿਹੜੇ ਹੁਣ ਆਪਣੇ ਪਹਿਲਾਂ ਭਾਈ ਸਾਹਿਬ ਦੱਸੇ ਗਏ ਜਿਹੜੇ ਇਸ ਕੰਮ ਤੇ ਲੱਗੇ ਹੋਏ ਨੇ ਵੀ ਇੰਡੀਆ ਦੀ ਗੌਰਮੈਂਟ ਵੱਲੋਂ ਕੁਛ ਨਹੀਂ ਹੈਗਾ, ਉਹ ਕਹਿੰਦੇ ਸਾਡੇ ਕੋਲ ਰਿਟਨ ਦੇ ਵਿੱਚ RTA ਹੈਗੀ ਆ। ਕਿਉਂ ਨਹੀਂ ਆਪਾਂ ਵੀ ਇੱਕ ਇਹੋ ਜਿਹਾ ਦਸਤਾਵੇਜ਼ ਜਿਹੜਾ ਲੋਕਾਂ ਦੇ ਸਾਹਮਣੇ ਲਿਆ ਕੇ ਪੇਸ਼ ਕਰਦੇ ਨਹੀਂ ਜੀ ਅਸੀਂ ਜਿਹੜਾ ਜਦੋਂ ਸਾਡਾ ਏਜੰਡਾ ਗਿਆ ਵਾ, ਅਸੀਂ ਏਜੰਡਾ ਭੇਜਿਆ ਵਾ 2 ਮੁਲਕਾਂ ਦੇ ਵਿੱਚ ਵੀ ਨਾ, ਉਹਨਾਂ ਨੇ ਉਹਨਾਂ ਨੂੰ ਭੇਜਿਆ ਹੋਊਗਾ ਵੀ ਉਹਦੇ ਵਿੱਚ ਆਪਾਂ ਨੇ ਡਿਮਾਂਡ ਕੀਤੀ ਆ। ਗੱਲ ਹੀ ਖਤਮ ਆ ਜੀ। ਇਹਦੇ ਵਿੱਚ ਇਹਨੂੰ ਫੁੱਟਬਾਲ ਆਪਾਂ ਬਣ ਦਈਏ ਨਾ ਜੀ। ਉਹਦੇ ਵਿੱਚ ਬੜਾ ਸਿੰਪਲ ਹੈਗਾ, ਜਦੋਂ ਮੈਂ ਓਮਰ ਅਲਗਬਰਾ ਉਹਨਾਂ ਨੂੰ ਆਪ ਚਿੱਠੀ ਲਿਖੂੰਗਾ ਉਹਦੇ ਜਵਾਬ 'ਚੋਂ ਸਾਨੂੰ ਜਵਾਬ ਦੇ ਦੇਣਗੇ, ਜਵਾਬ ਅਸੀਂ ਤੁਹਾਨੂੰ ਸਰਦਾਰ ਹਰਜੀਤ ਸਿੰਘ ਉਹਨਾਂ ਨੂੰ ਦੇ ਦਾਂਗੇ, ਤੁਹਾਨੂੰ ਇਹ ਅੱਗੇ ਦੱਸ ਦੇਣਗੇ। ਹਰਵਿੰਦਰ ਸਿੰਘ ਜੀ ਕੀ ਸਵਾਲ ਆ ਜੀ? ਲਾਈਨ ਨੰਬਰ 5 ਹਰਵਿੰਦਰ ਸਿੰਘ ਜੀ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧਾਰੀਵਾਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਸਜੈਸ਼ਨ ਹੈ ਜੀ, ਆਪਾਂ ਇੰਡੀਆ ਗਵਰਨਮੈਂਟ ਨੂੰ ਕਹਿਣ ਦੀ ਬਜਾਏ ਆਪਾਂ ਕੈਨੇਡੀਅਨ ਗਵਰਨਮੈਂਟ ਨੂੰ ਕਹੇ ਵੀ ਦਿੱਲੀ 에ਅਰਪੋਰਟ ਤੇ ਕੈਨੇਡਾ ਦੀਆਂ ਫਲਾਈਟਾਂ ਵਧਾ ਦਿਓ, 35 ਕਰ ਦਿਓ, ਆਪੀ ਉੱਥੇ ਰਸ਼ ਹੋਊਗਾ, ਆਪੀ ਦੇਣਗੇ ਆਪਾਂ ਨੂੰ। ਉਹ ਨਹੀਂ ਜੀ, ਉਹਦੇ ਨਾਲ ਨਹੀਂ ਗੱਲ ਬਣਨੀ। ਮਨਵੀਰ ਗਰੇਵਾਲ ਜੀ ਲਾਈਨ ਨੰਬਰ 6। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਧਾਲੀਵਾਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਮੈਂ ਪਹਿਲਾਂ ਇੱਕ ਪੁੱਛਣਾ ਜੀ, ਸਿਰਫ ਫਲਾਈਟਾਂ ਦੇ ਰਿਗਾਰਡਿੰਗ ਹੀ ਆ ਕਿ ਕੋਈ ਹੋਰ ਵੀ ਟੌਪਿਕ ਆ ਸਕਦਾ ਜੀ? ਵੈਸੇ ਆਪਾਂ ਅੱਜ ਫਲਾਈਟਾਂ ਦੀ ਉਹ ਗੱਲ ਕਰ ਰਹੇ ਹਾਂ। ਜੇ ਕੋਈ ਨਾ ਹੁਣ ਉਹ ਨਾਲ ਨੇ, ਕੋਈ ਤੁਹਾਡਾ ਮਸਲਾ ਹੋਵੇ ਤੁਸੀਂ ਦੱਸ ਸਕਦੇ ਹੋ ਉਹਨਾਂ ਨੂੰ, ਆਪਣੇ MP ਨੇ। ਹਾਂਜੀ ਠੀਕ ਹੈ ਜੀ। ਪਹਿਲੀ ਗੱਲ ਤਾਂ ਫਲਾਈਟਾਂ ਦੇ ਵਿੱਚ ਇਹ ਹੁੰਦਾ ਜਦੋਂ ਆਪਾਂ ਨਾ ਆਪਣਾ ਕਾਮਨ ਬੰਦੇ ਨੂੰ ਪਤਾ ਹੁੰਦਾ ਵੀ ਜੇ ਏਅਰ ਇੰਡੀਆ ਜਾ ਸਕਦੀ ਆ, MP ਸਾਹਿਬ ਉਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ। ਦੂਜੀ ਗੱਲ, ਉਹ ਹੋਰ MPਆਂ ਨੇ ਜਦੋਂ ਲੈਟਰ ਲਿਖੀ ਆ, ਸ਼ੈਡੋ ਮਿਨਿਸਟਰ ਲਿਖ ਰਹੇ ਨੇ 3 ਤੇ ਇੱਕ ਆਪਣਾ ਸੈਕੰਡ ਟੂ ਕਹਿੰਦੇ ਹੁੰਦੇ ਨੇ ਆਪੋਜੀਸ਼ਨ ਲੀਡਰ, ਉਹ ਲਿਖ ਰਹੇ ਆ, ਡਿਪਟੀ ਲੀਡਰ। ਉਦੋਂ
ਹਾਂਜੀ ਡਿਪਟੀ ਲੀਡਰ ਲਿਖ ਰਹੇ ਨੇ, ਇਹਨਾਂ ਨੂੰ ਪਹਿਲਾਂ ਹੋਣਾ ਚਾਹੀਦਾ ਤੇ ਨਾਲ ਉਹਨਾਂ ਨੂੰ ਜੁਆਇਨ ਕਰਨਾ ਚਾਹੀਦਾ, ਕਿਉਂਕਿ ਇਹ ਸਾਂਝਾ ਮੁੱਦਾ, ਇਹਦੇ 'ਚ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ। ਦੂਜਾ ਮੈਂ ਵਧੀਆ ਗੱਲ ਕੀਤੀ। ਪਹਿਲੀ ਗੱਲ ਇਹਨਾਂ ਨੂੰ ਮੈਂ ਇਹਦਾ ਜਵਾਬ ਦੇ ਦੇਵਾਂ ਜੀ। ਉੱਪਰ ਉਹਨਾਂ ਨੇ ਸਾਨੂੰ ਜਿਹੜਾ ਹੈ, ਦੇਖੋ ਅਸੀਂ ਐਜ ਏ ਕਾਕਸ ਗੱਲ ਕਰ ਰਹੇ ਹਾਂ, ਅਸੀਂ ਕਰ ਰਹੇ ਹਾਂ ਮਿਨਿਸਟਰ ਦੇ ਨਾਲ ਸਿੱਧੀ, ਠੀਕ ਹੈ ਨਾ, ਜਿਹੜੀ ਲਿਬਰਲ ਕਾਕਸ ਜਿਹੜੀ ਜ਼ਿੰਮੇਵਾਰ ਦੇ ਨਾਲ। ਔਰ ਜੇ ਉੱਪਰ ਉਹਨਾਂ ਨੇ ਉਹ ਚਿੱਠੀ ਦੇ ਵਿੱਚ ਸਾਤੋਂ ਸਾਈਨ ਕਰਾਉਣੇ ਸੀਗੇ, ਸਾਨੂੰ ਕੋਈ ਹਰਜ ਨਹੀਂ। ਅਸੀਂ ਇਹ ਜੇ ਨਾਨ ਪਾਰਟੀਜਨ ਇਸ਼ੂ ਉਹਨਾਂ ਨੇ ਬਣਾਉਣਾ ਤਾਂ ਉਹ ਸਾਨੂੰ ਅਪਰੋਚ ਕਰਦੇ, ਤੇ ਅਸੀਂ ਮੈਂ ਜਦੋਂ ਤੁਹਾਨੂੰ ਅੱਜ ਪਬਲਿਕਲੀ ਇਹ ਗੱਲ ਕਹਿ ਸਕਦਾ, ਜਿੱਡੀ ਵੱਡੀ ਗੱਲ ਮੈਂ ਕਹਿ ਕੇ ਗਿਆ, ਮੈਨੂੰ ਚਿੱਠੀ ਲਿਖਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ। ਇਹਨਾਂ ਦਾ ਸੁਜੈਸ਼ਨ ਬਹੁਤ ਵਧੀਆ, ਪਰ ਇਹ ਉੱਪਰ ਉਹਨਾਂ ਨੂੰ ਸੁਜੈਸ਼ਨ ਦੇਣਾ ਚਾਹੀਦਾ ਇਹਨਾਂ ਨੂੰ ਵੀ ਜੇ ਉਹਨਾਂ ਨੇ ਇਹ ਕੰਮ ਕਰਨਾ ਸੀ, ਉਹਨਾਂ ਨੇ ਇਕੱਲੇ ਕੰਜ਼ਰਵੇਟਿਵ ਐਮਪੀ ਦੇ ਕਿਉਂ ਸਾਈਨ ਕਰਾਏ? ਉਹਨਾਂ ਨੂੰ ਚਾਹੀਦਾ ਦੂਜੇ ਐਮਪੀ ਜਿਹੜੇ ਦੂਜੀਆਂ ਪਾਰਟੀਆਂ ਦੇ, ਐਨਡੀਪੀ ਦੇ ਵੀ ਹੈਗੇ, ਲਿਬਰਲ ਦੇ ਵੀ ਹੈਗੇ, ਬਲਾਕ ਦੇ ਵੀ ਹੈਗੇ, ਰਾਈਟ, ਜਿਹੜੇ ਐਮਪੀ ਇੰਟਰਸਟਡ ਸੀਗੇ ਉਹ ਸਾਈਨ ਜਿਹੜੇ ਸੀ ਉਹ ਕਰ ਸਕਦੇ ਸੀ। ਮਨਵੀਰ ਨਹੀਂ, ਹੁਣ ਵੀ ਆਪਣੇ ਕੋਲ ਕੋਈ ਮੌਕਾ ਹੁਣ ਵੀ ਕਰ ਸਕਦੇ ਆ, ਕਹਿੰਦੇ ਨੇ ਹੁਣ ਦੇਖੋ ਸਤਵੰਤ ਸਿੰਘ ਜੀ ਆਲਰੇਡੀ ਸਜੈਸ਼ਨ ਲੈ ਲਿਆ। ਮੇਰੇ ਹਿਸਾਬ ਨਾਲ 50 ਜਣੇ ਜਾਂ 100 ਜਣਾ ਲਿਖੋ। ਮੈਂ ਕਿਹਾ ਜੀ ਆਲਰੇਡੀ ਇਹ ਜਿਹਾ ਸਜੈਸ਼ਨ ਪਹਿਲਾਂ ਆ ਚੁੱਕਿਆ, ਉਹਦੇ ਵਿੱਚ ਅਸੀਂ ਕਿਹਾ ਵੀ ਮੈਂ ਗੱਲ ਕਰੂੰਗਾ ਜਿਹੜੀ ਸਾਡੀ ਲਿਬਰਲ ਕਾਕਸ ਦੇ ਮੈਂਬਰ ਨੇ, ਉਹਨਾਂ ਨੂੰ ਕਹਾਂਗਾ ਕਿ ਇੱਕ ਜੁਆਇੰਟ ਲੈਟਰ ਜਿਹੜੀ ਹੈਗੀ ਆ ਉਹ ਮਿਨਿਸਟਰ ਨੂੰ ਔਰ ਹਿੰਦੁਸਤਾਨ 'ਚ ਏਅਰ ਇੰਡੀਆ ਨੂੰ ਔਰ ਹਿੰਦੁਸਤਾਨ ਦੇ ਜਿਹੜੇ ਸਤਿਕਾਰਯੋਗ ਮੰਤਰੀ ਆ ਉਹਨਾਂ ਨੂੰ ਇਹ ਚਿੱਠੀ ਜਿਹੜੀ ਆ ਉਹ ਲਿਖੀ ਜਾਵੇ। ਖੇੜਾ ਸਾਹਿਬ ਲਾਈਨ ਨੰਬਰ 2। ਹਾਂ, ਸਤਿ ਸ਼੍ਰੀ ਅਕਾਲ ਸਰ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਧਾਲੀਵਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਅੱਛਾ, ਇਹਦੇ 'ਚ ਧਾਲੀਵਾਲ ਸਾਹਿਬ ਤਾਂ ਬਹੁਤ ਅਸੀਂ ਜੁਆਇੰਟਲੀ ਲੱਗੇ ਹੋਏ ਆ ਹਰਜੀਤ ਜੀ। 2018 'ਚ ਜਦੋਂ ਟਰੂਡੋ ਸਾਹਿਬ ਇੰਡੀਆ ਗਏ ਨੇ, ਧਾਲੀਵਾਲ ਸਾਹਿਬ ਨੇ ਉਦੋਂ ਵੀ ਇਹ ਮਸਲਾ ਉੱਥੇ ਵੀ ਲਿਆਂਦਾ ਹੈ ਧਿਆਨ 'ਚ, ਮੈਨੂੰ ਇਹ ਗੱਲ ਦਾ ਯਾਦ ਆ। ਬਾਅਦ ਦੇ ਵਿੱਚ ਵੀ ਗਾਹੇ ਵਗਾਹੇ ਹਮੇਸ਼ਾ ਗੱਲ ਕਰਦੇ ਆ। ਧਾਲੀਵਾਲ ਸਾਹਿਬ ਇੱਕ ਕੰਮ ਹੋਰ ਆ, ਦਿੱਲੀ ਆ ਜਿਹੜਾ ਉਹ ਦੁਨੀਆ ਦਾ ਸਭ ਤੋਂ ਪੋਲਿਊਟਡ ਸਿਟੀ ਆ। ਇਹ ਭਾਰਤ ਸਰਕਾਰ ਨੂੰ ਇਹ ਚਾਹੀਦਾ ਵੀ ਇਹ ਜਿਹੜਾ ਸਾਡਾ ਯੋਗਦਾਨ ਆ, ਸਾਡੀ ਮੰਗ ਆ, ਉਹਦੇ ਨਾਲ ਦਿੱਲੀ ਦਾ ਪੋਲਿਊਸ਼ਨ ਵੀ ਘਟੂਗਾ ਤੇ 10,000 ਗੱਡੀ ਜਿਹੜੀ ਡੇਲੀ ਪੰਜਾਬ ਤੋਂ ਦਿੱਲੀ ਨੂੰ 에ਅਰਪੋਰਟਾਂ ਤੇ ਹੀ ਜਾਂਦੀ ਆ, ਉਹਦੇ ਦਾ ਵੀ ਉਹ ਤੋਂ ਨਿਜਾਤ ਪਾ ਸਕਦੇ ਨੇ। ਇਹ ਚੀਜ਼ਾਂ ਜਦੋਂ ਤੁਸੀਂ ਲੈਟਰ ਲਿਖੋਗੇ ਇਹਦੇ ਜਾਂ ਨੈਗੋਸ਼ੀਏਟ ਕਰੋਗੇ, ਉਹਦੇ ਵਿੱਚ ਇਹ ਗੱਲ ਵੀ ਜੇ ਐਡ ਕਰ ਲਈ ਜਾਵੇ ਤਾਂ ਉਹਦੇ ਵਿੱਚ ਇੱਕ ਵੱਡਾ ਯੋਗਦਾਨ ਹੋਊਗਾ। ਜੀ ਖੇੜਾ ਸਾਹਿਬ, ਬਹੁਤ ਮਿਹਰਬਾਨੀ ਜਗਰੂਪ ਸਿੰਘ ਜੀ, ਇਹ ਬਹੁਤ ਵਧੀਆ ਪੋਜ਼ਿਟਿਵ ਸੁਜੈਸ਼ਨ ਹੈਗਾ। ਇਹ ਵੀ ਮੈਂ ਨੋਟ ਕਰ ਰਿਹਾ ਜਿਹੜੇ ਸੁਜੈਸ਼ਨ ਜਿਹੜੇ ਨੇ ਓਵਰਲੈਪ ਨਹੀਂ ਹੋ ਰਹੇ ਇੱਕ ਦੂਜੇ ਦੇ। ਬਿਲਕੁਲ ਠੀਕ ਹੈ। ਸੁਖਦੀਪ ਸਿੰਘ ਔਲਖ ਜੀ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਧਾਲੀਵਾਲ ਸਾਹਿਬ ਨੂੰ ਪੁੱਛਣਾ ਵੀ ਜੀ, ਇਹਨਾਂ ਨੇ ਐਗਰੀਮੈਂਟ ਤੇ ਹੁਣ ਕਰ ਲਿਆ ਜਿਹੜਾ ਕਰਨਾ ਸੀਗਾ, ਪਰ ਪਹਿਲਾਂ ਧਾਂਜੀ ਸਾਹਿਬ ਕਹਿੰਦੇ ਵੀ ਪਹਿਲਾਂ ਆਪਣੇ 6 에ਅਰਪੋਰਟ ਆਪਸ਼ਨਲ 에ਅਰਪੋਰਟ ਸੀ ਜਿੱਥੇ 에ਅਰ ਕੈਨੇਡਾ ਜਾ ਸਕਦੀ ਸੀਗੀ, ਇਹਨਾਂ ਇਹ ਐਡ ਕਿਉਂ ਨਹੀਂ ਕੀਤੇ? ਔਰ ਇਹ ਇੰਨੇ ਡਰ ਗਏ ਇੰਡੀਅਨ ਗਵਰਨਮੈਂਟ ਤੋਂ ਵੀ ਇਹਨਾਂ ਨੇ ਬਲਾਈਟਰਲ ਜੋ 에ਅਰ ਸਰਵਿਸ ਉਹਨਾਂ ਕਹਿਣਾ ਮੰਨ ਲਏ, ਇਹਨਾਂ ਅੰਮ੍ਰਿਤਸਰ ਨੂੰ ਨਾ ਕਰਦੇ ਜੀ। ਇਹ ਐਗਰੀਮੈਂਟ ਪਹਿਲਾਂ ਚੱਲ ਨਹੀਂ ਰਿਹਾ ਸੀ, ਰਾਈਟ? ਦੇਖੋ ਜੀ, ਗੱਲ ਇੱਕ ਹੋਰ ਆ, ਡਰਨ ਵਾਲੀ ਕੋਈ ਗੱਲ ਨਹੀਂ ਹੁੰਦੀ। ਸਰਕਾਰਾਂ ਜਿਹੜੀਆਂ ਨੇ, ਕਿਉਂਕਿ ਤੁਹਾਨੂੰ ਪਤਾ ਹੀ ਆ ਹਿੰਦੁਸਤਾਨ ਦੀ ਸਰਕਾਰ ਦਾ ਤੇ ਉੱਥੇ ਦਾ ਸਿਸਟਮ ਦਾ, ਦੇਖੋ ਇਸ ਚੀਜ਼ ਨੂੰ ਤੁਸੀਂ ਇੱਥੇ ਪਬਲਿਕਲੀ ਨਾ ਲਿਆਓ ਕਿ ਅਸੀਂ ਇਹ ਕਹੀਏ ਵੀ ਕੋਈ ਡਰ ਗਿਆ ਨਾ, ਕੈਨੇਡਾ ਦੀ ਸਰਕਾਰ ਡਰਦੀ ਆ, ਹੈ ਨਾ ਜੀ। ਉਹਦੇ ਵਿੱਚ ਇਹ ਹੁੰਦਾ ਕਿ ਨੈਗੋਸ਼ੀਏਸ਼ਨ ਹੁੰਦੀਆਂ ਨੇ, ਸੋ ਉਹਦੇ ਵਿੱਚ ਇਹ ਚੱਲ ਰਹੀਆਂ। ਪਰ ਜੇ ਕੋਈ ਪੋਜ਼ਿਟਿਵ ਸੁਜੈਸ਼ਨ ਦੇਣਾ ਚਾਹੁੰਦੇ ਨੇ ਉਹ ਸਾਨੂੰ ਦੇਣ, ਤੇ ਜਿਸ ਤਰ੍ਹਾਂ ਪਹਿਲੇ ਕਾਲਰਸ ਦੇ ਕੇ ਗਏ ਆ, ਉਹ ਵੈਲ ਥਾਟ ਸੁਜੈਸ਼ਨਸ ਨੇ, ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ। ਸਰ ਹਰਵੀਰ ਸਿੰਘ ਗਰੇਵਾਲ ਜੀ ਲਾਈਨ ਨੰਬਰ 3। ਹਾਂਜੀ, ਤੁਹਾਨੂੰ ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਸਿੰਪਲ ਜਿਹਾ ਸੁਜੈਸ਼ਨ ਆ ਜੀ, ਬਈ ਜੇ ਹੁਣ ਦੇਖੋ ਇੰਡੀਅਨ ਗਵਰਨਮੈਂਟ ਤੇ ਕੈਨੇਡੀਅਨ ਗਵਰਨਮੈਂਟ ਦੀ ਆਪਾਂ ਨੂੰ ਪਤਾ ਵੀ ਅੜਫਸ ਹੋਈ ਆ ਕਾਫੀ ਦੇਰ। ਹੁਣ ਸਿੱਧੇ ਤਰ੍ਹਾਂ ਤਾਂ ਸ਼ਾਇਦ ਉਹਨਾਂ ਨੇ ਮੰਨਣਾ ਨਹੀਂ। ਜੇ ਇਹਦਾ ਅਲਟਰਨੇਟਿਵ ਵੇ ਆਪਾਂ ਦੇਖਣਾ ਹੋਵੇ ਕਿ ਏਦਾਂ ਨਹੀਂ, ਆਪਣੀ ਜਿਹੜੀ ਏਵੀਏਸ਼ਨ ਮਿਨਿਸਟਰੀ ਆ ਉਹ ਇਦਾਂ ਨਹੀਂ ਕਰ ਸਕਦੀ ਕਿ ਜਿਹੜੀਆਂ ਹੁਣ ਐਮਰੇਟਸ ਵਗੈਰਾ ਜਾਂ ਕਤਰ 에ਅਰਵੇਜ਼, ਜਿੰਨੀਆਂ ਵੀ ਗਲਫ 에ਅਰਲਾਈਨਸ ਨੇ ਜਾਂ ਬ੍ਰਿਟਿਸ਼ 에ਅਰਵੇਜ਼, ਜਿਹੜੀਆਂ ਡੈਸਟੀਨੇਸ਼ਨ ਦੇ ਵਿੱਚੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਫਲਾਈਟਸ ਆਲਰੇਡੀ ਜਾ ਰਹੀਆਂ, ਬਿਲਕੁਲ ਜਾ ਰਹੀਆਂ, ਕਿ ਇੱਥੋਂ ਉੱਥੇ ਉਹਨਾਂ ਦੇ ਨਾਲ ਥੋੜਾ ਜਿਹਾ ਸੌਫਟ ਕਰਕੇ ਹਾਲਾਤ ਨੂੰ ਉਹ ਕਨੈਕਟ ਨਹੀਂ ਕਰਵਾਈਆਂ ਜਾ ਸਕਦੀਆਂ ਤਾਂ ਕਿ ਦਿੱਲੀ ਲੋਕ ਜਾਣੋਂ ਹੀ ਹਟ ਜਾਣ। ਧਾਲੀਵਾਲ ਸਾਹਿਬ, ਜਿਹੜੇ ਕਤਰ ਤੇ ਐਮੀਰੇਟਸ ਜਾਂਦੀਆਂ ਨੇ, ਕੀ ਉਹਨਾਂ ਨੂੰ ਆਪਾਂ ਵੈਨਕੂਵਰ ਤੱਕ ਐਕਸਟੈਂਡ ਕਰ ਸਕਦੇ ਹਾਂ?
ਦੇਖੋ ਇਹ ਵਧੀਆ ਸੁਜੈਸ਼ਨ ਹੈ, ਇਹ ਗੱਲ ਕਰ ਸਕਦੇ ਹਾਂ ਮਿਨਿਸਟਰ ਦੇ ਨਾਲ। ਹਰਬੀਰ ਉਹਨਾਂ ਦਾ ਇਹ ਬਹੁਤ ਵਧੀਆ ਸੁਜੈਸ਼ਨ, ਕਿਉਂਕਿ ਇਹ ਬਿਲਕੁਲ ਜੋ ਹਰਬੀਰ ਉਹਨਾਂ ਨੇ ਕਿਹਾ ਹੈਗਾ ਗਰੇਵਾਲ ਉਹਨਾਂ ਨੇ, ਮੈਂ ਪਹਿਲਾਂ ਹੀ ਤੁਹਾਨੂੰ ਸ਼ੁਰੂ 'ਚ ਹੀ ਕਹਿ ਗਿਆ ਵੀ ਸਾਨੂੰ ਲੋਕਾਂ ਦਾ ਵੀ ਸਾਥ ਚਾਹੀਦਾ। ਜੇ ਲੋਕ ਇੱਕ ਵਾਰ ਅੱਗੇ 2 ਸਾਲ ਆਪਾਂ ਗਏ ਨਹੀਂ ਕੋਵਿਡ ਦੇ ਦੌਰਾਨ, ਜੇ 2 ਸਾਲ ਹੋਰ ਨਹੀਂ ਜਾਵਾਂਗੇ, ਪਰ ਜੇ ਆਪਾਂ ਇਹ ਮਨ ਹੀ ਬਣਾ ਲਈਏ ਵੀ ਅਸੀਂ ਜਾਣਾ ਹੀ ਜਿਹੜਾ ਕਨੈਕਸ਼ਨ ਹੀ ਹੋਰ ਲੈਣਾ, ਰਾਈਟ, ਉਹਦੇ ਵਿੱਚ ਇਹਨਾਂ ਦਾ ਸੁਜੈਸ਼ਨ ਪੋਜ਼ਿਟਿਵ ਆ, ਤਾਂ ਕਿ ਜੇ ਹੋਰ ਜਿਹੜੇ ਕਨੈਕਸ਼ਨ ਜਿਹੜੇ ਨੇ ਉਹ ਵਾਇਬਲ ਹੋ ਸਕਣ ਤਾਂ ਉਹਦਾ ਜਿਹੜੀ ਹੈਲਪ ਆ ਉਹ ਇਸ ਕਾਜ ਦੇ ਵਿੱਚ ਹੋ ਸਕਦੀ ਹੈਗੀ। ਚਰਨ ਸਿੱਧੂ ਜੀ, ਲਾਈਨ ਨੰਬਰ 5। ਸਤਿ ਸ੍ਰੀ ਅਕਾਲ ਬਾਈ ਜੀ। ਜੀ ਸਤਿ ਸ੍ਰੀ ਅਕਾਲ। ਮੈਂ ਤਾਂ ਧਾਰੀਵਾਲ ਹੁਣ ਪੁੱਛਣਾ ਸੀ ਵੀ ਜਿੰਨੀਆਂ ਵੀ ਹੁਣ ਤੱਕ ਇਹ ਗੱਲਾਂ ਹੋਈਆਂ ਕੱਲੀਆਂ ਫੋਨ ਕਾਲਾਂ ਤੇ ਹੋਈਆਂ ਇੰਡੀਆ ਅਧਿਕਾਰੀਆਂ ਨਾਲ ਜਾਂ ਲਿਖ ਕੇ ਵੀ ਹੋਈਆਂ? ਇਹ ਜਿਹੜੀ ਸੀਗੀ ਇਹ ਪਰਸਨਲ ਮੀਟਿੰਗ ਹੋਈ ਸੀਗੀ ਮਿਨਿਸਟਰ ਦੀ, ਮਿਨਿਸਟਰ ਸਿੰਧੀਆ ਦੇ ਨਾਲ, ਔਰ ਉਸ ਤੋਂ ਬਾਅਦ ਜਦੋਂ ਪਹਿਲਾਂ ਇਹਨਾਂ ਦੀ ਆਪਸ ਵਿੱਚ ਗੱਲ ਹੋਈ, ਉਸ ਤੋਂ ਬਾਅਦ ਜਿਹੜੇ ਸਾਡੇ ਚੀਫ 에ਅਰ ਨੈਗੋਸ਼ੀਏਟਰ ਨੇ ਉਹਨਾਂ ਦੀ ਮੀਟਿੰਗ ਜਿਹੜੀ ਹੈਗੀ ਆ ਉਹਨਾਂ ਦੇ ਕਾਊਂਟਰ ਪਾਰਟਸ ਉਹਨਾਂ ਨੇ ਲਿਖਤੀ 'ਚ ਦਿੱਤਾ ਹੋਊ ਭਾਰਤੀ ਸਰਕਾਰ ਨੇ। ਪਰਸਨਲ ਜਿਹੜੀਆਂ ਨੇ ਉਹਦੇ ਵਿੱਚ ਜਿਹੜੀਆਂ ਨੇ ਉਹ ਪਰਸਨਲ ਮੀਟਿੰਗਸ ਹੋਈਆਂ ਹੈਗੀਆਂ। ਭੁਲਿੰਦਰਪਾਲ ਸਿੰਘ ਜੀ, ਪ੍ਰਿੰਸ ਰੂਪੜ ਤੋਂ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮਹਿਮਾਨ ਧਾਲੀਵਾਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੇਰਾ ਧਾਲੀਵਾਲ ਸਾਹਿਬ ਨੇ ਬਹੁਤ ਬਖੂਬੀ ਨਾਲ ਇਹ ਕਿਹਾ ਵੀ ਹਰ ਇੱਕ ਬੰਦਾ ਆਪਦੀ ਜ਼ਿੰਮੇਵਾਰੀ ਪਹਿਚਾਣੇ, ਉਹ ਹੈ ਐਜ਼ MP, ਰੇਡੀਓ ਹੋਸਟ ਤੇ ਲੋਕ। ਮੈਂ ਬਹੁਤ ਫਰਸਟ੍ਰੇਟ ਹੋ ਗਿਆ ਇਸ ਚੀਜ਼ ਤੋਂ ਵੀ ਲੋਕ ਹਜੇ ਵੀ ਸਾਈਨ ਕਰਾਈ ਚੱਲੀ। ਅਸੀਂ ਇੱਕ ਪਾਸੇ ਤਾਂ ਇਹ ਆਪਾਂ ਕਹਿੰਦੇ ਵੀ ਮੈਂ ਇੰਨੇ 1000 ਬੰਦਿਆਂ ਦਾ ਨੁਮਾਇੰਦਾ, ਅਜੇ ਵੀ ਲੋਕ ਅਸੀਂ ਸਾਈਨ ਹੀ ਕਰਾਈ ਚੱਲੀਏ ਵੀ ਲੋਕ ਆਪਦੀ ਜ਼ਿੰਮੇਵਾਰੀ ਸਮਝਣ। ਅਸੀਂ ਫਿਰ ਵੋਟਾਂ ਦਾ ਕੀ ਮਤਲਬ ਆ? ਕਿਸੇ ਨੂੰ MLA MP ਮੁੱਖ ਮੰਤਰੀ ਚੁਣਨ ਦਾ ਮਤਲਬ ਕੀ ਆ? ਉਹ ਲੱਗ ਜਾਓ ਮਨਵੀਰ ਗਰੇਵਾਲ, ਲੱਗ ਜਾਓ ਗਿੱਲ ਸਾਹਿਬ, ਲੱਗ ਜਾਓ MP ਸਾਹਿਬ, ਤੁਸੀਂ ਵੀ ਲੱਗ ਜਾਓ, ਲਓ ਜੀ ਸਾਈਨ ਕਰੋ। ਇਹ ਤਾਂ ਫਿਰ ਇੱਕ ਚੀਜ਼ ਦੱਸਾਂ ਜੀ, ਦੇਖੋ ਇੱਕ ਚੀਜ਼ ਸੁਣੋ ਮੇਰੀ ਗੱਲ ਹੁਣ ਧਿਆਨ ਨਾਲ। ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜੇ MP ਦੇ ਹੱਥ ਹੀ ਸਾਰਾ ਕੁਝ ਹੋਵੇ ਨਾ ਤਾਂ ਫਿਰ ਇਹ ਅੱਜ ਨੂੰ ਮੈਂ ਕਹਿ ਦੇਵਾਂ ਵੀ ਹੁਣੇ ਮੈਂ ਇੱਥੇ ਡਿਕਲੇਅਰ ਕਰ ਜਾਵਾਂ ਵੀ ਅੰਮ੍ਰਿਤਸਰ ਜਿਹੜਾ ਹੈਗਾ ਹਿੰਦੁਸਤਾਨ ਦੀ ਸਰਕਾਰ ਦੇ ਆ। ਉਹਦੇ ਵਿੱਚ ਜਦੋਂ ਲੋਕਾਂ ਦੀ ਮੈਂ ਗੱਲ ਕਰਦਾ ਸਪੋਰਟ ਦੀ, ਇਹ ਨਹੀਂ ਵੀ ਉਹ ਸਾਈਨ ਕਰਨ, ਮੈਂ ਇਹ ਕਹਿੰਦਾ ਵੀ ਉਹ ਦਿੱਲੀ ਨੂੰ ਅਵੋਇਡ ਕਰਨ, ਅੰਮ੍ਰਿਤਸਰ ਠੀਕ ਹੈ ਨਾ, ਉੱਤਰ ਅੰਮ੍ਰਿਤਸਰ। ਅਸੀਂ ਕਿਉਂ ਦੁਸ਼ਮਣੀ ਪਾਈਏ ਜੀ? ਅਸੀਂ ਕਿਉਂ ਉੱਥੇ ਕਰੀਏ? ਸਾਨੂੰ ਤਾਂ ਇੱਥੇ ਹਰੇਕ ਵਾਰੀ ਸਰਵਿਸ ਕੈਨੇਡਾ ਅਸੀਂ ਖੱਜਲ ਖਵਾਰ, ਵੀਜ਼ੇ ਕਿਸੇ ਨੇ ਲੈਣੇ। ਤੁਸੀਂ ਜੇ ਦੁਸ਼ਮਣੀ ਨਹੀਂ ਪਾਉਣੀ, ਜੇ ਤੁਸੀਂ ਦੁਸ਼ਮਣੀ ਨਹੀਂ ਪਾਉਣੀ ਤਾਂ ਤੁਹਾਡੀ ਖਾਤਰ ਹਰਜੀਤ ਸਿੰਘ ਜਿਹੜੇ ਨੇ ਉਹ ਆਪਦਾ ਸ਼ੋਅ ਲੈ ਕੇ ਆਏ, ਇਹ ਕਿਉਂ ਪਾਉਣ ਫਿਰ? ਨਹੀਂ ਹਰਜੀਤ ਸਿੰਘ, ਅਸੀਂ ਤਾਂ ਜੀ ਰੋਜ਼ ਰੇਡੀਓ ਤੇ ਗੱਲ ਕਰਦੇ ਆ, ਸਾਡਾ ਤਾਂ ਰੋਜ਼ ਚੱਲਦਾ ਇਹ ਮਸਲਾ। ਅਸੀਂ ਕੋਈ ਦੁਸ਼ਮਣੀ ਨਹੀਂ ਗੱਲ ਕਰਦੇ, ਤੁਸੀਂ ਹੁਣ ਡਾਇਰੈਕਟਲੀ ਕਹਿ ਕੇ ਗਏ ਹੋ ਵੀ ਬਾਈਕਾਟ ਕਰੋ ਉਹਨਾਂ ਦਾ, ਉੱਥੋਂ ਦਾ, ਦਿੱਲੀ ਦਾ। ਐਂ ਕਿਵੇਂ ਆਪਾਂ ਬਾਈਕਾਟ ਕਰ ਸਕਦੇ ਆ ਜੀ? ਫਿਰ ਨਹੀਂ ਕਰਨਾ ਤਾਂ ਫਿਰ ਤੁਹਾਡੀ ਮਰਜ਼ੀ ਹੈ ਜੀ, ਉਹ ਤਾਂ ਮੈਂ ਤੁਹਾਨੂੰ ਸੁਜੈਸ਼ਨ ਹੀ ਦਿੱਤਾ, ਮੈਂ ਕਿਹੜਾ ਕਹਿਣਾ ਕਰੋ, ਠੀਕ ਹੈ ਨਾ। ਮੈਂ ਤਾਂ ਇਹ ਕਹਿਣਾ ਪਰ ਤੁਹਾਨੂੰ ਮਜਬੂਰ ਨਹੀਂ ਕਰਦਾ, ਪਰ ਮੈਂ ਇਹ ਕਹਿਣਾ ਵੀ ਜੇ ਅਚੀਵ ਕਰਨਾ, ਦੇਖੋ ਅਸੀਂ ਤਾਂ ਪ੍ਰੈਸ਼ਰ ਪਾ ਸਕਦੇ ਹਾਂ, ਅਜੇ ਗੌਰਮੈਂਟ ਜਿਹੜਾ ਕੰਮ ਕਰਨਾ ਉਹ ਅਸੀਂ ਕਰ ਰਹੇ ਹਾਂ, ਠੀਕ ਹੈ ਨਾ ਜੀ। ਐਜ ਏ ਮੈਂਬਰ ਆਫ ਪਾਰਲੀਮੈਂਟ ਜਿਹੜਾ ਹੈਗਾ ਉਹ ਮੈਂ ਕੰਮ ਜਿਹੜਾ ਉਹ ਕਰ ਰਿਹਾ ਹੈਗਾ। ਤੁਸੀਂ ਐਜ ਏ ਪਬਲਿਕ ਜਿਹੜਾ ਹੈਗਾ ਨਹੀਂ ਕਰਨਾ ਚਾਹੁੰਦੇ ਤਾਂ ਉਹ ਤੁਹਾਡੀ ਮਰਜ਼ੀ ਹੈ। ਮੈਂ ਤੁਹਾਨੂੰ ਕਰਨਗੇ। ਜਗਦੀਪ ਖੰਗੂੜਾ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਬਾਕੀ ਮਤਲਬ ਸਾਰਿਆਂ ਨੇ ਸਾਰੇ ਪੁਆਇੰਟ ਕਹਿ ਦਿੱਤੇ ਜੀ। ਮੈਂ ਤਾਂ ਇਹੀ ਰਿਕੁਐਸਟ ਕਰਨਾ ਸੀ, ਜਿਵੇਂ ਸਾਰੇ ਕਹਿ ਰਹੇ ਨੇ ਵੀ ਜੇ ਕੋਈ ਮਿੰਟਸ ਹੈਗੇ ਨੇ ਮੀਟਿੰਗ ਦੇ ਜਾਂ ਮਤਲਬ ਜਿਹੜੀ ਵੀ ਕੋਰਸਪੋਂਡੈਂਸ ਆ, ਜੇ ਮਤਲਬ ਤੁਸੀਂ ਉਹ ਸ਼ੇਅਰ ਕਰ ਸਕਦੇ ਹੋ ਜੀ, ਕਿਉਂਕਿ ਉਹ ਕਨਫਿਊਜ਼ਨ ਇਹ ਆ ਵੀ ਇੰਡੀਆ ਦੀ ਗਵਰਨਮੈਂਟ ਨਹੀਂ ਸਾਥ ਦੇ ਰਹੀ ਜਾਂ ਕੈਨੇਡਾ ਦੀ ਨਹੀਂ ਦੇ ਰਹੀ। ਹਾਂ ਉਹੀ ਕਲੀਅਰ ਹੋ ਜਾਵੇ। ਉਹ ਜਿਹੜੀ ਇੱਥੇ ਹੀ ਗੱਲ ਖੜੀ ਆ, ਪਿਛਲੀ ਵਾਰ ਮੋਹਿਤ ਤੰਜੂਣ ਹੀ ਜਦ ਆਏ, ਮੈਂ ਉਹਨਾਂ ਨੂੰ ਲੈਣਾ, ਫੇਰ ਤੰਜੂਣ ਹੀ ਮੇਰੇ ਨਾਲ ਨੇ। ਤੰਜੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਗਿੱਲ ਸਾਹਿਬ, ਮੈਂ ਨਾ ਇੱਕ ਗੱਲ ਧਾਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਵਾ। ਧਾਰੀਵਾਲ ਸਾਹਿਬ, ਪਤਾ ਨਹੀਂ ਹੁਣ ਤੁਹਾਡੇ ਆਫਿਸ ਨੇ ਤੁਹਾਡੇ ਤੱਕ ਮੈਸੇਜ ਕੀਤਾ ਹੋਣਾ ਕਿ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਤੇ ਅਸੀਂ ਚਿੱਠੀ ਕੱਢੀ ਸੀ ਸਾਰੇ MPਆਂ ਨੂੰ। ਉਦੋਂ 에ਅਰ ਇੰਡੀਆ ਸਰਕਾਰੀ ਅਸੀਂ ਰਿਕੁਐਸਟ ਕੀਤੀ ਸੀ ਕਿ ਤੁਸੀਂ ਰੀਚ ਆਊਟ ਕਰੋ, ਉਦੋਂ ਸਰਕਾਰੀ ਆ, ਤੁਸੀਂ ਸਰਕਾਰ ਨੂੰ ਕਹਿ ਕੇ ਤੁਸੀਂ ਤੁਹਾਡਾ ਜੇ ਜ਼ੋਰ ਨਹੀਂ ਪੈਂਦਾ ਕੈਨੇਡਾ ਦੀ ਸਰਕਾਰ ਦਾ, 에ਅਰ ਕੈਨੇਡਾ ਤੇ ਇੰਡੀਅਨ ਗਵਰਨਮੈਂਟ 에ਅਰ ਇੰਡੀਆ ਨੂੰ ਕਹਿ ਕੇ ਲਵਾ ਸਕਦੀ ਫਲਾਈਟ। ਉਹਨਾਂ ਨੇ ਲੰਡਨ ਨੂੰ ਫਲਾਈਟ ਦਿੱਤੀ, ਇੱਧਰ ਜਹਾਜ਼ ਦੇ ਉੱਤੇ ਏਕ ਓਂਕਾਰ ਦਾ ਸਾਈਨ ਬਣਵਾਇਆ ਅਗਲਿਆਂ ਨੇ ਉਦੋਂ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਤੇ ਉਦੋਂ ਤੁਹਾਨੂੰ ਰਿਕੁਐਸਟ ਕੀਤੀ ਸਾਰੇ MPਆਂ ਨੂੰ, ਸਾਨੂੰ ਜਵਾਬ ਹੀ ਨਹੀਂ ਦਿੱਤਾ ਤੁਹਾਡੀ ਚਿੱਠੀ ਦਾ। ਦੇਖੋ ਮੇਨ ਹੈਗਾ ਕੰਮ ਏਅਰਪੋਰਟ ਦੀ, ਜਦੋਂ ਤੁਸੀਂ ਗੱਲ ਕਰਦੇ ਹੋ ਅੰਮ੍ਰਿਤਸਰ ਦੀ, ਠੀਕ ਹੈ ਨਾ, ਇਸ ਵੇਲੇ ਇਸ਼ੂ ਚੱਲਦਾ ਹੈਗਾ, ਜੇ ਤਾਂ ਤੁਸੀਂ ਇਹ ਤੇ ਫੋਕਸ ਕਰਨਾ, ਇਹੀ ਫੋਕਸ ਕਰ ਰਹੇ ਹਾਂ ਜੀ, ਇਹਦੇ ਤੇ ਫੋਕਸ ਕਰ ਰਹੇ ਹਾਂ। ਇਹਦੇ ਫੋਕਸ ਦੇ ਉੱਤੇ ਮੈਂ ਇੱਕ ਗੱਲ ਕਹਿਣਾ ਵੀ ਤੁਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਜਿਹੜਾ ਹੈਗਾ, ਜਿਹੜੀ ਉੱਥੇ ਇੰਡੀਆ 'ਚ ਬੈਠੇ ਪੋਲੀਟੀਸ਼ੀਅਨ ਨੇ ਜਾਂ ਉੱਥੇ ਜਿਹੜੇ ਹੈਗੇ ਨੇ ਲੋਕ ਇਸ ਚੀਜ਼ ਨੂੰ ਚੱਕੀ ਹੋਈ ਆ, ਉਹ ਹਿੰਦੁਸਤਾਨ ਦੀ ਸਰਕਾਰ ਨੂੰ ਕਹਿਣ ਵੀ ਉਹ ਜਿਹੜਾ ਅੰਮ੍ਰਿਤਸਰ ਆ ਉਹਨੂੰ ਇਨਕਲੂਡ ਕਰਨ, ਠੀਕ ਹੈ ਨਾ ਜੀ। ਅਸੀਂ ਇੱਧਰੋਂ ਕੈਨੇਡਾ ਵੱਲੋਂ ਕਹਿੰਦੇ ਆ ਤੇ ਫਿਰ ਜਿਹੜਾ ਦੇਖਦੇ ਆ ਵੀ ਇਹਦਾ ਅਸਰ ਪੋਜ਼ਿਟਿਵ ਜਿਹੜਾ ਉਹ ਕੀ ਨਿਕਲ ਸਕਦਾ। ਉਹ ਜੇ ਉਹਨਾਂ ਨੇ ਇੰਗਲੈਂਡ ਨੂੰ, ਦੇਖੋ ਤੁਸੀਂ ਉਹਨਾਂ ਨੇ ਹੁਣ ਜੇ ਆਪਾਂ ਕਿਸੇ ਕੰਟਰੀ ਨੂੰ ਦੂਜੀ ਨਾਲ ਕੰਪੇਅਰ ਨਹੀਂ ਕਰ ਸਕਦੇ,
ਉਹਨਾਂ ਨੇ 10 ਸਾਲ ਦੇ ਵੀਜ਼ੇ ਕੈਂਸਲ ਕੀਤੇ ਇੰਡੀਆ ਨੇ। ਬਾਕੀ ਸਾਰੀ ਕੰਟਰੀਆਂ ਦੇ ਜਿਹੜੇ ਸੀ ਬਹਾਲ ਕਰ ਦਿੱਤੇ, ਇਕੱਲਾ ਕੈਨੇਡਾ ਨੇ ਕੀਤਾ। ਠੀਕ ਹੈ ਨਾ, ਇਹ ਵੀਜ਼ਾ ਨਹੀਂ ਸ਼ੁਰੂ ਹੋਇਆ ਹੈ ਨਾ। ਅਸੀਂ ਕਹੀਏ ਵੀ ਉਹਨਾਂ ਨੇ ਜੀ ਹਾਂ, ਉਹਨਾਂ ਨੇ ਜੇ ਲੰਡਨ ਨੂੰ ਫਲਾਈਟ ਲਾਤੀ, ਇਟ ਡਜ਼ ਨਾਟ ਮੀਨ ਕਿ ਉਹ ਕੈਨੇਡਾ ਨੂੰ ਵੀ। ਕੈਨੇਡਾ ਦਾ ਜਿਹੜਾ ਐਗਰੀਮੈਂਟ ਆ ਉਹਨਾਂ ਦਾ, ਹਿੰਦੁਸਤਾਨ ਦੀ ਸਰਕਾਰ ਦਾ, ਉਹ ਡਿਫਰੈਂਟ ਆ। ਲੰਡਨ ਦੇ ਨਾਲ ਜਾਂ ਇੰਗਲੈਂਡ ਨਾਲ ਉਹਨਾਂ ਦਾ ਐਗਰੀਮੈਂਟ ਜਿਹੜੇ ਨੇ ਉਹ ਡਿਫਰੈਂਟ, ਉਹਨੂੰ ਕੰਪੇਅਰ ਨਾ ਕਰੋ। ਜੇ ਆਪਾਂ ਇੱਥੇ ਜਿਹੜਾ ਫੋਕਸ ਆ, ਜਿਹੜਾ ਮੈਂ ਤੁਹਾਨੂੰ ਅੱਜ ਕਲੀਅਰ ਲਫ਼ਜ਼ਾਂ 'ਚ ਕਹਿਣਾ ਵੀ ਤੁਸੀਂ ਜਿਹੜਾ ਮਿਨਿਸਟਰ ਆ ਉਹਨਾਂ ਦਾ ਕਲੀਅਰ ਸਟੈਂਡ ਹੈਗਾ, ਔਰ ਇਸ ਤੇ ਅਸੀਂ ਜਿਹੜੇ ਆ ਉਹ ਤਤਪਰ। ਤੇ ਮੈਨੂੰ ਹੁਣ ਹਰਜੀਤ ਸਿੰਘ ਜਾਣਾ ਪੈਣਾ, ਕਿਉਂਕਿ ਮੇਰਾ ਕੁਐਸਚਨ ਪੀਰੀਅਡ ਦੇ ਵਿੱਚ ਮੈਂ ਉਮਰ ਉਹਨਾਂ ਨੂੰ ਕੁਐਸਚਨ ਪੁੱਛਣਾ ਤੇ ਵਾਰੀ ਮੇਰੀ ਨੇੜੇ ਆ ਰਹੀ ਹੈ, ਤੇ ਮੈਨੂੰ ਇਜਾਜ਼ਤ ਦਿਓ। ਇੱਕ ਮਿੰਟ ਦੇ ਦਿਓ ਮੈਨੂੰ। ਸਮੀਪ ਸਿੰਘ ਗਮਟਾਲਾ ਜੀ, ਤੁਹਾਡਾ ਕੋਈ ਸਵਾਲ? ਤੁਸੀਂ ਕਹਿੰਦੇ ਰਹਿੰਦੇ ਹੋ ਕਿ ਐਮਪੀ ਸੁਣਦੇ ਨਹੀਂ ਸਾਡੀ, ਕੀ ਕਹਿਣਾ ਚਾਹੁੰਦੇ ਹੋ? ਬਸ ਜੀ ਧੰਨਵਾਦ ਧਾਲੀਵਾਲ ਸਾਹਿਬ। ਮੈਂ ਬਸ ਮੋਹਿਤ ਗੱਲ ਕਰ ਗਿਆ। ਮੈਂ ਇੱਕੋ ਬੇਨਤੀ ਕਰਾਂਗਾ, ਕਿਰਪਾ ਕਰਕੇ ਇੰਗਲੈਂਡ ਚਲੋ ਗੱਲ ਠੀਕ ਹੈ, ਉਹਨਾਂ ਦੇ ਵੀਜ਼ੇ ਅਲਾਉਡ ਨਹੀਂ ਹੈਗੇ ਜੀ। ਮੈਂ ਬਸ ਇਹੋ ਕਹਿਣਾ ਚਾਹਾਂਗਾ, ਜੇ ਅਸੀਂ ਥੋੜੇ ਜਿਹੇ ਜ਼ਿਆਦਾ ਪ੍ਰੋਐਕਟਿਵ ਹੁੰਦੇ ਨਾ 2 ਸਾਲ ਪਹਿਲਾਂ, ਮੇਰਾ ਇਹ ਮੰਨਣਾ ਵਾ, ਮੈਂ ਗਲਤ ਹੋ ਸਕਦਾ ਵਾਂ, ਕਿ ਫਲਾਈਟ ਸਾਡੀ ਸ਼ੁਰੂ ਹੋ ਜਾਣੀ ਸੀ। ਮੈਨੂੰ ਵੀ ਦੁੱਖ ਹੋ ਰਿਹਾ। ਮੋਹਿਤ ਕੋ ਮਿਲਣ ਵੀ ਗਿਆ, ਉਹਨੂੰ ਹਾਈਪੋਥੈਟਿਕਲੀ ਨਾ ਲੈਟਸ ਮੂਵ ਫਾਰਵਰਡ। ਜੇ ਅੱਗੇ ਜਾ ਕੇ ਜਿਹੜਾ ਸਾਨੂੰ ਦੱਸੋ ਵੀ ਆਹ ਆਪਾਂ ਕਰੀਏ, ਉਹ ਅਸੀਂ ਕਰਨ ਨੂੰ ਤਿਆਰ ਹਾਂ। ਤੇ ਫਿਰ ਹੋਪਫੁਲੀ ਦੇਖੋ ਹਰਜੀਤ ਸਿੰਘ ਹੁਣੀ ਆਪਣਾ ਕੰਮ ਕਰ ਰਹੇ ਨੇ, ਤੁਸੀਂ ਸਾਨੂੰ ਦੱਸੋ ਮੈਂ ਐਜ ਏ ਮੈਂਬਰ ਆਫ ਪਾਰਲੀਮੈਂਟ ਕੀ ਕਰ ਸਕਦਾ, ਉਹ ਮੈਂ ਕਰਨ ਨੂੰ ਤੁਹਾਡੇ ਨਾਲ ਵਚਨਬੱਧ ਹਾਂ। ਤੇ ਲੈਟਸ ਵਰਕ ਟੂਗੈਦਰ ਤੇ ਇਹਨੂੰ ਆਪਾਂ ਜਿਹੜਾ ਉਹ ਅਚੀਵ ਕਰ ਸਕੀਏ। ਬਹੁਤ ਮਿਹਰਬਾਨੀ ਸਰਦਾਰ ਹਰਜੀਤ ਸਿੰਘ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਧੰਨਵਾਦ ਸਾਹਿਬ, ਤੁਸੀਂ ਸਮਾਂ ਦਿੱਤਾ, ਪੋਜ਼ਿਟਿਵ ਸੁਜੈਸ਼ਨ ਦਿੱਤੇ ਆ ਜੀ। ਥੈਂਕ ਯੂ ਬਾਈ ਜੀ, ਥੈਂਕ ਯੂ ਸੋ ਮਚ। ਚੜ੍ਹਦੀ ਕਲਾ ਚ ਰਹੋ ਜੀ। ਥੈਂਕ ਯੂ ਜੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਜਿਹੜੇ ਹੋਲਡ ਕਰਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ, ਕਿਉਂਕਿ ਗੱਲ ਹਲੇ ਵੀ ਇਹ ਕਲੀਅਰ ਨਹੀਂ ਹੋਈ। ਪਿਛਲੇ ਦਿਨੀ ਜਿਹੜੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਗੱਲਬਾਤ ਹੋਈ, ਜਿਹੜੀ ਧੰਜੂ ਉਹਨਾਂ ਨੇ ਦੱਸੀ, ਸਮੀਪ ਸਿੰਘ ਗਮਟਾਲਾ ਵੀ ਸਦਾ ਉਹ ਦੱਸਦੇ ਨੇ, ਖੈਰ ਉਹਨਾਂ ਦੀਆਂ ਵੀਡੀਓਜ਼ ਪਈਆਂ ਨੇ, ਬਈ ਕੈਨੇਡੀਅਨ ਸਰਕਾਰ ਨੇ ਮੰਗ ਉਹਨਾਂ ਦੀ ਨਹੀਂ ਕੀਤੀ। 6 ਏਅਰਪੋਰਟ +6 + 6 ਸੀ, ਹੁਣ ਇਕੱਲੇ 6 ਮੰਗੇ ਨੇ, ਤੇ ਉਹ 6ਾਂ ਦੇ ਵਿੱਚ ਜਿਹੜੇ ਨੇ ਉਹਨਾਂ 'ਚ ਅੰਮ੍ਰਿਤਸਰ ਸਾਹਿਬ ਨਹੀਂ। ਧਾਲੀਵਾਲ ਨੂੰ ਨਹੀਂ ਕਹਿ ਰਹੇ ਨੇ ਕਿ ਵੀ ਲੋਕ ਫਿਰ ਮਾੜਾ ਜਿਹਾ ਕਰੜੇ ਹੋਣ, ਇੱਥੋਂ ਜਾਣ, ਫਿਰ ਦੋਹਾ ਜਾਣ, ਦੋਹਾ ਤੋਂ ਅੰਮ੍ਰਿਤਸਰ ਸਾਹਿਬ ਜਾਣ, ਜਾਂ ਲੰਡਨ ਉਤਰਨ 2 ਘੰਟੇ ਰੋਕ ਕੇ 3 ਅੰਮ੍ਰਿਤਸਰ ਸਾਹਿਬ ਉਤਰਨ, ਫਿਰ ਨਾ ਦਿੱਲੀ ਜਾਓ ਕੁਝ ਸਮਾਂ। ਉਹਨਾਂ ਦਾ ਇਹ ਕਾਰਨ ਹੈ। ਤੇ ਪਰ ਉਹ ਕਹਿੰਦੇ ਮੈਂ ਆਪਣੇ ਤੌਰ ਤੇ ਜਿਹੜਾ ਕੁਝ ਕਰ ਸਕਦਾ ਹੈ। ਉਹ ਤੁਸੀਂ ਗੱਲਬਾਤ ਦੇਖੋ, ਗੱਲਬਾਤ ਤੁਸੀਂ ਸਾਰੀ ਸੁਣੀ ਹੈ। ਗੱਲ ਇੱਥੇ ਖੜੀ ਹੈ, ਸੁਖ ਧਾਲੀਵਾਲ ਉਹਨੀ ਕਹਿੰਦੇ ਮੈਂ ਮਿਨਿਸਟਰ ਉਮਰ ਅਬਦੁਲ ਗਾਬਰਾ ਨਾਲ ਗੱਲ ਕੀਤੀ। ਉਹ ਕਹਿੰਦੇ ਨਾ, ਭਾਰਤ ਦੀ ਸਰਕਾਰ ਨਹੀਂ ਮੰਨ ਰਹੀ। ਉਹ ਕਹਿੰਦੇ ਵੀ ਥੋੜ੍ਹਾ ਜਿਹਾ ਲੋਕ ਕਸ਼ਟ ਕਰਨ, ਅੰਮ੍ਰਿਤਸਰ ਸਾਹਿਬ ਜਾਣ ਲੱਗ ਜਾਣ, ਚਾਹੇ ਉਹ ਦੁਬਈ ਰਾਹੀਂ ਜਾਣ, ਚਾਹੇ ਉਹ ਕਤਰ ਰਾਹੀਂ ਜਾਣ, ਦੋਹਾ ਤੋਂ ਡਾਇਰੈਕਟ ਫਲਾਈਟ ਹੈ, ਜਾਂ 3 ਫਲਾਈਟਾਂ ਬਰਮਿੰਗਹੈਮ ਤੋਂ ਨੇ, ਤੇ ਫਿਰ ਇੱਥੋਂ ਗੱਲ ਅੱਗੇ ਚੱਲ ਸਕਦੀ ਹੈ। ਕਾਲਰਸ ਨੂੰ ਨਾਲ ਗੱਲ ਕਰਦਾ, ਕੀ ਕਹਿਣਾ ਚਾਹੁੰਦੇ ਨੇ ਸਰ? ਜਗਜੀਤ ਸਿੰਘ ਜੀ, ਲਾਈਨ ਨੰਬਰ 3। ਹਾਂਜੀ ਸਰਦਾਰ ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੁਸਾਂਝ ਸਾਹਿਬ। ਬਿਲਕੁਲ ਗੱਲਬਾਤ ਸੁਣੀ ਆ। ਮੈਂ ਵੀ ਥੋੜ੍ਹਾ ਲੇਟ ਰੇਡੀਓ ਔਨ ਕੀਤਾ, ਤੇ ਧਾਲੀਵਾਲ ਸਾਹਿਬ ਨਾਲ ਚਲੋ ਗੱਲ ਹੋ ਜਾਂਦੀ, ਚੰਗੀ ਗੱਲ ਸੀ। ਬਟ ਐਨੀਵੇ ਉਹ ਸੁਣਦੇ ਹੋਣੇ ਆ ਉਹਨਾਂ ਦੀਆਂ ਗੱਲਾਂ। ਦੇਖੋ ਲੋਕ ਜਿਹੜੇ ਜਦੋਂ ਕਾਲਜ ਵਿੱਚ ਉਹਨਾਂ ਦੀਆਂ ਵੀ ਗੱਲਾਂ ਸੁਣਦੇ ਆ, ਮੈਂ ਵੀ ਗੱਲ ਕਰਦੇ, ਇਹਦੇ ਲੋਕ ਫਰਸਟ੍ਰੇਟ ਆ ਆਪਣੇ ਰਾਜਨੀਤਿਕ ਲੋਕਾਂ ਤੋਂ। ਇਹ ਡੈਫੀਨੇਟਲੀ ਗੱਲ ਹੈਗੀ ਆ। ਸਮਾਂ ਕਹਿੰਦੇ ਇਦੋਂ ਤੰਬਾ ਫੂਕਣ ਦੀ ਉਹ ਵੀ ਹੋ ਜਾਂਦੀ ਗੱਲਬਾਤ। ਪਰ ਲੈਟਸ ਮੂਵ ਫਾਰਵਰਡ, ਜਿਵੇਂ ਧਾਲੀਵਾਲ ਹੁਣ ਕਹਿੰਦੇ ਆ, ਹੁਣ ਇਹ ਵੀ ਆਪਦੇ ਉਹ ਸਿੱਖਣਾ ਚਾਹੀਦਾ। ਸੋ ਇਹ ਅਸੀਂ ਰਾਤ ਹੀ ਨਾ 2-4 ਅਸੀਂ ਦੋਸਤ ਗੱਲ ਕਰਦੇ ਸੀਗੇ, ਠੀਕ ਹੈ ਜੀ। ਇਹ ਬਿਲਕੁਲ ਧਾਲੀਵਾਲ ਹੁਣ ਦਾ ਇੱਕ ਕਮੈਂਟ ਹੈਗਾ ਆ, ਇਹ ਸਾਨੂੰ ਵੀ ਸੋਚਣਾ ਪੈਣਾ ਪਬਲਿਕਲੀ। ਉਹ ਸਰਕਾਰ ਨਹੀਂ ਚਾਹੁੰਦੀ, ਆਪਾਂ ਚਾਹੇ ਜੋ ਮਰਜ਼ੀ ਕਰੀਏ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਦਿਨ ਰਾਤ ਤੇ ਮਿਹਨਤ ਕਰਦੇ ਹੋ, ਲੱਗੇ ਰਹੋ ਇਸੇ ਤਰੀਕੇ ਦੇ ਨਾਲ। ਸਾਡਾ ਲੋਕਾਂ ਦਾ ਇਹ ਫਰਜ਼ ਬਣਦਾ, ਜੇ ਅਸੀਂ ਆਪਣੇ ਦੇਸ਼ ਪੰਜਾਬ ਲਈ ਸੁਹਿਰਦਾਂ ਤੇ ਆਪਣੇ ਆਪ ਵਾਸਤੇ ਸੁਹਿਰਦਾਂ, ਕਿਉਂਕਿ ਅੱਗੇ ਨਹੀਂ ਸੋਚੀਦਾ। ਆ ਜਦੋਂ ਕਿ ਇੱਕ ਵਾਰੀ ਨਾ ਉਹ ਜਾਟ ਅੰਦੋਲਨ ਹੋਇਆ ਸੀ, ਤੁਸੀਂ ਯਕੀਨ ਮੰਨਿਓ ਆਪਣੇ ਜੇ ਕਿਤੇ ਫਸ ਗਏ, ਮੈਂ ਜਦੋਂ ਆਪਦੇ ਪਰਿਵਾਰ ਲਈ ਨਾ, ਆਪਦੇ ਬੱਚਿਆਂ ਲਈ ਆਪਦੇ ਸੋਚ ਰਹੇ ਆ, ਮੈਂ ਕਹਿੰਦਾ ਯਾਰ $300-400 ਜਾਂ $500 ਐਕਸਟਰਾ ਖਰਚੋ ਮੇਰੇ ਪਿਆਰਿਓ, ਸਾਡੀ ਕਮਿਊਨਿਟੀ ਆ। ਤੇ ਇਹ ਆਪਾਂ ਕਿਹੜੀਆਂ ਨਹੀਂ ਚੀਜ਼ਾਂ ਆਪਾਂ ਤੇ ਯਾਰ ਪਰਬਤਾਂ ਦੇ ਮੂੰਹ ਮੋੜ ਦਿੱਤੇ। ਮੈਂ ਆਪ ਇਹ ਗੱਲ ਸੋਚਦੇ ਸੀਗੇ,
ਮੈਨੂੰ ਨਹੀਂ ਪਤਾ ਅੱਗੇ ਮੈਂ ਓਨੈਸਟਲੀ ਗੱਲ ਕਰਦਾ 에어ਪੋਰਟ ਤੇ ਵੀ ਦੋਹਾ ਕਤਰ ਦੀ 에어ਪੋਰਟ ਜਾਂਦੀ ਹੈ ਜੀ, ਕਤਰ ਤੋਂ ਡਾਇਰੈਕਟ ਫਲਾਈਟ ਹੈ, ਕਤਰ ਤੋਂ ਤੇ ਔਰ ਬਿਲਕੁਲ ਜੇ ਤੁਸੀਂ 5-4 ਮੈਂਬਰ ਵੀ ਆਏ ਯਾਰ $1,500-2,000 ਵੱਧ ਖਰਚ ਲਾਂਗੇ ਕਿਹੜੀ ਗੱਲ ਆ ਨਾ ਜੀ। ਉਹ ਦਸਾਂਝ ਸਾਹਿਬ ਉਹ ਮਹਿੰਗੀ ਨਹੀਂ ਹੈ, ਉਹ ਸਿਆਟਲ ਤੋਂ ਫਲਾਈਟ ਹੈ, ਤੁਹਾਨੂੰ ਇੱਥੋਂ ਸਿਆਟਲ ਲੈ ਜਾਂਦੇ ਨੇ, ਸਿਆਟਲ ਤੋਂ ਦੋਹਾ, ਦੋਹਾ ਤੋਂ ਅੰਮ੍ਰਿਤਸਰ ਸਾਹਿਬ 2 ਘੰਟੇ ਦਾ ਲੇਓਵਰ ਹੈ ਦੋਹਾ। ਇੱਕ ਮੇਰਾ ਲਾਸਟ ਗੱਲ ਕਰੂਗਾ, ਇੱਕ ਤਜਰਬਾ ਇਹ ਵੀ ਹੋਇਆ ਸੀਗਾ ਤੇ ਆਪਾਂ ਨਾ ਇੱਕ ਵਾਰੀ ਦੁਬਈ ਦੇ ਰਾਹੀਂ ਉਹ ਕੁਦਰਤੀ ਇੱਥੋਂ ਇੱਕ 에ਅਰਲਾਈਨ ਸੀਗਾ ਆਪਣੀ ਜਿਹੜੀ ਐਮੀਰੇਟਸ, ਉਹ ਬੜਾ ਵਧੀਆ ਤਜਰਬਾ ਸੀ। ਚਲੋ ਦਿੱਲੀ ਸੀਗੀ, ਬਟ ਕਿਸੇ ਵੀ ਤਰੀਕੇ ਨਾਲ ਕਨੈਕਟਰ ਫਲਾਈਟ ਜਿਹੜੀ ਆ ਉਹ ਆਪਾਂ ਜੇ ਦਿੱਲੀ ਵੀ ਉਤਰਨਾ ਉੱਥੋਂ ਵੀ ਅੰਮ੍ਰਿਤਸਰ ਸਾਹਿਬ ਜਾਓ, ਕਿਹੜੀ ਗੱਲ ਆ ਯਾਰ। ਲਾਸਟ ਗੱਲ ਇਹੀ ਆ, ਆਪਾਂ ਸਾਰੀ ਪੰਜਾਬੀ ਕਮਿਊਨਿਟੀ ਨੂੰ ਸਾਰੇ ਆਪਾਂ ਲੋਕ ਰਲ ਮਿਲ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੇ ਬਾਕੀ ਧਾਰੀਵਾਲ ਹੋਣੀ ਤੁਸੀਂ ਸਾਰੇ ਰਲ ਕੇ ਤੇ ਉੱਥੋਂ ਕੰਮ ਹੀ ਨਿਬੇੜੋ ਆਰਾਮ ਨਾਲ, ਵਿੱਚੋਂ ਆਪਣੇ ਪੰਜਾਬ ਨੂੰ ਬਿਜ਼ਨਸ ਜਾਵੇ ਸਾਰਾ, ਹਨਾ। ਥੈਂਕ ਯੂ ਦਸਾਂਝ ਸਾਹਿਬ, ਥੈਂਕ ਯੂ। ਚਰਨ ਸਿੱਧੂ ਜੀ, ਲਾਈਨ ਨੰਬਰ 4। ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ। ਜੀ ਸਤਿ ਸ੍ਰੀ ਅਕਾਲ। ਉਦੋਂ ਹੁੰਦੇ ਤਾਂ ਚੰਗਾ ਸੀ, ਧਾਰੀਵਾਲ ਸਾਹਿਬ। ਚਲੋ ਕੋਈ ਨਾ, 2 ਗੱਲਾਂ ਛੋਟੀਆਂ ਜੀਆਂ। ਮੈਂ ਇੱਕ ਤਾਂ ਇਹ ਕਹਿਣਾ ਸੀ, ਮੈਂ ਤਾਂ ਇਸ ਗੱਲ ਨੂੰ ਮੰਨਦਾ ਹੀ ਨਹੀਂ ਗਾ ਵੀ ਤੁਸੀਂ ਮੁਲਕਾਂ ਦੀਆਂ ਕੋਈ ਸਮਝੌਤੇ ਕਰ ਰਹੇ ਹੋ ਤੇ ਤੁਸੀਂ ਵਰਬਲੀ ਕਰ ਰਹੇ ਹੋ। ਜਿੰਨਾ ਚਿਰ ਰਿਟਨ 'ਚ ਤੁਹਾਡੇ ਕੋਲ ਕੁਛ ਹੈ ਨਹੀਂ ਪ੍ਰੂਫ, ਇੱਕ ਤਾਂ ਉਹ ਚਾਹੀਦਾ ਸੀ। ਵਰਬਲੀ ਗੱਲਾਂ ਜਿਹੀਆਂ ਮਰਜ਼ੀ ਕਰੀਏ, ਇੱਥੇ ਤਾਂ ਘਰਾਂ 'ਚ ਨਹੀਂ ਚੱਲਦੀਆਂ ਵਰਬਲੀ ਗੱਲਾਂ, ਤੇ ਇਹ ਉਹ ਗੱਲਾਂ ਨਾ ਹੋਈਆਂ ਆ ਰਹੀਆਂ। ਦੂਜੀ ਨਾ, ਮੈਨੂੰ ਜਦੋਂ ਉਹਨਾਂ ਨੇ ਗੱਲ ਕੀਤੀ ਟਿਮ ਹੋਟਲ ਦੀ, ਤਾਂ ਉਹਦੇ 'ਚ ਮੈਨੂੰ ਨਾ ਮੁਸ਼ਕ ਇਹ ਮਾਰਿਆ ਵੀ ਉਹ ਕਾਹਤੇ ਮੂਹਰੇ ਲੱਗਿਆ, ਮੈਂ ਨਹੀਂ ਲੱਗਿਆ ਵਾਲੀ ਗੱਲ ਆ, ਵੀ ਇਹ ਲੱਤਾਂ ਖਿੱਚਣ ਵਾਲੇ ਵੀ ਵਿੱਚ ਹੀ ਹੁੰਦੇ। ਇਹ ਤੁਹਾਨੂੰ ਪਤਾ ਹੀ ਅੱਗੇ ਥੋੜੇ ਜਹਾਜ਼ ਵੇਲੇ ਇਹਨਾਂ ਨੇ ਕੀ ਕੁਝ ਕੀਤਾ ਸੀਗਾ ਲੋਕਾਂ ਨੇ, ਤੇ ਇਹ ਗੱਲ ਦੀ ਗਰੰਟੀ ਆ ਥੋੜੀ ਇਸ ਗੱਲ ਦੀ। ਹੁਣ ਨਾ ਇੱਕ ਕੰਮ ਇਹ ਕਰਨਾ ਚਾਹੀਦਾ ਵੀ ਜਿੰਨੇ ਵੀ ਆਪਣੇ MP ਆ ਸਾਰੇ ਇੱਕ ਲੈਵਲ ਦੇ ਉੱਤੇ ਇਹਨਾਂ ਦੀ ਸਾਈਨ ਕਰਾਓ। ਜੇ ਇੱਕ ਨੇ ਸ਼ੁਰੂ ਕਰਤਾ ਦੂਜੇ ਨੇ ਉਹਦੀ ਹੈਲਪ ਨਹੀਂ ਕਰਨੀ। ਇਹ ਆਪਣੇ ਖੂਨ ਗੰਦੇ ਦੇ ਵਿੱਚ ਇਹੀ ਹੈ ਵੀ ਉਹਦੀਆਂ ਲੱਤਾਂ ਖਿੱਚੋ। ਇਹ ਕਹੋ ਵੀ ਜਿੰਨੇ ਵੀ ਆਪਣੇ ਚਾਹੇ ਉਹ ਟੋਰਾਂਟੋ ਦੇ, ontario ਦੇ, ਇੱਥੇ ਦੇ ਵੀ ਸਾਰੇ ਇੱਕ ਲੈਵਲ ਦੇ ਉੱਤੇ ਲੈਟਰ ਲਿਖਣ ਜਿਹੜੀ। ਠੀਕ ਹੈ ਜੀ। ਕਰਨ ਬਸਰਾਂ ਜੀ, ਲਾਈਨ ਨੰਬਰ 5। ਜੀ ਗਿੱਲ ਸਾਹਿਬ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਦੂਸਰਾ ਸੁਖ ਧਾਰੀਵਾਲ ਹੁਣੀ ਆਏ ਸੀ, ਉਹਨਾਂ ਦਾ ਵੀ ਬਹੁਤ ਧੰਨਵਾਦ ਆ। ਔਰ ਬਿਲਕੁਲ ਉਹਨੇ ਹੀ ਦੇਖੋ ਓਪਨ ਲਾਈਨ ਤੁਸੀਂ ਉਹਨਾਂ ਨੂੰ ਕਿਹਾ ਸੀਗਾ ਤੇ ਉਹਨੇ ਕਾਲ ਵੀ ਉਹਨੇ ਐਕਸੈਪਟ ਕੀਤੀ ਆ, ਧੰਨਵਾਦ। ਬਿਲਕੁਲ। ਐਂਡ ਦੇਖੋ ਇਹਦੇ ਗਿੱਲ ਸਾਹਿਬ ਗੱਲ ਇਹੀ ਆ ਜਿਹੜੀ ਜਗਜੀਤ ਸੋਹਣੀ ਕਹਿ ਕੇ ਗਏ ਆ ਗੱਲ ਇਹ ਦਸਾਂਝ ਸਾਹਿਬ, ਕਿ ਅਸੀਂ ਵੀ ਥੋੜਾ ਜਿਹਾ ਆਪਣੇ ਆਪ ਵਾਲਾ ਵੀ ਝਾਤੀ ਮਾਰੀਏ। ਐਮੀਰੇਟ ਦੀ ਫਲਾਈਟ ਦੇ ਵਿੱਚ ਮੈਂ ਸ਼ਟਲ ਤੋਂ ਚੜਿਆ ਸੀਗਾ ਬਾਇਆ ਦੁਬਈ ਹੋ ਕੇ, ਔਰ ਉੱਥੇ 에ਅਰਪੋਰਟ ਦੇ ਉੱਤੇ ਉਤਰੋ 2 ਘੰਟੇ ਵੱਧ ਤੇ ਵੱਧ 2.5 ਘੰਟੇ ਦੀ ਲੇਓਵਰ ਹੁੰਦੀ ਆ, ਔਰ ਉੱਥੇ ਆਪਣਾ ਅੰਦਰ ਖਾਣ ਪੀਣ ਵੀ ਜਿਹੜਾ ਹੈਗਾ ਦੇਸੀ ਤਕਰੀਬਨ ਮਿਲ ਜਾਂਦਾ ਹੈਗਾ ਆ ਜੇ ਬੰਦੇ ਨੇ। ਸੋ ਉੱਥੋਂ ਅੱਗੇ ਅੰਮ੍ਰਿਤਸਰ ਸਾਹਿਬ ਨੂੰ ਕਤਰ 에ਅਰਵੇਜ਼ ਡਾਇਰੈਕਟ ਅੰਮ੍ਰਿਤਸਰ ਸਾਹਿਬ ਨੂੰ ਜਾਂਦੀ ਆ। ਕਤਰ 에ਅਰਵੇਜ਼ ਦੀ ਗੱਲ ਇਹ ਹੈਗੀ ਆ ਕਿ ਉਹ ਮੇਰੇ ਖਿਆਲ ਮੌਂਟਰੀਅਲ ਤੋਂ ਫਲਾਈ ਕਰਦੀ ਆ ਇੱਥੇ ਤੱਕ ਲੈ ਕੇ ਆ ਜਾਣ ਵੈਨਕੂਵਰ ਤੱਕ। ਐਮੀਰੇਟਸ ਆ, ਕਤਰ 에ਅਰਵੇਜ਼ ਆ, ਸ਼ਟਲ 에ਅਰਪੋਰਟ ਤੋਂ ਉੱਡਦੀਆਂ। ਤੇ ਜੇ ਇੱਥੇ ਤੱਕ ਅਪਰੋਚ ਕਰੀਏ ਆਪਾਂ, ਉਹਨਾਂ ਨੂੰ ਸਬਸਿਡੀ ਮਿਲਦੀ ਹੈ ਜੀ ਤੇਲ ਤੇ, ਉਹਨਾਂ ਨੂੰ ਵੈਨਕੂਵਰ ਆਉਣ ਦੀ ਮਨਾਹੀ ਹੈ ਕਿਉਂਕਿ ਫਿਰ 에ਅਰ ਕੈਨੇਡਾ ਦੇ ਵਿੱਚ ਨਹੀਂ ਲੋਕਾਂ ਨੇ ਜਾਣਾ, ਇਹਨਾਂ ਨੂੰ ਤੇਲ ਮਹਿੰਗਾ ਮਿਲਦਾ। ਆ ਵੀ ਚੱਕਰ ਜੇ ਉਹੀ ਤਾਂ ਗੱਲ ਹੈਗੀ ਹੈ ਜੀ, ਮਤਲਬ ਕਿ ਅਸੀਂ ਥੋੜੀ ਜਿਹੀ ਟਿਕਟ ਮਹਿੰਗੀ ਲੈ ਲਈਏ, ਇੱਥੋਂ ਸਿਆਟਲ ਤੱਕ ਜਾ ਸਕਦੇ ਹਾਂ, ਇੱਥੋਂ ਅਲਾਸਕਾ ਏਅਰਲਾਈਨ ਲੈ ਜਾਂਦੀ ਹੈ ਸਿਆਟਲ ਨੂੰ। ਅਸੀਂ ਤਾਂ ਇੱਥੇ ਹਜ਼ਾਰ ਦੀਆਂ ਟਿਕਟਾਂ ਚੈਨ ਏਅਰਲਾਈਨ ਦੀਆਂ ਸਾਲ ਪਹਿਲਾਂ ਲੈ ਕੇ ਬੁੱਕ ਕਰਵਾ ਕੇ ਬਹਿ ਜਾਂਦੇ। ਕਈਆਂ ਨੇ ਇੱਥੇ ਤੁਹਾਨੂੰ ਪਤਾ ਹੈ ਕਿ ਸਕੈਮ ਵੀ ਹੋਇਆ ਲੋਕਾਂ ਦੇ ਨਾਲ। ਸੋ ਮਤਲਬ ਕਿ ਥੋੜ੍ਹਾ ਜਿਹਾ ਅਸੀਂ ਆਪਣੇ ਆਪ ਨੂੰ ਵੀ ਸਵਾਰੀਏ, ਔਰ ਗਵਰਨਮੈਂਟਾਂ ਨੂੰ ਆਪਣੇ ਆਪੇ ਹੋ ਜਾਂਦਾ ਹੈਗਾ ਜਦੋਂ ਅਸੀਂ ਤਹਈਆ ਕਰ ਲਈਏ, ਫੇਰ ਹੀ ਸਾਰਾ ਕੁਝ ਹੋਣਾ। ਦੂਸਰੀ ਗੱਲ ਹੈਗੀ ਆ ਜਿਹੜੀ ਉਹ ਉਮਰ ਅਲਗਾਵਰਾ ਦੀ ਗੱਲ ਕਹਿ ਰਹੇ ਆ, ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਸਾਡਾ ਆਪਣਾ ਜਿਹੜਾ ਪਰਸਨਲ ਤਜਰਬਾ ਆ, ਜਦੋਂ ਸਾਡਾ ਟਰੱਕਰ ਦਾ ਜਨਵਰੀ ਮਹੀਨੇ ਦੇ ਵਿੱਚ ਇਸ ਸਾਲ ਦੇ, ਔਰ ਉਮਰ ਅਲਗਾਵਰਾ ਨੇ ਲੈਟਰ ਲਿਖੇ ਪੋਰਟ ਨੂੰ ਜੋ ਵੀ ਕੀਤਾ। ਚਲੋ ਹੁਣ ਵੀ ਇਹਨਾਂ ਨੂੰ ਬੇਨਤੀ ਇਹੀ ਆ ਧਾਲੀਵਾਲ ਸਾਹਿਬ ਨੂੰ ਕਿ ਜਿੱਦਾਂ ਤੁਸੀਂ ਸਾਡੇ ਟਰੱਕਾਂ ਵਾਲਿਆਂ ਦਾ ਜਿਹੜਾ ਮਸਲਾ ਸੀਗਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਇੰਡੀਆ ਵਾਲਾ ਜਾਂ ਅੰਮ੍ਰਿਤਸਰ ਸਾਹਿਬ 에ਅਰਪੋਰਟ ਨਾਲ ਕਨੈਕਟੀਵਿਟੀ ਦਾ ਮਸਲਾ ਜਿਹੜਾ, ਔਰ ਕੌੜੀਆਂ ਗੁਸੈਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈਗਾ। ਨਹੀਂ, ਮੇਰੀ ਬੇਨਤੀ ਕੌਲਰ ਸਾਹਿਬ ਇਹਨੂੰ ਗਿੱਲ ਸਾਹਿਬ ਤੁਹਾਨੂੰ ਨਹੀਂ, ਕਿ ਕਈ ਵਾਰੀ ਜਿਹੜੀਆਂ ਗੱਲਾਂ ਹੁੰਦੀਆਂ ਨਾ, ਕਈ ਅਸੀਂ ਬਾਹਰ ਚੌਰਾਹੇ 'ਚ ਚਪਾਲ 'ਚ ਖੜ ਕੇ ਨਹੀਂ ਕਰ ਸਕਦੇ। ਇਹ ਜਿਹੜਾ ਸਾਡਾ ਪ੍ਰੋਗਰਾਮ ਆ, ਇਹਨੂੰ ਕੁੱਲ ਦੁਨੀਆ ਸੁਣ ਰਹੀ ਆ, ਸਾਡਾ ਭਾਈਚਾਰਾ ਸੁਣ ਰਿਹਾ ਹੈਗਾ। ਸੋ ਉਹਦੇ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਹੈਗੀਆਂ ਹਾਸੋਹੀਣੀ ਸਥਿਤੀ ਅਸੀਂ ਆਪਣੀ ਬਣਾ ਲੈਂਦੇ ਹਾਂ। ਸਾਡੇ ਨਾਲ ਜਿਹੜਾ ਵੀ ਸਾਡੇ ਆਪਣੇ ਪ੍ਰੋਗਰਾਮ 'ਚ ਆ ਗਿਆ ਉਹ ਸਾਡੇ ਲਈ ਸਤਿਕਾਰਤ ਆ। ਥੈਂਕ ਯੂ ਬਸਰਾ ਸਾਹਿਬ। ਮੋਹਿਤ ਤੰਜੂ ਜੀ ਕੁਛ ਐਡ ਹੋਰ ਕਰਨਾ ਚਾਹੁੰਦੇ ਹੋ? ਸਮੀਪ ਸਿੰਘ ਗਮਟਾਲਾ ਵੀ ਆ ਗਏ ਸੀ ਬਾਅਦ 'ਚ ਤੁਹਾਡੇ ਤੋਂ। ਹਾਂਜੀ, ਮੈਂ ਗਿੱਲ ਸਾਹਿਬ ਜਿੱਦਾਂ ਹੁਣ ਨਾ ਜਿਹੜਾ ਸੌਖਾ ਕੰਮ ਇਹ ਹਜੇ ਰਾਈਟ ਨਾਲ ਇਹ ਕਰ ਸਕਦੇ ਆ। ਹੁਣ 에ਅਰ ਕੈਨੇਡਾ ਹਰ ਵੱਡੇ 에ਅਰਪੋਰਟ ਤੋਂ ਲੰਡਨ ਜਾਂਦੀ ਆ, ਇਹ ਇੰਨਾ ਕੰਮ ਕਰਾਉਣ 에ਅਰ ਇੰਡੀਆ, 에ਅਰ ਕੈਨੇਡਾ ਤੇ ਇਹਨਾਂ ਦੀ 에ਅਰਲਾਈਨ ਹੈ ਨਾ, ਉਹਨਾਂ ਮਾੜੀ ਮੋਟੀ ਲੌਬਿੰਗ ਤੇ ਕਰ ਹੀ ਸਕਦੇ ਆ ਨਾ। ਉਹਨਾਂ ਨੂੰ ਕਹਿਣ ਤੁਸੀਂ 에ਅਰ ਇੰਡੀਆ ਨਾਲ ਕੋਡ ਸ਼ੇਅਰ ਹੀ ਕਰ ਦੋ। ਇਹਨਾਂ ਨੇ ਕੀਤਾ ਕੋਡ ਸ਼ੇਅਰ ਬੰਦ ਉੱਥੇ। ਹੁਣ ਟਿਕਟ ਜੇ ਤੁਸੀਂ ਵੇਖੋ $10,000 ਦੀ ਟਿਕਟ ਆ, ਇਹ ਇੰਨਾ ਕੰਮ ਹੀ ਕਰਾ ਦੇਣ। ਨਵੀਂ 에ਅਰਲਾਈਨ, ਨਵਾਂ ਜਹਾਜ਼ ਨਹੀਂ ਲਾਉਣਾ, ਕੁਛ ਨਹੀਂ ਕਰਨਾ,
ਏਅਰ ਕੈਨੇਡਾ ਨੂੰ ਇੰਨਾ ਕਹਿ ਦੇਣ ਕਿ ਤੁਸੀਂ ਏਅਰ ਇੰਡੀਆ ਨਾਲ ਲੰਡਨ ਵਾਲੀ ਫਲਾਈਟ ਦਾ ਕੋਡ ਸ਼ੇਅਰ ਕਰ ਦਿਓ, ਅਸੀਂ ਇਹ ਵੀ ਗੱਲ ਇਹਨਾਂ ਨੂੰ ਦੱਸੀ, ਉਸ ਗੱਲ ਤੇ ਹੀ ਵਰਕ ਕਰ ਲੈਣ। ਪਰ ਜਿਹੜਾ 6+6 ਵਾਲੀ ਗੱਲ 6 ਹੁਣ ਇਹਨਾਂ ਨੇ ਤੋੜਾ ਸਾਰਾ ਜਿਹੜਾ ਇੰਡੀਅਨ ਗਵਰਨਮੈਂਟ ਤੇ ਝਾੜਤਾ, ਮਤਲਬ ਮੈਨੂੰ ਸਮਝ ਨਹੀਂ ਆਉਂਦੀ ਹੁਣ ਕੌਣ ਇਹਦੇ ਵਿੱਚ। ਮੈਂ ਤੁਹਾਨੂੰ ਗਿੱਲ ਸਾਹਿਬ RTI ਦੀ ਕਾਪੀ ਮੈਂ ਤੁਹਾਨੂੰ ਭੇਜੀ ਆ WhatsApp ਤੇ, ਅਸੀਂ ਸਾਡੇ ਗਰੁੱਪ ਨੇ ਕੋਈ ਐਵੇਂ ਇਲੌਜਿਕ ਗੱਲ ਨਹੀਂ ਕੀਤੀ। ਉਹਦੇ 'ਚ ਇੱਕ ਇੰਡੀਅਨ ਗਵਰਨਮੈਂਟ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਨੇ ਬੜੀ ਮੋਟੀ ਕਿਤਾਬ ਇੱਕ ਛਾਪੀ ਹੈ ਇਸੇ ਕੰਮ ਤੇ ਕਿ ਹਰ ਦੇਸ਼ ਨਾਲ ਕਿੱਦਾਂ ਦੇ ਬਾਇਲੇਟਰਲ ਹੋਣੇ ਚਾਹੀਦੇ ਆ। ਉਹਦੇ ਜਿਹੜਾ ਕੈਨੇਡਾ ਦੇ ਸਮਝੌਤੇ ਆ, ਜੇ ਤੁਸੀਂ ਪੜ੍ਹੋ ਤੇ ਉਹਦੇ 'ਚ ਵੀ ਪਹਿਲਾਂ ਵੀ 6 ਏਅਰਪੋਰਟ ਦਿੱਤੇ ਸੀ ਉਹਨਾਂ ਨੇ, ਪਲੱਸ 6 ਐਡੀਸ਼ਨਲ ਪੁਆਇੰਟ ਉਹਨਾਂ ਨੇ ਦਿੱਤੇ ਸੀਗੇ। ਤੇ ਜੇ ਐਡੀ ਗੱਲ ਹੀ, ਉਮਰ ਅਲ ਗਾਬਰਾ ਨੇ ਰੈਡ FM ਟੋਰਾਂਟੋ ਦੇ ਔਨ ਏਅਰ ਸ਼ੋਅ ਦੇ ਵਿੱਚ ਇਹ ਗੱਲ ਕਹੀ ਸੀ ਕਿ ਏਅਰ ਕੈਨੇਡਾ ਨੂੰ ਅੰਮ੍ਰਿਤਸਰ ਜਾਣਾ ਅਲਾਉਡ ਆ। ਤੇ ਫਿਰ ਏਡੇ ਵੱਡੇ ਮਿਨਿਸਟਰ ਨੇ ਇਹ ਗੱਲ ਕਿੱਦਾਂ ਕਹਿਤੀ? ਉਹਨੇ ਆਪਣੇ ਡਿਪਾਰਟਮੈਂਟ ਨਾਲ ਗੱਲ ਕਰਕੇ ਔਨ ਏਅਰ ਏਡੀ ਵੱਡੀ ਗੱਲ ਕਹੀ ਆ। ਇਹ ਕੁਛ ਮਹੀਨੇ ਪੁਰਾਣੀ ਗੱਲ ਆ। ਜਿਹੜਾ ਉਹਨਾਂ ਦਾ ਇਹ ਲੌਜਿਕ ਮੋਹਿਤ ਜੀ ਕਿ ਇੱਥੋਂ ਉੱਤਰੋ ਹੀ ਅੰਮ੍ਰਿਤਸਰ, ਚਾਹੇ ਬਰਮਿੰਗਹੈਮ ਤੋਂ ਜਾਓ, ਚਾਹੇ ਸਿਆਟਲ ਤੋਂ ਕਤਰ ਜਾਓ ਤੇ ਦੁਬਈ ਜਾਓ, ਇਹਦੇ ਨਾਲ ਕੋਈ ਇਫੈਕਟ ਪੈ ਜੂ ਜੇ ਆਪਾਂ ਸਿੱਧੇ ਅੰਮ੍ਰਿਤਸਰ ਜਾਣ ਲੱਗ ਜਾਈਏ? ਵੇਖੋ, ਇਹ ਤੇ ਲੋਕਾਂ ਕੋਲ ਆਪਸ਼ਨ ਹੈਗੀ ਆ, ਲੋਕਾਂ ਨੂੰ ਪਤਾ ਜਿੰਨੇ ਜਾਣਾ ਉਹਨੇ ਫਿਰ ਵਾਇਆ ਕਿਸੇ ਦੇ ਤਰੀਕੇ ਤੇ ਪਹੁੰਚ ਹੀ ਜਾਣਾ। ਪਰ ਗੱਲ ਇਹ ਆ, ਅਸੀਂ ਇਹੋ ਜਿਹੇ ਸਮਝੌਤੇ ਲੋਕਾਂ ਦੀ ਸਹੂਲਤ ਲਈ ਹੁੰਦੇ, ਅਸੀਂ ਇਹੋ ਜਿਹਾ ਸਮਝੌਤਾ ਫਿਰ ਨਵੇਂ ਸਮਝੌਤੇ ਦੀ ਲੋੜ ਹੀ ਨਹੀਂ। ਇਹਦੇ ਨਾਲ ਚੰਗਾ ਤੇ ਪੁਰਾਣਾ ਹੀ ਸਮਝੌਤਾ ਸੀ। ਗੱਲ ਤੇ ਸਾਰੀ ਸਮਝੌਤਿਆਂ ਦੀ ਆ ਨਾ। ਅਸੀਂ ਗਲਤ ਸਮਝੌਤਾ ਕਰਕੇ ਆ ਗਏ। ਤੁਸੀਂ ਕਹਿੰਦੇ ਅੰਮ੍ਰਿਤਸਰ ਦਿੰਦੇ ਨਹੀਂ, ਤੁਸੀਂ ਕਹਿੰਦੇ ਚਲੋ ਠੀਕ ਆ ਅਸੀਂ ਨਵਾਂ ਨਹੀਂ ਕਰਨਾ, ਪੁਰਾਣਾ ਹੀ ਰਹਿਣ ਦਿਓ, ਉਹਦੇ 'ਚ ਤੇ ਅਸੀਂ ਇੰਕਲੂਡ ਕਰ ਹੀ ਸਕਦੇ ਹਾਂ ਨਾ ਪੁਰਾਣਿਆਂ ਦੇ ਹਿਸਾਬ। ਉਹ 'ਚ ਆਪਸ਼ਨ ਸੀ। ਥੈਂਕ ਯੂ। ਤੇ RTI 'ਚ ਵੀ ਇੰਡੀਅਨ ਗਵਰਨਮੈਂਟ ਨੇ ਲਿਖ ਕੇ ਦਿੱਤਾ। ਥੈਂਕ ਯੂ ਜੀ। ਬਾਕੀ ਕਾਲਰ ਨਾਲ ਗੱਲ ਕਰੀਏ। ਸਰ ਅਮਰੀਕ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜਿੱਦਾਂ ਮਤਲਬ ਇਹ MP ਸਾਹਿਬ ਕਹਿ ਕੇ ਗਏ ਆ ਕਿ ਮਤਲਬ ਸਾਡੇ ਤੋਂ ਕਿਉਂ ਨਹੀਂ ਕਰਾਏ, ਕਿ ਮਤਲਬ ਜੇ ਕਿਸੇ ਹੋਰ ਨੇ ਇਹ ਬੀੜਾ ਚੱਕ ਲਿਆ, ਤੁਸੀਂ ਉਹਦੇ ਨਾਲ ਹੀ ਰਲ ਜਾਓ। ਪਤਾ ਤਾਂ ਹੁੰਦਾ ਹੀ ਹੋਊਗਾ ਜੀ ਵੀ ਕੀ ਚੱਲ ਰਿਹਾ ਸੁਸਾਇਟੀ 'ਚ, ਸਾਡੇ ਲੋਕਾਂ ਦੀ ਕੀ ਮੰਗ ਆ, ਕੀ ਦੁੱਖ ਦਰਦ ਆ, ਇਹ ਤਾਂ ਹੈਗਾ ਹੀ ਆ ਪਤਾ। ਇਹ ਇੱਦਾਂ ਨਹੀਂ ਅਣਗੌਲਿਆ ਕਰ ਸਕਦੇ, ਮਤਲਬ ਪੱਲਾ ਹੀ ਨਹੀਂ ਝਾੜ ਸਕਦੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ, ਮੇਰੇ ਸਾਈਨ ਕਿਉਂ ਨਹੀਂ ਕਰਾਏ ਜੀ। ਮਤਲਬ ਜੇ ਉਹਨਾਂ ਨੇ ਨਹੀਂ ਕਰਾਏ, ਤੁਸੀਂ ਆਪਣੇ ਵੇਸ ਤੇ ਵੀ ਚੱਕ ਸਕਦੇ ਆ ਜੀ। ਤੁਸੀਂ ਹੁਣ ਇੱਕ ਐਜ਼ ਏ ਰੇਡੀਓ ਹੋਸਟ ਆ, ਤੁਸੀਂ ਦਿਨ ਰਾਤ ਬੋਲਦੇ ਹੀ ਆ, ਸਾਡੇ ਲਈ ਬੋਲਦੇ ਆ, ਤੁਹਾਨੂੰ ਪਤਾ ਹੀ ਆ ਸਾਡੇ ਦੁੱਖ ਦਰਦ ਕੀ ਆ। ਜੇ ਮਤਲਬ ਤੁਸੀਂ ਲੋਕਾਂ ਦੇ ਨੁਮਾਇੰਦੇ ਚੁਣੇ ਗਏ ਹੋ, ਜੇ ਤੁਹਾਨੂੰ ਲੋਕਾਂ ਦੇ ਦੁੱਖ ਦਰਦ ਦਾ ਹੀ ਨਹੀਂ ਪਤਾ, ਤੁਸੀਂ ਫਿਰ ਕਿੱਦਾਂ ਮਤਲਬ ਕਹਿੰਦੇ ਆ ਕਿ ਮੈਂ ਸੇਵਾਦਾਰ ਹਾਂ ਇਸ ਸੁਸਾਇਟੀ ਦਾ। ਨੰਬਰ 2 ਤੇ ਜੀ ਜਿਹੜਾ ਹੈ ਨਾ, ਹੁਣ ਅਸੀਂ ਅਲਟਰਨੇਟ ਰੂਟ ਦੱਸ ਰਹੇ ਹਾਂ ਜੀ, ਏਦਾਂ ਉੱਧਰ ਦੀ ਘੁੰਮ ਕੇ ਚੱਲ ਜਾਓ। ਸਿਆਣਾ ਬੰਦਾ ਮੈਂ ਜਿਹੜਾ ਦੇਖਿਆ ਹੀ ਬੈਗ ਚੱਕ ਕੇ ਤੁਰ ਨਹੀਂ ਸਕਦਾ, ਉਹਨੂੰ ਤੁਸੀਂ ਕਿੱਦਾਂ ਕਤਰ ਭੇਜ ਦੋਗੇ ਜਿੱਥੇ ਭਾਸ਼ਾ ਦਾ ਕੋਈ ਨਹੀਂ ਪਤਾ, ਮੋਰੇ ਪੰਜਾਬੀ ਜੀ ਔਖਾ। ਉੱਥੇ ਦੇਖੋ ਕਈ ਵਾਰ ਲੇਓਵਰ 'ਚ ਔਖਾ, ਕੀ ਪਤਾ ਤੁਹਾਨੂੰ ਇੱਥੇ ਵਾਲਾ ਜਹਾਜ਼ ਥੋੜਾ ਦੇ ਦੇਵੇ ਵੀ ਆ ਲਓ ਸਮਾਨ, ਦੂਜੀ ਜਗ੍ਹਾ ਫਲਾਈ ਕਰੋ, ਮਤਲਬ ਉਤਰਨਾ ਗੇਟਵੇ ਤੋਂ ਚੜ੍ਹਨਾ ਹੋਵੇ, ਉਤਰਨਾ ਹੋਵੇ ਹੀਥਰੋ ਤੇ, ਬਹੁਤ ਚੀਜ਼ਾਂ ਨੇ ਉਹ ਸੌਖੀਆਂ ਨਹੀਂ ਹੈ, ਉਹ ਸੌਖੀਆਂ। ਮੈਂ ਤੁਹਾਨੂੰ ਇਹ ਗੱਲ ਹੋਰ ਦੱਸਦਾ ਜੀ, ਬਾਕੀ ਕਈ ਲਿਸਨਰ ਇਹ ਕਹੀ ਜਾਂਦੇ ਆ ਜੀ $400-500 ਐਕਸਟਰਾ ਲੱਗ ਜਾਊਗਾ, ਕੋਈ ਚੱਕਰ ਨਹੀਂ ਗਾ। ਪਤਾ ਕੀ ਗੱਲ ਹੈ ਜੀ, ਜੇ ਫੈਮਿਲੀ 'ਚ 5 ਬੰਦਿਆਂ ਜਾਣਾ, ਹੁਣ ਅਸੀਂ ਇੱਥੇ ਚੰਗਾ ਭਲਾ ਕੰਮ ਕਰਦੇ ਹਾਂ ਜੀ, ਅਸੀਂ ਤੁਹਾਨੂੰ ਦੱਸਾਂ ਕੋਈ ਮਾੜੇ ਵੀ ਨਹੀਂ ਮਰਦੇ ਤੇ ਚੰਗੇ ਵੀ ਨਹੀਂ ਚੱਲਦੇ ਹਨ। ਪਰ ਮੈਂ $2500 ਐਕਸਟਰਾ ਕਿੱਥੋਂ ਦੇ ਦੂੰਗਾ ਜੀ? ਇੰਡੀਆ ਜਾ ਕੇ ਵੀ ਉੱਥੇ ਕਿਸੇ ਹੱਥ ਪੱਲੇ ਕੁਛ ਰੱਖਣਾ ਆਈ ਹੈ ਨਾ, ਮੈਂ $2500 ਇੱਥੋਂ ਐਕਸਟਰਾ ਕਰਕੇ ਕਿੱਦਾਂ ਜਾਊਂਗਾ ਜੀ? ਤੁਸੀਂ ਮੈਨੂੰ ਦੱਸੋ। ਇਹ ਗੱਲਾਂ ਕਹਿਣੀਆਂ ਸੌਖੀਆਂ ਜੀ, ਜਿਹੜੇ ਬਿਜ਼ਨਸ ਕਲਾਸ 'ਚ ਜਾਂਦੇ ਆ ਨਾ ਉਹਨਾਂ ਲਈ ਠੀਕ ਹੋਊਗਾ ਜੀ। ਅਸੀਂ ਮਿਡਲ ਕਲਾਸ ਫੈਮਿਲੀ ਆ, ਇੱਥੇ 10-15 ਹਜ਼ਾਰ ਰੱਖ ਕੇ ਵੀ ਜਾਣਾ ਪੈਣਾ ਆ ਤੇ ਵਾਪਸ ਆਇਆ ਦੇ ਇਹ ਨਹੀਂ ਕਿ ਬਾਜੇ ਹੁਣ ਮੌੜੀਆਂ ਵੀ ਜਾਣੀਆਂ ਆ, ਬੱਚਿਆਂ ਦੀਆਂ ਫੀਸਾਂ ਜਾਂ ਕੁਛ ਹੋਰ ਵੀ ਆ ਨਾ। ਇਹ ਗੱਲਾਂ ਕਹਿਣੀਆਂ ਸੌਖੀਆਂ ਜੀ, ਆਉਣ ਦਾ ਇਹ ਵੀ ਉੱਧਰ ਦੀ ਘੁੰਮ ਕੇ ਚੱਲਦੇ ਜੀ, ਇਹ ਨਹੀਂ ਜਾ ਹੁੰਦਾ ਜੀ। ਉਦੋਂ ਤਾਂ ਆਪਣੇ ਲੋਕੀ $20 ਨੂੰ ਬਿਲਕੁਲ ਕਰਦੇ ਆ ਜੀ, ਬਿਲਕੁਲ ਕਰਦੇ ਆ। ਸਾਲ ਪਹਿਲਾਂ $800 ਦੀ ਲੋਕ 900 ਦੀਆਂ ਚਾਈਨਾ ਸੌਦਰਨ ਜੇ ਉਹ ਖਰੀਦ ਕੇ ਬਹਿ ਜਾਂਦੇ। ਤਰਲੋਚਨ ਸਿੰਘ ਜੀ, ਲਾਈਨ ਨੰਬਰ 2। ਵੀਰ ਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਇੱਕ ਬਸ ਛੋਟੀ ਜਿਹੀ ਗੱਲ ਕਹਿਣੀ ਸੀਗੀ ਜੀ। MP ਸਾਹਿਬ ਕਹਿ ਕੇ ਗਏ ਸੀਗੇ ਜੀ ਵੀ ਲੋਕਾਂ ਨੂੰ ਘੱਲਣੀ ਪੈਣੀ ਆ, ਲੋਕਾਂ ਨੂੰ ਆਪ ਨੂੰ ਕੁਛ ਕਰਨਾ ਪੈਣਾ। ਠੀਕ ਹੈ ਜੀ। ਹੁਣ ਤੁਹਾਨੂੰ ਵੋਟਾਂ ਪਾ ਕੇ ਲੋਕਾਂ ਨੇ ਜਿਤਾਤਾ, MP ਬਣਾਤਾ, ਹੁਣ ਇਹਦੇ ਉੱਤੇ ਹੋਰ ਘੱਲਣਾ ਕੀ ਕਹੀ ਜਾਣ, ਲੋਕੀ ਕਰੀ ਜਾਣ। ਹੁਣ ਕੱਲਾ ਜਾਣਾ ਜਾ ਕੇ ਲੋਕਾਂ ਸਰਕਾਰਾਂ ਕੋਲੇ ਤਾਂ ਜਾ ਨਹੀਂ ਸਕਦਾ, ਸਰਕਾਰ ਕੋਲੇ ਜਾਣਾ ਕਿਹਨੇ ਆ ਜੀ? MP ਨੇ ਜਾਣਾ। ਲੋਕਾਂ ਦੀ ਦੁੱਖ ਤਕਲੀਫ ਕਿਹਨੇ ਦੱਸਣੀ ਆ? ਜਿਹੜਾ ਚੁਣਿੰਦਾ ਲੋਕਾਂ ਦਾ ਚੁਣਿਆ ਵਾ MP ਆ, ਉਹਨੇ ਜਾਣਾ ਜੀ। ਠੀਕ ਹੈ ਜੀ। ਨੰਬਰ 2 ਤੇ ਇੱਕ ਛੋਟੀ ਜਿਹੀ ਹੋਰ ਗੱਲ ਸੀ। MP ਸਾਹਿਬ ਕਹਿੰਦੇ ਵੀ ਮੈਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਸਾਈਨ ਵਗੈਰਾ ਕੀਤੇ ਆ, ਜਾਂ ਮੈਨੂੰ ਦੱਸ ਦੇਣਾ। ਠੀਕ ਹੈ ਜੀ। MP
MP ਸਾਹਿਬ ਨੂੰ ਇਹ ਤਾਂ ਪਤਾ ਸੀ ਨਾ, ਪੰਜਾਬੀ ਕਮਿਊਨਿਟੀ ਦੇ ਵਿੱਚ ਰਹਿੰਦੇ ਆ, ਥੋੜੇ ਡਿਫਰੈਂਟ ਹੈਗਾ ਪਰ ਹੈ ਉਸ ਨਾਲ ਰਿਲੇਟਡ ਸਮਝ ਲਓ ਤੁਸੀਂ। MP ਸਾਹਿਬ ਨੂੰ ਇਹ ਤਾਂ ਪਤਾ ਸੀ ਵੀ 7 ਸਾਲਾਂ ਤੋਂ LMO ਵਿਕਦੀਆਂ ਪੰਜਾਬੀ ਕਮਿਊਨਿਟੀ ਨਾਲ ਰਿਲੇਟਡ MP, ਉਹਦੇ ਤੇ ਇਹਨਾਂ ਨੇ ਫਿਰ ਕਿਉਂ ਨਹੀਂ ਕੁਛ ਕੀਤਾ? ਇਹਨਾਂ ਨੂੰ ਪਤਾ ਹੁੰਦੇ ਸੁਣਦੇ ਵੀ ਉਹ ਤੁਹਾਡੇ ਇੱਕ ਦਿਨ ਪਹਿਲਾਂ ਮੈਂ ਗੱਲ ਸੁਣੀ ਸੀ, ਇੱਕ ਕੁੜੀ ਨੇ ਕਿਹਾ ਸੀ, ਕਹਿੰਦੀ ਮੈਂ ਵੀ ਅਸੀਂ ਗਏ ਸੀਗੇ MP ਸਾਹਿਬ ਕੋਲੇ ਆਫਿਸ 'ਚ, ਉਹ ਕਹਿੰਦੇ ਜੀ ਤੁਹਾਡੇ ਕੋਲੇ ਪੈਸੇ ਇੰਨੇ ਹੈ ਨਹੀਂਗੇ ਤੇ ਤੁਸੀਂ ਥੋੜੇ ਪੈਸੇ ਦੇ ਦਿਓ, ਮੈਂ ਅਰੇਂਜਮੈਂਟ ਕਰਾ ਦੇਣਾ ਵੀ। ਫਿਰ ਤੁਹਾਨੂੰ ਲੋਕਾਂ ਨੇ ਵੋਟਾਂ ਜਿਹੜੀ ਗੱਲੋਂ ਪਾਈਆਂ ਜੀ। ਬਿਲਕੁਲ ਜੀ, ਥੈਂਕ ਯੂ ਵੀਰ ਜੀ। ਗੁਰਮੁਖ ਸਿੰਘ ਜੀ ਦਿਓਲ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਦੇਖੋ ਜਿਹੜੀ ਗੱਲਬਾਤ ਹੋਈ ਆ ਚਲੋ ਵਧੀਆ ਹੋਈ, ਪਰ ਇਹਦੇ ਵਿੱਚ ਜਿਹੜੀ ਸਾਰੀ ਗੱਲਬਾਤ ਦੇ ਵਿੱਚ ਆ ਵੀ MP ਸਾਹਿਬ, ਮੈਂਬਰ ਪਾਰਲੀਮੈਂਟ ਭਾਵੇਂ ਇਹ ਹੋਣ ਭਾਵੇਂ ਦੂਜੇ ਹੋਣ, ਇਹਨਾਂ ਨੂੰ ਇਸ ਇਸ਼ੂ ਦਾ ਤਾਂ ਪਹਿਲਾਂ ਪਤਾ ਆ ਨਾ ਵੀ ਲੋਕਾਂ ਦੀ ਕੀ ਸਮੱਸਿਆ ਆ। ਜੀ ਜੀ। ਹੁਣ ਜਦੋਂ ਤੁਸੀਂ ਸਾਰੀ ਪਹਿਲਾਂ ਗੱਲਬਾਤ ਚੱਲਦੀ ਸੀਗੀ ਫਲਾਈਟਾਂ, ਮੰਨ ਲਓ ਉਹਨਾਂ ਨਾਲ ਜੋ ਕੌਂਟਰੈਕਟ ਜੋ ਵੀ ਇਹਨਾਂ ਦਾ ਚੱਲਦਾ ਇੰਡੀਅਨ ਸਟੇਟ ਦਾ, ਇਹਦੀ ਕੈਨੇਡੀਅਨ ਦਾ, ਇਹ ਨਾਲੋਂ ਨਾਲ ਮੰਨ ਲਓ ਵੀ ਲੋਕਾਂ ਦਾ ਹੀ ਕਿਉਂ ਹਰ ਵਾਰ ਵੀ ਪ੍ਰੈਸ਼ਰ ਲੋਕ ਕਰਨ ਵੀ ਇਹਨਾਂ ਨੂੰ ਆਪਣੇ ਲੋਕਾਂ ਦੀਆਂ ਲੋੜਾਂ ਦਾ ਪਤਾ ਨਹੀਂ ਹੈਗਾ ਮੈਂਬਰ ਪਾਰਲੀਮੈਂਟ ਨੂੰ। ਉਹ ਪਹਿਲਾਂ ਤੁਸੀਂ ਹੁਣ ਉਹ ਚੀਜ਼ ਹੋ ਚੁੱਕੀ ਆ, ਉਸ ਤੋਂ ਬਾਅਦ ਹੁਣ ਤੁਸੀਂ ਫਿਰ ਇਹ ਲੋਕਾਂ ਨੂੰ ਇੱਕ ਸਿਰਫ ਉਦਾਂ ਹੀ ਸਿੰਪਥੀ ਤੌਰ ਤੇ ਮੈਂ ਤੁਹਾਡੇ ਨਾਲ ਆ, ਇਹ ਇਦਾਂ ਇਸ ਤਰ੍ਹਾਂ ਨਹੀਂ ਹੁੰਦਾ, ਤਾਂ ਹੀ ਤਾਂ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ। ਤੁਸੀਂ ਉਹ ਪਹਿਲਾਂ ਹੀ ਲੋਕਾਂ ਨੂੰ ਵੀ ਆਹ ਭਾਈ ਤੁਹਾਡੇ ਨਾਲ ਹੋਣ ਲੱਗਾ, ਧੱਕਾ ਹੋਣ ਲੱਗਾ ਵੀ ਇਸ ਤੋਂ ਪਹਿਲਾਂ ਆਪਾਂ ਲਾਮਬੰਦ ਹੋਈਏ, ਆਪਾਂ ਇਦਾਂ ਕਰ ਸਕਦੇ ਹਾਂ। ਕਿਉਂਕਿ ਇਹਨਾਂ ਕੋਲ ਹੁਣ ਹਰ ਵਾਰ ਅਸੀਂ ਹਰ ਇਸ਼ੂ ਦੇ ਉੱਤੇ ਬੇਸ਼ੱਕ ਇੱਥੇ ਆਪਣੇ ਲੋਕਲ ਇਸ਼ੂ ਹੋਣ, ਆਪਾਂ ਨੂੰ ਇਹ ਕੀਤਾ ਜਾਂਦਾ ਵੀ ਤੁਸੀਂ ਪਹਿਲਾਂ ਇਕੱਠੇ ਹੋਵੋ ਫਿਰ ਇਹ ਹੱਲ ਹੋਣਾ। ਇਸ ਤਰ੍ਹਾਂ ਥੋੜ੍ਹਾ ਚੱਲਦੇ ਹੁੰਦੇ ਕੰਮ। ਹੁਣ ਨਾ ਤਾਂ ਲੋਕਾਂ ਨੇ ਉੱਥੇ 2 ਨੰਬਰ 'ਚ ਜਾਣਾ ਆ ਵੀ ਜਿਹੜਾ ਵੀ ਉਹ ਘੁੰਮ ਕੇ ਦੂਜੇ ਤੀਜੇ ਪਾਸੇ ਜਾਈ ਜਾਣ, 3-3 4-4 ਹਜ਼ਾਰ ਦੀਆਂ ਟਿਕਟਾਂ ਆ। ਹੁਣ ਇਹਨਾਂ ਨੂੰ ਤਾਂ ਆਪ ਸੋਚਣਾ ਚਾਹੀਦਾ ਵੀ ਉਹਦਾ ਸੋਲਿਊਸ਼ਨ ਇਹਨਾਂ ਨੇ ਕੱਢਣਾ, ਪਰ ਇਹ ਮੰਨ ਲਓ ਲੋਕਾਂ ਤੇ ਲਿਆ ਕੇ ਗੱਲ ਛੱਡ ਦਿੱਤੀ। ਮੇਰੇ ਖਿਆਲ ਦੇ ਨਾਲ ਉਹ ਜਿਹੜੇ ਤੁਹਾਡੇ ਗੈਸਟ ਹੈਗੇ ਦੂਜੇ ਮੁੰਡੇ ਜਿਹੜੇ ਕਰਦੇ ਆ, ਉਹ ਬਹੁਤ ਵਧੀਆ ਕਰ ਰਹੇ ਸੀਗੇ। ਉਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ। ਇਹ ਜਦੋਂ ਉਹ ਕਰਦੇ ਇਹਨਾਂ ਨੇ, ਉਹ ਪੰਜਾਬ ਵਾਲੇ MP ਆ ਜਾਂ ਉਹਦੀ ਪੰਜਾਬ ਦੀ ਗੌਰਮੈਂਟ ਆ ਜਾਂ ਇੰਡੀਅਨ ਗੌਰਮੈਂਟ, ਉਹਦੇ ਨਾਲ ਇਹਨਾਂ ਨੂੰ ਪਹਿਲਾਂ ਲਿੰਕ ਬਣਾਉਣੇ ਚਾਹੀਦੇ ਆ। ਹੁਣ ਇੱਕ ਹੋਰ ਇਹਦੇ ਵਿੱਚ ਜ਼ਿਆਦਾਤਰ ਇਸ਼ੂ ਬਣਾ ਦਿੱਤਾ ਜਾਂਦਾ ਵੀ ਸਿੱਖਾਂ ਦਾ ਜਾਂ ਕੈਨੇਡਾ ਦੇ ਸਿੱਖਾਂ ਦਾ ਕੋਈ ਮਸਲਾ ਆ। ਸਿੱਖਾਂ ਦਾ ਤਾਂ ਜਾਂ ਮੰਨ ਲਓ ਕੋਈ ਰੈਫਰੈਂਡਮ ਦਾ, ਮੰਨ ਲਓ ਉਹ ਤਾਂ ਅਮਰੀਕਾ ਦੇ ਵਿੱਚ ਵੀ ਚੱਲਦਾ, ਇੰਗਲੈਂਡ ਵੀ ਚੱਲਦਾ, ਸਾਰੇ ਯੂਰਪ ਚੱਲਦਾ। ਉਹ ਕੈਨੇਡਾ ਦੇ ਸਿੱਖਾਂ ਦਾ ਇਕੱਲਿਆਂ ਦਾ ਕਿੱਦਾਂ ਰੌਲਾ ਉਹਦੇ ਨਾਲ ਹੋ ਗਿਆ? ਕਿਉਂਕਿ ਜਦ ਦੂਜੀਆਂ ਕੰਟਰੀਆਂ ਨੂੰ ਤੁਸੀਂ ਅਲਾਓ ਕਰਦੇ ਆ, ਫਿਰ ਇਹ ਮਤਲਬ ਕੈਨੇਡੀਅਨ ਸਿੱਖਾਂ ਦਾ ਕਿੱਦਾਂ ਇਕੱਲਿਆਂ ਦਾ ਰੌਲਾ ਰਹਿ ਗਿਆ ਨਾ, ਵੀ ਉੱਥੇ ਵੀ ਤਾਂ ਉਹੀ ਕੁਛ ਨਾਲੇ ਦਿਓਲ ਸਾਹਿਬ ਰਿਟੈਲੀਏਟ ਕਰਕੇ ਨਹੀਂ ਕੁਛ ਬਣਨਾ ਵੀ ਅਸੀਂ ਦਿੱਲੀ ਨੂੰ ਬਾਈਕਾਟ ਕਰ ਗਏ, ਅੰਮ੍ਰਿਤਸਰ ਉਤਰਨ ਲੱਗ ਜਾਈਏ। ਉਹਨੇ ਕੁਛ ਨਹੀਂ ਸਵਾਰਨਾ, ਸੌਰੀ ਟੂ ਸੇ। ਉਹ ਜਿਹੜੇ ਇਦਾਂ ਦੀ ਸੋਲਿਊਸ਼ਨ ਦਿੰਦੇ ਆ, ਉਹ ਬੰਦਿਆਂ ਨੂੰ ਇਸ ਤਰ੍ਹਾਂ ਦੀ ਨਹੀਂ ਦੇਣੀ ਚਾਹੀਦੀ। ਇਹ ਥੋੜਾ ਜਿਹਾ ਘੁੰਮ ਫਿਰ ਕੇ ਦੂਜੇ ਪਾਸੇ, ਕਿਉਂਕਿ ਅਸੀਂ ਕੋਈ ਮੰਨ ਲਓ ਕਿ 2 ਨੰਬਰ ਤੇ ਜਾਣਾ ਆ, ਅਸੀਂ ਆਪਣੇ ਲੋਕ ਤਾਂ ਇੱਥੇ ਇੰਨੇ ਮੰਨ ਲਓ ਘੁੰਮ ਕੇ ਜਿਹੜੀ ਤੁਸੀਂ ਚਾਈਨਾ ਕਹਿੰਦੇ, ਉਹ ਤਾਂ ਘੱਟੋ ਘੱਟ ਅੱਗੇ ਲੋਕਾਂ ਨੂੰ ਇਹ ਹੁੰਦਾ ਹੈਗਾ। ਸਾਡੇ ਤਾਂ ਬਜ਼ੁਰਗ ਉੱਤੇ ਵੀਲ ਚੇਅਰ ਵੀ ਤਾਂ ਹੀ ਲੈਂਦੇ ਆ ਵੀ ਉਹਨਾਂ ਨੂੰ ਮੰਨ ਲਓ ਕਮਿਊਨੀਕੇਟ ਦੀ ਪ੍ਰੋਬਲਮ ਨਾ ਹੋਵੇ, ਤੇ ਇਹਨਾਂ ਨੂੰ ਅਸੀਂ ਹੋਰ ਪਾਸੇ ਦੀ ਘੁਮਾਉਣ ਲੱਗੇ ਹਾਂ। ਮੇਰੇ ਖਿਆਲ ਨਾਲ ਇਹਨਾਂ ਨੂੰ ਆਪਣੀ ਡਿਊਟੀ ਦੇਖਣੀ ਚਾਹੀਦੀ ਤੇ ਮੰਨ ਲਓ ਇਹਨੀ ਜਿੱਥੇ ਗਲਤੀਆਂ ਕੀਤੀਆਂ ਉਹਨਾਂ ਨੂੰ ਸੁਧਾਰਨਾ ਚਾਹੀਦਾ। ਬਿਲਕੁਲ ਜੀ। ਨਾਲੇ ਉਹ ਰਿਟੈਲੀਏਸ਼ਨ ਨਾਲ ਕੀ ਦਿੱਲੀ ਅਸੀਂ ਅੰਮ੍ਰਿਤਸਰ ਸਾਹਿਬ ਜਾਣ ਲੱਗ ਜੀਏ ਤਾਂ ਕੀ ਦਿੱਲੀ ਵਾਲੇ ਸਾਡੇ ਨੂੰ ਭਲਾ ਗੁਜ਼ਾਰਨਗੇ? ਉਹ ਦਿੱਲੀ ਵਾਲੇ ਫੇਰ ਘਟਾ ਦੇਣਗੇ, ਲੋਕਾਂ ਨੇ ਫਿਰ ਦਿੱਲੀ ਨੂੰ ਸ਼ੁਰੂ ਹੋ ਜਾਣਾ। ਦਲਵੀਰ ਸਿੰਘ ਜੀ, ਲਾਈਨ ਨੰਬਰ 4। ਹਾਂਜੀ ਗਿੱਲ ਸਾਹਿਬ, ਚਲੋ ਠੀਕ ਆ, ਜੋ ਕੁਛ ਵੀ ਆ ਤੁਸੀਂ ਕਰ ਰਹੇ ਹੋ। ਇੱਕ ਗੱਲ ਮੈਂ ਥੋੜੇ ਜਿਹਾ ਸਮੀਰ ਉਹਨਾਂ ਨੂੰ ਵੀ ਕਹਿਣੀ ਚਾਹੁੰਦਾ ਆ। ਉਹਨਾਂ ਨੂੰ ਤੁਸੀਂ ਵੀ ਬਾਰ-ਬਾਰ ਇਹਨਾਂ ਨੂੰ ਪੁੱਛਿਆ, ਉਹ ਇੱਕ ਦਿਨ ਕਹਿ ਕੇ ਗਏ ਸੀ ਵੀ ਉਹਨਾਂ ਨੇ 6 ਏਅਰਪੋਰਟ ਨੂੰ ਸਵਾਏ ਹੋਰ 7 ਦੀ ਮੰਗ ਇਹ ਨਹੀਂ ਕੀਤੀ, ਪਰ ਇਹ ਕਹਿੰਦੇ ਅਸੀਂ ਕੀਤੀ ਆ, ਹਨਾ। ਪਰ ਮੈਨੂੰ ਇੱਕ ਆਪਾਂ ਚਲੋ ਮੈਂ ਵੀ ਆਮ ਨਾਟ ਫੈਨ ਆਫ ਮਿਸਟਰ ਧਾਲੀਵਾਲ ਈਦਰ, ਪਰ ਮੈਂ ਇਹ ਗੱਲ ਕਰਦਾ ਵੀ ਇਹਦੇ ਵਿੱਚ ਲਿਬਰਲ ਗਵਰਨਮੈਂਟ ਦਾ ਇਹਦੇ ਵਿੱਚ ਕੀ ਬੈਨੀਫਿਟ ਹੋ ਸਕਦਾ ਵੀ ਜੀ ਉਹ ਕਹਿਣਗੇ ਜੀ ਤੇ ਉੱਥੇ ਅੰਮ੍ਰਿਤਸਰ ਨੂੰ ਫਲਾਈਟ ਨਾ ਲੱਗੇ। ਆਪਾਂ ਚਲੋ ਕ੍ਰਿਟੀਕਲ ਤਾਂ ਹੋਣੇ ਚਾਹੀਦੇ ਜ਼ਰੂਰ ਇਹਦੇ ਵਿੱਚ। ਓਬਵੀਅਸਲੀ ਉਹਨਾਂ ਦਾ ਬੈਨੀਫਿਟ ਤਾਂ ਇਹਦੇ ਵਿੱਚ ਕੋਈ ਹੈ ਨਹੀਂ ਪੰਜਾਬੀਆਂ ਨੂੰ ਗੁੱਸੇ ਕਰਕੇ, ਇਹ ਤਾਂ ਮੈਂ ਅੰਡਰਸਟੈਂਡ ਕਰਦਾ ਜੀ, ਬਿਲਕੁਲ ਠੀਕ ਹੈ। ਮੈਂ ਉਹੀ ਗੱਲ ਕਰਦਾ, ਉਹਨਾਂ ਨੇ ਸ਼ੋਰਲੀ ਜ਼ਰੂਰ ਕੀਤਾ ਹੋਊਗਾ, ਪਰ ਉਹਨਾਂ ਨੂੰ ਪ੍ਰੋਬਲਮ ਇਹ ਹੈ, ਤੁਹਾਨੂੰ ਵੀ ਪਤਾ ਹੈ ਹੁਣ ਉਹਨਾਂ ਦਾ ਕੈਨੇਡਾ ਅੱਖ ਵੱਲ ਦੇਖੋ, ਜਿਹੜਾ ਵੀਜ਼ਾ ਜਾਂ ਖਰਾਬੀ ਕਾਹਤੇ ਕਰ ਰਹੇ ਆ, ਬਾਕੀ ਸਾਰੀ ਕੰਟਰੀਆਂ ਦੀ ਖੁੱਲਾ, ਕੈਨੇਡਾ ਲਈ ਨਹੀਂ ਖੁੱਲਾ, ਕਾਹਤੇ ਨਹੀਂ ਖੁੱਲਾ, ਉਹ ਖਰਾਬ ਕਰ ਰਹੇ ਆ, ਨਥਿੰਗ ਐਲਸ। ਜਿਹੜਾ ਘੁੰਮ ਕੇ ਕਿਸੇ ਨੇ ਨਹੀਂ ਜਾਣਾ ਨਾ, ਜਦੋਂ ਨਹੀਂ ਜੀ ਕਿਸੇ ਕੋਲ $20 ਨਹੀਂ ਛੱਡਦੇ ਆਪਾਂ, ਕਿਹਨੇ ਘੁੰਮ ਕੇ ਜਾਣਾ? ਦਿੱਲੀ ਤੋਂ ਗਿੱਲ ਸਾਹਿਬ ਉਹਦੇ ਕਨੈਕਟਿੰਗ ਫਲਾਈਟ ਕੋ ਅੰਮ੍ਰਿਤਸਰ ਨੂੰ ਹੈ ਨਹੀਂ, ਕਿਹੜਾ 에ਅਰਪੋਰਟ ਤੇ ਟੈਚੀ ਰੱਖ ਕੇ ਬੈਠਾ ਰਹੂਗਾ? ਕੀ ਕਰੂਗਾ? 에ਅਰਪੋਰਟ ਚੇਂਜ ਕਰਨਾ ਪਊ, 36 ਚੀਜ਼ਾਂ ਸਮਾਨ ਆਪਣੇ ਬਜ਼ੁਰਗਾਂ ਨੇ ਲੈਣਾ, ਇੱਕ ਵਾਰੀ ਤਾਂ ਉਹ ਮਸੀਂ ਵਿਚਾਰੇ ਜਾ ਕੇ। ਇਟਸ ਹਾਰਡ ਬਾਈ ਜੀ, ਇਟਸ ਹਾਰਡ। ਕੱਲ 에ਅਰ ਫਰਾਂਸ ਨੇ KLM ਵਾਲਿਆਂ ਨੇ ਫਲਾਈਟਾਂ ਕੈਂਸਲ ਕਰਤੀਆਂ, 에ਅਰ ਫਰਾਂਸ 'ਚ ਜਾ ਰਹੀਆਂ, ਦੋਨੇ ਇਕੱਠੀਆਂ 에ਅਰਲਾਈਨਾਂ, ਇੱਕ 'ਚ ਜਹਾਜ਼ ਤੂੜਿਆ ਪਿਆ ਸੀ।
ਗੱਲ ਕੀ ਕਰੇ 에ਅਰ ਫਰਾਂਸ ਤੋਂ 9.5 ਘੰਟੇ, ਪੈਰਿਸ 9.5 ਘੰਟੇ ਅੱਗੇ, 2 ਘੰਟੇ ਦਾ ਲੇਓਵਰ, 21ਵੇਂ ਘੰਟੇ ਦਿੱਲੀ ਉਤਰਦਾ ਬੰਦਾ ਆ ਕੇ। ਯੂਰਪ 'ਚ ਕਿਤੇ ਟ੍ਰਾਂਜ਼ਿਟ ਲੈ ਲਓ 21ਵੇਂ ਘੰਟੇ, 21 ਤੋਂ ਕਿੱਥੇ ਤੁਸੀਂ ਬਹਿਣਾ 13.5-14 ਘੰਟੇ 'ਚ ਦਿੱਲੀ ਸਿੱਧੇ। ਹੁਣ 에ਅਰ ਇੰਡੀਆ 'ਚ ਲੋਕ ਜਾਂਦੇ ਨੇ, ਉਹਦੀਆਂ ਸੀਟਾਂ ਦਾ ਰੌਲਾ ਤੇ ਜੇ ਤੇ ਉਹ ਉੱਥੇ ਪੰਗਾ। ਪਰ ਮੈਂ ਇੱਕ ਆਸ ਮੰਨਦਾ ਵੀ ਟਾਟਾ ਗਰੁੱਪ ਬਹੁਤ ਵੱਡਾ ਗਰੁੱਪ ਆ। ਜਹਾਜ਼ ਆਰਡਰ ਕਰਨ ਨੂੰ ਸਮਾਂ ਲੱਗਦਾ, ਇਹ ਸੌਖਾ ਨਹੀਂ ਹੈ। ਲੀਜ਼ ਕਰਨ ਨੂੰ ਸਮਾਂ ਲੱਗਦਾ। ਮੈਂ ਆਸਬੰਦ ਬਹੁਤ ਹੈ ਕਿ ਉਹ ਜਹਾਜ਼ ਸਹੀ ਕਰਤੇ ਤੇ ਉਹ ਜਹਾਜ਼ ਸਹੀ ਕਰ ਦੇਣ, ਪਰ ਉਹ ਦਿੱਲੀ ਤੱਕ ਹੀ ਹੈ। ਅੰਮ੍ਰਿਤਸਰ ਸਾਹਿਬ ਨੂੰ ਫਲਾਈਟ ਲਾਉਣਾ ਹਲੇ ਲੰਬਾ ਕੰਮ ਹੈ। ਇਹਦੇ 'ਤੇ ਹਾਂ ਪੈਰ ਗੱਡ ਕੇ ਹੀ ਖੜਨਾ ਪੈਣਾ, ਫਿਰ ਉਹ ਗਿੱਟੇ ਲੱਗਦੀ ਆ, ਗੋਡੇ ਲੱਗਦੀ ਆ। ਅਤੇ ਪਰ ਭਾਰਤ ਅਤੇ ਕੈਨੇਡਾ ਦੇ ਸੰਬੰਧ ਸੁਖਾਵੇਂ ਵੀ ਹੋ ਰਹੇ ਨੇ। ਜਿਹੜੀਆਂ ਟਰੀਟੀਜ਼ ਅਗਲੇ ਸਾਲ ਸਾਈਨ ਹੋ ਰਹੀਆਂ। ਕੱਲ੍ਹ ਮੈਲਨੀ ਜੋਲੀ ਨੇ ਵੀ, ਵਿਦੇਸ਼ ਮੰਤਰੀ ਨੇ ਕਿਹਾ ਵੀ ਅਸੀਂ ਇਹਦੇ 'ਤੇ ਬਿਲੀਅਨ ਡਾਲਰ ਸਪੈਂਡ ਕਰ ਰਹੇ ਹਾਂ। ਸਵੇਰੇ ਤੁਸੀਂ ਸੁਣਿਆ ਵੀ ਆ ਕੌਸ਼ਲ ਸਾਹਿਬ ਦੀ ਉਹਦੇ 'ਤੇ ਸ਼ੋਅ 'ਤੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਠੀਕ ਹੋ ਜਾਣਗੀਆਂ, ਸੰਬੰਧ ਠੀਕ ਹੋ ਜਾਣ, ਉਹਦੇ ਬਾਅਦ ਹੋ ਸਕਦਾ ਅੰਮ੍ਰਿਤਸਰ ਸਾਹਿਬ ਦੇ ਲਈ ਵੀ ਗੱਲ ਬਣ ਜਾਵੇ। ਪਰ ਉਹਦੇ 'ਤੇ ਲੌਬੀ ਪੂਰੀ ਕਰਨੀ ਪੈਣੀ ਹੈ, ਇਸ ਤਰ੍ਹਾਂ ਸੌਖਿਆ ਨਹੀਂ ਹੋਣਾ। ਇੰਗਲੈਂਡ ਵਾਲੇ ਕਿਉਂਕਿ ਫਲਾਈਟ ਨੇੜੇ ਆ, 7-8 ਘੰਟੇ ਦੀ ਫਲਾਈਟ ਆ, ਉਹਨਾਂ ਨੇ ਤਾਂ ਕਰਕੇ ਦਿਖਾਤਾ। 3 ਫਲਾਈਟਾਂ ਬਰਮਿੰਘਹੈਮ ਤੋਂ ਚੱਲਦੀਆਂ ਅੰਮ੍ਰਿਤਸਰ ਸਾਹਿਬ ਦੀ, 1 ਫਲਾਈਟ ਜਿਹੜੀ ਹੈ ਉਹ ਕਤਰ ਤੋਂ ਜਾ ਰਹੀ ਹੈ, ਐਮੀਰੇਟਸ ਦੀਆਂ ਜਾ ਰਹੀਆਂ, ਮਿਲਾਨ ਤੋਂ ਜਾ ਰਹੀਆਂ ਨੇ, ਰੋਮ ਤੋਂ ਜਾ ਰਹੀਆਂ ਨੇ। ਇਹ ਤਾਂ ਹੈ ਨਹੀਂ, ਵਰਲਡ ਕਲਾਸ ਏਅਰਪੋਰਟ ਹੈ। ਅੱਜ ਬੱਲੇ ਬੱਲੇ ਹੋਈ ਪਈ ਹੈ। ਨੇਤਾ ਜੀ ਸਾਰੇ ਆ ਰਹੇ ਨੇ ਪ੍ਰੋਗਰਾਮ 'ਚ। ਅਤੇ ਪਹਿਲਾਂ ਵੱਡੇ ਨੇਤਾ ਜੀ ਨਾਲ ਸੁਖ ਧਾਲੀਵਾਲ, ਉਹਨਾਂ ਨਾਲ ਓਟਵਾ ਤੋਂ, ਰਾਜਧਾਨੀ ਤੋਂ ਗੱਲ ਕੀਤੀ। ਹੁਣ ਸੂਬੇ ਦੀ ਰਾਜਧਾਨੀ ਤੋਂ ਆਨਰੇਬਲ ਮੰਤਰੀ ਸਾਡੇ ਹੈਰੀ ਮੇਨਜ਼, ਲੇਬਰ ਮਿਨਿਸਟਰ ਮੇਰੇ ਨਾਲ ਨੇ, ਉਹਨਾਂ ਨਾਲ ਗੱਲ ਕਰਦੇ। ਮੈਂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਕਹਿ ਰਿਹਾ ਸੀ ਨੇਤਾ ਜੀ, ਤੇ ਨੇਤਾ ਜੀ ਆ ਰਹੇ ਨੇ ਸ਼ੋਅ 'ਚ। ਦੇਖੋ ਇਹ ਡਿਊਟੀਜ਼ ਲੱਗੀਆਂ ਹੋਈਆਂ, ਮੈਂ ਆਪਣੇ ਆਪ ਨੂੰ ਨੇਤਾ ਨਹੀਂ ਕਦੀ ਕਹਾਉਂਦਾ ਜੀ। ਤੁਹਾਡਾ ਧੰਨਵਾਦ। ਡਿਊਟੀਜ਼ ਆਪੋ ਆਪਣੀਆਂ ਲੱਗੀਆਂ ਹੋਈਆਂ, ਇਹ ਰੱਬ ਕਿਸੇ ਨੂੰ ਮੌਕਾ ਦਿੰਦਾ ਜੀ। ਕਮਿਊਨਿਟੀ ਸਰਵ ਮੌਕਾ ਮਿਲਿਆ, ਹਾਂ ਮੌਕਾ ਮਿਲਿਆ ਤੇ ਅਸੀਂ ਜੋ ਕੁਛ ਉਸ ਮੌਕੇ ਦਾ ਫਾਇਦਾ ਕਰ ਸਕੀਏ ਉਹ ਕੋਸ਼ਿਸ਼ ਕਰ ਰਹੇ ਹਾਂ ਜੀ। ਮੈਂ ਸਾਹਿਬ ਬਹੁਤ ਬ੍ਰਿਟਿਸ਼ ਕੋਲੰਬੀਅਨਸ ਉਤਸੁਕਤ ਨੇ ਜਦ ਦੇ ਮੁੱਖ ਮੰਤਰੀ ਬਣੇ ਨੇ ਡੇਵਿਡ ਈਬੀ। ਵੱਡੇ ਐਲਾਨ ਜਿਹੜੇ ਉਹਨਾਂ ਵੱਲੋਂ ਹੋ ਰਹੇ ਨੇ, ਚਾਹੇ ਰੈਂਟਲ ਯੂਨਿਟਸ ਦੀ ਗੱਲ ਅਤੇ ਹੁਣ ਡਾਕਟਰਸ ਦੀ ਗੱਲ ਕਿਹਾ ਵੀ ਜਨਵਰੀ ਦੇ ਵਿੱਚ 90 ਹੋਰ ਰੈਜ਼ੀਡੈਂਸ਼ੀਅਲ ਪੋਜੀਸ਼ਨ ਦੇਣੀਆਂ ਨੇ। ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਦੀ ਗੱਲ ਚੱਲ ਰਹੀ ਹੈ। ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਕਾਮਿਆਂ ਦੇ ਆਲੇ ਦੁਆਲੇ, ਕਾਮਿਆਂ ਲਈ ਸਾਰੀ ਜ਼ਿੰਦਗੀ ਲੜੇ ਹੋ। ਮੈਨੂੰ ਇਸ ਗੱਲ ਦਾ, ਉਸ ਦਿਨ ਆਪਾਂ ਇਕੱਠੇ ਸੀ ਮਮਤਾ ਫਾਊਂਡੇਸ਼ਨ ਦੇ ਐਨੂਅਲ ਡਿਨਰ 'ਤੇ, ਜੱਟੁੱਟ ਸਾਹਿਬ ਨੇ ਚਰਨਪਾਲ ਗਿੱਲ ਉਹਨਾਂ ਨੂੰ ਉਹ ਕੁਰਸੀ ਦਿੱਤੀ ਕਿ ਇਹ ਚੇਅਰਮੈਨ ਦੀ ਕੁਰਸੀ ਅੱਜ ਤੱਕ ਮੈਂ ਦਿੱਤੀ ਨਹੀਂ, ਉਹਨਾਂ ਨੂੰ ਮਾਣ ਦਿੱਤਾ। ਨਾਲ ਤੁਹਾਡੀ ਵੀ ਗੱਲ ਕੀਤੀ ਵੀ 70 ਤੋਂ ਅਸੀਂ ਲੱਗੇ ਹੋਏ ਹਾਂ ਕਾਮਿਆਂ ਲਈ ਗੱਲ ਕਰਨ ਲਈ। ਲੰਮਾ ਸਮਾਂ ਜਦ ਚੰਗੇ ਦਿਨ ਆ ਜਾਂਦੇ ਨੇ ਕਈ ਵਾਰ ਅਸੀਂ ਭੁਲਾ ਜਾਂਦੇ ਹਾਂ, ਪਰ ਬਹੁਤ ਮਸ਼ੱਕਤਾਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ। ਅਤੇ ਤੁਹਾਡੇ ਅਧਿਕਾਰ ਖੇਤਰ 'ਚ ਨਵਾਂ ਕੀ ਹੋ ਰਿਹਾ ਜੀ? ਦੇਖੋ ਆਪਾਂ ਜੇ ਕੁਇਕਲੀ ਗਿੱਲ ਸਾਹਿਬ ਕਰੀਏ ਗੱਲ ਕਿ ਆ ਜਿਹੜੀ ਗਲੋਬਲ ਇਨਫਲੇਸ਼ਨ ਆ ਇਹਨੇ ਤਕਰੀਬਨ ਸਾਰੇ ਲੋਕਾਂ ਦੀ ਮੱਤ ਮਾਰ ਦਿੱਤੀ ਆ। ਇਨਫਲੇਸ਼ਨ ਬਹੁਤ ਵੱਧ ਗਈ, ਮਹਿੰਗਾਈ ਵੱਧ ਗਈ। ਪਰ ਜੇ ਆਪਾਂ ਦੇਖੀਏ ਨਾ, ਇੱਕ ਰਿਪੋਰਟ ਆਈ ਪਿੱਛੇ ਜਿਹੇ CCPA ਦੀ, ਉਹ ਕਹਿੰਦੇ ਕਿ ਜੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਕਦਮ ਨਾ ਲਏ ਹੁੰਦੇ ਤਾਂ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋਣੀ ਸੀ ਬਾਕੀ ਸੂਬਿਆਂ ਵਾਂਗ। ਉਹ ਹੁਣ ਆਪਾਂ ਜੇ ਆਪਾਂ ਪਿੱਛੇ ਕੁਇਕਲੀ ਆਪਾਂ ਹਾਈਲਾਈਟ ਜਿਹੜੇ ਮੇਰੇ ਜ਼ਿੰਮੇਵਾਰੀਆਂ ਲੱਗੀਆਂ ਸੀ ਵਰਕਰਾਂ ਦੀ ਸਾਈਡ ਦੇ ਉੱਤੇ, ਵੱਡੀ ਗੱਲ ਹਮੇਸ਼ਾ ਮੈਂ ਪਹਿਲਾਂ ਲੈ ਕੇ ਤੁਰਿਆ ਕਿ ਵਰਕਰ ਦੀ ਹੈਲਥ ਐਂਡ ਸੇਫਟੀ ਕੰਮ ਦੇ ਉੱਤੇ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਤੇ ਕਿਉਂਕਿ ਮੈਂ ਚਾਹੁੰਦਾ ਕਿ ਔਰ ਮੇਰਾ ਗੋਲ ਆ ਕਿ ਕੰਮ ਤੇ ਜਦੋਂ ਵਰਕਰ ਜਾਂਦਾ ਤੇ ਵਾਪਸ ਆਪਣੀ ਫੈਮਿਲੀ ਵਿੱਚ ਉਸੇ ਸ਼ੇਪ 'ਚ ਵਾਪਸ ਆਵੇ। ਤੇ ਉਹਦੇ ਵਾਸਤੇ ਫਿਰ ਉੱਥੇ ਕਾਨੂੰਨ ਬਣਾਏ ਜਾਂਦੇ ਆ, ਇੰਪਰੂਵਮੈਂਟ ਕੀਤੀਆਂ ਜਾਂਦੀਆਂ। ਸੋ ਆਪਾਂ ਕੁਇਕਲੀ ਜੇ ਦੱਸੀਏ ਕਿ ਵਰਕਰ ਜਦੋਂ ਸੱਟ ਲੱਗਦੀ ਕੰਮ ਤੇ ਨਾ, ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰਦੇ ਕਿ ਉਹਦੇ ਸੱਟ ਲੱਗੇ ਨਾ, ਬਿਮਾਰੀ ਨਾ ਲੱਗੇ ਕੰਮ ਤੋਂ। ਉਹਦੇ ਨਾਲ ਅਸੀਂ ਉਹ ਟ੍ਰੇਨਿੰਗ ਤੇ ਇਨਫੋਰਸਮੈਂਟ ਕਾਫੀ ਵਧਾਇਆ ਜੀ। ਤੇ ਜੇ ਕਿਤੇ ਸੱਟ ਲੱਗ ਵੀ ਜਾਏ ਤਾਂ ਫਿਰ ਇਹ ਹੁੰਦਾ ਕਿ ਉਹ ਜਿਹੜਾ ਵਰਕਰ ਕੰਪਨਸੇਸ਼ਨ ਸਿਸਟਮ ਆ ਬੜਾ ਕੰਪਲੀਕੇਟਡ ਆ, ਕੰਪਲੈਕਸ ਆ, ਕਿ ਵਰਕਰ ਨੂੰ ਰਿਸਪੈਕਟ ਤੇ ਡਿਗਨਿਟੀ ਦੇ ਨਾਲ ਉਹਨੂੰ ਟ੍ਰੀਟਮੈਂਟ ਮਿਲੇ। ਉਹ ਸੋ ਉਹਦੇ ਵਾਸਤੇ ਆਪਾਂ ਕਾਫੀ ਚੇਂਜਸ ਲਿਆਂਦੀਆਂ। ਪਹਿਲਾਂ ਤਾਂ ਵਰਕ ਸੇਫ ਨੇ ਉਹਨਾਂ ਦਾ ਬੋਰਡ ਆਪਾਂ ਚੇਂਜ ਕੀਤਾ, ਫਿਰ ਉਹਨਾਂ ਦਾ ਨਵਾਂ ਹੁਣ CEO ਆਏ ਆ, ਤੇ ਕਲਚਰ ਚੇਂਜ ਹੋ ਰਿਹਾ ਉੱਥੇ ਕਿ ਵਰਕਰ ਸੈਂਟਰਿਕ ਪ੍ਰੋਗਰਾਮ ਬਣਾਇਆ ਜਾਵੇ ਉਹ ਸਾਰਾ ਸਿਸਟਮ ਜੀ। ਤੇ ਕਿ ਜਦੋਂ ਵਰਕਰ ਨੂੰ ਸੱਟ ਲੱਗ ਜਾਏ ਤੇ ਉਹਨਾਂ ਨੂੰ ਉਹ ਡਿਪੈਂਡ ਕਰ ਸਕਣ ਉਸ ਵੇਲੇ, ਕਿਉਂਕਿ ਬੜੀ ਮੁਸ਼ਕਿਲ ਦੀ ਘੜੀ ਹੁੰਦੀ ਆ ਵਰਕਰ ਵਾਸਤੇ ਉਹ। ਸੋ ਉਹਦੇ ਵਾਸਤੇ ਆਪਾਂ ਕੀ ਕੀਤਾ,
ਜੀ। ਇੱਕ ਤਾਂ ਅਸੀਂ ਪਹਿਲਾਂ ਦੇਖੋ ਕਿ ਜਿਹੜੇ ਯੰਗ ਵਰਕਰ ਸਾਡੇ ਸੀਗੇ, ਉਹ BC ਇੱਕ ਇਹੋ ਜਿਹਾ ਸੂਬਾ ਸੀਗਾ ਜਿੱਥੇ ਕਿ 12 ਸਾਲ ਦੇ ਬੱਚੇ ਕੋਈ ਵੀ ਕੰਮ ਜਿੰਨਾ ਮਰਜ਼ੀ ਉਹ ਖਤਰਨਾਕ ਉੱਥੇ ਕਰ ਸਕਦੇ ਸੀ ਜਦੋਂ ਆਪਣੀ ਸਰਕਾਰ ਬਣੀ ਆ। ਔਰ ਇੰਟਰਨੈਸ਼ਨਲ ਯੂਨਾਈਟਿਡ ਨੇਸ਼ਨਸ ਔਰ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਨੂੰ ਪਹਿਲੀ ਸਰਕਾਰ ਨੂੰ ਬੜੀਆਂ ਝਾੜਾਂ ਪਾਈਆਂ, ਪਰ ਉਹਨੇ ਪਰਵਾਹ ਨਹੀਂ ਕੀਤੀ। ਸੋ ਅਸੀਂ ਉਹ ਯੰਗ ਵਰਕਰਾਂ ਦੀ ਹੈਲਥ ਐਂਡ ਸੇਫਟੀ ਨੂੰ ਇੰਪਰੂਵ ਕਰਨ ਵਾਸਤੇ ਅਸੀਂ ਉਹ ਜਿਹੜੀ ਜਨਰਲ ਜਿਹੜੀ ਏਜ ਹੈਗੀ ਆ ਕੰਮ ਕਰਨ ਦੀ, ਉਹ 12 ਤੋਂ ਵਧਾ ਕੇ 16 ਕਰ ਦਿੱਤੀ ਆ। ਤੇ ਨਾਲ ਇਹ ਕਰ ਦਿੱਤਾ ਕਿ 14 ਤੇ 15 ਸਾਲ ਵਾਲੇ ਕੁਝ ਲਾਈਟ ਡਿਊਟੀ ਕੰਮ ਹੈ ਉਹ ਵੀ ਕਰ ਸਕਦੇ ਆ, ਤੇ 16 ਤੋਂ 19 ਤੋਂ ਕੋਈ ਜਿਹੜੇ ਜ਼ਿਆਦਾ ਡੇਂਜਰਸ ਕੰਮ ਹੈ ਉਹ 16 ਤੋਂ 19 ਵਾਲੇ ਵੀ ਉਹ 19 ਸਾਲ ਵਾਲੇ ਕਰ ਸਕਣ। ਜਿਸ ਤਰ੍ਹਾਂ ਕਿ ਲੌਗਿੰਗ ਦਾ ਕੰਮ ਲੈ ਲਓ, ਅੰਡਰਗਰਾਊਂਡ ਮਾਈਨਿੰਗ ਹੁੰਦੀ ਆ ਜਿੱਥੇ ਆਹ ਜਾਨਵਰਾਂ ਦਾ ਝਟਕਾ ਹੁੰਦਾ, ਉਹੋ ਜਿਹੀਆਂ ਬੜੀਆਂ ਖਤਰਨਾਕ ਚੇਨ ਸਾਹ ਜਿੱਥੇ ਆਪਰੇਟ ਹੁੰਦੇ ਆ, ਉਹੋ ਜਿਹੀਆਂ ਚੀਜ਼ਾਂ ਤੋਂ ਵੀ ਉਹਨਾਂ ਨੂੰ ਨਾ ਹੱਲੇ ਕੰਮ ਤੇ ਦਿੱਤਾ ਜਾਵੇ। ਇੱਕ ਇਹ ਹੋ ਗਿਆ। ਦੂਸਰਾ ਜਿਹੜਾ ਹੈਗਾ ਕਿ ਆਪਣੇ ਸਾਡੇ ਫਾਇਰ ਫਾਈਟਰਸ ਹੈਗੇ ਆ, ਉਹ ਕਿਉਂਕਿ ਤੁਹਾਨੂੰ ਪਤਾ ਬਿਲਡਿੰਗ ਜਾਂਦੇ ਆ, ਬੜਾ ਡੇਂਜਰਸ ਉਹਦੇ ਵਿੱਚ ਮਟੀਰੀਅਲ ਹੁੰਦਾ, ਉਹਨਾਂ ਫਿਊਮਸ ਬੜੀਆਂ ਖਤਰਨਾਕ ਗੈਸਿਸ ਬਣਦੀਆਂ, ਔਰ ਉਹ ਬਹੁਤ ਪ੍ਰੂਵ ਹੋ ਚੁੱਕਾ ਸੀ ਕਿ ਕਈ ਕੈਂਸਰਸ ਉਹਨਾਂ ਨੂੰ ਲੱਗ ਜਾਂਦੀਆਂ ਸੀ। ਅਸੀਂ ਤਕਰੀਬਨ 18 ਕੈਂਸਰਸ ਆ ਜਿਹੜੀਆਂ ਉਹ ਪ੍ਰਸਿਊਮ ਕਰ ਲਈਆਂ ਕਿ ਇਹ ਕੰਮ ਤੇ ਹੀ ਹੁੰਦੀਆਂ, ਔਰ ਉਹਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਪਏਗੀ ਕਿ ਇਹ ਕੰਮ ਤੇ ਹੋਈ ਆ, ਕਿਉਂਕਿ ਪ੍ਰੂਵ ਕਰਨ ਵੇਲੇ ਬੜਾ ਟਾਈਮ ਲੱਗ ਜਾਂਦਾ ਸੀ। ਉਹ ਮੁੜ ਕੇ ਦੁਬਾਰਾ ਉਹਨਾਂ ਨੂੰ ਉਸ ਵੇਲੇ ਦਾ ਇਲਾਜ ਚਾਹੀਦਾ ਸੀਗਾ, ਸੋ ਉਹ ਆਪਾਂ ਕਰ ਲਿਆ। ਫਿਰ ਆਪਾਂ ਨੂੰ ਪਤਾ ਆਪਣੀ ਕਮਿਊਨਿਟੀ ਵਿੱਚ ਵੀ ਆ, ਸਾਰੀਆਂ ਕਮਿਊਨਿਟੀਆਂ ਵਿੱਚ ਹੈਗਾ, ਸੈਕਸ਼ੂਅਲ ਤੇ ਡੋਮੈਸਟਿਕ ਵਾਇਲੈਂਸ ਹੁੰਦੀ ਆ ਜੀ। ਉਹ ਜਿਹੜੇ ਸਰਵਾਈਵਰ ਹੈਗੇ ਆ ਮੋਸਟਲੀ ਤੁਹਾਨੂੰ ਪਤਾ ਔਰਤਾਂ ਹੀ ਆ ਉਹਦੇ ਵਿੱਚ ਜ਼ਿਆਦਾ। ਉਹਨਾਂ ਨੂੰ ਪਹਿਲਾਂ ਕੋਈ ਟਾਈਮ ਆਫ ਦਾ ਕੋਈ ਪ੍ਰਬੰਧ ਨਹੀਂ ਸੀਗਾ, ਜੇ ਟਾਈਮ ਆਫ ਕਰਦੇ ਸੀ ਤਾਂ ਉਹਨਾਂ ਨੂੰ ਵੇਜ ਲਾਸ ਹੁੰਦੀ ਸੀਗੀ। ਉਹਨਾਂ ਨੂੰ 5 ਡੇਜ਼ ਅਸੀਂ ਪੇਡ ਕਰ ਦਿੱਤੇ ਆ ਵੀ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਮੁੜ ਕੇ ਦੁਬਾਰਾ ਸੰਭਾਲ ਸਕਣ। ਬੱਚਿਆਂ ਨੂੰ ਨਵਾਂ ਸਕੂਲ ਵਿੱਚ ਜਾਣਾ ਹੋਵੇ ਜਾਂ ਨਵਾਂ ਘਰ ਉਹਨੂੰ ਦੇਖਣਾ ਹੋਵੇ ਕਿਰਾਏ ਤੇ, ਜਾਂ ਬੈਂਕਿੰਗ ਸਿਸਟਮ ਕੋਈ ਵੀ ਕਰਨਾ ਉਹ ਕਰ ਸਕਣ, ਔਰ ਉਹਨਾਂ ਦੇ ਪੈਸੇ ਨਾ ਲੂਜ਼ ਹੋਣ, ਕਿਉਂਕਿ ਬੜੀ ਮੁਸ਼ਕਿਲ ਦੀ ਘੜੀ ਹੁੰਦੀ ਹੈ ਉਸ ਵੇਲੇ ਉਸ ਔਰਤ ਵਾਸਤੇ। ਹਾਂਜੀ, ਉਹ ਆਪਾਂ 5 ਦਿਨ ਕਰਦੇ। ਫਿਰ ਜਦੋਂ ਸਾਡੀ ਸਰਕਾਰ ਬਣੀ ਸੀ, BC ਤਕਰੀਬਨ ਸਾਰੇ ਕੈਨੇਡਾ ਵਿੱਚੋਂ ਵਨ ਆਫ ਦਾ ਲੋਐਸਟ ਮਿਨੀਮਮ ਵੇਜ ਸੀ। ਉਹ ਕਿਉਂਕਿ 10 ਸਾਲ ਪਹਿਲੀ ਸਰਕਾਰ ਨੇ ਮਿਨੀਮਮ ਵੇਜ ਫਰੀਜ਼ ਕਰ ਰੱਖੀ ਸੀ, ਔਰ ਜਿਹੜੇ ਉੱਪਰ ਵਾਲੇ 2% ਹਾਈਐਸਟ ਵੇਜ ਅਰਨਰ ਸੀ ਉਹਨਾਂ ਨੂੰ ਟੈਕਸ ਬ੍ਰੇਕ ਦਿੱਤਾ ਹੋਇਆ ਸੀ। ਅਸੀਂ ਆ ਕੇ ਦੋਨੇ ਉਹ ਚੇਂਜ ਕੀਤੀਆਂ। ਉੱਪਰ ਵਾਲਿਆਂ ਦਾ ਟੈਕਸ ਅਸੀਂ ਬੰਦ ਕੀਤਾ, ਤੇ ਥੱਲੇ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਸਿਸਟਮੈਟਿਕਲੀ ਗ੍ਰੈਜੂਅਲੀ ਇਹ ਕਿਹਾ ਕਿ ਅਸੀਂ ਉਹਨਾਂ ਦੀ ਮਿਨੀਮਮ ਵੇਜ $15 ਤੇ ਕਿੱਦਾਂ ਲੈ ਕੇ ਜਾਣੀ ਆ। ਉਹ ਪਿਛਲੇ ਸਾਲ ਜੂਨ ਦੇ ਵਿੱਚ $15.20 ਹੋ ਗਈ, ਜਿਹੜੀ ਕਿ ਸਾਰੇ ਸੂਬਿਆਂ ਤੋਂ ਵੱਧ ਆ, ਔਰ ਇਸ ਵੇਲੇ $15.65 ਇਸ ਜੂਨ ਤੋਂ ਇਸ ਵੇਲੇ ਵੀ ਸਾਰੇ ਸੂਬਿਆਂ ਤੋਂ ਵੱਧ ਆ ਜੀ। ਦੂਜੇ ਪਾਸੇ ਲਓ ਫਿਰ ਕੰਮਾਂ ਤੇ ਆਪਾਂ ਨੂੰ ਪਤਾ, ਆਪਾਂ ਪਹਿਲਾਂ ਵੀ ਗੱਲ ਕੀਤੀ, ਇੱਕ ਐਸਬੈਸਟਸ ਨਾਂ ਦੀ ਮਟੀਰੀਅਲ ਲੱਗਦਾ ਘਰਾਂ, ਜਿਹੜਾ 1990 ਤੋਂ ਪਹਿਲੇ ਘਰ ਬਣੇ ਆ ਉਹਨਾਂ 'ਚ ਤੇ ਇੰਡਸਟਰੀਅਲ ਥਾਂ ਤੇ ਵੀ ਹੈਗਾ ਜੀ। ਉਹ ਜੇ ਉਹਨਾਂ ਐਕਸਪੋਜ਼ਰ ਹੁੰਦਾ ਤਾਂ ਬੰਦੇ ਨੂੰ ਲਾਜ਼ਮੀ ਆ ਉਹਨਾਂ ਦੇ ਫੇਫੜੇ ਖਰਾਬ ਹੋ ਜਾਂਦੇ ਆ, ਔਰ ਕਈ ਸਾਲਾਂ ਬਾਅਦ ਜਾ ਕੇ ਮੌਤਾਂ ਵੀ ਹੋ ਜਾਂਦੀਆਂ। ਇਸ ਵੇਲੇ ਜਦੋਂ ਸਾਡੀ ਸਰਕਾਰ ਬਣੀ, ਅਸੀਂ ਦੇਖਿਆ ਕਿ 40% ਤੋਂ ਵੱਧ ਜਿਹੜੀਆਂ ਮੌਤਾਂ WCB ਹੈਂਡਲ ਕਰਦੇ ਹਰੇਕ ਸਾਲ, ਉਹ ਮੌਤਾਂ ਜਿਨ੍ਹਾਂ ਨੂੰ ਐਕਸਪੋਜ਼ਰ ਹੋ ਚੁੱਕਾ ਵਰਕਰਾਂ ਨੂੰ ਅੱਜ ਤੋਂ 10, 15, 20 ਸਾਲ ਪਹਿਲਾਂ। ਸੋ ਅਸੀਂ ਉਹ ਗਾਂਹ ਵਾਸਤੇ ਪ੍ਰੋਟੈਕਟ ਕਰਨ ਵਾਸਤੇ ਵਰਕਰਾਂ ਵਾਸਤੇ ਉਹ ਅਸੀਂ ਇੱਕ ਨਵਾਂ ਕਾਨੂੰਨ ਲੈਣ ਦਾ, ਤਾਂ ਕਿ ਹੁਣ ਗਾਂਹ ਵਾਸਤੇ ਚਾਹੇ ਵਰਕਰ ਆ ਚਾਹੇ ਕਾਂਟਰੈਕਟਰ ਆ, ਉਹਨੂੰ WCB ਦੇ ਮਨਜ਼ੂਰ ਸ਼ੁਦਾ ਟ੍ਰੇਨਿੰਗ ਲੈਣੀ ਪਏਗੀ, ਲਾਇਸੈਂਸ ਲੈਣਾ ਪਏਗਾ, ਸਰਟੀਫਿਕੇਸ਼ਨ ਮਿਲੇਗੀ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਇਹਦੇ ਖਤਰੇ ਕਿੰਨੇ ਆ ਤੇ ਤੋਂ ਪ੍ਰੋਟੈਕਸ਼ਨ ਆਪਾਂ ਕਿੱਦਾਂ ਗਾਂਹ ਕਰਨੀ, ਉਹ ਵੀ ਆਪਾਂ ਲੈ ਆਂਦਾ। ਫਿਰ ਦੇਖੋ ਕੈਨੇਡੀਅਨ ਜਿਹੜਾ ਕਨਸਟੀਟਿਊਸ਼ਨ ਆ, ਸਾਰੇ ਆਪਣੇ ਬੰਦਿਆਂ ਨੂੰ, ਵਰਕਰਾਂ ਨੂੰ ਆਪਾਂ ਨੂੰ ਹੱਕ ਦਿੰਦਾ, ਕੈਨੇਡੀਅਨ ਚਾਰਟਰ ਰਾਈਟ ਤੇ ਫਰੀडम ਕਿ ਰਾਈਟ ਟੂ ਐਸੋਸੀਏਸ਼ਨ ਜੀ। ਉਹਦਾ ਮਤਲਬ ਹੈ ਤੁਸੀਂ ਕਿਸੇ ਯੂਨੀਅਨ 'ਚ ਜਾਂ ਕਿਸੇ ਸੁਸਾਇਟੀ ਦੇ ਮੈਂਬਰ ਬਣ ਸਕਦੇ ਹੋ, ਵਿੱਚ ਕੋਈ ਡਿੱਕਾ ਨਹੀਂ ਪਾਵੇ ਜੀ। ਉਹਦੇ ਵਿੱਚ ਡਿੱਕੇ ਪਾਏ ਹੋਏ ਸੀ। ਜੇ ਕਿਸੇ ਨੇ ਯੂਨੀਅਨ ਬਣਾਉਣੀ ਆ ਤਾਂ ਕਹਿੰਦੇ ਸੀ ਵੀ ਹਾਂ ਤੁਸੀਂ ਭਾਵੇਂ 100% ਸਾਈਨ ਕਰ ਲਏ ਐਪਲੀਕੇਸ਼ਨ ਤੇ, ਹੁਣ 10 ਦਿਨਾਂ ਨੂੰ ਮੁੜ ਕੇ ਦੁਬਾਰਾ ਵੋਟ ਪਾ ਕੇ ਦੱਸੋ ਵੀ ਵਾਕਈ ਚਾਹੁੰਦੇ ਆ ਤੁਸੀਂ। ਉਹ 10 ਦਿਨਾਂ ਦੇ ਵਿੱਚ ਬੜਾ ਧੱਕਾ ਹੁੰਦਾ ਸੀ, ਉਹਨਾਂ ਨਾਲ ਬੰਦਿਆਂ ਨੂੰ ਟਰਮੀਨੇਟ ਕਰ ਦਿੱਤਾ ਜਾਂਦਾ ਸੀ, ਜਿਨ੍ਹਾਂ ਤੇ ਸ਼ੱਕ ਸੀਗੀ, ਕਹਿੰਦੇ ਸੀ ਥ੍ਰੈਟ ਹੁੰਦੀਆਂ ਸੀ, ਬੰਦ ਕਰ ਦੇਣੀ ਫੈਕਟਰੀ, ਮੂਵ ਕਰ ਦੇਣੀ ਆ, ਉਹ ਅਸੀਂ ਵੀ ਬੰਦ ਕਰ ਦਿੱਤਾ। ਹੁਣ ਇਸ ਵੇਲੇ ਜੇ ਮੈਜੋਰਟੀ ਵਰਕਰ ਜਿਹਦਾ 55% ਉਹ ਸਾਈਨ ਕਰ ਦੇਣ ਕਿਸੇ ਯੂਨੀਅਨ ਰਣ ਵਾਸਤੇ, ਤਾਂ ਉਹਨਾਂ ਨੂੰ ਸਰਟੀਫਿਕੇਸ਼ਨ ਮਿਲ ਜਾਏਗੀ। ਮੁੜ ਕੇ ਦੁਬਾਰਾ ਉਹਨਾਂ ਨੂੰ ਉਹ ਜਿਹੜੀ ਇੰਟੀਮੀਡੇਸ਼ਨ ਦੇ ਥਰੂ ਨਹੀਂ ਜਾਣਾ ਪਏਗਾ। ਫਿਰ ਇੱਕ ਹੋਰ ਤੁਹਾਨੂੰ ਪਤਾ ਗਿਲ ਸਾਹਿਬ, ਤੁਸੀਂ ਬਹੁਤ ਵਾਰੀ ਇਹਦੇ ਬਾਰੇ ਗੱਲ ਕੀਤੀ ਕਿ ਜਦੋਂ ਉਹ ਪਹਿਲੀ ਸਰਕਾਰ ਗੋਰਡਨ ਕੈਂਪਬੈਲ ਦੀ ਤੇ ਕੈਵਨ ਫਾਲਕਨ ਨਾਲ ਉਹਨਾਂ ਦੇ ਬੈਠੇ ਹੁੰਦੇ ਸੀ,
ਉਸ ਵੇਲੇ ਹਸਪੀਟਲ EMPLOYE ਜਿਹੜੇ ਕਿ ਸਭ ਤੋਂ ਲੋਐਸਟ ਪੇਡ ਵਰਕਰ ਸੀ ਨਾ, ਉਹ ਜਿਹੜੇ ਜਿਸ ਤਰ੍ਹਾਂ ਕਲੀਨਰ ਸੀਗੇ, ਕਿਚਨ 'ਚ ਕੰਮ ਕਰਨ, ਲਾਂਡਰੀ 'ਚ ਕੰਮ ਕਰਨ ਵਾਲੇ ਜੀ, ਉਸ 8000 ਤੋਂ ਵੱਧ ਨੂੰ ਉਹਨਾਂ ਨੇ ਵਿਦ ਸਟ੍ਰੋਕ ਆਫ ਪੈਨ ਲੇ ਆਫ ਕਰਕੇ ਕੰਮ ਤੋਂ ਉਠਾ ਦਿੱਤਾ ਸੀ, ਤਾਂ ਕਿ ਉਹਨਾਂ ਦੇ ਇੰਟਰਨੈਸ਼ਨਲ ਫਰੈਂਡ ਆ ਕੇ ਆਪਣੇ ਹੈਲਥ ਕੇਅਰ 'ਚੋਂ ਪੈਸੇ ਬਣਾ ਸਕਣ। ਉਹ 8000 ਬੰਦਾ ਜਿਹੜਾ ਸੀ ਉਹ ਫਿਰ ਕਿਸੇ ਨਵੇਂ ਕੰਟਰੈਕਟ ਆਏ, ਉਹਨਾਂ ਨੇ ਗਾਂ ਕੰਟਰੈਕਟ ਦਿੱਤੇ ਹੋਏ ਸੀ, ਜਿੱਦਾਂ ਹੈਲਥ ਕੇਅਰ ਦੇ ਵਿੱਚ ਕਹਿ ਲਓ, ਸਾਡੇ ਬਜ਼ੁਰਗਾਂ ਦੀਆਂ ਸੇਵਾਵਾਂ ਵਾਸਤੇ। ਉਹ ਜੇ ਯੂਨੀਅਨ ਬਣਾਉਂਦੇ ਸੀ ਤਾਂ ਨਵਾਂ ਜੇ ਕੰਟਰੈਕਟ ਆ ਜਾਂਦਾ ਸੀ ਤਾਂ ਪੁਰਾਣੀ ਉਹਨਾਂ ਦਾ ਜਿਹੜਾ ਸਰਟੀਫਿਕੇਸ਼ਨ ਹੋਈ ਆ ਉਹ ਸਾਰਾ ਕੁਝ ਖਤਮ ਹੋ ਜਾਂਦਾ ਸੀ, ਪੈਸੇ ਜਿੰਨੇ ਉਹਨੇ ਵਧਾਏ ਸੀਗੇ ਉਹ ਵੀ ਖਤਮ, ਮੁੜ ਤੋਂ ਫੇਰ ਸ਼ੁਰੂ ਹੋਣਾ ਪੈਂਦਾ ਸੀ। ਕੰਟਰੈਕਟ ਫਲਿੱਪਿੰਗ ਬੜੀ ਹੁੰਦੀ ਸੀ। ਅਸੀਂ ਉਹ ਵੀ ਖਤਮ ਕਰ ਦਿੱਤਾ ਵੀ ਕੰਟਰੈਕਟ ਕੋਈ ਵੀ ਆ ਜਾਏ, ਜੇ ਤੁਹਾਡਾ ਉੱਥੇ ਕਲੈਕਟਿਵ ਅਗਰੀਮੈਂਟ ਹੈਗਾ, ਉਹ ਤੁਹਾਡਾ ਕਲੈਕਟਿਵ ਅਗਰੀਮੈਂਟ ਇੱਦਾਂ ਹੀ ਚੱਲੇਗਾ, ਉੱਦਾਂ ਹੀ ਤੁਹਾਡੀ ਸੀਨੀਅਰਟੀ, ਉੱਦਾਂ ਹੀ ਤੁਹਾਡੇ ਵੇਜਸ ਬੈਨੀਫਿਟ ਚੱਲਣਗੇ, ਤਾਂ ਕਿ ਉਹਨਾਂ ਨੂੰ ਮੁੜ ਦੁਬਾਰਾ ਉਹ ਮੁੜ ਕੇ ਨਾ ਸ਼ੁਰੂ ਹੋਣਾ ਪਵੇ। ਔਰ ਦੂਜੇ ਪਾਸੇ ਅਸੀਂ ਬਿੱਲ 29 ਜਿਹਦੇ ਥਰੂ ਉਹਨਾਂ ਨੇ ਉਹ ਸਾਰੇ ਬੰਦੇ ਫਾਇਰ ਕੀਤੇ ਸੀ, ਉਹ ਰਿਪੀਲ ਕਰ ਦਿੱਤਾ ਇੰਡੀਅਨ ਇਲੈਕਸ਼ਨ ਨਾਲ ਰਲ ਕੇ। ਅਸੀਂ ਅੱਜ 4600 ਤੋਂ ਵੱਧ ਉਹ ਵਰਕਰ ਅਸੀਂ ਵਾਪਸ ਹੈਲਥ ਅਥਾਰਟੀ ਦੇ ਵਿੱਚ ਇਨ ਹਾਊਸ ਮੁੜ ਕੇ ਲੈ ਆਏ ਹਾਂ, ਤਾਂ ਕਿ ਉਹ ਮੁੜ ਕੇ ਦੁਬਾਰਾ ਇੰਜੋਏ ਕਰ ਸਕਣ ਉਹ ਬੈਨੀਫਿਟ ਤੇ ਉਹ ਜਿਹੜੇ ਉਹਨਾਂ ਦੀ ਵੇਜਸ ਜਿਨ੍ਹਾਂ ਤੋਂ ਉਹਨਾਂ ਨੂੰ ਵਾਂਝੇ ਰੱਖਿਆ ਹੋਇਆ ਸੀ। ਸੋ ਇਹ ਤਾਂ ਹੈਗੀਆਂ ਸੋ ਫਾਰ ਜਿਹੜੀਆਂ। ਪਿਛਲੇ ਹਫ਼ਤੇ ਗਿੱਲ ਸਾਹਿਬ ਅਸੀਂ WCB ਨੂੰ ਹੋਰ ਇੰਪਰੂਵ ਕੀਤਾ। 7 ਇਹੋ ਜਿਹੇ ਇਸ਼ੂ ਆ ਬਿੱਲ 41 ਦੇ ਥਰੂ, ਜਿਹਦੇ ਨਾਲ ਵਰਕਰ ਨੂੰ ਹੋਰ ਵੀ, ਕਿਉਂਕਿ ਬਹੁਤ ਬੋਟਮ ਤੇ ਕੱਟ ਲਾ ਦਿੱਤੇ ਸੀ ਬੈਨੀਫਿਟ ਜਿਹੜੇ ਹੋਰ ਇੰਜਰਡ ਵਰਕਰ ਦੇ ਸੀ ਇਹਨਾਂ ਨੇ। ਹੁਣ ਅਸੀਂ ਮੁੜ ਕੇ ਉਹਨਾਂ ਨੂੰ ਬਰਾਬਰ ਉੱਪਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੇਖੋ, ਜੇ ਤੁਹਾਨੂੰ ਕਿਤੇ ਪਰਮਾਨੈਂਟ ਡਿਸੇਬਿਲਿਟੀ ਹੁੰਦੀ, ਉਹਨਾਂ ਪੈਨਸ਼ਨ ਲੱਗ ਜਾਂਦੀ ਸੀ, ਉਹਨੂੰ ਇੰਡੈਕਸਿੰਗ ਕੀਤੀ ਹੋਈ ਸੀ CPI -1 ਜੀ। ਇਹਦਾ ਮਤਲਬ ਉਹ ਹਰੇਕ ਮਹੀਨੇ ਪਿੱਛੇ ਡਿੱਗ ਰਹੇ ਸੀ, ਉਹਨਾਂ ਦੀ ਬਾਇੰਗ ਪਾਵਰ ਘਟ ਰਹੀ ਸੀ। ਉਹਦਾ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇੱਕ ਵਰਕਰ ਜਿਹਨੂੰ 2003 ਦੇ ਵਿੱਚ ਜਦੋਂ ਇਹਨਾਂ ਨੇ ਚੇਂਜਿਸ ਲਿਆਂਦੀ, ਜੇ ਉਹਨਾਂ ਦੀ ਪੈਨਸ਼ਨ ਉਸ ਵੇਲੇ $3000 ਮਹੀਨੇ ਦੀ ਲੱਗੀ ਸੀ ਨਾ ਜੀ, ਜੇ ਫੁੱਲ CPI ਹੁੰਦੀ ਤੇ ਅੱਜ ਉਹ $4700 ਬਣਦੀ ਆ ਜੀ। ਪਰ ਕਿਉਂਕਿ CPI -1 ਆ ਤਾਂ ਹੁਣ ਉਹਨਾਂ ਨੂੰ ਮਿਲ ਰਹੀ ਸੀ ਕੋਈ 4000 ਦੇ ਲਾਗੇ ਜੀ। ਸੋ $700 ਹਰੇਕ ਮਹੀਨੇ ਉਹ ਪਿੱਛੇ ਡਿੱਗ ਰਹੇ ਸੀ। ਅਸੀਂ ਉਹ ਹੁਣ ਖਤਮ ਕਰਦਾ, ਗਾਂ ਵਾਸਤੇ ਫੁੱਲ CPI ਹੋਏਗੀ। ਫਿਰ ਇਸ ਤਰ੍ਹਾਂ ਕਿ ਡਿਊਟੀ ਟੂ ਕਮੋਰੇਟ ਹੋਇਆ। BC ਇੱਕ ਸੂਬਾ ਸੀ ਜਿੱਥੇ ਕਿ ਇੰਜਰਡ ਵਰਕਰ ਜਦੋਂ ਠੀਕ ਹੋ ਜਾਂਦਾ ਸੀ ਮੁੜ ਕੇ ਇੰਪਲੋਇਰ ਰੱਖੇ ਚਾਹੇ ਨਾ ਰੱਖੇ, ਇਹ ਕੋਈ ਪ੍ਰੋਵੀਜ਼ਨ ਹੈ ਨਹੀਂ ਸੀ ਜੀ। ਅਸੀਂ ਹੁਣ ਉਹ ਵੀ ਲੈ ਆਂਦੀ ਆ। ਫਿਰ ਜਿਹੜਾ ਹੈਗਾ ਆ ਇੰਟਰਸਟ ਨਹੀਂ ਸੀ ਮਿਲਦਾ, ਕਈ ਵਾਰੀ ਸਾਲ ਕੇਸ ਲੱਗ ਜਾਂਦੇ ਸੀਗੇ ਤੇ ਅਖੀਰਲੀ ਅਪੀਲ ਤੇ ਜਾ ਕੇ ਕਹਿੰਦੇ ਨਹੀਂ ਤੇਰੇ ਤਾਂ ਇੰਨੇ ਪੈਸੇ ਬਣਦੇ, ਵੱਧ ਬਣਦੇ ਆ ਪਿਛਲੇ ਸਾਲ ਤੋਂ, ਉਹਨੂੰ ਇੰਟਰਸਟ ਕੋਈ ਨਹੀਂ ਸੀ ਮਿਲਦਾ। ਅਸੀਂ ਹੁਣ ਉਹ ਵੀ ਲੈਂਦਾ, ਉਹਨੂੰ ਇੰਟਰਸਟ ਵੀ ਮਿਲੇਗਾ। ਫਿਰ ਚਾਹੁੰਦੇ ਹਾਂ ਕਿ ਵਰਕਰ ਤੇ ਇੰਪਲੋਇਰ ਜਿਹੜੇ ਡਿਪੈਂਡ ਕਰਦੇ ਵਰਕਰ ਕੰਪਨਸੇਸ਼ਨ ਸਿਸਟਮ ਤੇ, ਉਹਨਾਂ ਲਈ ਥੋੜਾ ਕਾਨਫੀਡੈਂਸ ਹੋਰ ਹੁਣ ਬਿਲਡ ਹੋਵੇ ਜੀ। ਉਹਦੇ ਵਾਸਤੇ ਅਸੀਂ ਫਿਰ ਪ੍ਰੈਕਟਿਸਿਸ ਕਮਿਸ਼ਨ ਇੱਕ ਇੰਡੀਪੈਂਡੈਂਟ ਬਣਾ ਦਿੱਤਾ, ਜਿਹੜਾ ਕਿ ਚਾਹੇ ਇੰਪਲੋਇਰ ਕੰਪਲੇਂਟ ਕਰਦਾ ਅਨਫੇਅਰਨੈਸ ਦੀ ਜਾਂ ਵਰਕਰ ਕਰਦਾ, ਉਹਦੀ ਇਨਵੈਸਟੀਗੇਟ ਕਰ ਸਕਦੇ ਆ ਉਹ। ਔਰ ਜੇ ਸਿਸਟੈਮਿਕ ਕੋਈ ਅਨਫੇਅਰਨੈਸ ਆ ਉਹਦੀ ਵੀ ਉਹ ਰਿਪੋਰਟ ਸਾਲਾਨਾ ਬੋਰਡ ਨੂੰ ਦੇਣਗੇ। ਇੱਕ ਹੋਰ ਬੜੀ ਇੰਪੋਰਟੈਂਟ ਗੱਲ ਸਾਹਿਬ ਸੀਗੀ ਕਿ ਕਈ ਵਾਰੀ WCB ਦੇ ਡਾਕਟਰ ਬੈਠੇ ਆ, ਇੱਧਰ ਤੁਹਾਡਾ ਆਪਣਾ ਵਰਕਰ ਦਾ ਡਾਕਟਰ ਹੁੰਦਾ, ਤੁਹਾਡਾ ਡਾਕਟਰ ਕੁਛ ਲਿਖਦਾ ਤੇ WCB ਦਾ ਡਾਕਟਰ ਕੁਛ ਦੇਖਿਆ ਵੀ ਨਹੀਂ ਹੁੰਦਾ, ਉਹ ਕੁਛ ਉਹ ਪੇਪਰ ਤੋਂ ਪੜ੍ਹ ਕੇ ਲਿਖ ਦਿੰਦਾ ਸੀ ਔਰ ਕੇਸ ਡਿਨਾਈ ਹੋ ਜਾਂਦਾ ਸੀ। ਹੁਣ ਅਸੀਂ ਇਹ ਕਰ ਦਿੱਤਾ ਕਿ ਜਦੋਂ ਅਪੀਲ 'ਚ ਤੁਸੀਂ ਜਾਣਾ ਤਾਂ ਤੁਸੀਂ ਡਿਮਾਂਡ ਕਰ ਸਕਦੇ ਹੋ ਕਿ ਸਾਨੂੰ ਇੰਡੀਪੈਂਡੈਂਟ ਮੈਡੀਕਲ ਐਗਜ਼ਾਮੀਨੇਸ਼ਨ ਸਾਡਾ ਹੋ ਜਾਏ, ਤਾਂ ਕਿ ਉਹਨਾਂ ਵੀ ਫੇਅਰਨੈਸ ਮਿਲੇ, ਨਾ ਡਾਕਟਰ ਉਹ ਤੇ ਬਾਇਸ ਨਾ ਫਿਰ ਆਪਾਂ ਨੂੰ ਦਿਸੇਗਾ, ਉਹਨਾਂ ਫਿਰ ਫੇਅਰਨੈਸ ਹੋ ਜਾਏਗਾ। ਸੋ ਇਹੋ ਜਿਹੇ ਕੁਛ ਜਿਹੜੇ ਅਸੀਂ ਪਿਛਲੇ ਹਫ਼ਤੇ ਹੀ ਪਾਸ ਕਰ ਲਏ ਆ, ਬੜਾ ਕੁਛ ਹੋ ਗਿਆ। ਗਿਗ ਇਕੋਨਮੀ ਬਾਰੇ ਸਾਡੇ ਐਡਮ ਵਾਕਰ, ਸਾਡੇ ਜਿਹੜੇ ਪਾਰਲੀਮੈਂਟਰੀ ਸੈਕਟਰੀ ਆ, ਉਹ ਸੂਬੇ ਦੇ ਥਾਂ ਤੇ ਜਾ ਰਹੇ ਆ, ਜਿਹੜੇ ਆਹ ਫੂਡ ਡਿਲੀਵਰੀ ਕਰ ਰਹੇ ਆ ਜਾਂ ਊਬਰ ਵਾਂਗ ਕਾਰਾਂ ਚਲਾ ਰਹੇ ਆ, ਟੈਕਸੀਆਂ, ਉਹਨਾਂ ਨੂੰ ਸੁਣਵਾਏ, ਉਹਨਾਂ ਨੂੰ ਸੁਣ ਕੇ, ਤਾਂ ਕਿ ਅਸੀਂ ਇਹ ਵੀ ਮੇਕ ਸ਼ੋਰ ਕਰੀਏ ਕਿ ਉਹ ਵਰਕਰ ਵੀ ਜਿਹੜੇ ਸਾਡੇ ਮਿਨੀਮਮ ਜਿਹੜੇ ਸਾਡੇ ਸਟੈਂਡਰਡ ਬਣੇ ਹੋਏ ਆ, ਉਹਨਾਂ ਨੂੰ ਉਹਨਾਂ ਦੀ ਪ੍ਰੋਟੈਕਸ਼ਨ ਮਿਲ ਸਕੇ। ਟੈਂਪਰੇਰੀ ਫੋਰਨ ਵਰਕਰ ਪ੍ਰੋਟੈਕਸ਼ਨ ਆਪਾਂ ਆਲਰੇਡੀ ਲਿਆ ਚੁੱਕੇ ਆ। ਸੋ ਕਿਉਂਕਿ ਆਪਾਂ ਬਲੀਵ ਕਰਦੇ ਹਾਂ ਕਿ ਚਾਹੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੋਈ ਵੀ ਹੋਵੇ, ਜੇ BC 'ਚ ਕੰਮ ਕਰਦੇ ਹੋ ਤਾਂ ਤੁਹਾਨੂੰ ਫੁੱਲ ਪ੍ਰੋਟੈਕਸ਼ਨ ਹਰ ਵਰਕਰ ਨੂੰ ਮਿਲਣੀ ਚਾਹੀਦੀ ਆ। ਅੱਛਾ, ਇਹਦੀ ਜਿਹੜੀ ਡਾਰਕ ਸਾਈਡ ਜਿਹੜੀ ਹੈ ਹੁਣ ਇਹਨੂੰ ਜਦ ਆਪਾਂ ਇਹਨੂੰ ਗਰਾਊਂਡ ਤੇ ਲੈ ਕੇ ਆਉਣਾ ਹੈ ਬੈਂਸ ਸਾਹਿਬ, ਉਹਦੇ ਲਈ ਜਿਵੇਂ ਹੁਣ LMIA ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨਾਲ ਧੱਕਾ ਹੋ ਰਿਹਾ ਹੈ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਸਰਕਾਰ ਦੇ ਹੱਥ 'ਚ ਹੈ ਤੇ ਸਰਕਾਰ ਨੂੰ ਸਾਰਾ ਪਤਾ ਤੁਹਾਨੂੰ ਵੀ ਸਰੀ 'ਚ ਕੀ ਹੋ ਰਿਹਾ, ਕਿੰਨੇ ਦੀਆਂ ਵਿਕ ਰਹੀਆਂ ਨੇ, ਬੰਦਾ ਕਿਤੇ ਕੰਮ ਕਰਦਾ ਹੈ।
LMI ਕਿਤੇ ਦੀ ਆ, ਸੱਟ ਕਿਤੇ ਲੱਗਦੀ ਆ, ਕੈਸ਼ ਪੈਸੇ ਨਹੀਂ ਮਿਲਦੇ। ਇਹ ਜਿਹੜੀ ਡਾਰਕ ਸਾਈਡ ਆ, ਮੈਂ ਇਵੈਂਚੁਅਲੀ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਆ ਉਹ ਜਾਣਾ ਤਾਂ ਫੈਡਰਲ ਹੀ ਆ, ਪਰ ਉਦੋਂ ਪਹਿਲਾਂ ਜਿਹੜਾ ਉਹਦਾ ਸਾਰਾ ਬੇਸ ਹੈ, ਉਹਦੇ ਜਿਹੜੇ ਪੁਆਇੰਟਸ ਨੇ ਉਹ ਸਾਰਾ ਕੁਝ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਆ। ਅਤੇ ਵਰਲਡ ਲੈਵਲ 'ਤੇ ਇਹਦੀਆਂ ਗੱਲਾਂ ਹੋ ਗਈਆਂ। ਗਲੋਬਲ ਮੇਲ 'ਚ ਕੈਥੀ ਟੋਮਲਸਨ ਨੇ ਲਿਖਤਾ, ਬਹੁਤ ਬੰਦੇ ਵਿਕਟਮ ਆ ਕੇ ਦੱਸ ਗਏ। ਇਹਦਾ ਕੋਈ ਬੰਨ੍ਹਣ ਹੋ ਸਕਦਾ ਹੈ ਬਈ ਇਹ ਜਿਹੜੀ ਧਾਂਦਲੀ ਰੁਕ ਜਾਵੇ? ਬਿਲਕੁਲ ਸਹੀ ਗੱਲ ਆ ਗਿੱਲ ਸਾਹਿਬ, ਇਹ ਬੜਾ ਇੱਕ ਬਹੁਤ ਹੀ ਜ਼ਿਆਦਾ ਦਿਲ ਨੂੰ ਟੁੰਬਣ ਵਾਲੀਆਂ ਗੱਲਾਂ ਆਪਾਂ ਸੁਣਦੇ ਹਾਂ, ਤੁਸੀਂ ਸੁਣਦੇ ਹੋ, ਅਸੀਂ ਵੀ ਸੁਣਦੇ ਹੋ ਜੀ। ਤੇ ਹਾਲੇ ਤੱਕ ਮੇਰੇ ਕੋਲ ਕੋਈ ਆਪਣਾ ਕੋਈ ਕੇਸ ਲੈ ਕੇ ਮੈਂ ਬੜਾ ਕੀਤਾ ਲੋਕਾਂ, ਬਸ ਉਹਦੇ ਤੋਂ ਡਰਦੇ ਆ ਨਾ ਜੀ, ਸਾਰੀ ਜ਼ਿੰਦਗੀ ਦੀ ਪੈਸੇ ਲਾਏ ਹੁੰਦੇ, ਡਰਦੇ ਆ ਬਸ। ਉਹ ਅਸੀਂ ਇਹ ਕੀਤਾ, ਦੇਖੋ ਅੱਗੇ ਪਹਿਲਾਂ ਸਟੂਡੈਂਟਸ ਨਾਲ ਧੱਕਾ ਹੁੰਦਾ ਸੀਗਾ ਕਿ 20 ਘੰਟੇ ਕੰਮ ਕਰ ਸਕਦੇ ਆ, ਉਹਨੀ ਫੈਡਰਲ ਸਰਕਾਰ ਨੇ ਲਾਏ ਹੋਏ ਸੀਗੇ। ਉਦੋਂ ਵੀ ਅਸੀਂ ਫੈਡਰਲ ਜਿਹੜੇ ਸਾਡੇ ਕਾਊਂਟਰ ਪਾਰਟ ਆ ਉਹਨਾਂ ਦੇ ਧਿਆਨ 'ਚ ਲਿਆਂਦਾ ਕਿ ਇਸ ਤਰ੍ਹਾਂ ਉਹ ਸਰਵਾਈਵ ਨਹੀਂ ਕਰ ਸਕਦੇ 20 ਘੰਟੇ, ਮਹਿੰਗਾਈ ਬੜੀ ਆ ਇੱਥੇ। ਉਹ ਮੈਂ ਉਹਨਾਂ ਦਾ ਧੰਨਵਾਦ ਕਰਨਾ ਕਿ ਉਹਨੇ ਅਖੀਰ ਨੂੰ ਸੁਣ ਲਈ, ਪਰ ਬੜੀ ਦੇਰ ਲਾਈ। ਤੇ ਹੁਣ ਆ ਜਿਹੜਾ LMI ਦੀ ਗੱਲ, ਇਹਦੇ ਵਿੱਚ ਵੀ ਫੈਡਰਲ ਸਰਕਾਰ ਦਾ ਹੱਥ ਆ ਜਾਂਦਾ, ਭਾਵੇਂ ਕਿ ਸਾਡੇ BC ਤਾਂ ਇਹ ਦੱਸਦੇ ਆ ਕਿ ਸਾਨੂੰ ਕਿਹੜੀ ਏਰੀਆ ਦੇ ਵਿੱਚ ਸ਼ੋਰਟੇਜ ਹੈਗੀ ਵਰਕਰ ਦੀ ਜੀ। ਜਿਹੜੀ ਲੇਬਰ ਮਾਰਕੀਟ ਐਨਾਲਿਸਿਸ ਹੁੰਦਾ ਕਿ ਸਾਨੂੰ ਚਾਹੇ ਟਰੱਕਰ ਚਾਹੀਦੇ, ਚਾਹੇ ਕੁੱਕ ਚਾਹੀਦੇ ਆ ਜੀ। ਅਸੀਂ ਇਹਨਾਂ ਨੂੰ ਕਹਿਣਾ ਫੈਡਰਲ ਵਾਲਿਆਂ ਨੇ ਵੀ ਤੁਸੀਂ ਕਿਉਂ ਉਹ ਰਿਕੁਆਇਰਮੈਂਟ ਰੱਖੀ ਹੋਈ ਕਿ ਵੀ ਇੰਪਲੋਇਰ ਦਾ ਲੈਟਰ ਲੈ ਕੇ ਆਓ, ਉੱਥੇ ਹੀ ਰੌਲਾ ਪੈਂਦਾ। ਫਿਰ ਉਹਦੇ ਵਿੱਚ ਇਮੀਗ੍ਰੇਸ਼ਨ ਕੰਸਲਟੈਂਟ ਤੇ ਇੰਪਲੋਇਰ ਰਲ ਕੇ ਫਿਰ ਕਹਿੰਦੇ ਵੀ ਇੰਨੇ ਕੁ ਪੈਸੇ ਸਾਨੂੰ ਚਾਹੀਦੇ ਆ। ਉਹ ਅਸੀਂ ਇਹ ਜਿਹੜੀਆਂ ਸਟੋਰੀਆਂ ਆਪਾਂ ਸੁਣ ਰਹੇ ਹਾਂ, ਅਸੀਂ ਕਹਿੰਦੇ ਵੀ ਜੇ ਆਪਾਂ ਨੂੰ 5000 ਜੇ ਫਰਜ਼ ਕੀਤਾ ਟਰੱਕਰ ਚਾਹੀਦਾ ਆ ਕਲਾਸ 1 ਦਾ, ਤਾਂ ਤੁਸੀਂ 5000 ਪਰਮਿਟ ਇਸ਼ੂ ਕਰ ਦਿਓ, ਉਹ ਜਿੱਥੇ ਮਰਜ਼ੀ ਕੰਮ ਤੋੜ ਸਕਦੇ ਆ। ਫਿਰ ਇਹੋ ਜਿਹੇ ਗੱਲਾਂ ਨੇ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਪੈਣੀ ਆ, ਨਾ ਕਿ ਭਾਵੇਂ ਕੰਪਲੇਂਟ ਕਰਨ ਤੋਂ ਡਰਦੇ ਸਾਰੇ, ਕਿਉਂਕਿ ਉਹ ਸੋਚਦੇ ਕਿਤੇ ਸਾਡੇ ਸਿਰ ਹੀ ਨਾ ਪੈ ਜਾਏ ਗੱਲ ਵੀ ਅਸੀਂ ਵੀ ਕਾਨੂੰਨ ਦੇ ਉਲਟ ਪੈਸੇ ਦਿੱਤੇ ਜਾਂ ਕਾਨੂੰਨ ਦੇ ਉਲਟ ਕੰਮ ਕੀਤਾ। ਮੈਂ ਪੂਰੀ ਮੇਰੀ ਸਿੰਪਥੀ ਆ, ਮੇਰੇ ਜਦੋਂ ਵੀ ਮੇਰਾ ਮੌਕਾ ਮਿਲਦਾ ਫੈਡਰਲ ਜਿਹੜੇ ਸਾਡੇ ਕਾਊਂਟਰ ਪਾਰਟ ਆ ਉਹਨਾਂ ਦੇ ਧਿਆਨ 'ਚ ਮੈਂ ਲਿਆਉਣਾ। ਲੋਕਲ MPs ਨਾਲ ਵੀ ਗੱਲ ਹੁੰਦੀ ਆ, ਮੈਨੂੰ ਆਸ ਆ ਕਿ ਛੇਤੀ ਇਹਦੇ ਵੱਲ ਨੂੰ ਧਿਆਨ ਦਿੱਤਾ ਜਾਊਗਾ, ਕਿਉਂਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਨਾਲ ਰਲ ਕੇ ਇਹ ਕੰਮ ਹੋਣਾ, ਇਕੱਲੇ ਨਹੀਂ ਕਰ ਸਕਦੇ। ਸੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ। ਬੈਂਸ ਸਾਹਿਬ, ਇੱਕ ਹੋਰ ਗੱਲ, ਜਿਹੜੀ ਜਦ ਕੰਮ ਤੇ ਸੱਟ ਲੱਗਦੀ ਆ ਜਾਂ ਮੌਤ, ਹੁਣ ਜਿਹੜੀ ਮੌਤ ਜਦ ਹੋ ਗਈ ਤੇ ਉਹ ਬੱਚੇ ਕੋਲ ਜਾਂ ਪਰਿਵਾਰ ਦੇ ਕਿਸੇ ਜੀਅ ਕੋਲ ਕੋਈ ਸਟੇਟਸ ਨਹੀਂ, ਉਹ LMI ਤੇ ਮਤਲਬ ਟੈਂਪਰੇਰੀ ਫੋਰਨ ਵਰਕਰ ਆ ਜਾਂ ਕੁਝ ਵੀ ਆ, ਉਹਦੇ ਮਾਪੇ ਆ ਕੇ ਇੱਥੇ ਵਿਲਕਦੇ ਨੇ ਮਿੱਟੀ ਉਹਦੀ ਕਿਉਂਟ ਕੇ, ਤੇ ਉਹਨਾਂ ਨੂੰ ਐਮਪਲਾਇਰ ਮਾਰਦਾ ਦਬਕੇ। ਮੈਂ ਪਿਛਲੇ ਦਿਨੀ ਇੱਕ ਕਸੈਟ ਆਪਣੇ ਰਿਕਾਰਡਿੰਗ ਸੁਣੀ, ਉਹ ਕਹਿੰਦਾ ਚੱਕੋ ਟੈਂਟ ਫੋੜੀ, ਹੁਣ ਤੁਸੀਂ ਜਾਓ, ਜਵਾਕ ਦਾ ਸੰਸਕਾਰ ਹੋ ਗਿਆ, ਲੈ ਜਾਓ ਫੁੱਲੇ ਦੇ ਪਾ ਦਿਓ ਕੀਰਤਪੁਰ। ਉਹ ਹੁਣ ਉਡੀਕਦੇ ਆ, ਮੈਂ ਅਸੀਂ ਦੇਖਣਾ ਕਿੰਨਾ ਸਮਾਂ ਲੱਗੂ, ਕਿਉਂਕਿ ਇੰਪਲੋਇਰ ਕੁਝ ਕਹਿੰਦਾ, ਜਿਨ੍ਹਾਂ ਦਾ ਬੰਦਾ ਗਵਾਚ ਜਾਂਦਾ, ਮਰ ਜਾਂਦਾ ਹੈ, ਸੱਟਾਂ ਲੱਗ ਜਾਂਦੀਆਂ, ਉਹ ਕੁਝ ਹੋਰ ਕਹਿੰਦੇ ਨੇ। ਜੇ ਤਾਂ ਜਿਉਂਦਾ ਹੋਵੇ ਉਹ ਤਾਂ ਦੱਸ ਦੂ ਮੇਰੇ ਤੇ ਮਸ਼ੀਨ ਕਿਵੇਂ ਜਾਂ ਕੀ ਹੋਇਆ। ਜਿਹਦੀ ਮੌਤ ਹੋ ਗਈ ਬੇਨ ਸਾਹਿਬ, ਉਹਦੇ ਪਿੱਛੇ ਮਾਪੇ ਬਿਲਕਦੇ ਆ, ਉਹਨੂੰ ਜਿਹੜਾ ਇੰਪਲੋਇਰ ਕਹਿ ਰਿਹਾ ਵੀ ਤੁਸੀਂ ਜਾਓ ਇੱਥੇ, ਉਹ ਵਿਚਾਰੇ ਹੈ ਵਿਜ਼ਿਟ ਵੀਜ਼ੇ ਤੇ, ਇੱਥੇ ਜ਼ਿੰਦਗੀ ਕੱਢਣੀ ਔਖੀ ਆ। ਉਧਰੋਂ ਵਰਕਸੇਫ BC ਸਮਾਂ ਬਹੁਤ ਲਾਉਂਦਾ ਹੈ। ਇਹਦੇ 'ਚ ਕੁਛ ਤੁਹਾਡੇ ਦਿਮਾਗ 'ਚ ਹੈ ਕੁਛ ਠੀਕ ਕਰਨ ਲਈ? ਜੀ, ਇੱਕ ਸਿਸਟਮ ਆਲਰੇਡੀ ਹੈਗਾ, ਜੇ ਕੋਈ ਅਬਿਊਜ਼ ਕਰਦਾ ਨਾ ਉਹਦੇ ਵਾਸਤੇ ਵੀ ਰਾਹ ਹੈਗੇ ਆ। ਮੈਂ ਹੁਣ ਇੰਡੀਵਿਜੂਅਲ ਕੇਸ ਦੀ ਗੱਲ ਤਾਂ ਨਹੀਂ ਕਰ ਸਕਦਾ, ਪਰ ਉਹ ਜਿੱਥੇ ਤੇ ਮੈਨੂੰ ਪਤਾ ਲੱਗਾ ਵੀ ਕੇਸ ਇਹੋ ਜਿਹੇ ਜਦੋਂ ਹੁੰਦੇ ਆ ਤਾਂ WCB ਉਹਨਾਂ ਨੂੰ ਹੈਂਡਲ ਕਰਦੀ ਆ, ਪੈਨਸ਼ਨ ਵੀ ਲੱਗਦੀ ਆ ਪੇਰੈਂਟਸ ਨੂੰ, ਉਹਦੀ ਪ੍ਰੋਵੀਜ਼ਨਸ ਹੈਗੀਆਂ। ਤੇ ਜੇ ਉਹਨਾਂ ਨੂੰ ਕੋਈ ਥ੍ਰੈਟ ਮਿਲਦੀ ਆ ਤੇ ਇਹ ਵਾਕਿਆ ਹੀ ਉਹਨਾਂ ਨੂੰ ਆਪਣੀ ਲੋਕਲ ਪੁਲਿਸ ਵਾਲ ਦੇ ਕੋਲ ਤੇ WCB ਦੇ ਕੋਲ ਉਹ ਸਾਰੀਆਂ ਗੱਲਾਂ ਦਰਜ ਕਰਵਾ ਦੇਣੀਆਂ ਚਾਹੀਦੀਆਂ। ਜਦੋਂ ਮੌਤ ਹੋ ਜਾਂਦੀ ਆ ਗਿੱਲ ਸਾਹਿਬ, ਉੱਥੇ ਇਨਵੈਸਟੀਗੇਸ਼ਨ RCMP ਵੀ ਕਰਦੀ ਆ, ਜੇ RCMP ਜੁਰਿਸਡਿਕਸ਼ਨ ਆ, ਤੇ WCB ਵੀ ਕਰਦੇ ਆ। ਔਰ ਅਸੀਂ ਇੱਕ ਇਹ ਵੀ ਲੈ ਆਂਦਾ ਸੀਗਾ, ਆਪਾਂ ਪਿੱਛੇ ਜੇ ਗੱਲ ਕੀਤੀ ਸੀ ਕਿ ਇੱਕ ਲੋਅਰ ਅਸੀਂ ਅਪਾਇੰਟ ਕੀਤਾ ਸੀ ਵੀ ਸਾਨੂੰ ਦੱਸੋ ਕਿ ਜੇ ਕਿਸੇ ਦੀ ਅਣਗਹਿਲੀ, ਇੰਪਲੋਇਰ ਦੀ ਅਣਗਹਿਲੀ ਦੇ ਕਾਰਨ ਕਿਸੇ ਦੀ ਮੌਤ ਹੁੰਦੀ ਆ, ਸੀਰੀਅਸ ਇੰਜਰੀ ਹੋ ਜਾਂਦੀ ਆ, ਤੇ ਕਿਸ ਤਰ੍ਹਾਂ ਉਹਨੂੰ ਕ੍ਰਿਮੀਨਲੀ ਚਾਰਜ ਕੀਤਾ ਜਾ ਸਕੇ। ਸੋ ਉਹ ਆਪਾਂ ਚੇਂਜਸ ਲੈਣ ਦੀਆਂ ਹੁਣ WCB ਤੇ ਲੋਕਲ ਪੁਲਿਸ ਇਸ ਹਿਸਾਬ ਨਾਲ ਇਨਵੈਸਟੀਗੇਟ ਕਰਦੇ ਆ ਕਿ ਐਵੀਡੈਂਸ ਕਲੈਕਟ ਹੋਣ ਤਾਂ ਕਿ ਕੋਰਟ ਵਿੱਚ ਉਹ ਸਟੈਂਡ ਕਰ ਸਕਣ। ਸੋ ਕ੍ਰਿਮੀਨਲ ਚਾਰਜ ਲੱਗ ਸਕਦੇ ਆ। ਸੋ ਉਹ ਮੈਂ ਜਿਹੜੇ ਵੀ ਕੋਈ ਇਹੋ ਜਿਹੇ ਹਾਲਾਤ ਦੇ ਵਿੱਚ ਹੈਗੇ ਉਹਨਾਂ ਸਾਰਿਆਂ ਨੂੰ ਸੁਜੈਸਟ ਕਰਨਾ ਕਿ ਉਹ ਸਾਰਾ ਕੁਛ ਲਿਖ ਕੇ RCMP ਦੇ ਕੋਲ ਜਾਂ ਲੋਕਲ ਪੁਲਿਸ ਦੇ ਕੋਲ ਜਾਂ
ਜਿਹੜੇ ਤੁਹਾਡੇ ਹੈਗੇ WCB ਕੋ ਤੁਹਾਡੇ ਹੈਂਡਲ ਕਰਦੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਨੂੰ ਉੱਥੇ ਦੇ ਦੇਣ ਸਾਰੀ ਇਨਫੋਰਮੇਸ਼ਨ, ਉਹਦੀ ਬਕਾਇਦਾ ਹੀ ਸੁਣਵਾਈ ਹੋਏਗੀ। ਮੇਰੇ ਯਾਦ ਹੈ ਗੋਰਡਨ ਕੈਂਪਬੈਲ ਤੇ ਕ੍ਰਿਸਟੀ ਕਲਾਰਕ ਜਦ ਮੁੱਖ ਮੰਤਰੀ ਸਨ ਸੂਬੇ ਦੇ ਪ੍ਰੀਮੀਅਰ, ਤੁਸੀਂ ਆਪੋਜੀਸ਼ਨ 'ਚ ਉਹਨਾਂ ਨੂੰ ਮਿਨੀਮਮ ਵੇਜਸ ਵਧਾਉਣ ਦੀ ਗੱਲ ਕਰਦੇ ਸੀ, ਉਹ ਕਹਿੰਦੇ ਹੁੰਦੇ ਸੀ ਨਾ ਮਿਨੀਮਮ ਵੇਜਸ ਤੇ ਇੱਥੇ ਕੰਮ ਹੀ ਨਹੀਂ ਕਰਦਾ ਕੋਈ, $20-22 ਤੇ ਬੰਦੇ ਕੰਮ ਕਰਦੇ ਆ। ਮਿਨੀਮਮ ਵੇਜਸ ਦੀ ਤਾਂ ਗੱਲ ਇੱਕ ਠੀਕ ਹੈ, ਪਰ ਸਕਿੱਲਡ ਵਰਕਰ ਬਣਾਉਣ ਦੇ ਲਈ ਹੋਰ ਇੰਸਟੀਟਿਊਟ ਉਹਨਾਂ ਦੀਆਂ ਸਕਿੱਲਸ ਅਪਗ੍ਰੇਡ ਕਿਵੇਂ ਕੀਤੀ ਜਾਣ। BCIT ਵਰਗਾ ਵੱਡਾ ਜਿਹੜਾ ਅਦਾਰਾ ਹੈ ਉਹ ਸੂਬੇ ਦੇ ਇੰਟੀਰੀਅਰ ਦੇ ਵਿੱਚ ਜਾਂ ਫਰੇਜ਼ਰ ਵੈਲੀ 'ਚ ਸਰੀ 'ਚ ਕਿਵੇਂ ਆ ਜਾਵੇ ਕਿ ਸਾਡੇ ਵਰਕਰ ਜਿਹੜੇ ਨੇ ਉਹ ਸਕਿੱਲਡ ਹੋਣ, ਉਹ ਆਪਣੀ ਜ਼ਿੰਦਗੀ ਸੌਖੇ ਕਰਨ। ਹੁਣ ਤਾਂ 7-7 ਦਿਨ ਉਹਨਾਂ ਤੋਂ ਕੰਮ ਕਰਕੇ ਘਰ ਦੇ ਚੁੱਲ੍ਹੇ ਨਹੀਂ ਜਲਦੇ। 1300 ਵਾਲੀ ਬੇਸਮੈਂਟ $1700 ਦੀ ਹੋ ਗਈ। ਲੋਕਾਂ ਨੇ ਜਿਉਂ ਹੀ ਇੰਟਰਸਟ ਰੇਟ ਵਧਿਆ ਉਹਨਾਂ ਨੇ ਰੈਂਟ ਮਹਿੰਗਾ ਕਰਤਾ। ਸੋ ਸਕਿੱਲ ਇਨਹੈਂਸਮੈਂਟ ਲਈ ਕੀ ਹੋ ਸਕਦਾ ਜੀ? ਯਾਰ ਸਾਡੇ ਜਿਹੜੀ ਐਡਵਾਂਸ ਐਜੂਕੇਸ਼ਨ ਮਿਨਿਸਟਰੀ ਹੈਗੀ ਆ BCIT ਦੇ ਵਿੱਚ ਕਾਫੀ ਇੰਪਰੂਵਮੈਂਟਸ ਕੀਤੀਆਂ। ਵੱਡੀ ਜਿਹੜੀ ਸਿਸਟਮ ਦੇ ਵਿੱਚ ਚੇਂਜ ਕਰਨ ਦੀ ਲੋੜ ਹੁੰਦੀ ਆ ਗਿੱਲ ਸਾਹਿਬ, ਜਿਸ ਤਰ੍ਹਾਂ ਕਿ ਜਦੋਂ ਗੌਰਮੈਂਟ ਟੈਕਸ ਪੇਅਰ ਦੇ ਡਾਲਰ ਨਾਲ ਵੱਡੇ ਪ੍ਰੋਜੈਕਟ ਬਣਾਉਂਦੀ ਆ, ਉਹਨਾਂ ਦਾ ਫਾਇਦਾ ਲੈਣਾ ਚਾਹੀਦਾ ਕਿ ਨੰਬਰ 1 ਕਿ ਲੋਕਲ ਇਕੋਨਮੀ ਨੂੰ ਉਹਦਾ ਫਾਇਦਾ ਹੋਵੇ, ਲੋਕਲ ਵਰਕਰਸ ਨੂੰ ਫਾਇਦਾ ਹੋਵੇ, ਲੋਕਲ ਕੰਪਨੀਜ਼ ਨੂੰ ਫਾਇਦਾ ਹੋਵੇ। ਉਹ ਅਸੀਂ ਲਿਆਂਦੀ ਕਮਿਊਨਿਟੀ ਬੈਨੀਫਿਟ ਐਗਰੀਮੈਂਟ ਦੇ ਮੁਤਾਬਕ ਜਿੰਨੀਆਂ ਵੱਡੇ ਪ੍ਰੋਜੈਕਟ ਚੱਲਦੇ ਆ ਨਾ, ਹੁਣ ਪਟੋਲੋ ਬ੍ਰਿਜ ਲੈ ਲਓ, ਉੱਥੇ ਉਹਦੇ ਅਧੀਨ ਉਹ ਸਾਰੇ ਬਿਡਿੰਗ ਹੁੰਦੀ ਆ। ਉਹਦਾ ਕੀ ਹੈਗਾ, ਉਹਦੇ ਵਿੱਚ ਇੱਕ ਤਾਂ ਹੈਗਾ ਕਿ ਜਿਹੜੇ ਸਾਡੇ ਇੰਡੀਜਨਸ ਤੇ ਔਰਤਾਂ ਹੈਗੀਆਂ ਉਹਨਾਂ ਨੂੰ ਪਹਿਲ ਦੇਣੀ ਬਣਦੀ ਆ ਕੰਮ ਦੇ, ਤੇ ਕਲਰਡ ਲੋਕ ਜਿਹੜੇ ਹੈਗੇ ਆ, ਜਿਹੜੇ ਅੱਗੇ ਪਿੱਛੇ ਵੱਡੀਆਂ ਵੱਡੀ ਕੰਸਟਰਕਸ਼ਨ ਤੋਂ ਪਾਸੇ ਰੱਖੇ ਗਏ ਸੀ, ਉਹਨਾਂ ਨੂੰ ਵੀ ਉੱਥੇ ਜੌਬਸ ਦੀ ਅਪਰਚੁਨਿਟੀ ਦੀ ਪਹਿਲ ਬਣਦੀ ਆ ਉਹਦੇ ਵਿੱਚ ਜੀ। ਇੱਕ ਵੱਡੀ ਗੱਲ ਹੈਗੀ ਆ ਕਿ ਉਹਦੇ ਵਿੱਚ ਪਰਸੈਂਟੇਜ ਆਫ ਵਰਕ ਫੋਰਸ ਉਹ ਕਹਿੰਦੇ ਅਪ੍ਰੈਂਟਿਸਸ਼ਿਪ ਹੋਵੇ। ਉਹ ਵਿੱਚ ਪਹਿਲਾਂ ਬਿਲਡਿੰਗ ਦੇ ਵਿੱਚ ਹੀ ਉਹਨਾਂ ਨੂੰ ਉਹਨਾਂ ਦੀ ਕਾਸਟ ਦੇ ਵਿੱਚ ਲਿਖਿਆ ਹੁੰਦਾ ਜੀ। ਸੋ ਜੇ 20-25% ਅਪ੍ਰੈਂਟਿਸਸ਼ਿਪ ਹੁੰਦੀਆਂ, ਉਹਦੇ ਵਿੱਚ ਔਰਤਾਂ, ਇੰਡੀਜਨਸ ਤੇ ਸਾਡੇ ਕਲਰ ਲੋਕ ਜਿਹੜੇ ਹੈਗੇ ਆ ਉਹ ਉੱਥੇ ਜਾਣਗੇ, ਉਹਨਾਂ ਨੂੰ ਅਪ੍ਰੈਂਟਿਸਸ਼ਿਪ ਦਾ ਉਹਨਾਂ ਨੂੰ ਅਪਰਚੁਨਿਟੀ ਮਿਲਦੀ ਆ। ਉਹਦੇ ਨਾਲ ਕੀ ਹੁੰਦਾ, ਇਹ ਨਹੀਂ ਕਿ ਅਸੀਂ ਅੱਜ ਦੇ ਉਸ ਪ੍ਰੋਜੈਕਟ ਵਾਸਤੇ ਹੀ ਆਪਾਂ ਸਕਿੱਲ ਲੈਵਲ ਤਿਆਰ ਕਰ ਰਹੇ ਹਾਂ। ਉਹਨਾਂ ਦੀ ਸਕਿੱਲ ਜਿਹੜੀ ਆ ਉਹ ਕੋਲ ਹੀ ਰਹਿਣੀ ਆ, ਤਾਂ ਕਿ ਆਉਣ ਵਾਲੇ ਸਮੇਂ ਵਾਸਤੇ ਵੀ ਅਸੀਂ ਇੱਕ ਸਕਿੱਲ ਪੂਲ ਤਿਆਰ ਕਰ ਰਹੇ ਹਾਂ। ਔਰ ਜਿਹੜੇ ਇਨਵੈਸਟਰ ਆਉਣਗੇ ਗਾਂਹ ਵਾਸਤੇ ਉਹਨਾਂ ਨੂੰ ਪਤਾ ਹੋਏਗਾ ਕਿ BC ਵਿੱਚ ਇਨਵੈਸਟ ਕਰੀਏ, ਕਿਉਂਕਿ ਇੱਥੇ ਇੱਕ ਵੱਡਾ ਸਕਿੱਲ ਪੂਲ ਹੈਗਾ ਸਾਡੇ ਕੋਲ। ਸੋ ਕਿਉਂਕਿ ਉੱਦਾਂ ਤੁਸੀਂ ਪ੍ਰਾਈਵੇਟ ਇੰਡਸਟਰੀ ਨੂੰ ਨਹੀਂ ਫੋਰਸ ਕਰ ਸਕਦੇ ਵੀ ਉਹ ਉਹਨਾਂ ਨੂੰ ਕੀ ਕਰਨਾ ਚਾਹੀਦਾ, ਪਰ ਸਰਕਾਰ ਦੇ ਹੱਥ ਜੋ ਕੁਛ ਹੈਗਾ ਉਹ ਕਰ ਸਕਦੇ ਆ। ਹਾਂ, ਇੱਕ ਆਪਣੇ ਕੋਲ ਤਰੀਕਾ ਹੈਗਾ ਜਿਹਦੇ ਨਾਲ ਅਪ੍ਰੈਂਟਿਸਸ਼ਿਪ ਵਧੇਗੀ। ਹੁਣ ਤੁਸੀਂ ਆਪੇ ਹੀ ਦੱਸਿਆ ਪਹਿਲਾਂ ਵੀ ਜਿਹੜੇ ਸਾਡੇ ਫੋਰਨ ਟ੍ਰੇਨਡ ਮੈਡੀਕਲ ਪ੍ਰੋਫੈਸ਼ਨਲਸ ਹੈਗੇ ਆ, ਉਹਨਾਂ ਵਾਸਤੇ ਆਪਾਂ ਰੈਜ਼ੀਡੈਂਸੀਆਂ ਵਧਾ ਦਿੱਤੀਆਂ ਤੇ ਨਵੀਆਂ ਸੀਟਾਂ ਵੀ ਵਧਾ ਦਿੱਤੀਆਂ BJU BC ਦੇ ਵਿੱਚ। ਅੱਜ 1 o'clock ਇੱਕ ਹੋਰ ਬਹੁਤ ਹੀ ਮਹੱਤਵਪੂਰਨ ਸਰੀ ਦੇ ਵਿੱਚ ਅਨਾਉਂਸਮੈਂਟ 18 ਤੇ ਡੇਵਿਡ ਵੀ ਕਰ ਰਹੇ ਆ, ਉਹ ਵੀ ਜਿਹੜੇ ਸਾਡੇ ਸਕਿੱਲਸ ਆ ਉਹਨਾਂ ਨੂੰ ਇੰਪਰੂਵ ਕਰਨ ਵਿੱਚ ਹੀ ਗੱਲ ਹੋਣੀ ਆ। ਸੋ ਆਈ ਥਿੰਕ ਪੈਰ ਤੇ ਆਪਾਂ ਜਿੰਨੇ ਵੀ, ਕਿਉਂਕਿ ਬੜੇ ਪਿਛੜੇ ਹੋਏ ਸੀ ਆਪਣਾ ਸਾਡਾ ਸੂਬਾ ਸੀਗਾ, ਅਸੀਂ ਹੁਣ ਪਹਿਲ ਦੇ ਰਹੇ ਹਾਂ ਲੋਕਾਂ ਦੀ ਸਕਿੱਲ ਪੂਲ ਆਪਣਾ ਵਧੀ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਜੇ ਲੇਬਰ ਫੋਰਸ ਸਕਿੱਲਡ ਹੋਵੇ, ਤਾਂ ਕਿ ਜਦੋਂ ਸਾਡੇ ਵੱਡੇ ਪ੍ਰੋਜੈਕਟ ਆਉਂਦੇ ਉਹਦੇ ਵਾਸਤੇ ਉਹ ਤਿਆਰ ਹੋਣਗੇ। ਸੋ ਕਾਫੀ ਕੰਮ ਹਰ ਪਾਸੇ ਤੋਂ ਹੋ ਰਿਹਾ। ਔਰ ਤੁਸੀਂ ਦੇਖੋ ਸੂਬੇ ਦੇ ਵਿੱਚ ਪਿਛਲੇ ਸਾਲ ਪਹਿਲੇ 60 ਸਾਲਾਂ ਤੋਂ ਵੱਧ ਲੋਕ ਉਸ ਸੂਬੇ ਦੇ ਵਿੱਚ ਨੈਟ ਗੇਨ ਹੋਇਆ ਜੀ। ਔਰ ਇਸ ਸਾਲ ਪਹਿਲੇ 6 ਮਹੀਨਿਆਂ ਵਿੱਚ ਉਹ ਜਿਹੜਾ ਸੀਗਾ ਉਹ ਨੰਬਰ ਆਪਾਂ ਪਾਰ ਕਰ ਗਏ। ਉਹ ਕੀ ਉਹ ਚੋਂ 40% ਤੋਂ ਵੱਧ ਲੋਕ ਦੂਜਿਆਂ ਸੂਬਿਆਂ ਚੋਂ ਆ ਰਹੇ ਆ। ਔਰ ਕਿਉਂ? ਉਹਨਾਂ ਨੂੰ ਪਤਾ ਕਿ BC ਦੇ ਵਿੱਚ ਜਿਹੜਾ BC ਦਾ ਵਰਕਰਾਂ ਦਾ ਟੈਕਸ ਮਿਡਲ ਕਲਾਸ ਦਾ ਉਹ ਬਾਕੀਆਂ ਨਾਲੋਂ ਘੱਟ ਆ। ਤੇ ਦੂਜੇ ਜਿਹੜੀਆਂ ਆਪਾਂ ਤੁਹਾਨੂੰ ਮੈਂ ਕਿੰਨੀਆਂ ਲਿਸਟਾਂ ਦੱਸੀਆਂ ਜਿਹੜੇ ਆਪਾਂ ਵਰਕਰਸ ਵਾਸਤੇ ਸਹੂਲਤਾਂ ਬਣਾਈਆਂ, ਉਹ ਜਾਣਦੇ ਕਿ ਸਾਡੇ BC ਦੇ ਵਿੱਚ ਸਾਡੇ ਵਰਕਰ ਦੀ ਰਿਸਪੈਕਟ ਆ ਔਰ ਸਾਡੇ ਕੰਮ ਦੀ ਵੈਲਿਊ ਪਾਈ ਜਾਂਦੀ ਆ। ਸਰਕਾਰ ਇਹੋ ਜਿਹੀ ਆ। ਸੋ ਇਸੇ ਕਰਕੇ ਲੋਕ ਇੱਧਰ ਮੂਵ ਹੋ ਰਹੇ, ਉਹਨਾਂ ਨੂੰ ਆਪਰਚੁਨਿਟੀਜ਼ ਦਿਸਦੀ ਆ, ਇੱਥੇ ਹੋਪ ਹੈਗੀ ਆ। ਸੋ ਆਈ ਥਿੰਕ ਕੰਮ ਬੜੇ ਹੋ ਗਏ ਆ ਗਿੱਲ ਸਾਹਿਬ, ਬੜੇ ਹੋਰ ਕਰਨ ਵਾਲੇ ਆ। ਹਲੇ ਆਪਾਂ ਕੋਲ ਮਸੀਂ 5 ਸਾਲ ਦਾ ਹੀ ਆਪਾਂ ਨੂੰ ਸਮਾਂ ਮਿਲਿਆ। ਪਹਿਲੇ ਸਾਲ ਥੋੜੇ ਜਿਹੇ ਹੱਥ ਵੱਜੇ ਰਹੇ, ਕਿਉਂਕਿ ਗ੍ਰੀਨ ਪਾਰਟੀ ਬਹੁਤਾ ਕੁਛ ਕਰ ਨਹੀਂ ਸੀ ਦਿੰਦੀ, ਉਹ ਜੋ ਕੁਛ ਕਹਿੰਦੇ ਉਦਾਂ ਹੀ ਕਰਨਾ ਪੈਂਦਾ ਸੀ ਤੇ ਇਸ ਸਾਲ 2 ਸਾਲ ਹੋਏ ਆ ਸਾਨੂੰ ਫੁੱਲ, ਤੇ ਕਾਫੀ ਚੇਂਜਸ ਆਪਾਂ ਮੈਂ ਜਿਹੜੀਆਂ ਮੈਂਸ਼ਨ ਕੀਤੀਆਂ। ਹਾਲੇ ਹਾਈਲਾਈਟ ਹੀ ਆ, ਬਹੁਤ ਲੰਬੀ ਲਿਸਟ ਹੈ ਜਿਹੜੀ ਆਪਾਂ ਬਹੁਤ ਅਚੀਵ ਕਰ ਚੁੱਕੇ ਹਾਂ। ਧੰਨਵਾਦ ਤੁਹਾਡੇ ਸਮੇਂ ਲਈ ਬੈਂਸ ਸਾਹਿਬ। ਅਖੀਰ 'ਚ ਕੁਛ ਹੋਰ ਐਡ ਕਰਨਾ ਹੋਵੇ ਪਲੀਜ਼। ਆਪਾਂ ਸਿਰਫ ਇੰਨਾ ਹੀ ਮੈਂ ਹਮੇਸ਼ਾ ਯਾਦ ਕਰਾਉਣਾ, ਮੇਰੇ ਜਿੰਨੇ ਵੀ ਭੈਣ ਭਰਾ ਬਾਹਰ ਸੁਣਦੇ ਆ, ਅਸੀਂ ਅੱਜ ਟਰੂ ਕੈਨੇਡੀਅਨ ਆ। ਸਾਡੇ ਕੋਲ ਬਰਾਬਰਤਾ ਦਾ ਹੱਕ ਹੈਗਾ।
ਔਰ ਆਪਣੇ ਹੱਕ ਨੂੰ ਪੂਰੀ ਤਰ੍ਹਾਂ ਆਪਾਂ ਮਾਣੀਏ ਔਰ ਆਪਣੀ ਜ਼ਿੰਮੇਵਾਰੀ ਵੀ ਸਮਝੀਏ, ਕਿਉਂਕਿ ਇਹ ਸਾਡਾ ਦੇਸ਼ ਆ। ਅਸੀਂ ਆਪਣੇ ਬੱਚਿਆਂ ਵਾਸਤੇ ਅੱਜ ਨਾਲੋਂ ਵੀ ਵਧੀਆ ਦੇਸ਼ ਛੱਡ ਕੇ ਜਾਣਾ ਜੀ। ਉਹ ਦੇਸ਼ ਜਿਹੜਾ ਕਿ ਸਾਨੂੰ ਮਿਲਿਆ ਸੀ ਨਾ, ਤੁਹਾਨੂੰ ਮੈਨੂੰ ਮਿਲਿਆ, ਉਦੋਂ ਵਧੀਆ ਬਣਾਈਏ ਆਪਾਂ ਆਪਣੇ ਜਿੰਨਾ ਵੀ ਆਪਾਂ ਆਪਣਾ ਹਿੱਸਾ ਪਾ ਸਕਦੇ ਹਾਂ, ਤਾਂ ਕਿ ਆਉਣ ਵਾਲੇ 50 ਸਾਲ ਬਾਅਦ ਜਦੋਂ ਪਿੱਛੇ ਨਿਗਾਹ ਮਾਰਨਗੇ ਉਹ ਲੋਕ ਤੇ ਉਹ ਕਹਿ ਸਕਣ ਕਿ ਉਹ ਲੋਕਾਂ ਨੇ ਦੇਸ਼ ਸਾਨੂੰ ਹੋਰ ਵੀ ਵਧੀਆ ਬਣਾ ਕੇ ਦਿੱਤਾ। ਜਿਸ ਤਰ੍ਹਾਂ ਕਿ ਆਪਾਂ ਅੱਜ ਭਾਈ ਭਾਗ ਸਿੰਘ ਹੋਣਾ ਦੀ ਗੱਲ ਕਰਦੇ ਹਾਂ ਜੀ, ਅੱਜ ਆਪਾਂ ਭਾਈ ਮੇਵਾ ਸਿੰਘ ਹੋਣਾ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਵਾਸਤੇ ਲੜਾਈ ਕਰਕੇ ਸਾਨੂੰ ਬਹੁਤ ਵਧੀਆ ਦੇਸ਼ ਦਿੱਤਾ। ਔਰ ਅੱਜ ਸਾਡਾ ਫਰਜ਼ ਬਣਦਾ ਕਿ ਫਿਊਚਰ ਜਿਹੜਾ ਕੈਨੇਡਾ ਉਦੋਂ ਵੀ ਵਧੀਆ ਬਣਾਈਏ ਔਰ ਫੁੱਲੀ ਇਨਵੋਲਵ ਹੋਵੋ। ਔਰ ਇਨਵੋਲਵ ਹੋਵੋ ਸਿਰਫ ਜਿਸ ਤਰ੍ਹਾਂ ਕਿ ਕੈਨੇਡੀਅਨ ਕਾਨੂੰਨ ਦੇ ਮੁਤਾਬਕ। ਜੇ ਕੈਨੇਡੀਅਨ ਕਾਨੂੰਨ ਕੋਈ ਨਹੀਂ ਚੰਗਾ ਲੱਗਦਾ, ਆਓ ਰਲ ਕੇ ਉਹਨੂੰ ਚੈਲੰਜ ਕਰੀਏ ਤਾਂ ਉਹਨੂੰ ਆਪਾਂ ਚੇਂਜ ਕਰੀਏ। ਤੇ ਬਸ ਇਹ ਸਾਡਾ ਫਿਊਚਰ ਆ, ਇਹਨੂੰ ਆਪਾਂ ਹੋਰ ਵੀ ਵਧੀਆ ਦੇਸ਼ ਬਣਾਈਏ। ਇੰਨੀ ਮੇਰੀ ਰਿਕੁਐਸਟ ਸਾਰਿਆਂ ਨੂੰ। ਧੰਨਵਾਦ ਜੀ, ਬਹੁਤ ਬਹੁਤ ਤੁਹਾਡੇ ਸਮੇਂ ਲਈ। ਥੈਂਕ ਯੂ ਜੀ ਗਿੱਲ ਸਾਹਿਬ। ਥੈਂਕ ਯੂ। ਲੇਬਰ ਮਿਨਿਸਟਰ ਹੈਰੀ ਵੈਂਸ ਹੁਣੀ ਗੱਲਬਾਤ ਕਰ ਰਹੇ ਸੀ। ਦੋਨੇ ਤੁਸੀਂ ਗੱਲਾਂ ਬਾਤਾਂ ਸੁਣੀਆਂ, ਹੈਰੀ ਵੈਂਸ ਉਹਨਾਂ ਦੀਆਂ ਤੇ ਸੁਖ ਧਾਲੀਵਾਲ ਉਹਨਾਂ ਦੀਆਂ। ਆਪਣੇ ਕੋਲ 15 ਕੁ ਮਿੰਟ ਹੋਣਗੇ ਤੇ ਤੁਸੀਂ ਦੋਨਾਂ ਤੇ ਕੋਈ ਕਮੈਂਟ ਕਰਨਾ ਚਾਹੋ। ਪਹਿਲੀ ਗੱਲ ਤੇ ਗੱਲਬਾਤ ਕਰਨ ਲਈ ਬਹੁਤ ਉਡੀਕ ਰਹੇ ਸੀ ਤੇ ਹੈਰੀ ਵੈਂਸ ਉਹਨਾਂ ਦੀ ਗੱਲਬਾਤ ਨੂੰ ਵੀ ਐਡ ਕਰ ਲਿਓ ਤੇ ਪਲੀਜ਼ ਕਾਲ ਇਨ 604 204 0। ਹੈਰੀ ਵੈਂਸ ਉਹਨਾਂ ਨੇ ਭਾਈ ਸਾਹਿਬ ਭਾਈ ਮੇਵਾ ਸਿੰਘ ਲੋਪੋਕੇ ਨੂੰ ਯਾਦ ਕੀਤਾ, ਭਾਈ ਭਾਗ ਸਿੰਘ ਉਹਨਾਂ ਨੂੰ ਯਾਦ ਕੀਤਾ। ਬਹੁਤ ਔਖਾ ਹੈ। ਮੈਂ ਦੇਖੇ ਨੇ ਵੋਟਾਂ ਜਿੱਤਣ ਤੋਂ ਬਾਅਦ ਇਹ ਨਾਂ ਨਹੀਂ ਲੈ ਸਕੇ, ਬਹੁਤ ਵੱਡਿਆਂ ਅਹੁਦਿਆਂ 'ਤੇ ਗਏ ਹੋਏ ਪੰਜਾਬੀ। ਇਹ ਬਹੁਤ ਮਾਣ ਦੀ ਗੱਲ ਹੈ। ਧੰਨਵਾਦ ਹੈ ਉਹਨਾਂ ਦਾ ਫੇਰ ਇੱਕ ਵਾਰ ਦਿਲੋਂ। ਅਤੇ ਇੱਕ ਹੀ ਪਿਛਲੇ ਦਿਨੀ ਕਤਰ ਦੇ ਵਿੱਚ ਜਾਂ ਬ੍ਰਾਜ਼ੀਲ ਦੇ ਪਲੇਅਰ ਗਏ ਖੇਲਣ, ਨੈਮਟ ਦੇ ਨਾਲ ਇੱਕ ਸਿੱਖ ਮੁੰਡੇ ਦੀ ਫੋਟੋ ਵੇਖ ਕੇ ਬੜਾ ਮਾਣ ਆਇਆ। ਮੋਢਿਆਂ 'ਤੇ ਹੱਥ ਰੱਖਿਆ ਨੈਮਟ ਨੇ ਉਹਦੇ, ਅਤੇ ਉਹ ਵੀ ਵਧੀਆ। ਕਤਰ ਦੇ ਵਿੱਚ ਬਹੁਤ ਸਿੱਖ ਰਹਿੰਦੇ ਆ ਅਤੇ ਉੱਥੋਂ ਕਿਸੇ ਪਰਿਵਾਰ ਦਾ ਬੱਚਾ ਸੀ ਉਹ। ATA ਟਰੱਕ ਐਂਡ ਰਿਪੇਅਰ, ਮਕੈਨੀਕਲ, ਇਲੈਕਟ੍ਰੀਕਲ, ਬੋਡੀ ਵਰਕ, ਪੇਂਟ, ਜਨਰਲ ਰਿਪੇਅਰ ਦੇ ਲਈ ATA ਟਰੱਕ ਰਿਪੇਅਰ 24 ਘੰਟੇ ਰੋਡ ਸਾਈਡ ਅਸਿਸਟੈਂਸ ਹੈ। ਅਤੇ ਕੋਈ ਵੀ ਐਕਸੀਡੈਂਟ ਹੋ ਗਿਆ, ਟ੍ਰੇਲਰ ਬਿੰਗਾ ਟੇਢਾ ਹੋ ਗਿਆ, ਸਿੱਧਾ ਕਰਨਾ ਹੈ। ਦਰਵਾਜ਼ੇ ਟੁੱਟ ਗਏ, ਉਹ ਸਹੀ ਕਰਨੇ ਨੇ। 5th ਵੀਲ ਸਹੀ ਕਰਨਾ ਹੈ। ਸਾਰਾ ਇੱਕ ਜਗ੍ਹਾ 'ਤੇ 604 940 1080 ATA ਟਰੱਕ ਰਿਪੇਅਰ.ca। ਸਰ ਗੁਰਵਿੰਦਰ ਸਿੰਘ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ ਆਏ ਸੀ, ਇਹਨਾਂ ਦਾ ਧੰਨਵਾਦ। ਪਰ ਮੈਂ ਤੁਹਾਨੂੰ ਇੱਕ ਅਪਡੇਟ ਦੇ ਰਿਹਾ ਕਿ ਜੇ ਇਹਨਾਂ ਦੇ ਆਫਿਸ 'ਚ ਅਪਾਇੰਟਮੈਂਟ ਲੈਣੀ ਹੋਵੇ ਨਾ, ਪਹਿਲੇ ਪੁੱਛਦੇ ਨੇ ਕਿਸ ਕੰਮ ਲਈ, ਬਕਾਇਦਾ ਲਿਖਦੇ ਨੇ, ਅਪਾਇੰਟਮੈਂਟ ਲਈ ਕਾਲ ਕਰਦੇ ਨੇ। ਇਹ ਕਿਵੇਂ ਹੋ ਸਕਦਾ ਹੈ ਕਿ 2 ਕੰਟਰੀਆਂ ਦਾ ਸਮਝੌਤਾ ਹੋ ਰਿਹਾ ਤੇ ਵਰਬਲ ਹੋਵੇ? ਹਜਮ ਨਹੀਂ ਗੱਲ ਹੋ ਰਹੀ। ਦੂਜੀ ਗੱਲ ਇਹ ਹੈ ਕਿ ਇਹ ਪੰਜਾਬੀ ਪੋਲਿਟਿਕਸ ਖੇਡ ਰਹੇ ਨੇ ਇਸ ਟਾਈਮ ਤੇ। ਉਹ ਮੈਂ ਦੱਸਦਾ ਕਿਉਂ। ਕਿਉਂਕਿ ਕਟਹਿਰੇ 'ਚ ਸਿਰਫ ਪੰਜਾਬੀ MP ਜਾਂ MLA ਹੀ ਆ ਰਹੇ ਨੇ। ਉਹ ਇਸ ਕਰਕੇ ਹੈ ਕਿ ਜਿਹੜਾ ਕਿ ਆਲਰੇਡੀ ਡਿਸੀਜਨ ਹੋ ਚੁੱਕਿਆ ਹੈ, ਉਹਨੂੰ ਆਲਟਰ ਕਰਨਾ ਤਾਂ ਮੁਸ਼ਕਿਲ ਹੀ ਹੈ, ਨਾ ਪਬਲਿਕ ਦਾ ਤੇ ਨਾ ਉਹਨਾਂ ਦਾ। ਉਹ ਸਿਰਫ ਸਾਡੀ ਜਿਹੜੀ ਜਿੰਦਾ ਦਿਲੀ ਹੈ, ਤਾਕਤ ਹੈ, ਉਹਨੂੰ ਡਿਫਿਊਜ਼ ਕਰ ਰਹੇ ਨੇ। ਆਪਣੇ ਸਿਰ ਨਹੀਂ ਲੈ ਰਹੇ ਕਿ ਸਾਡੀ ਮਿਸਟੇਕ ਹੈ, ਅਸੀਂ ਉਹਨੂੰ ਕਰੈਕਟ ਕਰਾਂਗੇ। ਇੰਨਾ ਮੂੰਹ ਨਾਲ ਨਿਕਲ ਨਹੀਂ ਰਿਹਾ। ਹੁਣ ਤੁਹਾਡੀ ਇੱਕ ਡਿਊਟੀ ਬਣਦੀ ਹੈ ਜੀ ਕਿ ਜਿਹੜਾ ਐਗਰੀਮੈਂਟ ਹੋਇਆ ਉਹ ਨਾ ਜੀ, ਉਹ ਮੈਂ ਚਾਹੁੰਦਾ ਹਾਂ, ਮੈਂ ਅਲਗੈਬਰਾ ਉਹਨਾਂ ਨੂੰ ਲਿਖਾਂਗੇ ਵੀ ਸਾਨੂੰ ਜੀ ਉਹਦੀ ਜਾਂ RTI ਪਾ ਕੇ ਇੱਥੋਂ ਵੀ ਮਿਲਣਾ ਹੈ ਵੀ ਦਿਖਾਇਓ ਜੀ ਜਿੱਥੇ ਕੈਨੇਡਾ ਇੰਡੀਆ ਨੇ ਰਿਫਿਊਜ਼ ਕੀਤਾ। ਨਹੀਂ, ਉਹਨਾਂ ਨੇ ਤਾਂ ਕਦੀ ਰਿਫਿਊਜ਼ ਕੀਤਾ ਹੀ ਨਹੀਂ ਹੈ। ਉਹਨਾਂ ਨੇ ਤਾਂ ਕਿਹਾ 6 ਕੰਟਰੀ ਸਿਟੀ ਹੈਗੇ, ਤੁਸੀਂ ਸਿਲੈਕਟ ਕਰ ਲਓ। ਹਾਂ, ਇਹਨਾਂ ਨੇ ਕੀਤਾ ਨਹੀਂ ਨਾ ਸਿਲੈਕਟ। ਉਹ ਡਾਕੂਮੈਂਟ ਚਾਹੀਦਾ। ਕੈਨੇਡਾ ਇਹ ਇੰਡੀਆ ਦਾ ਨਾਂ ਲੈ ਕੇ ਸਾਨੂੰ ਕਨਫਿਊਜ਼ ਕਰ ਰਹੇ ਨੇ। ਥੈਂਕ ਯੂ ਜੀ। ਬਿਲਕੁਲ, ਜਦ 6 ਏਅਰਪੋਰਟ ਉਹਨਾਂ ਨੇ ਕਹੇ, ਮੈਂ ਮੰਨਦਾ। ਦਿੱਲੀ ਮੰਨ ਲਓ, ਬੰਬੇ ਮੰਨ ਲਓ, ਆਪਣੇ ਬੈਂਗਲੌਰ ਮੰਨ ਲਓ। 3 ਤਾਂ ਮੈਂ ਮੰਨਦਾ IT ਹੱਬ ਹੈ। ਬੈਂਗਲੌਰ ਦੇ ਨਾਲ ਹੈਦਰਾਬਾਦ ਹੈ। ਚਲ ਮੈਂ ਮਦਰਾਸ ਵੀ ਮੰਨਦਾ, ਬਹੁਤ ਸਾਊਥ ਦੇ ਬੰਦੇ ਨੇ, ਬਹੁਤ ਕਮਿਊਨਿਟੀ ਆ। ਪਰ ਬੰਗਾਲ ਦੇ ਵਿੱਚ ਤਾਂ ਬੰਗਾਲੀ ਕਮਿਊਨਿਟੀ ਕਿੰਨੀ ਕੁ ਇੱਥੇ? ਉਹਦੇ ਵਿੱਚ ਇੱਕ ਏਅਰਪੋਰਟ ਇਹ ਪਾ ਸਕਦੇ ਸੀ ਜਦ ਉਹਨਾਂ ਨੇ 6 ਕਿਹਾ। ਜੇ ਇਹ ਕਹਿੰਦੇ ਨੇ ਉਹਨਾਂ ਨੇ ਰਿਫਿਊਜ਼ ਕੀਤਾ, ਪਰ ਇਹ ਕਿਤੇ ਦਿਖਾਉਣ ਵੀ ਇਹਨਾਂ ਨੂੰ ਦਿਖਾਉਣਾ ਚਾਹੀਦਾ ਵੀ ਦੇਖੋ ਜੀ, ਅੰਮ੍ਰਿਤਸਰ ਦਾ ਅਸੀਂ ਨਾਂ ਲਿਖਿਆ ਸੀ ਅਤੇ ਅੰਮ੍ਰਿਤਸਰ ਦਾ ਨਾਂ ਉਹਨਾਂ ਨੇ ਕੱਟਤਾ।
ਬਲਵਿੰਦਰ ਕੌਰ ਸੇਖੋਂ ਜੀ, ਕੁਲਵਿੰਦਰ ਕੌਰ ਸੇਖੋਂ ਜੀ, ਲਓ ਜੀ ਸਹੀ ਕਰਤਾ ਜੀ, ਆ ਜਾਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਹੁਣ ਹੈਰੀ ਪੈਸ ਹੋਣੀ ਆ ਕੇ ਗਏ ਆ, ਮੈਂ ਉਸ ਵੇਲੇ ਥੋੜਾ ਲੇਟ, ਜਦੋਂ ਮੇਰਾ ਦੂਜੇ ਪਾਸੇ ਫੋਨ ਆ ਗਿਆ ਸੀ, ਮੈਂ ਤਾਂ ਗੱਲ ਕਰਨ ਲੱਗ ਪਈ। ਮੈਂ ਆਹ ਗੱਲ ਕਰਨੀ ਚਾਹੁੰਦੀ ਸੀ, ਮੈਂ ਜਿੱਦਾਂ ਹੁਣ 65 ਸਾਲਾਂ ਦੀ ਹੋ ਜਾਣਾ ਆ, ਤੇ ਮੇਰੇ ਹਨਾ ਸੱਟ ਲੱਗ ਗਈ ਸੀ ਕੰਮ ਤੇ 17th 'ਚ। ਅੱਛਾ ਜੀ। ਤੇ ਮੇਰੀ ਬਾਂਹ ਤੇ ਲੈ ਕੇ ਮੋਢੇ ਤਾਈਂ 6 ਸਰਜਰੀਆਂ ਹੋਈਆਂ ਆ, ਤੇ ਮੈਨੂੰ ਪੈਸੇ ਆਉਂਦੇ ਆ ਕੰਮ ਦੇ ਵੀ, ਤਾਂ ਮੈਨੂੰ ਜਿਹੜਾ ਲੂਜ਼ ਫੰਕਸ਼ਨ ਦੀ ਜਿਹੜੇ ਆਉਂਦੇ ਆ ਉਹ ਮੈਨੂੰ ਹੁਣ ਤਾਂ ਹੀ ਆਉਂਦੇ ਆ। ਜਦੋਂ ਫਿਰ ਇਹ ਕਹਿੰਦੇ ਜਦੋਂ ਤੂੰ ਓਲਡ ਹੋ ਗਈ ਤੇ ਫਿਰ ਤੈਨੂੰ ਬੰਦ ਹੋ ਜਾਣੀ, ਫਿਰ ਮੇਰੀ ਉਹ ਸੱਟਾਂ ਹਟ ਜਾਣੀਆਂ ਆ। ਆਹ ਸਵਾਲ ਆ। ਕੋਈ ਨਾ ਜੀ, ਪਤਾ ਕਰਾਂਗੇ ਨੈਕਸਟ ਟਾਈਮ ਨੂੰ। ਗੁਰਮੇਲ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਬੇਨਤੀ ਇਹ ਹੈ ਕਿ ਮੈਂ ਪਹਿਲਾਂ ਹੀ ਤੁਹਾਨੂੰ ਪੰਜਾਬ ਬਾਰੇ ਲਿਖਿਆ ਸੀਗਾ, ਸਾਰਾ ਮਸਲਾ ਹੀ ਆਪਣੇ ਪੰਜਾਬ ਚੜਿਆ ਪਿਆ। ਉੱਥੇ ਬੀਜੇਪੀ ਆ ਜੇ, ਅੱਜ ਅੰਮ੍ਰਿਤਸਰ ਅੱਜ ਫਲਾਈਟ ਜਾਊਗੀ। ਸੋਚੋ ਜੀ, ਜੇਦ ਕੇ ਗਿਆ, ਹੁਣ ਆਪਣੀ ਵਾਰੀ ਪੰਜਾਬ ਨੂੰ ਬਚਾਉਣ ਦੀ ਆ। ਬੀਜੇਪੀ ਲਿਆਓ, ਪੰਜਾਬ ਬਚਾਓ, ਸਭ ਕੁਛ ਹੋ ਜਾਊਗਾ ਜੀ। ਚਲੋ ਜੀ, ਇਹ ਤਾਂ ਦੂਰ ਦੀ ਗੱਲ ਹੈ, ਹੁਣ ਆਪਾਂ ਇੱਥੋਂ ਬੈਠੇ ਤਾਂ ਕੁਛ ਨਹੀਂ ਕਰ ਸਕਦੇ। ਤੁਹਾਡਾ ਸੁਨੇਹਾ ਸੁਣ ਲਿਆ ਲੋਕਾਂ ਨੇ। ਲਓ ਜੀ, ਅੱਜ ਦੀ ਹੋ ਗਈ ਗੱਲਬਾਤ ਖਤਮ, ਤੇ ਕੱਲ੍ਹ ਨੂੰ ਰੱਬ ਨੇ ਸੁੱਖ ਰੱਖੀ ਸਵੇਰੇ ਫੇਰ 10:15 ਵਜੇ ਤੁਹਾਡੀ ਸੇਵਾ 'ਚ ਹਾਜ਼ਰ। ਤੇ ਠੰਡ ਤੋਂ ਬਾਜਿਓ,